All right. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ एवरीवन ਥੈਂਕ ਯੂ ਜੋ ਵੀ ਹੁਣੇ ਸਾਡੇ ਨਾਲ ਜੁੜੇ ਨੇ ਤੇ ਥੋੜੀ ਦੇਰ ਦੇ ਵਿੱਚ ਜੁੜਨ ਲੱਗੇ ਨੇ Hi Jaskaran. Hi Vikramjeet Singh. Um, yeah, so guys, ਜਿਵੇਂ ਮੈਂ ਤੁਹਾਨੂੰ ਕੱਲ ਕਿਹਾ ਸੀਗਾ ਕਿ we're getting such an amazing response 2-3 ਦਿਨਾਂ ਤੋਂ ਤੇ ਜਦੋਂ ਤੋਂ ਅਸੀਂ ਇਵੈਂਟ ਲਾਈਵ ਇਹਦੇ ਬਾਰੇ ਗੱਲ ਕਰ ਰਹੇ ਹਾਂ ਤੇ ਕਿੰਨੇ ਸਾਰੇ ਲੋਕੀ ਸਾਡੇ ਨਾਲ ਜੁੜਨ ਦੀ ਕੋਸ਼ਿਸ਼ ਕਰ ਰਹੇ ਨੇ ਮੈਨੂੰ ਰੋਜ਼ ਕੁਐਸਚਨਸ ਆ ਰਹੇ ਨੇ ਆਮ ਸ਼ੋਰ ਸਪੀਕਰਸ ਨੂੰ ਵੀ ਹੁਣ ਕੁਐਸਚਨਸ ਆਣੇ ਸ਼ੁਰੂ ਹੋ ਗਏ ਨੇ ਤੇ ਸਾਨੂੰ ਥੋੜਾ ਡਰ ਸੀਗਾ ਜਿਵੇਂ ਮੈਂ ਕੱਲ ਵੀਡੀਓ ਦੇ ਵਿੱਚ ਕਿਹਾ ਸੀਗਾ ਕਿ ਬਿਟਕੋਇਨ ਦੇ ਇੰਡੀਆ ਵਿੱਚ ਬਿਟਕੋਇਨ ਨੂੰ ਸਿਰਫ ਸਕੈਮਸ ਦੇ ਨਾਲ ਜੋੜੀਦਾ ਹੈ ਤੇ ਸਾਨੂੰ ਵੀ ਡਿਡ ਨਾਟ ਨੋ ਕਿ ਅਸੀਂ ਸਾਨੂੰ ਕਿਹੋ ਜਿਹਾ ਰਿਸਪੌਂਸ ਮਿਲੇਗਾ ਤੇ ਜਿਹੋ ਜਿਹਾ ਤੁਸੀਂ ਸਾਨੂੰ ਰਿਸਪੌਂਸ ਦਿੱਤਾ ਹੈ ਉਹਦੇ ਨਾਲ ਇਹੋ ਜਿਹਾ ਫੀਲ ਵੀ ਫੀਲ ਕਿ ਮੇਬੀ ਵੀ ਆਰ ਡੂਇੰਗ ਸਮਥਿੰਗ ਰਾਈਟ ਕਿ ਹਾਂ ਹੁਣ ਡਿਮਾਂਡ ਬਹੁਤ ਹੈਗੀ ਲੋਕ ਇਹ ਨੌਲੇਜ ਦੀ ਤੇ ਅਸੀਂ ਖੁਸ਼ ਹਾਂ ਕਿ ਤੁਸੀਂ ਟਾਈਮ ਕੱਢਿਆ ਸਮੇਂ ਕੱਢਿਆ ਸਾਡੇ ਨਾਲ ਜੁੜਨ ਲਈ ਤੇ guys basically one of the reasons you guys must be thinking ਕਿ ਅਸੀਂ ਕਿਉਂ ਹੁਣ ਇਕੱਠੇ ਹੋ ਕੇ ਇਹ ਟੌਪਿਕ ਦੇ ਬਾਰੇ ਗੱਲ ਕਰ ਰਹੇ ਹਾਂ ਐਂਡ ਵਨ ਆਫ ਦ ਮੇਨ ਰੀਜ਼ਨਸ ਇਹ ਹੈਗਾ ਹੈ ਕਿ ਜਿੰਨੇ ਇੰਡੀਆ ਦੇ ਵਿੱਚ ਬਿਟਕੋਇਨ ਦੇ ਸਕੈਮਸ ਹੋਏ ਨੇ ਅਸੀਂ ਚਾਹੁੰਦੇ ਹਾਂ ਕਿ ਤੁਹਾਨੂੰ ਕਰੈਕਟ ਇਨਫੋਰਮੇਸ਼ਨ ਮਿਲੇ ਹੁਣ ਜਿਵੇਂ ਐਜ਼ ਯੂ ਮਾਈਟ ਨੋ ਐਜ਼ ਵੈਲ ਕਿ ਹਾਈ ਗੁਰਵਿੰਦਰ ਹਾਈ ਸੁਖਰਾਜ ਜਿਵੇਂ ਤੁਹਾਨੂੰ ਪਤਾ ਹੋਏ ਕਿ ਕਿੰਨੇ ਸਕੈਮਸ ਨੇ ਰਾਈਟ ਇੰਡੀਆ ਦੇ ਵਿੱਚ ਬਿਟਕੋਇਨ ਦੇ ਬਾਰੇ ਤੁਸੀਂ ਕਿਹਨੂੰ ਵੀ ਪੁੱਛ ਲਓ ਉਹ ਤੁਹਾਨੂੰ ਇਹੀ ਕਹੇਗਾ ਹਾਂ ਬਿਟਕੋਇਨ ਦੇ ਵਿੱਚ ਨਾ ਜਾਇਓ ਉਹਦੇ ਵਿੱਚ ਉਹ ਸਕੈਮ ਹੈਗਾ ਨਹੀਂ ਇਹ ਘੁਟਾਲਾ ਹੈਗਾ ਤੇ ਅਸੀਂ ਚਾਹੁੰਦੇ ਹਾਂ ਕਿ ਉਹ ਤੁਹਾਡਾ ਜਿਹੜਾ ਡਰ ਹੈ ਬਿਟਕੋਇਨ ਸਕੈਮ ਦਾ ਉਹਦੇ ਨਾਲ ਤੁਸੀਂ ਜਿਹੜੀ ਪੂਰੀ ਹੋਰ ਦੁਨੀਆ ਹੈਗੀ ਹੈ ਬਿਟਕੋਇਨ ਦੀ ਜਿੱਥੇ ਪੂਰੀ ਜੌਬ ਇਨੀਕ੍ਰੀਏਸ਼ਨ ਹੋ ਰਹੀ ਹੈ ਡਿਵੈਲਪਮੈਂਟਸ ਹੋ ਰਹੀਆਂ ਨੇ ਦੁਨੀਆ ਦੀ ਜਿਹੜੀਆਂ ਸਭ ਤੋਂ ਲੇਟੈਸਟ ਟੈਕਨੋਲੋਜੀਜ਼ ਹੈਗੀਆਂ ਨੇ ਉਹ ਬਣ ਰਹੀਆਂ ਨੇ ਤੇ ਅਸੀਂ ਨਹੀਂ ਚਾਹੁੰਦੇ ਕਿ ਯੂ ਮਿਸ ਆਊਟ ਔਨ ਆਲ ਆਫ ਦੈਟ ਤੇ ਟ੍ਰੇਡਿੰਗ ਵੀ ਹੁਣ ਜਿਵੇਂ ਪਹਿਲਾਂ ਸਿਰਫ ਟ੍ਰੇਡਿੰਗ ਲਈ ਸਟਾਕ ਮਾਰਕੀਟ ਹੁੰਦਾ ਸੀ ਹੁਣ ਕ੍ਰਿਪਟੋ ਮਾਰਕੀਟਸ ਵੀ ਖੁੱਲ ਗਈਆਂ ਨੇ ਤੇ ਜਿੱਥੇ ਤੁਸੀਂ ਵੇਖੋ ਹਰ ਥਾਂ ਓਪਰਚੁਨਿਟੀ ਹੈਗੀ ਹੈ ਤੇ ਆਈ ਥਿੰਕ ਕਿ ਹੁਣੇ ਅਸੀਂ ਕ੍ਰਿਪਟੋ ਦਾ ਬੂਮ ਵੀ ਨਹੀਂ ਵੇਖਿਆ ਅੱਛੀ ਤਰ੍ਹਾਂ ਬਿਟਕੋਇਨ ਇੰਡਸਟਰੀ ਹੁਣੇ ਚੜੀ ਨਹੀਂ ਹੈਗੀ ਤੇ ਇਹ ਟਾਈਮਿੰਗ ਇੰਨੀ ਅੱਛੀ ਹੈ ਤੇ ਅਸੀਂ ਖੁਸ਼ ਹਾਂ ਕਿ ਤੁਸੀਂ ਸਾਡੇ ਨਾਲ ਇਹਦੇ ਵਿੱਚ ਇੰਟਰਸਟ ਵਿਖਾ ਰਹੇ ਹੋ ਤੁਸੀਂ ਵੀ ਇੰਟਰਸਟਿਡ ਹੈਗੇ ਹੋ ਬਿਕੋਜ਼ ਆਈ ਰੀਅਲੀ ਥਿੰਕ ਕਿ ਅਸੀਂ ਪੰਜਾਬ ਦੇ ਵਿੱਚ ਇੱਕ ਇਹੋ ਜਿਹੀ ਇੰਡਸਟਰੀ ਬਣਾ ਸਕਦੇ ਹਾਂ ਤੇ ਬਹੁਤ ਛੇਤੀ ਬਣਾ ਸਕਦੇ ਹਾਂ ਜਿੱਥੇ ਲੋਕੀ ਵੀ ਹੁਣ ਪਾਰਟਿਸਿਪੇਟ ਕਰ ਰਹੇ ਆ ਤੇ ਅਸੀਂ ਵੀ ਮਤਲਬ ਪੰਜਾਬ ਦੇ ਵਿੱਚ ਲੋਕੀ ਬਹਿ ਕੇ ਉਹਨਾਂ ਨੂੰ US ਤੋਂ ਜੌਬਸ ਮਿਲ ਰਹੀਆਂ ਨੇ ਯੂਰਪ ਤੋਂ ਜੌਬ ਮਿਲ ਰਹੀਆਂ ਨੇ ਸੋ ਵੈਰੀ ਵੈਰੀ ਐਕਸਾਈਟਿੰਗ ਤੇ ਗਾਇਸ ਸੋ ਟੁਡੇਜ਼ ਏਜੰਡਾ ਹੁਣ ਅੱਜ ਅਸੀਂ ਬੜੇ ਬੇਸਿਕ ਲੈਵਲ ਤੇ ਤੁਹਾਡੇ ਨਾਲ ਬਿਟਕੋਇਨ ਦੇ ਬਾਰੇ ਗੱਲ ਕਰਨਾ ਚਾਹੁੰਦੇ ਹਾਂ ਕਿ ਬਿਟਕੋਇਨ ਕੀ ਹੈਗਾ ਹੈ ਤੇ ਮੈਂ ਮੇਰੇ ਨਾਲ 3 ਸਪੀਕਰਸ ਹੈਗੇ ਨੇ ਤੇ ਅਸੀਂ ਇਹ ਜਾਣਾਂਗੇ ਕਿ ਉਹ ਕੀ ਕਰਦੇ ਨੇ ਉਹਨਾਂ ਦੀ ਕੀ ਜੌਬ ਹੈ ਤੇ ਉਹ ਬਿਟਕੋਇਨ ਦੇ ਨਾਲ ਕੀ ਕਰ ਰਹੇ ਨੇ ਉਹਨਾਂ ਨੂੰ ਪਹਿਲਾਂ ਕਿਵੇਂ ਪਤਾ ਲੱਗਿਆ ਬਿਟਕੋਇਨ ਦੇ ਬਾਰੇ ਤੇ ਉਹਦੇ ਬਾਅਦ ਅਸੀਂ ਇੱਕ ਰਾਊਂਡ ਟੇਬਲ ਡਿਸਕਸ਼ਨ ਕਰਾਂਗੇ ਕਿ ਬਿਟਕੋਇਨ ਕੀ ਹੈ ਫਿਰ ਅਸੀਂ ਗੱਲਾਂ ਕਰਾਂਗੇ ਕਿ ਵਾਟ ਆਰ ਦ ਮੇਨ ਭੁਲੇਖੇ ਲੋਕਾਂ ਨੂੰ ਮੇਨ ਭੁਲੇਖੇ ਕੀ ਹੁੰਦੇ ਨੇ ਬਿਟਕੋਇਨ ਦੇ ਬਾਰੇ ਸਪੈਸ਼ਲੀ ਇੰਡੀਆ ਦੇ ਵਿੱਚ ਲੋਕਾਂ ਨੂੰ ਮੇਨਲੀ ਹਰ ਕਿਸੇ ਨੂੰ ਮੇਨ 4-5 ਭੁਲੇਖੇ ਹੀ ਹੈਗੇ ਨੇ ਠੀਕ ਹੈ ਸੋ ਇਟਸ ਇੰਪੋਰਟੈਂਟ ਕਿ ਅਸੀਂ ਉਹਨੂੰ ਵੀ ਐਡਰੈਸ ਕਰੀਏ ਤੇ ਉਹਦੇ ਬਾਅਦ ਅਸੀਂ ਹੋਪਫੁਲੀ ਇਫ ਯੂ ਗਾਇਸ ਹੈਵ ਐਨੀ ਕੁਐਸਚਨਸ ਦੈਨ ਵੀ ਵੁੱਡ ਬੀ ਰੀਲੀ ਹੈਪੀ ਕਿ ਅਸੀਂ ਤੁਹਾਡੇ ਕੁਐਸਚਨਸ ਵੀ ਆਨਸਰ ਕਰਾਂਗੇ ਸੋ ਦੈਟਸ ਪ੍ਰੀਟੀ ਮਚ ਦੀ ਏਜੰਡਾ ਗਾਇਸ ਵੈਰੀ ਐਕਸਾਈਟਿਡ ਸਪੀਕਰਸ ਵੀ ਹੁਣੇ ਨਾਲ ਨੇ ਉਹ ਵੀ ਬੜੇ ਐਕਸਾਈਟਿਡ ਨੇ ਸੋ ਗਾਇਸ ਬਿਫੋਰ ਵੀ ਗੋ ਇਨ ਬਿਫੋਰ ਮੈਂ ਤੁਹਾਨੂੰ ਸਪੀਕਰਸ ਦੇ ਨਾਲ ਇੰਟਰੋਡਿਊਸ ਕਰਾਂ ਮੈਂ ਇੱਕ ਬਹੁਤ ਇੰਪੋਰਟੈਂਟ ਗੱਲ ਤੁਹਾਨੂੰ ਕਹਿਣਾ ਚਾਹੁੰਦੀ ਹਾਂ ਐਂਡ ਇਹ ਮੈਂ ਤੁਹਾਨੂੰ ਹੁਣੇ ਕਹਿ ਰਹੀ ਹਾਂ ਕਿਉਂਕਿ ਹੁਣੇ ਆਈ ਹੈਵ एवरीवन's ਅਟੈਂਸ਼ਨ ਜੇ ਤੁਹਾਨੂੰ ਮੇਰੇ ਨਾਂ ਤੋਂ ਜਾਂ ਜਿਹੜੇ ਵੀ ਇੱਥੇ ਸਪੀਕਰਸ ਨੇ ਉਹਨਾਂ ਦੇ ਨਾਂ ਤੋਂ ਕੋਈ ਵੀ ਤੁਹਾਨੂੰ ਜੇ ਮੈਸੇਜ ਆਉਂਦਾ ਹੈ ਪ੍ਰੋਫਾਈਲ ਤੋਂ ਸੋਸ਼ਲ ਮੀਡੀਆ ਤੋਂ ਜਾਂ ਈਮੇਲ ਆਉਂਦੀ ਹੈ ਤੇ ਸਾਡਾ ਫੇਸ ਯੂਜ਼ ਕਰ ਰਹੇ ਨੇ ਜਾਂ ਸਾਡਾ ਨੇਮ ਯੂਜ਼ ਕਰ ਰਹੇ ਨੇ ਤੇ ਤੁਹਾਨੂੰ ਸਕੀਮਾਂ ਦੇ ਬਾਰੇ ਦੱਸ ਰਹੇ ਨੇ ਜਾਂ ਤੁਹਾਨੂੰ ਕਹਿ ਰਹੇ ਨੇ ਕਿ ਜੇ ਤੁਸੀਂ ਸਾਨੂੰ ਇੰਨੇ ਪੈਸੇ ਦਿਓ ਤੇ ਅਸੀਂ ਮਾਈਨਿੰਗ ਕਰਕੇ ਤੁਹਾਨੂੰ ਵੀਕਲੀ ਇੰਨੀ ਇਨਕਮ ਦੇਵਾਂਗੇ ਜਾਂ ਕੋਈ ਤੁਹਾਨੂੰ ਤੁਹਾਡੇ ਤੋਂ ਕੁਝ ਮੰਗ ਰਹੇ ਨੇ ਪੈਸੇ ਤੇ ਉਹਨਾਂ ਨਾਲ ਤੁਸੀਂ ਕਦੀ ਗੱਲ ਨਹੀਂ ਕਰਨੀ ਤੇ ਨਾ ਹੀ ਉਹਨਾਂ ਨਾਲ ਕੁਝ ਇੰਗੇਜ ਕਰਨਾ ਹੈ ਕੀ ਹੁੰਦਾ ਹੈ ਕਿ ਜਦੋਂ ਵੀ ਕੋਈ ਨਵੇਂ ਦੇਸ਼ ਦੇ ਵਿੱਚ ਕ੍ਰਿਪਟੋ ਦੀ ਕਮਿਊਨਿਟੀ ਸ਼ੁਰੂ ਹੋਣ ਲੱਗਦੀ ਹੈ
ਤੇ ਜਿਹੜੇ ਉੱਥੇ ਮੇਨ ਬਿਟਕੋਇਨ ਪ੍ਰਚਾਰਕ ਹੁੰਦੇ ਨੇ ਉਹਨਾਂ ਦਾ ਨਾਂ ਯੂਜ਼ ਕਰਕੇ ਬੜੇ ਘੁਟਾਲੇ ਹੁੰਦੇ ਨੇ ਤੇ ਅਸੀਂ ਨਹੀਂ ਚਾਹੁੰਦੇ ਕਿ ਤੁਸੀਂ ਫਿਰ ਤੋਂ ਕਿੰਨੇ ਜਿਵੇਂ ਸਕੈਮਸ ਹੋ ਗਏ ਨੇ ਫਿਰ ਤੋਂ ਤੁਹਾਨੂੰ ਉਹੀ ਜਰਨਾ ਪਏ ਅਸੀਂ ਨਹੀਂ ਚਾਹੁੰਦੇ ਸੋ ਇਹ ਮੈਂ ਤੁਹਾਨੂੰ ਹੁਣੇ ਕਹਿ ਰਹੀ ਹਾਂ ਕਿ ਅਸੀਂ ਤੁਹਾਡੇ ਤੋਂ ਕਦੀ ਲਾਈਵ ਅਸੀਂ ਤੁਹਾਡੇ ਤੋਂ ਕਦੀ ਕੋਈ ਤੁਹਾਡੀ ਪਰਸਨਲ ਇਨਫੋਰਮੇਸ਼ਨ ਨਹੀਂ ਮੰਗਾਂਗੇ ਨਾ ਹੀ ਤੁਹਾਡੇ ਤੋਂ ਤੁਹਾਡੀ ਕੋਈ ਅਕਾਊਂਟ ਡਿਟੇਲਸ ਮੰਗਾਂਗੇ ਤੇ ਜਦੋਂ ਵੀ ਅਸੀਂ ਕੁਝ ਫ੍ਰੀ ਜਿਵੇਂ ਮੈਂ ਫ੍ਰੀ ਬਿਟਕੋਇਨ ਮੈਂ ਕਹਿ ਰਹੀ ਕਿ ਹਾਂ ਮੈਂ ਅੱਜ ਫ੍ਰੀ ਬਿਟਕੋਇਨ ਦੇਣੇ ਆ ਲੋਕਾਂ ਨੂੰ ਜਾਂ ਆਈ ਡੋਨਟ ਥਿੰਕ ਇੰਨੀ ਛੇਤੀ ਉਹ ਦਿਨ ਆਉਣ ਵਾਲਾ ਹੈ ਪਰ ਮੈਂ ਹਮੇਸ਼ਾ ਵੀਡੀਓ ਤੇ ਤੁਹਾਡੇ ਨਾਲ ਗੱਲ ਕਰਾਂਗੀ ਤੇ ਮੈਂ ਹਮੇਸ਼ਾ ਤੁਹਾਨੂੰ ਵੀਡੀਓ ਤੇ ਦੱਸਾਂਗੀ ਬਿਕੋਜ਼ ਇਹ ਪੈਸੇ ਦਾ ਮਾਮਲਾ ਹੈ ਤੇ ਯੂ ਗਾਇਜ਼ ਹੈਵ ਟੂ ਬੀ ਵੈਰੀ ਕੇਅਰਫੁਲ ਜੇ ਤੁਹਾਨੂੰ ਕੋਈ ਫ੍ਰੀ ਪੈਸਾ ਆਫਰ ਕਰ ਰਿਹਾ ਹੈ ਦੈਨ ਆਸਕ ਯੂਰਸੈਲਫ ਕਿ ਕਿਉਂ ਫ੍ਰੀ ਆਫਰ ਕਰ ਰਹੇ ਨੇ ਸੋ ਜਸਟ ਮੈਂ ਕੁਇਕ ਤੁਹਾਨੂੰ ਡਿਸਕਲੇਮਰ ਵਾਰਨਿੰਗ ਦੇਣਾ ਚਾਹੁੰਦੀ ਸੀ so guys let's go ahead and meet our speakers ਮੈਂ ਹੁਣੇ let me turn the speaker view on welcome so ਮੇਰੇ ਨਾਲ ਹੁਣੇ ਹੈਗੇ ਨੇ ਹਰਪ੍ਰੀਤ ਸਿੰਘ ਮਾਨ ਮਲੇਸ਼ੀਆ ਤੋਂ ਹੈਗੇ ਨੇ ਤੇ ਹਰਪ੍ਰੀਤ ਸਿੰਘ ਇੱਕ ਬਲੌਕਚੇਨ ਡਿਵੈਲਪਰ ਨੇ ਐਂਟਰਪ੍ਰੈਨਿਓਰ ਹੈਗੇ ਨੇ ਬਲੌਕਚੇਨ ਦੇ ਟ੍ਰੇਨਰ ਵੀ ਹੈਗੇ ਨੇ ਸਟਾਰਟਅਪਸ ਦੇ ਐਡਵਾਈਜ਼ਰ ਨੇ ਤੇ ਨਾਲ ਜਿਹੜੀ ਬਲੌਕਚੇਨ ਦੀ ਟੈਕਨੋਲੋਜੀ ਹੈ ਉਹਦੇ ਵਿੱਚ ਹੀ ਇਜ਼ a really huge thought leader ਤੇ ਹਰਪ੍ਰੀਤ ਵੈਲਕਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ thank you for introducing me earlier Ravneet So thanks for that Harpreet and next ਸਾਡੇ ਨਾਲ ਹੈਗੇ ਨੇ ਪ੍ਰਭਜੀਤ ਸਿੰਘ ਸਿੱਧੂ ਪ੍ਰਭਜੀਤ ਇਨਵੈਸਟਰ ਹੈਗੇ ਨੇ USD ਡੈਪਟ ਮਾਰਕੀਟ ਦੇ ਵਿੱਚ ਜੇ ਮੈਨੂੰ ਪੰਜਾਬੀ ਵਿੱਚ ਕਹਾਂ USD ਕਰਜ਼ੇ ਵਾਲੀ ਮਾਰਕੀਟ ਦੇ ਵਿੱਚ ਆਈ ਹੈਵ ਨੋ ਆਈਡੀਆ ਕਿਵੇਂ ਐਕਸਪਲੇਨ USD ਕਰਜ਼ੇ ਵਾਲੀ ਮਾਰਕੀਟ ਦੇ ਵਿੱਚ ਇਨਵੈਸਟਰ ਨੇ ਤੇ ਨਾਲ ਜਿਹੜੇ ਕ੍ਰਿਪਟੋ ਸਟਾਰਟਅਪਸ ਹੁਣ ਇੰਨੀਆਂ ਆਈਆਂ ਨੇ 2017 ਤੋਂ ਬਿਟਕੋਇਨ ਦੀਆਂ ਸਟਾਰਟਅਪ ਉਹਨਾਂ ਦੀ ਸਟ੍ਰੈਟਜੀ ਤੇ ਉਹਨਾਂ ਨੂੰ ਐਡਵਾਈਸ ਕਰਦੇ ਨੇ ਸੋ ਪ੍ਰਭਜੀਤ ਵੈਲਕਮ ਤੇ ਥੈਂਕ ਯੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥੈਂਕਸ ਫॉर ਹੈਵਿੰਗ ਮੀ Yeah, anytime. ਤੇ ਲਾਸਟਲੀ ਸਾਡੇ ਨਾਲ ਨੇ ਹਰਕਰਨ ਤਿਆਰਾ ਹਰਕਰਨ ਇੱਕ ਫਾਈਨੈਂਸ਼ੀਅਲ ਐਨਾਲਿਸਟ ਹੈਗੇ ਨੇ ਤੇ ਆਈ ਥਿੰਕ ਪੰਜਾਬੀ ਵਿੱਚ ਇਹਨੂੰ ਕਹਿੰਦਾ ਹੈ ਵਿੱਤੀ ਵਿਸ਼ਲੇਸ਼ਕ ਤੇ ਤੁਹਾਨੂੰ ਆਪ ਨਹੀਂ ਪਤਾ ਸੀ ਵੀ ਇਟਸ ਲਾਈਕ ਸੱਚ ਅ ਪੰਜਾਬੀ ਵਰਡ ਤੇ ਲਾਸਟ 5-6 ਸਾਲਾਂ ਤੋਂ ਉਹ ਇਨਵੈਸਟ ਕਰ ਰਹੇ ਨੇ ਤੇ ਸਟਾਕਸ ਟ੍ਰੇਡ ਕਰ ਰਹੇ ਨੇ ਤੇ ਹੁਣ ਜਿਵੇਂ ਕ੍ਰਿਪਟੋ ਮਾਰਕੀਟਸ ਖੁੱਲੀਆਂ ਨੇ ਤੇ ਉੱਥੇ ਵੀ ਉਹ ਟ੍ਰੇਡ ਕਰ ਰਹੇ ਨੇ ਤੇ ਹਰਕਰਨ ਵੈਲਕਮ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਥੈਂਕ ਯੂ ਸੋ ਮਚ ਫॉर ਹੈਵਿੰਗ ਮੀ ਵੈਰੀ ਐਕਸਾਈਟਡ ਹਾਂਜੀ ਐਬਸੋਲੂਟਲੀ ਤੇ ਗਾਇਜ਼ ਫਰਸਟਲੀ ਮੈਂ ਤੁਹਾਡੇ ਸਪੀਕਰਸ ਦਾ ਥੈਂਕ ਯੂ ਕਰਨਾ ਚਾਹੁੰਦੀ ਹਾਂ ਕਿ ਤੁਸੀਂ ਇੰਨਾ ਵੱਡਾ ਚੈਲੰਜ ਲਿਆ ਹੈ ਇਹ ਸੌਖਾ ਕੰਮ ਨਹੀਂ ਹੈਗਾ ਜੋ ਹੁਣ ਅਸੀਂ ਕਰਨ ਲੱਗੇ ਹਾਂ ਕਿ ਲੋਕਾਂ ਨੂੰ ਪੰਜਾਬੀ ਦੇ ਵਿੱਚ ਇੰਨੀ ਟੈਕਨੀਕਲ ਚੀਜ਼ ਸਮਝਾਣੀ ਬਿਕੋਜ਼ ਇਹੋ ਜਿਹੀਆਂ ਗੱਲਾਂ ਰੋਜ਼ ਨਹੀਂ ਹੁੰਦੀਆਂ ਪੰਜਾਬੀ ਦੇ ਵਿੱਚ ਤੇ ਵੈਸੇ ਵੀ ਅਸੀਂ ਪੰਜਾਬੀ 'ਚ ਇੰਨੀ ਗੱਲਾਂ ਨਹੀਂ ਕਰਦੇ ਐਵਰੀਡੇ ਉਹੀ ਸੇਮ ਗੱਲਾਂ ਹੁੰਦੀਆਂ ਨੇ ਤੇ ਥੈਂਕ ਯੂ ਕਿ ਤੁਸੀਂ ਇਹੋ ਜਿਹਾ ਚੈਲੰਜ ਲਿਆ ਐਂਡ ਆਮ ਸ਼ੋਰ ਕਿ ਪੀਪਲ ਵਿਲ ਰੀਲੀ ਜੋ ਵੇਖ ਰਹੇ ਨੇ ਦੇ ਵਿਲ ਰੀਲੀ ਅਪਰੀਸ਼ੀਏਟ ਦਿਸ so guys let's start ਅਸੀਂ ਹਰਪ੍ਰੀਤ ਤੁਹਾਡੇ ਨਾਲ ਸ਼ੁਰੂ ਕਰਨੇ ਆ ਤੇ it would be amazing ਜੇ ਤੁਸੀਂ ਸਾਨੂੰ ਦੱਸ ਸਕਦੇ ਹੋ ਕਿ ਤੁਹਾਡੀ ਜੌਬ ਦੇ ਬਾਰੇ ਕਿਵੇਂ ਤੁਸੀਂ ਬਲੌਕਚੇਨ ਡਿਵੈਲਪਮੈਂਟ ਵਿੱਚ ਗਏ ਤੁਹਾਨੂੰ ਬਿਟਕੋਇਨ ਦੇ ਬਾਰੇ ਕਿਵੇਂ ਪਹਿਲਾਂ ਪਤਾ ਲੱਗਿਆ ਤੇ ਕਿਉਂ ਤੁਸੀਂ ਡਿਸਾਈਡ ਕੀਤਾ ਬਿਟਕੋਇਨ ਦੇ ਨਾਲ ਜੁੜੇ ਰਹਿਣ ਲਈ okay so ਅਗਰ ਮੈਂ ਸਟੋਰੀ ਪੂਰੀ ਜਿਵੇਂ ਮੈਂ ਬਿਟਕੋਇਨ ਦੇ ਅੰਦਰ ਐਂਟਰ ਕੀਤਾ ਸੀ ਐਕਚੁਅਲੀ ਕਾਫੀ ਲੰਬੀ ਹੈ ਮੈਂ ਬਿਟਕੋਇਨ ਦੇ ਅੰਦਰ ਜ਼ਿਆਦਾਤਰ ਤਕਰੀਬਨ 5-6 ਸਾਲ ਹੋ ਗਏ ਨੇ ਮੈਨੂੰ ਜਿਵੇਂ ਬਿਟਕੋਇਨ ਟ੍ਰੇਡ ਕਰਦੇ ਨੂੰ ਬਿਟਕੋਇਨ ਖਰੀਦਦੇ ਨੂੰ ਸੋ ਜਦੋਂ ਵੀ ਮੈਂ ਬਿਟਕੋਇਨ ਖਰੀਦਦਾ ਸੀ ਮੈਂ ਕੋਈ ਸੋਚਦਾ ਸੀ ਇਹਦੀ ਵੈਲਿਊ ਕਿਉਂ ਇੰਨੀ ਉੱਚੀ ਵੱਧ ਰਹੀ ਹੈ ਇੰਨੀ ਕਿਉਂ ਵਧੀ ਜਾਂਦੀ ਹੈ ਸੋ 5-6 ਸਾਲ ਪਹਿਲਾਂ ਜਦੋਂ ਮੈਂ ਅੰਦਰ ਐਂਟਰ ਕਰ ਰਿਹਾ ਸੀ ਇੰਡਸਟਰੀ ਦੇ ਬਾਰੇ ਮੈਨੂੰ ਵੀ ਥੋੜਾ ਜਿਹਾ ਡਾਊਟ ਸੀਗਾ ਵੀ ਕਿਉਂ ਬਿਟਕੋਇਨ ਇੰਨਾ ਵੱਧ ਰਿਹਾ ਹੈ ਸੋ ਥੋੜੀ ਜੋ ਉਹਦੇ ਚ ਮੈਂ ਕਿਉਂਕਿ ਮੇਰਾ ਬੈਕਗ੍ਰਾਉਂਡ ਹੈਗਾ ਜਾਂ ਸੌਫਟਵੇਅਰ ਇੰਜੀਨੀਅਰ ਦੇ ਅੰਦਰ ਹੈਗਾ ਸੌਫਟਵੇਅਰ ਇੰਜੀਨੀਅਰਿੰਗ ਦੇ ਅੰਦਰ ਹੈਗਾ ਤੇ ਕਿਵੇਂ ਉਹ ਟੈਕਨੋਲੋਜੀ ਬਣਾਉਣ ਦਾ ਮੈਨੂੰ ਜ਼ਿਆਦਾ ਇੰਟਰਸਟ ਸੀਗਾ ਛੋਟੇ ਹੁੰਦੇ ਤੋਂ ਮੈਂ ਤਕਰੀਬਨ 14-15 ਸਾਲਾਂ ਦੀ ਉਮਰ ਤੋਂ ਜ਼ਿਆਦਾਤਰ ਪ੍ਰੋਗਰਾਮਿੰਗ ਕਰਦਾ ਰਿਹਾ ਕੋਡਿੰਗ ਕਰਦਾ ਰਿਹਾ ਵੈਬਸਾਈਟ ਬਣਾਉਂਦਾ ਰਿਹਾ
ਫਿਰ 19 ਸਾਲਾਂ ਤੋਂ ਮੈਂ ਕੰਮ ਕਰਨ ਲੱਗ ਗਿਆ ਸੀ ਜ਼ਿਆਦਾਤਰ ਆਈਟੀ ਦੀ ਇੰਡਸਟਰੀ ਦੇ ਅੰਦਰ ਹੀ। ਸੋ ਜਦੋਂ ਤਕਰੀਬਨ ਜਦੋਂ ਮੈਂ ਬਿਟਕੋਇਨ ਦਾ ਨਵਾਂ ਪਤਾ ਚੱਲਿਆ, ਮੇਰੇ ਹਮੇਸ਼ਾ ਇਹੀ ਸੋਚ ਰਿਹਾ ਵੀ ਕਿਉਂ ਬਿਟਕੋਇਨ ਨੂੰ ਲੋਕੀ ਟਰਸਟ ਕਰ ਰਹੇ ਨੇ, ਕਿਉਂ ਬਿਟਕੋਇਨ ਦੇ ਉੱਤੇ ਲੋਕਾਂ ਨੂੰ ਇੰਨਾ ਭਰੋਸਾ ਹੈ ਤੇ ਕਿਉਂ ਬਿਟਕੋਇਨ ਦੀ ਵੈਲਿਊ ਇੰਨੀ ਵੱਧ ਰਹੀ ਹੈ। ਕਿਉਂਕਿ ਉਸ ਟਾਈਮ ਤੇ ਬਿਟਕੋਇਨ ਅਬਾਊਟ ਆਈ ਥਿੰਕ 800 ਜਿਵੇਂ ਤਕਰੀਬਨ 200 ਤੋਂ ਲੈ ਕੇ 800 ਤੋਂ ਲੈ ਕੇ 1000 ਮੈਂ ਉਹ ਜਗ੍ਹਾ ਤੇ ਫਲਕਚੁਏਟ ਕਰ ਰਿਹਾ ਸੀ। ਤੇ ਜ਼ਿਆਦਾਤਰ ਜਿਹੜੀ ਮੇਨ ਕਰੰਸੀ ਸੀ ਦੁਨੀਆ ਦੀਆਂ ਵੀ, ਜਿਵੇਂ ਕੁਵੈਤੀ ਦਿਨਾਰ ਲਾ ਲਈਏ ਜਾਂ ਡਾਲਰ ਲਾ ਲਈਏ, ਉਹ 12-13 ਤੋਂ ਉੱਤੇ ਨਹੀਂ ਗਿਆ ਜ਼ਿਆਦਾਤਰ। ਉਹ ਜ਼ਿਆਦਾਤਰ ਜਿਵੇਂ ਮਲੇਸ਼ੀਅਨ ਰਿੰਗਿਟ ਦੇ ਕੰਪੈਰੀਜ਼ਨ 'ਚ। ਸੋ ਮੈਂ ਜ਼ਿਆਦਾ ਇੰਟਰਸਟ ਲੈਣ ਲੱਗ ਗਿਆ ਵੀ ਕਿਉਂ ਬਿਟਕੋਇਨ ਵੱਧ ਰਿਹਾ, ਕਿਉਂ ਇਹਦੀ ਟੈਕਨੋਲੋਜੀ ਨੂੰ ਜ਼ਿਆਦਾ ਲੋਕ ਪਸੰਦ ਕਰ ਰਹੇ ਨੇ। ਸੋ ਮੈਂ ਬਿਟਕੋਇਨ ਦੀ ਪ੍ਰੋਗਰਾਮਿੰਗ ਕਰਨੀ ਸ਼ੁਰੂ ਕਰਤੀ, ਮੈਂ ਬਿਟਕੋਇਨ ਦੀ ਡਿਵੈਲਪਰ ਕਮਿਊਨਿਟੀ ਜੁਆਇਨ ਕੀਤੀ। ਉਦੋਂ ਬਾਅਦ 'ਚ ਸਲੋਲੀ ਜ਼ਿਆਦਾਤਰ ਮੈਨੂੰ ਜ਼ਿਆਦਾ ਆਫਰਸ ਆਉਣ ਲੱਗ ਗਏ ਵੀ ਬਿਟਕੋਇਨ ਦੀ ਪ੍ਰੋਗਰਾਮਿੰਗ ਕਰਨ ਵਾਸਤੇ। ਉਦੋਂ ਬਾਅਦ 'ਚ ਮੈਂ ਸਮਾਰਟ ਕੰਟਰੈਕਟ ਡਿਵੈਲਪਰ ਬਣ ਗਿਆ, ਜਿਹੜਾ ਅਗਲੀ ਤਰ੍ਹਾਂ ਅਗਲੀ ਕੋਈ ਐਪੀਸੋਡ 'ਚ ਤੁਹਾਨੂੰ ਦੱਸਾਂਗੇ ਵੀ ਸਮਾਰਟ ਕੰਟਰੈਕਟ ਕੀ ਹੁੰਦਾ ਹੈ। ਤੇ ਉਦੋਂ ਬਾਅਦ 'ਚ ਮੈਂ ਜ਼ਿਆਦਾਤਰ ਐਸ ਏ ਸੌਫਟਵੇਅਰ ਇੰਜੀਨੀਅਰ ਜੁਆਇਨ ਕੀਤਾ ਇੱਕ ਕੰਪਨੀ ਦੇ ਨਾਲ, ਜਿਹਦੀ ਬਲੌਕਚੇਨ ਦੀ ਡਿਵੈਲਪਮੈਂਟ ਕਰਦੀ ਸੀ। ਤੇ ਮਲੇਸ਼ੀਆ 'ਚ ਇੱਕ ਸਭ ਤੋਂ ਪਹਿਲਾਂ ਵਾਲੀ ਕੰਪਨੀ, ਸਭ ਤੋਂ one of the earliest companies in Malaysia. I joined that company as one of the earliest high-end company as well. ਤੇ ਜਦੋਂ ਹੌਲੀ ਜਦੋਂ ਮੈਂ ਦੇਖਿਆ ਵੀ ਇਹਦਾ ਫਿਊਚਰ ਕੀ ਆ, ਇਹ ਕਿੱਥੇ ਤੱਕ ਇਹ ਟੈਕਨੋਲੋਜੀ ਜਾ ਸਕਦੀ ਹੈ, ਮੈਂ ਨੋਟਿਸ ਕੀਤਾ ਵੀ ਇਹਦਾ ਜਿਹੜਾ ਪੋਟੈਂਸ਼ੀਅਲ ਆ, ਜਿਹੜਾ ਇਹਦੀ ਟੈਕਨੋਲੋਜੀ ਰੀਚ ਆ, ਇਹ ਬਹੁਤ ਜ਼ਿਆਦਾ ਵੱਡੀ ਹੋ ਸਕਦੀ ਹੈ ਇੱਥੋਂ। ਸੋ ਮੈਂ ਆਪ ਦੀ ਕੰਪਨੀ ਸ਼ੁਰੂ ਕੀਤੀ ਲਗਭਗ 3 ਸਾਲਾਂ ਪਿੱਛੇ, ਜਿਹਦਾ ਕੰਪਨੀ ਦਾ ਨਾਮ ਬਲੌਕਲਾਈਨ ਆ। ਫਿਰ ਮੈਂ ਕੰਪਨੀ ਸ਼ੁਰੂ ਕਰਨ ਸਾਰੀ ਮੈਨੂੰ ਬੜਾ ਅਟਰੈਕਸ਼ਨ ਮਿਲਣ ਲੱਗ ਗਿਆ ਵੀ ਲੋਕੀ ਪੁੱਛਣ ਲੱਗੇ ਵੀ ਹਰਪ੍ਰੀਤ ਬਲੌਕ ਮੇਰੇ ਵਾਸਤੇ ਕੀ ਸੌਫਟਵੇਅਰ ਬਣਾ ਸਕਦਾ, ਵੀ ਬਲੌਕਚੇਨ ਦੀ ਟੈਕਨੋਲੋਜੀ ਟ੍ਰੇਨਿੰਗ ਦੇ ਸਕਦਾ, ਬਲੌਕਚੇਨ ਦੀ ਕੰਸਲਟੈਂਸੀ ਕਰ ਸਕਦਾ ਮੇਰੇ ਵਾਸਤੇ। ਸੋ ਉਹਦੇ ਨਾਲ ਮੈਂ ਹੌਲੀ ਅੱਗੇ ਵੱਧਦਾ ਗਿਆ। ਫਿਰ ਮੈਂ ਆਪਦੀ ਦੂਜੀ ਕੰਪਨੀ ਸ਼ੁਰੂ ਕੀਤੀ ਵੈਰੀਫਾਈਜ਼ਰ, ਜਿਹਦੇ ਅੰਦਰ ਮੈਂ ਆਪਦੇ ਪਾਰਟਨਰਸ ਦੇ ਨਾਲ ਸਪਲਾਈ ਚੇਨ ਦਾ ਪ੍ਰੋਡਕਟ ਬਣਾ ਰਿਹਾ ਇਸ ਟਾਈਮ ਤੇ। ਫਿਰ ਰੀਸੈਂਟਲੀ ਮੈਂ ਹੋਰ ਇੱਕ ਕੰਪਨੀ ਨਾਲ ਸ਼ੁਰੂ ਕੀਤੀ ਹੈ ਫਰੈਂਡ ਦੇ ਨਾਲ, ਜਿਹਦਾ ਨਾਮ ਦਾ ਏਸ਼ੀਆ ਬਲੌਕਚੇਨ ਸੈਂਟਰ, ਜਿਹੜੀ ਬਿਲਡਿੰਗ 'ਚ ਮੈਂ ਹੁਣ ਇਸ ਟਾਈਮ ਤੇ ਬੈਠਾਂਗਾ। ਇਹ ਦੁਨੀਆ ਦਾ ਸਭ ਤੋਂ ਵੱਡਾ ਬਲੌਕਚੇਨ ਸੈਂਟਰ ਆ, ਜਿੱਥੇ ਆਪਾਂ ਕੰਪਨੀਆਂ ਨੂੰ ਜ਼ਿਆਦਾਤਰ ਜਿਵੇਂ ਸ਼ੁਰੂ ਹੋਣ ਦਾ ਮੌਕਾ ਦਿੰਦੇ ਆ, ਉਹਨਾਂ 'ਚ ਇਨਵੈਸਟ ਕਰਦੇ ਆ। ਤੇ ਇਸ ਟਾਈਮ ਤੇ ਜ਼ਿਆਦਾਤਰ ਉਹ ਕੰਪਨੀਆਂ ਨੂੰ ਅੱਗੇ ਵਧਣ ਦਾ ਜਿਵੇਂ ਮਦਦ ਕਰਦੇ ਆ, ਉਹਨਾਂ ਨੂੰ ਜ਼ਿਆਦਾ ਅੱਗੇ ਵਧਣ ਦੇ। ਸੋ ਜ਼ਿਆਦਾਤਰ ਮੇਰੀ ਜਰਨੀ ਰਹੀ ਹੈ, ਮੈਂ ਛੋਟੀ ਉਮਰ ਤੋਂ ਜ਼ਿਆਦਾਤਰ ਟੈਕਨੋਲੋਜੀ ਦੇ ਅੰਦਰ ਮੇਰਾ ਕਾਫੀ ਇੰਟਰਸਟ ਰਿਹਾ ਨੇ। ਤੇ ਜਦੋਂ ਮੈਂ ਬਿਟਕੋਇਨ ਨੂੰ ਦੇਖਿਆ, ਉਦੋਂ ਦਾ ਮੈਨੂੰ ਪਤਾ ਕਿ ਇੱਕ ਤਰ੍ਹਾਂ ਦਾ ਇੰਟਰਸਟ ਜਾਗ ਚੁੱਕਿਆ ਸੀ ਵੀ ਕੀ ਹੈ ਟੈਕਨੋਲੋਜੀ ਦੇ ਬਾਰੇ। ਤੇ ਹੌਲੀ ਮੈਂ ਅੱਗੇ ਵੱਧਦਾ ਗਿਆ ਤੇ ਅੱਜ ਮੈਂ ਇੱਥੇ ਹਾਂ। That's awesome. Thank you, ਹਰਪ੍ਰੀਤ, ਇਹ ਸ਼ੇਅਰ ਕਰਨ ਲਈ। ਤੇ ਹਰਪ੍ਰੀਤ, ਤੁਸੀਂ ਕਿਹਾ ਕਿ ਤੁਸੀਂ ਹੁਣੇ ਏਸ਼ੀਆ ਦਾ ਸਭ ਤੋਂ ਵੱਡਾ ਬਲੌਕਚੇਨ ਸੈਂਟਰ ਤੇ ਤੁਸੀਂ CEO ਹੈਗੇ, ਤੇ ਤੁਹਾਨੂੰ ਲੱਗਦਾ ਹੈ ਕਿ ਅਸੀਂ ਪੰਜਾਬ ਬਲੌਕਚੇਨ ਸੈਂਟਰ ਸ਼ੁਰੂ ਕਰ ਸਕਦੇ ਹਾਂ, ਲਰਨਿੰਗ ਸੈਂਟਰ, ਮੇਬੀ ਆਨਲਾਈਨ? ਜ਼ਰੂਰ। ਆਈ ਮੀਨ ਜਦੋਂ ਇੱਕ ਜਗ੍ਹਾ 'ਚ ਸੈਂਟਰ ਬਣਾਉਣ ਤੋਂ ਪਹਿਲਾਂ ਉੱਥੇ ਦੀ ਕਮਿਊਨਿਟੀ ਦੇਖਣੀ ਪੈਂਦੀ ਆ ਵੀ ਉੱਥੇ ਕਿੰਨਾ ਇੰਟਰਸਟ ਆ ਉਹ ਟੈਕਨੋਲੋਜੀ ਦੇ ਬਾਰੇ, ਵੀ ਕਿੰਨੇ ਲੋਕ ਉੱਥੇ ਉਹਨੂੰ ਸਿੱਖਣਾ ਪਸੰਦ ਕਰਦੇ ਆ, ਉਹਨਾਂ ਦੇ ਉੱਤੇ ਡਿਵੈਲਪ ਕਰਨਾ ਪਸੰਦ ਕਰਦੇ ਆ। ਅਗਰ ਕੱਲ੍ਹ ਨੂੰ ਪੰਜਾਬ 'ਚ ਵੀ ਇਹ ਜਿਹਾ ਕੁਝ ਇੰਟਰਸਟ ਦੇਖਿਆ, ਡੈਫੀਨੇਟਲੀ ਆਪਾਂ ਅਗਰ ਐਕਸਪੈਂਸ਼ਨ ਦਾ ਸੋਚਾਂਗੇ, ਆਪਾਂ ਪੰਜਾਬ ਨੂੰ ਜ਼ਰੂਰ ਕੰਸੀਡਰ ਕਰਾਂਗੇ। That's amazing. That's amazing. So guys, basically ਜਿਵੇਂ ਤੁਸੀਂ ਸੁਣਿਆ ਹੈ ਕਿ ਹਰਪ੍ਰੀਤ ਬੜੀ ਛੋਟੀ ਉਮਰ ਤੋਂ ਉਹਨਾਂ ਨੇ ਡਿਵੈਲਪਿੰਗ ਕਰਨੀ ਸ਼ੁਰੂ ਕਰਤੀ, ਤੇ ਉਹਨਾਂ ਨੂੰ ਬਿਟਕੋਇਨ ਦੇ ਵਿੱਚ ਬਹੁਤ ਇਸ ਕਰਕੇ ਇੰਟਰਸਟ ਸੀ ਕਿਉਂਕਿ ਪ੍ਰਾਈਸ ਵਧੀ ਜਾ ਰਿਹਾ ਸੀ। ਤੇ ਫਿਰ ਉਹ ਬੜੇ ਟੈਕਨੀਕਲ ਤਰੀਕੇ ਤੋਂ ਬਿਟਕੋਇਨ ਦੀ ਇੰਡਸਟਰੀ ਦੇ ਵਿੱਚ ਗਏ ਨੇ, ਵਿਚ ਇਜ਼ ਨਾਟ ਵੈਰੀ ਯੂਜੂਅਲੀ ਜਦੋਂ ਲੋਕੀ ਬਿਟਕੋਇਨ ਦੇ ਵਿੱਚ ਜਾਂਦੇ ਨੇ, ਉਹ ਪੈਸੇ ਦੇ ਸਾਈਡ ਤੋਂ ਜਾਂਦੇ ਨੇ। ਉਹ ਕੋਈ ਉਹਨਾਂ ਦੇ ਚਾਚੇ ਦੇ ਮੁੰਡੇ ਨੇ, ਮਾਮੇ ਦੇ ਮੁੰਡੇ ਨੇ ਕੋਇਨ ਦੱਸਿਆ ਹੁੰਦਾ ਹੈ, ਤੇ ਉਹ ਕੋਇਨ ਖਰੀਦਣ ਜਾਂਦੇ ਨੇ, ਨਾਟ ਬਿਕੋਜ਼ ਕਿਉਂਕਿ ਉਹਨਾਂ ਨੂੰ ਜ਼ਿਆਦਾ ਪਤਾ ਹੈ। ਸੋ ਹੁਣ ਏਸ਼ੀਆ ਦੇ ਜਿਹੜਾ ਸਭ ਤੋਂ ਵੱਡਾ ਬਲੌਕਚੇਨ ਸੈਂਟਰ ਹੈ, ਇਹ ਉਹਨੂੰ ਮੈਨੇਜ ਕਰ ਰਹੇ ਨੇ। ਤੇ ਇਹ ਬਹੁਤ ਵੱਡੀ ਗੱਲ ਹੈ, ਕਿਉਂਕਿ ਜਿਵੇਂ ਉਹਨਾਂ ਨੇ ਕਿਹਾ ਕਿ ਜੇ ਪੰਜਾਬ ਤੋਂ ਸਾਨੂੰ ਡਿਮਾਂਡ ਆਏਗੀ, ਜੇ ਇੰਟਰਸਟ ਆਏਗਾ, ਤੇ ਅਸੀਂ ਉੱਥੇ ਵੀ ਐਕਸਪੈਂਡ ਕਰ ਸਕਦੇ ਹਾਂ, ਉੱਥੇ ਵੀ ਇੱਕ ਲਰਨਿੰਗ ਸੈਂਟਰ ਖੋਲ ਸਕਦੇ ਹਾਂ, ਵਿਚ ਆਈ ਥਿੰਕ ਇਟਸ ਸੋ ਅਮੇਜ਼ਿੰਗ। ਸੋ ਥੈਂਕ ਯੂ ਫॉर दैट ਹਰਪ੍ਰੀਤ। ਤੇ ਹੁਣ ਅਸੀਂ ਗੱਲ ਕਰਨੇ ਆ ਪ੍ਰਭਜੀਤ ਦੇ ਨਾਲ, ਜੋ ਯੂਐਸ ਦੇ ਵਿੱਚ ਨੇ। ਤੇ ਪ੍ਰਭਜੀਤ, ਤੁਸੀਂ ਥੋੜਾ ਜਿਵੇਂ ਹਰਪ੍ਰੀਤ ਥੋੜਾ ਬਹੁਤ ਟੈਕਨੀਕਲ ਸਾਈਡ ਤੋਂ ਨੇ ਬਲੌਕਚੇਨ ਦੇ, ਮੈਨੂੰ ਇਦਾਂ ਲੱਗਦਾ ਕਿ ਤੁਸੀਂ ਕੋਰਪੋਰੇਟ ਸਾਈਡ ਤੋਂ ਲਾਈਕ ਬੈਂਕਿੰਗ ਕੋਰਪੋਰੇਟ ਸਾਈਡ, ਤੇ ਇਟ ਵੁੱਡ ਬੀ ਅਮੇਜ਼ਿੰਗ ਜੇ ਤੁਸੀਂ ਸਾਡੇ ਵਿਊਅਰਸ ਨੂੰ ਦੱਸ ਸਕਦੇ ਹੋ ਕਿ ਤੁਹਾਡੀ ਕੀ ਜੌਬ ਹੈ, ਤੁਸੀਂ ਕੀ ਕਰਦੇ ਹੋ,
ਤੇ ਬਿਟਕੋਇਨ ਦੇ ਬਾਰੇ ਤੁਹਾਨੂੰ ਪਹਿਲਾਂ ਕਿਵੇਂ ਪਤਾ ਲੱਗਿਆ ਤੇ ਕਿਉਂ ਤੁਸੀਂ ਬਿਟਕੋਇਨ ਦੇ ਨਾਲ ਕੀ ਕਰ ਰਹੇ ਹੋ ਤੇ ਵਾਈ ਡਿਡ ਯੂ ਡਿਸਾਈਡ ਕਿ ਤੁਸੀਂ ਬਿਟਕੋਇਨ ਦੇ ਨਾਲ ਜੁੜੇ ਰਹੋ? ਹਾਂਜੀ ਸੋ ਪਹਿਲੀ ਗੱਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਮੇਰਾ ਨਾਮ ਪ੍ਰਭਜੀਤ ਸਿੰਘ ਸਿੱਧੂ ਹੈ ਤੇ ਮੇਰਾ ਪਿੰਡ ਹੈ ਬਰਜਵਾਰ ਸਿੰਘ ਵਾਲਾ, ਬਰਗਾੜੀ ਤੇ ਕੋਟਕਪੂਰਾ ਦੇ ਨੇੜੇ। ਸੋ ਜੇ ਕੋਈ ਉੱਥੋਂ ਤੋਂ ਹੈਗਾ ਮੈਨੂੰ ਜ਼ਰੂਰ ਰਿੰਗ ਮਾਰੋ। ਤੇ ਮੈਂ ਇੱਕ ਬੈਂਕ ਦੇ ਵਿੱਚ ਕੰਮ ਕਰਦਾ ਯੂਨਾਈਟਿਡ ਸਟੇਟਸ ਦੇ ਵਿੱਚ, ਜਿੱਥੇ ਅਸੀਂ ਵੱਡੀਆਂ ਕੰਪਨੀਜ਼ ਨੂੰ ਤੇ ਵੱਡੇ ਬਿਜ਼ਨੈਸਿਸ ਨੂੰ ਲੋਨ ਦਿੰਦੇ ਨੇ। On average loan sizes ਹੁੰਦੇ ਆ $50 million US ਹੁੰਦੇ ਨੇ। ਤੇ ਮੇਰਾ ਕੰਮ ਇੱਥੇ ਇਹ ਹੈ ਕਿ ਮੈਂ ਕੰਪਨੀ ਦੀ ਫਾਈਨੈਂਸ਼ੀਅਲ ਸਟੇਟਮੈਂਟਸ ਵੇਖਦਾ ਹੈ ਤੇ ਮੈਂ ਉਹਨੂੰ ਦੇਖਦਾ ਹੈਗਾ ਤੇ ਐਨਾਲਿਸਿਸ ਕਰਦਾ ਹੈਗਾ ਵੀ ਇਹ ਕੰਪਨੀ ਸਾਨੂੰ ਲੋਨ ਵਾਪਸ ਕਰ ਸਕਦੀ ਹੈ ਕਿ ਨਹੀਂ। ਤੇ ਮੇਰਾ ਕੰਮ ਬਹੁਤ ਇੰਟਰਸਟਿੰਗ ਹੈ ਕਿਉਂਕਿ ਅਸੀਂ ਹਰ ਤਰ੍ਹਾਂ ਦੇ ਕੰਪਨੀਜ਼ ਦੇਖਦੇ ਹੈਗੇ ਹਾਂ। ਸੋ ਮੈਨੂਫੈਕਚਰਿੰਗ ਕੰਪਨੀਜ਼ ਦੇਖਦੇ ਹਾਂ, ਸਾਫਟਵੇਅਰ ਕੰਪਨੀਜ਼ ਦੇਖਦੇ ਹੈਗੇ ਹਾਂ। ਤੇ ਤਾਂ ਮੇਰੀ ਥੋੜੀ ਜਿਹੀ ਇੰਟਰਸਟ ਬਣ ਗਈ ਸੀਗੀ ਸਟਾਰਟਅਪਸ ਦੇ ਨਾਲ ਤੇ particularly ਬਿਟਕੋਇਨ ਦੇ ਨਾਲ। ਬਹੁਤ ਲੋਕ ਗੱਲਾਂ ਕਰਦੇ ਸੀਗੇ ਬਿਟਕੋਇਨ ਦੇ ਨਾਲ, ਸੋ ਮੈਂ ਉਹਦੇ ਨਾਲ ਥੋੜਾ ਜਿਹਾ ਸੁਣ ਕੇ ਮੈਂ ਥੋੜਾ ਜਿਹਾ ਹੋਰ ਇੰਟਰਸਟ ਬਣ ਗਿਆ ਸੀਗਾ। ਪਰ ਮੈਂ ਪਹਿਲਾਂ ਮੇਰਾ ਬਹੁਤ ਚਿਰ ਨਹੀਂ ਹੋਇਆ ਬਿਟਕੋਇਨ ਦੇ ਨਾਲ, ਪਰ ਮੈਂ ਐਕਚੁਅਲੀ ਪਹਿਲਾਂ ਸੁਣਿਆ ਸੀਗਾ ਇਹਦੇ ਬਾਰੇ ਇੱਕ ਕਾਲਜ ਦੇ ਵਿੱਚ ਇੱਕ ਪ੍ਰੋਫੈਸਰ ਤੋਂ ਸੁਣਿਆ। ਸੋ ਮੈਨੂੰ ਇੰਟਰਸਟਿੰਗ ਲੱਗਿਆ। ਸੋ ਮੈਂ ਭੱਜ ਕੇ ਘਰੇ ਗਿਆ ਤੇ ਮੈਂ ਕ੍ਰੈਡਿਟ ਕਾਰਡ ਪਾ ਲਿਆ ਤੇ ਮੈਂ ਖਰੀਦਣ ਗਿਆ ਸੀ। ਪਰ ਫਿਰ ਮੈਂ ਦੇਖਿਆ ਵੀ ਮੈਂ $20 ਦੇ ਬਿਟਕੋਇਨ ਲੈਣ ਨੂੰ ਸ਼ੁਰੂ ਸੀਗਾ ਤੇ ਉਹਨੇ ਮੈਨੂੰ $5 ਦੇ ਫੀਸ ਚਾਰਜ ਕਰਨ ਲੱਗ ਪਏ। ਫਿਰ ਮੈਨੂੰ ਲੱਗਿਆ ਵੀ ਇਹ ਜ਼ਰੂਰ ਸਕੈਮ ਹੋਊਗਾ, ਹਨਾ, ਵੀ ਜਿਹੜੀ $20 ਤੁਹਾਨੂੰ $5 ਫੀਸ ਦੇ ਵਿੱਚ ਕਰਦੇ ਹੈਗੇ ਆ, ਜ਼ਰੂਰ ਸਕੈਮ ਹੋਊਗਾ। ਸੋ ਮੈਂ ਕਈ ਸਾਲਾਂ ਦੇ ਬਾਅਦ ਭੁੱਲ ਗਿਆ ਸੀਗਾ ਥੋੜਾ ਜਿਹਾ। ਤੇ ਉਹ ਕੱਲਾ ਹੁਣ ਨਹੀਂ, ਪਿਛਲੇ 1-2 ਸਾਲ ਦੇ ਵਿੱਚ ਮੈਂ ਥੋੜਾ ਜਿਹਾ ਹੋਰ ਇੰਟਰਸਟਿਡ ਬਣ ਗਿਆ। ਤੇ ਮੈਂ ਐਵੇਂ ਇੰਟਰਸਟਿਡ ਬਣ ਗਿਆ ਵੀ ਮੈਨੂੰ ਹਮੇਸ਼ਾ ਲੱਗਿਆ ਸੀਗਾ ਵੀ ਪੈਸੇ ਇੱਕ ਚੀਜ਼ ਹੈਗੀ ਹੈ ਜਿਹੜੀ ਬਦਲ ਨਹੀਂ ਸਕਦੀ, ਹਨਾ। ਪਰ ਫਿਰ ਥੋੜਾ ਜਿਹਾ ਇਕਨੋਮਿਕਸ ਪੜ੍ਹ ਕੇ ਤੇ ਪੋਡਕਾਸਟ ਤੇ ਵੀਡੀਓਜ਼ ਪੜ੍ਹ ਕੇ, ਜਿਵੇਂ ਤੁਸੀਂ ਹੁਣ ਕਰਦੇ ਹੈਗੇ ਆ, ਮੈਨੂੰ ਸਟੈਟਿਸਟਿਕਸ ਦੇਖਿਆ ਹੈਗਾ ਵੀ ਕਈ ਚੀਜ਼ਾਂ ਹੁੰਦੀਆਂ ਜਿਹੜੀਆਂ ਐਕਚੁਅਲੀ ਬਹੁਤ ਬਦਲਦਾ ਹੁੰਦਾ। ਪੈਸਾ ਇੱਕ ਚੀਜ਼ ਹੈਗੀ ਹੈ ਜਿਹੜੀ ਸਭ ਤੋਂ ਵੱਧ ਬਦਲਦੀ ਹੈਗੀ ਆ। ਸੋ ਅਮਰੀਕਾ ਦੇ ਵਿੱਚ ਜਿਹੜੇ 30 ਸਾਲ ਜਾਂ 40 ਸਾਲ ਪਿੱਛੇ ਜਿਹੜੇ ਤੁਹਾਨੂੰ $1 ਨਾਲ ਤੁਹਾਨੂੰ $1 US ਦੇ ਨਾਲ ਤੁਹਾਨੂੰ ਮੈਕਡੋਨਲਡਸ ਦਾ ਸਭ ਤੋਂ ਵਧੀਆ 버ਗਰ ਮਿਲ ਸਕਦਾ ਸੀਗਾ, ਹਨਾ, ਬਿਗ ਮੈਕ। ਤੇ ਹੁਣ ਉਹ 버ਗਰ ਹੁਣ $6 ਦਾ ਬਣ ਗਿਆ। ਸੋ ਇਹ ਪ੍ਰੋਬਲਮ ਹੁੰਦੀ ਹੈ ਵੀ ਜਿਹੜੇ ਆਮ ਆਦਮੀ ਬੰਦੇ ਦੀ ਸੈਲਰੀ ਹਿਲਦੀ ਨਹੀਂ ਗੀ, ਪਰ ਜਿਹੜੇ ਪ੍ਰਾਈਸਿਸ ਉਹ ਵੱਧ ਜਾਂਦੇ ਨੇ। ਤੇ ਇਹਦੇ ਨਾਲ ਇਨਕੁਆਲਿਟੀਜ਼ ਬਣਦੇ ਹੈਗੇ ਆ ਤੇ ਥੋੜਾ ਜਿਹਾ ਅਨਫੇਅਰ ਸਿਸਟਮ ਹੁੰਦਾ ਵੀ ਕਈ ਲੋਕ ਨੂੰ ਪਤਾ ਵੀ ਸਟਾਕਸ ਦੇ ਨਾਲ ਕਿਵੇਂ ਇਨਵੈਸਟ ਕਰਨਾ, ਰੀਅਲ ਏਸਟੇਟ ਕਿਵੇਂ ਇਨਵੈਸਟ ਕਰਨਾ, ਪਰ ਜਿਹੜਾ ਆਮ ਬੰਦਾ ਹੈਗਾ ਉਹਨੂੰ ਕੋਈ ਸਮਝ ਨਹੀਂ ਹੁੰਦਾ ਇਹ ਵਰਗੀਆਂ ਚੀਜ਼ਾਂ। ਤੇ ਕੱਲੇ ਉਹਦੀ ਸੈਲਰੀ ਦਾ ਪਤਾ ਤੇ ਉਹਨੂੰ ਕੱਲਾ ਦਿਸਦਾ ਹੈਗਾ ਵੀ ਜਿਹੜੇ ਮੇਰੇ $1 ਦਾ 버ਗਰ ਹੁਣ $6 ਦਾ ਬਣ ਗਿਆ। ਸੋ ਦੈਟਸ ਕਾਈਂਡ ਆਫ ਇਹ ਥੋੜਾ ਜਿਹਾ ਫਨੀ ਚੀਜ਼ ਹੈਗੀ ਆ, ਪਰ ਇਹ ਬਹੁਤ ਸੀਰੀਅਸ ਵੀ ਚੀਜ਼ ਹੈਗੀ ਆ ਵੀ ਜਦੋਂ ਤੁਸੀਂ ਘਰ ਬਣਾਉਣਾ ਤੇ ਤੁਸੀਂ ਲੱਕੜ ਕੱਟਣੀ ਹੈਗੀ, ਤੁਸੀਂ ਸਕੇਲ ਦੇ ਨਾਲ ਦੇਖਦੇ ਆ ਵੀ ਕਿੰਨੀ ਕੱਟਣੀ ਹੈਗੀ ਆ। ਪਰ ਜੇ ਉਹ ਸਕੇਲ ਹਰ ਰੋਜ਼ ਥੋੜਾ ਜਿਹਾ ਘਟਦਾ ਹੈਗਾ ਜਾਂ ਥੋੜਾ ਜਿਹਾ ਵੱਧਦਾ ਹੈਗਾ, ਫਿਰ ਤੁਸੀਂ ਘਰ ਨਹੀਂ ਬਣਾ ਸਕਦੇ। ਸੋ ਜਦੋਂ ਤੁਸੀਂ ਆਪਦੀ ਫਿਊਚਰ ਪਲਾਨ ਕਰਦੇ ਆ, ਇਹ ਮੇਰੀ ਇੰਟਰਸਟ ਹੈਗੀ ਆ ਵੀ ਮੈਂ ਚਾਹੁੰਦਾ ਵੀ ਫਿਊਚਰ ਕਿਵੇਂ ਪਲਾਨ ਕਰ ਸਕਦੇ ਆ। ਤੇ ਜਦੋਂ ਇਹ ਜਿਹੜਾ ਸਕੇਲ ਹੈਗਾ ਲੰਬਾ ਹੁੰਦਾ ਤੇ ਛੋਟਾ ਹੁੰਦਾ, ਫਿਰ ਇਹ ਔਖਾ ਬਣਦਾ। ਤੇ ਜਿਹੜੀ ਬਿਟਕੋਇਨ ਜਿਹੜੀ ਆਮ ਫਿਆਟ ਜਾਂ ਪੇਪਰ ਕਰੰਸੀ ਹੁੰਦੀ ਆ, ਉਹ ਸਕੇਲ ਵੱਧਦਾ ਹੈਗਾ, ਘਟਦਾ ਹੈਗਾ। ਇੱਕ ਦਿਨ ਦੇ ਵਿੱਚ ਗਵਰਨਮੈਂਟ ਤੁਹਾਨੂੰ ਪਤਾ ਨਹੀਂ ਕਿੰਨੀ ਪੈਸੇ ਪ੍ਰਿੰਟ ਕਰ ਸਕਦੀ ਆ। ਕਈ ਦੇਸ਼ਾਂ ਦੇ ਵਿੱਚ ਲਾਈਕ ਲੈਬਨਾਨ ਜਾਂ ਵੈਨੇਜ਼ੁਏਲਾ ਦੇ ਵਿੱਚ ਗਵਰਨਮੈਂਟ ਹਰ ਰੋਜ਼ ਪੈਸੇ ਪ੍ਰਿੰਟ ਕਰਦੀ ਰਹਿੰਦੀ ਆ। ਤੇ ਬਿਟਕੋਇਨ ਇੱਕ ਚੀਜ਼ ਹੈਗੀ ਆ ਜਿਹੜੀ ਹਿਲਦੀ ਨਹੀਂ ਗੀ ਵੀ 21 ਮਿਲੀਅਨ ਬਿਟਕੋਇਨ ਹੈਗੇ ਆ ਤੇ ਵਧਣਾ ਨੀਗਾ ਤੇ ਘਟਣਾ ਨੀਗਾ। ਤੇ ਤਾਂ ਅਸੀਂ ਥੋੜੇ ਜਿਹੇ ਇੰਟਰਸਟਿਡ ਐਵੇਂ ਬਣ ਗਏ ਸੀ। Perfect. Thank you, Prabjeet. So basically, Prabjeet, ਤੁਸੀਂ ਕਹਿ ਰਹੇ ਹੋ ਕਿ ਤੁਹਾਡਾ ਇੰਟਰਸਟ more from economy side ਤੋਂ ਬਣਿਆ, economy ਨੂੰ study ਕਰਕੇ, ਕਿ ਤੁਹਾਨੂੰ ਇਹਦੇ ਵਿੱਚ ਬਿਟਕੋਇਨ ਦੇ ਵਿੱਚ ਸਭ ਤੋਂ ਜਿਹੜੀ ਇੰਟਰਸਟਿੰਗ ਦਿਲਚਸਪ ਚੀਜ਼ ਇਹ ਲੱਗੀ ਕਿ ਜਿਹੜਾ ਸਾਡਾ ਨਾਰਮਲ ਪੈਸਾ ਹੈ ਗਾਇਜ਼, ਉਹ ਗਵਰਨਮੈਂਟਸ ਜਾਂ ਬੈਂਕਸ ਕਿੰਨਾ ਵੀ ਪ੍ਰਿੰਟ ਕਰ ਸਕਦੇ ਨੇ, ਠੀਕ ਹੈ। ਤੇ ਉਹਦੇ ਵਿੱਚ ਕੋਈ ਲਿਮਿਟ ਨਹੀਂ ਹੈਗੀ ਕਿ ਉਹ ਕਿੰਨਾ ਪ੍ਰਿੰਟ ਕਰਨ। ਜਿਵੇਂ ਹੁਣ ਡੀਮੋਨੇਟਾਈਜੇਸ਼ਨ ਹੋਇਆ ਸੀ ਪਤਾ ਨਹੀਂ 2 ਕਿ 3 ਸਾਲ ਪਹਿਲਾਂ, ਮੈਂ ਐਕਚੁਅਲੀ ਇੰਡੀਆ ਵਿੱਚ ਸੀ ਜਦੋਂ ਹੋਇਆ ਸੀ। ਤੇ ਓਵਰਨਾਈਟ ਆਈ ਥਿੰਕ ਦੇਰ ਵਰ 2 ਨੋਟਸ ਦੈਟ ਲੋਸਟ ਦੇਅਰ ਵੈਲਿਊ, ਉਹਨਾਂ ਦੀ ਵੈਲਿਊ ਲੂਜ਼ ਹੋ ਗਈ। ਤੇ ਇਹ ਇੱਕ ਵਨ ਐਗਜ਼ਾਮਪਲ ਹੈ। ਦੂਜਾ ਐਗਜ਼ਾਮਪਲ ਹੈ ਜਿਹੜਾ ਪ੍ਰਭਜੀਤ ਕਹਿ ਰਹੇ ਨੇ ਕਿ ਜਿਵੇਂ ਤੁਹਾਡਾ ਮੈਕਡੋਨਲਡਸ ਦਾ 버ਗਰ ਕਦੀ $1 ਦਾ ਹੁੰਦਾ ਸੀ, ਹੁਣ $5-6 ਦਾ ਹੋ ਗਿਆ।
ਤੇ ਉਹ ਜਿਹੜਾ ਜਿਵੇਂ ਜਿਵੇਂ ਤੁਸੀਂ ਨੋਟ ਛਾਪੀ ਜਾਓ ਤੇ ਉਹ ਜਿਹੜਾ ਸਕੇਲ ਹੈ ਉਹ ਵਧੀ ਜਾਂਦਾ ਹੈ ਘਟੀ ਜਾਂਦਾ ਹੈ ਤੇ ਉਹ ਅਨਲਿਮਿਟਿਡ ਹੈ ਪੈਸਾ ਤੇ ਉਹਦੀ ਜਿਹੜੀ ਵੈਲਿਊ ਹੈ ਉਹ ਚੇਂਜ ਹੁੰਦੀ ਰਹਿੰਦੀ ਹੈ ਵੇਅਰਐਸ ਜਿਹੜਾ ਬਿਟਕੋਇਨ ਹੈ ਉਹਦੀ ਜਿਹੜੀ ਸਪਲਾਈ ਹੈ ਉਹ ਲਿਮਿਟਿਡ ਹੈ ਠੀਕ ਹੈ ਸਿਰਫ ਦੁਨੀਆ ਵਿੱਚ 21 ਮਿਲੀਅਨ ਬਿਟਕੋਇਨ ਸਰਕੂਲੇਟ ਹੋ ਸਕਦੇ ਨੇ ਠੀਕ ਹੈ ਉਹ ਤੋਂ ਜ਼ਿਆਦਾ ਨਹੀਂ ਉਹਦਾ ਮਤਲਬ ਇਹ ਹੈ ਕਿ ਜਿਵੇਂ ਜਿਵੇਂ ਬਿਟਕੋਇਨ ਦੀ ਡਿਮਾਂਡ ਵੱਧਦੀ ਜਾਏਗੀ ਤੇ ਜਿਵੇਂ ਜਿਵੇਂ ਲੋਕੀ ਖਰੀਦਦੇ ਜਾਣਗੇ ਉਹਦੀ ਵੈਲਿਊ ਓਵਰ ਟਾਈਮ ਸਿਰਫ ਵਧੇਗੀ ਠੀਕ ਹੈ ਉਹ ਇਹ ਨਹੀਂ ਹੈਗਾ ਕਿ ਕਿਉਂਕਿ ਤੁਸੀਂ ਹੋਰ ਤੇ ਬਿਟਕੋਇਨ ਕਰ ਨਹੀਂ ਸਕਦੇ 21 ਮਿਲੀਅਨ ਤੋਂ ਤੇ ਉਹਦੀ ਡਿਮਾਂਡ ਵਧੀ ਜਾਏਗੀ ਵੈਲਿਊ ਵਧੀ ਜਾਏਗੀ ਸਪਲਾਈ ਸੇਮ ਰਹੇਗੀ ਜੋ ਤੁਹਾਡੀ ਨਾਰਮਲ ਕਰੰਸੀ ਤੋਂ ਬਹੁਤ ਡਿਫਰੈਂਟ ਹੈਗਾ ਸੋ that's actually a really really strong point ਤੇ ਮੇਰੇ ਲਈ ਵੀ that was one of the biggest reasons ਕਿ ਜਿਹੜੀ ਨਾਰਮਲ ਕਰੰਸੀ ਹੈ ਉਹਦਾ ਸਭ ਤੋਂ ਜਿਹੜਾ ਵੱਡਾ ਫਲॉ ਹੈ ਫਲॉ ਨੂੰ ਪੰਜਾਬੀ ਵਿੱਚ ਕੀ ਕਹਿੰਦਾ ਹੈ ਨਾਰਮਲ ਕਰੰਸੀ ਦੇ ਸਭ ਤੋਂ ਵੱਡੀ come on Harkaran help me flaw gap ਨੁਕਸ ਯੈਸ ਨੁਕਸ ਜਿਹੜਾ ਸੋ ਜਿਹੜਾ ਨਾਰਮਲ ਕਰੰਸੀ ਦਾ ਮੈਨੂੰ ਸਭ ਤੋਂ ਵੱਡਾ ਨੁਕਸ ਇਹ ਲੱਗਦਾ ਕਿ ਕਿੰਨੇ ਵੀ ਤੁਸੀਂ ਨੋਟ ਛਾਪੀ ਜਾਓ ਤੇ ਯੂ نو ਓਵਰ ਟਾਈਮ ਵੈਲਿਊ ਦੀ ਘਟਦੀ ਜਾਂਦੀ ਹੈ ਸੋ ਥੈਂਕ ਯੂ ਫॉर दैट ਪ੍ਰਭਜੀਤ ਤੇ ਹੁਣ ਅਸੀਂ ਗੱਲ ਕਰਨੇ ਆ ਹਰਕਰਨ ਤਿਆਰਾ ਨਾਲ ਤੇ ਹਰਕਰਨ ਤੁਸੀਂ ਥੋੜਾ ਡਿਫਰੈਂਟ ਬੈਕਗ੍ਰਾਉਂਡ ਤੋਂ ਆਉਂਦੇ ਹੋ ਸੋ ਇਟ ਵੁੱਡ ਬੀ ਅਮੇਜ਼ਿੰਗ ਜੇ ਤੁਸੀਂ ਸਾਨੂੰ ਥੋੜਾ ਦੱਸ ਸਕਦੇ ਤੁਹਾਡੀ ਜੌਬ ਦੇ ਬਾਰੇ ਤੁਸੀਂ ਕੀ ਕਰਦੇ ਹੋ ਤੁਹਾਨੂੰ ਬਿਟਕੋਇਨ ਬਾਰੇ ਕਿਵੇਂ ਪਤਾ ਲੱਗਿਆ ਤੇ ਕਿਉਂ ਤੁਹਾਨੂੰ ਬਿਟਕੋਇਨ ਇੰਟਰਸਟਿੰਗ ਲੱਗਿਆ ਕਿਉਂ ਤੁਸੀਂ ਉਹਦੇ ਨਾਲ ਜੁੜੇ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰਕਰਨ ਮੇਰੀ ਜੌਬ ਫਾਈਨੈਂਸ਼ੀਅਲ ਐਨਾਲਿਸਟ ਮੈਂ ਜਿੱਦਾਂ ਫਾਈਨੈਂਸ ਟੈਕ ਦੇ ਸੈਕਟਰ ਦੇ ਵਿੱਚ ਮੈਨੂੰ 4 ਤੋਂ 5 ਸਾਲ ਹੋ ਗਏ ਇੱਕੋ ਸੈਕਟਰ ਹੀ ਆ ਫਿਨਟੈਕ ਇਜ਼ ਬੇਸਿਕਲੀ ਜਿੱਦਾਂ ਤੁਸੀਂ ਜੋ ਵੀ ਜਿਹੜੇ ਫਾਈਨੈਂਸ ਦੇ ਵਿੱਚ ਕੋਈ ਵੀ ਐਕਟੀਵਿਟੀ ਹੁੰਦੀ ਆ ਉਹ ਟੈਕਨੋਲੋਜੀ ਯੂਜ਼ ਕਰਕੇ ਕੰਪਨੀਆਂ ਉਹਨੂੰ ਜਿੱਦਾਂ ਕਿੱਦਾਂ ਵਧੀਆ ਬਣਾਉਂਦੀਆਂ ਆ ਸੋ ਮੈਂ ਇਸ ਸੈਕਟਰ ਦੇ ਵਿੱਚ ਮੈਨੂੰ 4 ਤੋਂ 5 ਸਾਲ ਹੋ ਗਏ ਕੰਮ ਕਰਦੇ ਨੂੰ ਮੇਰੀ ਬੈਕਗਰਾਉਂਡ ਮੈਂ ਪੰਜਾਬ ਦੇ ਵਿੱਚ ਬੋਰਨ ਆ ਮੈਂ 13 ਸਾਲਾਂ ਦਾ ਸੀਗਾ ਜਦੋਂ ਮੈਂ ਅਮਰੀਕਾ ਦੇ ਵਿੱਚ ਆਇਆ ਆਪਣੀ ਫੈਮਿਲੀ ਦੇ ਨਾਲ ਮੇਰਾ ਪਿੰਡ ਬੈਕਗਰਾਉਂਡ ਇਜ਼ ਸੀਕਰੀ ਹੁਸ਼ਿਆਰਪੁਰ ਜਾਂ ਹੁਣ ਮੈਂ ਜਿੱਦਾਂ ਕੈਲੀਫੋਰਨੀਆ ਦੇ ਵਿੱਚ ਰਹਿਣਾ USA ਤਾਂ ਬਿਟਕੋਇਨ ਦੇ ਵਿੱਚ ਮੇਰਾ ਇੰਟਰਸਟ ਜਿੱਦਾਂ ਪਿਆ 2017 ਦੇ ਵਿੱਚ ਮੇਰਾ ਕੋਵਰਕਰ ਸੀਗਾ ਅਸੀਂ ਗੱਲ ਕਰ ਰਹੇ ਸੀਗੇ ਵੀ ਜਿੱਦਾਂ ਮੇਰੀ ਬੈਕਗਰਾਉਂਡ ਉੱਦਾਂ ਬਹੁਤ ਜ਼ਿਆਦਾ ਜਿੱਦਾਂ ਸਟਾਕਸ ਦੇ ਵਿੱਚ ਇਨਵੈਸਟਿੰਗ ਆ ਮੈਂ ਮੇਨਲੀ ਮੇਰਾ ਇਨਵੈਸਟਿੰਗ ਸਾਈਡ ਉੱਧਰ ਆ ਪਰ ਮੈਂ ਥੋੜੀ ਜਿਹੀ ਬਿਟਕੋਇਨ ਵੀ ਇਨਵੈਸਟ ਕਰਦਾ ਆ ਜਿੱਦਾਂ ਸ਼ੋਰਟ ਟਰਮ ਟ੍ਰੇਡ ਜਿੱਦਾਂ ਹੁੰਦੇ ਆ ਤਾਂ ਮੇਰਾ ਇੰਟਰਸਟ ਬਿਟਕੋਇਨ ਦੇ ਵਿੱਚ ਉਦੋਂ ਵਧਿਆ ਜਦੋਂ 2017 ਦੇ ਵਿੱਚ ਮੇਰੇ ਕੋਵਰਕਰ ਸੀਗਾ ਉਹ ਮੇਰੇ ਨਾਲ ਜਿੱਦਾਂ ਗੱਲ ਦੱਸਣ ਲੱਗ ਪਿਆ ਵੀ ਆਹ ਦੇਖ ਏਦਾਂ ਆਹ ਜਿਹੜਾ ਕੋਇਨ ਆ ਅਸਲਾਂ ਇੰਨੇ ਸੈਂਟ ਆ ਇਹ ਮੁੜ ਕੇ ਵੱਧ ਜਾਣਾ ਆ ਸੋ ਮੈਨੂੰ ਏਦਾਂ ਗੱਲਾਂ ਦੱਸਣ ਲੱਗ ਪਿਆ ਸੋ ਮੈਂ ਉਹ ਰਿਸਰਚ ਕਰਨ ਲੱਗ ਪਿਆ ਉਹ ਕੋਇਨ ਸੀਗਾ ਐਕਚੁਅਲੀ ਟਰੋਨ ਸੋ ਜਦੋਂ ਮੈਂ ਰਿਸਰਚ ਕੀਤੀ ਮੈਂ ਕਿਹਾ ਵੀ ਇਹ ਬਹੁਤ ਵਧੀਆ ਹੈ ਕੁਛ ਸਮਥਿੰਗ ਨਿਊ ਆ ਸਮਥਿੰਗ ਡਿਫਰੈਂਟ ਆ ਤਾਂ ਮੈਂ ਪੜ੍ਹਨ ਲੱਗ ਪਿਆ ਵੀ ਬਿਟਕੋਇਨ ਐਂਡ ਕ੍ਰਿਪਟੋਕਰੰਸੀ ਤਾਂ ਮੈਂ ਜਿੱਦਾਂ ਮੇਰਾ ਇੰਟਰਸਟ ਆਲਵੇਜ਼ ਫਾਈਨੈਂਸ ਦੇ ਵਿੱਚ ਇਨਵੈਸਟਿੰਗ ਦੇ ਵਿੱਚ ਸੀਗਾ ਸੋ ਜਦੋਂ ਮੈਂ ਸਟਾਰਟ ਕਰਨ ਲੱਗ ਪਿਆ ਵੀ ਬਿਟਕੋਇਨ ਇੱਦਾਂ ਵੀ ਇਹ ਫਿਊਚਰ ਆ ਕਿਉਂਕਿ ਜਿੱਦਾਂ ਇਹ ਡੀਸੈਂਟਰਲਾਈਜੇਸ਼ਨ ਆ ਤੁਸੀਂ ਜਿੱਦਾਂ ਜਨਰਲ ਲੈਜਰ ਹੁੰਦਾ ਹੈ ਜਿਹਨੂੰ ਕਹਿ ਦਿੰਦੇ ਪੰਜਾਬੀ ਦੇ ਵਿੱਚ ਖਾਤਾ ਤੁਸੀਂ ਹਰੇਕ ਆਰਡਰ ਨੂੰ ਦੇਖ ਸਕਦੇ ਵੀ ਕੌਣ ਬਾਈ ਕਰ ਰਿਹਾ ਆ ਕੌਣ ਸੈਲ ਕਰ ਰਿਹਾ ਆ ਸੋ ਆਈ ਥਿੰਕ ਵੀ ਜਿੱਦਾਂ it has a bright future ahead of itself ਇਹ ਜਿੱਦਾਂ ਬਿਟਕੋਇਨ ਵੀ ਅਜੇ ਥੋੜੀ ਜਿਹੀ ਨਿਊ ਟੈਕਨੋਲੋਜੀ ਆ ਪਰ ਬਹੁਤ ਸਾਲਾਂ ਦੇ ਵਿੱਚ ਬਹੁਤ ਵਧੂਗੀ ਇੰਟਰਸਟ ਬਹੁਤ ਜ਼ਿਆਦਾ ਹਾਈ ਆ ਅਸੀਂ ਦੇਖਦੇ ਹਾਂ ਅਮਰੀਕਾ ਦੇ ਵਿੱਚ ਇਹ ਬਹੁਤ ਜ਼ਿਆਦਾ ਵੱਧ ਰਿਹਾ ਆ ਕੰਪਨੀਆਂ ਆ ਰਹੀਆਂ ਆ ਆਊਟਸਾਈਡ 'ਚ ਉਹਨਾਂ ਨੇ ਜਦੋਂ ਬਹੁਤ ਵੱਡੀਆਂ ਬਿਲਡਿੰਗਾਂ ਇੱਥੇ ਬਣ ਰਹੀਆਂ ਆ ਜੌਬਾਂ ਬਹੁਤ ਜ਼ਿਆਦਾ ਕ੍ਰੀਏਟ ਹੋ ਰਹੀਆਂ ਇਹ ਨਵੀਂ ਮਾਰਕੀਟ ਆ ਤਾਂ ਆਈ ਥਿੰਕ ਜਦੋਂ ਵੀ ਕੁਛ ਨਵਾਂ ਆਉਂਦਾ ਆ ਉਹਦੇ ਵਿੱਚ ਤੁਹਾਡਾ ਇੰਟਰਸਟ ਹੋਣਾ ਚਾਹੀਦਾ ਆ ਕਿਉਂਕਿ it just has a bright future ahead of itself so that's generally my background
Perfect. Thank you, Harkaran. So that's interesting ਕਿ ਤੁਸੀਂ Tron ਦੇ ਬਾਰੇ ਪਹਿਲਾਂ ਸੁਣਿਆ, Bitcoin ਤੋਂ ਪਹਿਲਾਂ Tron ਦੇ ਬਾਰੇ। ਮੈਂ Bitcoin ਤੋਂ ਪਹਿਲਾਂ Ripple ਦੇ ਬਾਰੇ ਸੁਣਿਆ ਸੀ ਤੇ ਮੈਂ Ripple was my devil ਜੋ ਮੈਨੂੰ ਅੰਦਰ ਲੈ ਕੇ ਆਇਆ। ਤੇ ਇੱਕ ਕੁਐਸਚਨ ਤੁਹਾਡੇ ਲਈ ਹਰਕਰਨ ਕਿ obviously ਤੁਸੀਂ ਸਟਾਕ ਟ੍ਰੇਡਿੰਗ ਤੇ ਆਏ ਹੋ ਤੇ ਸਟਾਕ ਟ੍ਰੇਡਿੰਗ ਤੇ ਕ੍ਰਿਪਟੋ ਟ੍ਰੇਡਿੰਗ ਵਿੱਚ ਕਿੰਨਾ ਅੰਤਰ ਹੈ? ਅੰਤਰ ਸੋ ਜ਼ਿਆਦਾ ਉਹਦਾ ਉਹ ਅੰਤਰ ਨਹੀਂ, ਪਰ ਜਿੱਦਾਂ ਜਿਹੜੇ ਚਾਰਟਸ ਹੁੰਦੇ ਆ ਉਹ ਸੇਮ ਹੁੰਦੇ ਆ, ਕਿਉਂਕਿ ਕਹਿ ਲਓ ਵੀ ਜਿੱਦਾਂ ਅਪ ਐਂਡ ਡਾਊਨ ਹਰੇਕ ਚੀਜ਼ ਆਉਂਦੀ ਆ। ਇੱਕ ਮਿੰਟ ਤੇ ਪ੍ਰਾਈਸ ਜ਼ਿਆਦਾ ਹੋ ਸਕਦੀ ਆ, ਦੂਜੇ ਮਿੰਟ ਤੇ ਪ੍ਰਾਈਸ ਡਾਊਨ ਹੋ ਸਕਦੀ ਆ। ਸੋ ਜਿੱਦਾਂ ਮੈਂ ਸਟਾਕਸ ਟ੍ਰੇਡਿੰਗ ਕਰ ਰਿਹਾ, ਮੈਨੂੰ 5 ਸਾਲ ਤੋਂ ਉੱਤੇ ਮੇਰਾ ਐਕਸਪੀਰੀਅੰਸ ਆ ਵੀ ਪ੍ਰਾਈਸ ਕਾਹਦੇ ਜਾ ਰਹੀ ਆ, ਕਾਹਦੇ ਥੱਲੇ ਆ, ਕੋਈ ਨਿਊਜ਼ ਆ। ਸੋ ਉਹਦਾ ਜਿਹੜਾ ਓਵਰਲੈਪ ਆ ਉਹ ਪੂਰਾ ਸੇਮ ਹੀ ਹੁੰਦਾ ਹੈ, ਕਿਉਂਕਿ ਜਦੋਂ ਵੀ ਕੋਈ ਚੀਜ਼ ਤੁਸੀਂ ਟ੍ਰੇਡ ਕਰਦੇ ਆ, ਅਪ ਤਾਂ ਹਾਈ ਉਹਨੇ ਹੋ ਜਿੱਦਾਂ ਡਾਊਨ ਉੱਪਰ ਤੇ ਥੱਲੇ ਤਾਂ ਜ਼ਰੂਰ ਹੋਣਾ ਹੀ ਆ। ਸੋ ਉਹਦਾ ਤਾਂ ਕਰਕੇ ਵੀ ਜਿੱਦਾਂ ਇੱਕੋ ਹੀ ਗੱਲ ਬਣ ਜਾਂਦੀ ਆ। That's exactly what I thought as well. But I think apart from stock, the crypto, apart from the charts, I think crypto market 24/7 है. The ਹਾਂਜੀ, stock market. ਸਟਾਕ ਮਾਰਕੀਟ ਦੇ ਸੈਟ ਆਵਰਸ ਹੁੰਦੇ ਆ, ਜਿੱਦਾਂ ਅਮਰੀਕਾ ਦੇ ਵਿੱਚ 7.5-8 ਘੰਟੇ ਹੁੰਦੇ ਆ। ਹਾਂਜੀ, ਜਦੋਂ ਮੈਂ ਪਹਿਲਾਂ ਕ੍ਰਿਪਟੋ ਟ੍ਰੇਡਿੰਗ ਵਿੱਚ ਪਈ ਸੀ 3 ਸਾਲ ਪਹਿਲਾਂ ਤੇ ਰਾਤ ਨੂੰ ਆਸਟ੍ਰੇਲੀਆ ਵਿੱਚ ਮੈਂ ਹੈਗੀ ਹਾਂ ਤੇ ਆਸਟ੍ਰੇਲੀਆ ਵਿੱਚ ਰਾਤ ਨੂੰ 11 ਵਜੇ ਤੋਂ ਬਾਅਦ ਆਈ ਥਿੰਕ ਚਾਈਨਾ ਉੱਠਦਾ ਸੀ, ਕੁਝ ਇਦਾਂ ਹੁੰਦਾ ਸੀ ਤੇ ਮਾਰਕੀਟ ਉਦੋਂ ਠਾ ਇੱਕਦਮ ਇੱਕਦਮ ਯੂਜ਼ਡ ਟੂ ਕਮ ਬੈਕ ਟੂ ਲਾਈਫ, ਸਾਰੇ ਕੋਇਨਸ ਉੱਤੇ ਜਾ ਰਹੇ ਨੇ ਤੇ ਫਿਰ ਮੈਨੂੰ ਹੁੰਦਾ ਸੀ ਓਹੋ ਹੁਣ ਮੇਰਾ ਐਕਚੁਅਲੀ ਮਤਲਬ ਕੰਮ ਦਾ ਟਾਈਮ ਸ਼ੁਰੂ ਹੋ ਰਿਹਾ ਰਾਤ ਦੇ 11 ਵਜੇ। ਸੋ ਦੈਟਸ ਦ ਥਿੰਗ ਕਿ ਕ੍ਰਿਪਟੋ ਦੀ ਜਿਹੜੀ ਮਾਰਕੀਟਸ 24/7 ਹੈ, ਇਟਸ ਵਾਈਲਡ ਤੇ which is what we love, ਜਿਹੜੀ ਉਹਦੀ ਕਿੱਕ ਮਿਲਦੀ ਹੈ। ਸੋ ਗਾਇਸ ਥੈਂਕ ਯੂ, ਤੁਹਾਡੇ ਸਭ ਨੂੰ ਥੋੜਾ ਹੋਰ ਤੁਹਾਡੇ ਬਾਰੇ ਜਾਣ ਕੇ ਚੰਗਾ ਲੱਗਿਆ। ਮੇਰੇ ਬਾਰੇ ਇਨ ਟਰਮਸ ਆਫ ਮੀ, ਮੇਰਾ 10 ਸਾਲ ਦਾ ਕਰੀਅਰ ਰਿਹਾ ਹੈ ਤੇ ਮੈਂ ਆਸਟ੍ਰੇਲੀਆ ਵਿੱਚ ਹੀ ਬ੍ਰੌਟ ਅਪ ਹਾਂ। ਮੈਂ 11 ਸਾਲ ਦੀ ਸੀ ਜਦੋਂ ਆਸਟ੍ਰੇਲੀਆ ਆ ਗਈ ਸੀ 2003 ਦੇ ਵਿੱਚ ਤੇ ਬੜੀ ਛੋਟੀ ਉਮਰ ਤੋਂ ਮੈਂ ਕੰਮ ਕਰਨਾ ਸ਼ੁਰੂ ਕਰਤਾ ਸੀ ਤੇ 16 ਸਾਲ ਦੀ ਉਮਰ ਤੋਂ ਮੈਂ ਪਾਰਟ ਟਾਈਮ ਜੌਬ ਕਰਨੀ ਸ਼ੁਰੂ ਕਰਤੀ ਸੀ ਤੇ ਇੰਡੀਪੈਂਡੈਂਸ ਮੈਨੂੰ ਬੜੀ ਚੰਗੀ ਲੱਗਦੀ ਸੀ ਕਿ ਮੈਂ ਆਪ ਆਪਣੇ ਪੈਸੇ ਕਮਾ ਕੇ ਆਪ ਚੀਜ਼ਾਂ ਲੈ ਰਹੀ ਹਾਂ, ਉਹ ਮੈਨੂੰ ਬੜਾ ਚੰਗਾ ਲੱਗਦਾ ਸੀ। ਫਿਰ ਮੈਂ 19 ਸਾਲ ਦੀ ਉਮਰ ਤੋਂ ਫੁੱਲ ਟਾਈਮ ਜੌਬ ਕਰਨੀ ਸ਼ੁਰੂ ਕਰਤੀ, ਜੋ ਨਾਰਮਲੀ ਲੋਕੀ ਇੰਨੀ ਛੇਤੀ ਨਹੀਂ ਕਰਦੇ, ਸਪੈਸ਼ਲੀ ਦੇਸੀਆਂ ਦੇ ਬੱਚੇ ਇੰਨੀ ਛੇਤੀ ਨਹੀਂ ਕਰਦੇ, ਬਾਹਰ ਵੀ ਰਹਿ ਕੇ ਉਹ ਗੋਰਿਆਂ ਦੇ ਕੰਮ ਹੁੰਦੇ ਨੇ ਤੇ ਮੈਂ 19 ਸਾਲ ਦੀ ਉਮਰ ਦੇ ਵਿੱਚ ਮੈਂ ਕੰਮ ਕਰਨੀ ਸ਼ੁਰੂ ਕਰਤੀ। ਮੈਂ ਸ਼ੁਰੂ ਕੀਤੀ ਸੀ ਜੌਬ ਸੇਲਸ ਤੋਂ, ਕਿਉਂਕਿ ਉਹ ਸਭ ਤੋਂ ਈਜ਼ੀਐਸਟ ਸੀ ਮਿਲਣੀ, ਬਿਕੋਜ਼ ਉਹਦੇ ਵਿੱਚ ਨਾ ਐਕਸਪੀਰੀਅੰਸ ਨਹੀਂ ਚਾਹੀਦਾ ਸੀ ਤੇ ਜੇ ਤੁਹਾਨੂੰ ਬੋਲਣਾ ਆਉਂਦਾ ਹੈ ਤਾਂ ਯੂ ਗੈਟ ਦ ਜੌਬ। ਤੇ ਉਹਦੇ ਬਾਅਦ ਜਿਵੇਂ ਜਿਵੇਂ ਮੇਰਾ ਕਰੀਅਰ ਅੱਗੇ ਵੱਧਦਾ ਰਿਹਾ, ਮੈਂ ਫਿਰ ਮਾਰਕੀਟਿੰਗ ਦੇ ਵਿੱਚ ਜਾਣਾ ਸ਼ੁਰੂ ਕਰਤਾ ਤੇ ਮਾਰਕੀਟਿੰਗ ਤੋਂ ਫਿਰ ਮੈਂ ਟੈਕਨੋਲੋਜੀ ਦੇ ਵਿੱਚ ਜਾਣਾ ਸ਼ੁਰੂ ਕਰਤਾ। ਤੇ ਜਦੋਂ ਮੈਂ ਟੈਕਨੋਲੋਜੀ ਦੇ ਵਿੱਚ ਗਈ 2016 ਦੇ ਵਿੱਚ, ਮੈਨੂੰ ਇੱਕ ਕੰਪਨੀ ਨੇ ਐਕਵਾਇਰ ਕੀਤਾ, ਹਬਸਪੌਟ, ਜਿਹੜੀ ਯੂਐਸ ਤੋਂ ਹੈ। ਉਦੋਂ ਮੈਨੂੰ ਮੇਰਾ ਟੈਕਨੋਲੋਜੀ ਦੇ ਵਿੱਚ ਬਹੁਤ ਧਿਆਨ ਗਿਆ ਤੇ ਮੈਂ ਆਲਮੋਸਟ ਲਾਈਕ ਪ੍ਰੋਡਕਟ ਸਪੈਸ਼ਲਿਸਟ ਬਣ ਗਈ। ਜੇ ਕੋਈ ਇੱਥੇ ਜਾਣਦਾ ਹੈ, ਹਬਸਪੌਟ ਬੋਸਟਨ ਦੀ ਕੰਪਨੀ ਹੈ ਤੇ ਉਹ ਦੁਨੀਆ ਦੀ ਸਭ ਤੋਂ ਮਾਰਕੀਟਿੰਗ ਦੀ ਜਿਹੜੀ ਟੈਕਨੋਲੋਜੀ ਹੈ, ਉਹ ਮਾਰਕੀਟਿੰਗ ਦੇ ਸੌਫਟਵੇਅਰ ਬਣਾਉਂਦੇ ਨੇ, ਮਾਰਕੀਟਿੰਗ ਸੇਲਸ, ਤੇ ਦੇ ਆਰ ਦ ਮੋਸਟ ਇਨੋਵੇਟਿਵ ਦੁਨੀਆ ਦੇ ਵਿੱਚ। ਉਹਨਾਂ ਦੇ ਜਿਹੜੀ ਮਾਰਕੀਟਿੰਗ ਸਟ੍ਰੈਟਜੀਜ਼ ਯੂਜ਼ ਕਰਦੇ ਨੇ ਉਹ ਬੜੀ ਸਿਲੀਕਨ ਵੈਲੀ ਸਟਾਈਲ ਹੁੰਦੀ ਹੈ। ਤੇ ਉਹਨਾਂ ਨੇ ਮੈਨੂੰ ਬੋਸਟਨ ਭੇਜਿਆ, ਉੱਥੇ ਮੈਂ ਕੁਝ ਹਫ਼ਤੇ ਰਹੀ ਤੇ ਪੂਰਾ ਉਹਨਾਂ ਦਾ ਸਟੱਡੀ ਕੀਤਾ, ਜਿਹੜੀ ਸਪੈਸੀਫਿਕ ਤਰ੍ਹਾਂ ਦੀ ਟੈਕਨੋਲੋਜੀ। ਤੇ ਮੈਨੂੰ ਉਦੋਂ ਪਤਾ ਲੱਗਿਆ ਮੈਨੂੰ ਟੈਕਨੋਲੋਜੀ ਦਾ ਇੰਨਾ ਸ਼ੌਕ ਹੈ। ਤੇ ਫਿਰ ਮੈਂ ਵਾਪਸ ਆਈ ਆਸਟ੍ਰੇਲੀਆ ਤੇ 2017 ਦੇ ਵਿੱਚ ਜਦੋਂ ਜੁਲਾਈ ਆਈ ਥਿੰਕ ਸ਼ੁਰੂ ਹੋਇਆ ਸੀ ਬਿਟਕੋਇਨ ਦਾ ਪ੍ਰਾਈਸ ਬਹੁਤ ਵਧਣਾ, ਤੇ ਉਹ ਤੋਂ ਪਹਿਲਾਂ ਮੈਨੂੰ ਪਤਾ ਲੱਗ ਗਿਆ ਬਿਟਕੋਇਨ ਦੇ ਬਾਰੇ। ਮੈਨੂੰ ਇੱਕ ਫਰੈਂਡ ਨੇ ਦੱਸਿਆ ਤੇ ਉਹ ਹਮੇਸ਼ਾ ਬਿਟਕੋਇਨ ਦੇ ਬਾਰੇ ਬੋਲਦਾ ਸੀ ਕਿ ਬਿਟਕੋਇਨ ਬਿਟਕੋਇਨ ਬਿਟਕੋਇਨ, ਜਿੱਥੇ ਵੀ ਅਸੀਂ ਫਰੈਂਡ ਸਾਰੇ ਇਕੱਠੇ ਹੋਏ ਉਹਨੇ ਬਿਟਕੋਇਨ ਦੇ ਬਾਰੇ ਹੀ ਬੋਲਣਾ। ਤੇ ਫਿਰ ਮੈਂ ਕਿਹਾ ਠੀਕ ਹੈ, ਮੈਂ ਵੇਖਣੀ ਹੈ ਕੀ ਹੈ ਬਿਟਕੋਇਨ। ਤੇ ਮੈਂ ਵੇਖਿਆ ਤੇ ਮੈਨੂੰ ਥੋੜਾ, ਮੈਂ ਆਪਣੀ ਕੰਪਨੀ ਤੋਂ ਜਿਹੜਾ ਮੇਰਾ ਸਟਾਕ ਸੀਗਾ ਉਹ ਮੈਂ ਕੱਢ ਕੇ ਬਿਟਕੋਇਨ ਦੇ ਵਿੱਚ ਪਾਤਾ। ਮੈਂ ਕਿਹਾ ਵੇਖਨੇ ਕੀ ਹੁੰਦਾ ਹੈ। ਸੋ ਮੈਂ ਭੁੱਲ ਗਈ ਬਿਟਕੋਇਨ ਦੇ ਬਾਰੇ ਤੇ 2-3 ਮਹੀਨਿਆਂ ਬਾਅਦ ਜਦੋਂ ਦ ਹਾਈਐਸਟ ਜਿਹੜਾ ਬਿਟਕੋਇਨ ਪ੍ਰਾਈਸ ਕਦੀ ਗਿਆ ਹੈ,
it went really high ਤੇ ਮੈਂ ਲੱਕੀ ਹੋ ਗਈ ਕਿ ਮੈਂ ਬੜੇ ਚੰਗੇ ਟਾਈਮ ਤੇ ਆਈ ਮੇਰਾ ਪੈਸਾ 5 ਗੁਣਾ ਵੱਧ ਗਿਆ ਹੁਣ ਮੈਂ ਇਹ ਨਹੀਂ ਕਹਿ ਰਹੀ ਕਿ ਸਭ ਦਾ ਇੱਥੇ ਪੈਸਾ 5 ਗੁਣਾ ਵੱਧ ਜਾਣਾ 2-3 ਮਹੀਨਿਆਂ ਦੇ ਵਿੱਚ ਮੈਂ ਚੰਗੀ ਟਾਈਮਿੰਗ ਤੇ ਆਈ ਸੀ ਤੇ ਜਿਵੇਂ ਮੈਂ ਆਪਣਾ ਵੇਖਿਆ ਕਿ ਮੇਰਾ ਪੈਸਾ ਵਧਿਆ ਹੈ ਫਿਰ ਮੇਰਾ ਟੈਕਨੋਲੋਜੀ ਦੇ ਵੱਲ ਧਿਆਨ ਗਿਆ ਕਿ ਕਿਉਂ ਵਧਿਆ ਹੈ ਆਬਵੀਅਸਲੀ ਲੋਕਾਂ ਦੀ ਇੱਥੇ ਨਜ਼ਰ ਹੈ ਇਸ ਕਰਕੇ ਪ੍ਰਾਈਸ ਉੱਤੇ ਗਿਆ ਕਿਉਂ ਗਿਆ ਹੈ ਤੇ ਫਿਰ ਮੈਂ ਟੈਕਨੋਲੋਜੀ ਵੱਲ ਵੇਖਣਾ ਸ਼ੁਰੂ ਕਰਤਾ ਤੇ ਮੈਨੂੰ ਟੈਕਨੋਲੋਜੀ ਦੇ ਬਾਰੇ ਇਹ ਚੰਗਾ ਲੱਗਿਆ ਕਿ ਆਟੋਮੇਸ਼ਨ ਐਫੀਸ਼ੀਐਂਸੀ ਕਿ ਜਿੱਥੇ ਲੋਕਾਂ ਨੂੰ ਕੰਮ ਕਰਨ ਦੀ ਲੋੜ ਨਹੀਂ ਜਿੱਥੇ ਮਸ਼ੀਨ ਰਿਪਲੇਸ ਕਰ ਸਕਦੀ ਹੈ ਦੈਟ ਉੱਥੇ ਬਲੌਕਚੇਨ ਆ ਸਕਦੀ ਹੈ ਤੇ ਟ੍ਰਾਂਸਪੇਰੈਂਸੀ ਸੋ ਮੈਨੂੰ ਇਹ ਚੀਜ਼ਾਂ ਬਹੁਤ ਚੰਗੀਆਂ ਲੱਗੀਆਂ ਮੈਨੂੰ ਪਤਾ ਸੀ ਕਿ ਇਹ ਫਿਊਚਰ ਹੈ ਮੈਨੂੰ ਗਟ ਫੀਲਿੰਗ ਆ ਗਈ ਸੀ ਤੇ ਫਿਰ ਮੈਂ ਆਪਣੀ ਜੌਬ ਛੱਡ ਕੇ ਫੁੱਲ ਟਾਈਮ ਕ੍ਰਿਪਟੋ ਜੁਆਇਨ ਕਰ ਲਿਆ ਬਿਟਕੋਇਨ 2017 ਵਿੱਚ 2 ਸਾਲ ਮੈਂ ਬਹੁਤ ਟਰੈਵਲ ਕੀਤਾ ਕੋਰੀਆ ਸਿੰਗਾਪੁਰ ਹਾਂਗਕਾਂਗ ਯੂਰਪ ਮੈਂ ਹਰ ਉਹ ਐਡਵਾਂਸਡ ਕ੍ਰਿਪਟੋ ਮਾਰਕੀਟ ਦੇ ਵਿੱਚ ਜਾ ਕੇ ਸਿੱਖਣਾ ਚਾਹੁੰਦੀ ਸੀ ਕਿ ਕੀ ਇਹ ਟੈਕਨੋਲੋਜੀ ਕੀ ਹੈ ਮੈਨੂੰ ਦੱਸੋ ਤੇ ਫਿਰ ਮੈਂ ਆਸਟ੍ਰੇਲੀਆ ਵਾਪਸ ਆ ਕੇ ਇਵੈਂਟਸ ਆਰਗੇਨਾਈਜ਼ ਸ਼ੁਰੂ ਕਰਤੇ ਸਾਊਥ ਕੋਰੀਆ ਤੇ ਆਸਟ੍ਰੇਲੀਆ ਦੇ ਵਿੱਚ ਮੈਂ ਇਨਵੈਸਟਮੈਂਟਸ ਵਗੈਰਾ ਮੂਵ ਕਰ ਰਹੀ ਸੀ ਸਟਾਰਟਅਪਸ ਵਗੈਰਾ ਨੂੰ ਐਡਵਾਈਸ ਕਰ ਰਹੀ ਸੀ ਮੈਂ ਆਪ ਇਨਵੈਸਟ ਕਰ ਰਹੀ ਸੀ ਤੇ ਲਾਸਟ ਈਅਰ ਐਸੀ ਟਾਈਮ ਮੈਨੂੰ ਯੂਰਪ ਤੋਂ ਇੱਕ ਆਫਰ ਆਈ ਜੌਬ ਦੀ ਉੱਥੇ ਜਿਹੜੇ ਸਭ ਤੋਂ ਵੱਡੇ ਇਵੈਂਟ ਆਰਗੇਨਾਈਜ਼ ਕਰਦੇ ਨੇ ਯੂਰਪ ਦੇ ਵਿੱਚ ਕ੍ਰਿਪਟੋ ਦੇ ਉਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਸਾਡੇ ਨਾਲ ਆ ਕੇ ਕੰਮ ਕਰੋ ਸਾਡੇ ਸਟ੍ਰੈਟਜੀ ਆਫਿਸਰ ਬਣੋ ਤੇ ਸਾਡੇ ਡਿਜੀਟਲ ਮਾਰਕੀਟਿੰਗ ਦੀ ਹੈਲਪ ਕਰੋ ਤੇ ਫਿਰ ਉੱਥੇ ਮੈਂ 6 ਮਹੀਨੇ ਸੀ ਤੇ ਮੈਂ ਹੁਣੇ ਵਾਪਸ ਆਈ ਹਾਂ ਐਂਡ ਆਫ ਮਾਰਚ ਅਪ੍ਰੈਲ ਜਦੋਂ ਕਰੋਨਾ ਵਾਇਰਸ ਸੀਜ਼ਨ ਸ਼ੁਰੂ ਹੋਇਆ ਤੇ ਫਿਰ ਮੈਂ ਉੱਥੇ ਵਾਪਸ ਆਈ ਤੇ ਹੁਣ ਮੈਂ ਆਸਟ੍ਰੇਲੀਆ ਵਿੱਚ ਹੈਗੀ ਤੇ ਹੁਣ ਮੈਂ ਫਿਰ YouTube ਚੈਨਲ ਸ਼ੁਰੂ ਕੀਤਾ ਤੇ ਇਹ ਮੇਰਾ ਮੇਰਾ ਕੈਰੀਅਰ ਰਿਹਾ ਹੈ ਬਿਟਕੋਇਨ ਦੇ ਨਾਲ ਤੇ ਗਾਇਜ਼ ਹੁਣ ਅਸੀਂ ਗੱਲ ਕਰਨੇ ਆ ਕਿ ਬਿਟਕੋਇਨ ਐਕਚੁਅਲੀ ਹੈ ਕੀ ਦ ਮੇਨ ਟੌਪਿਕ of the session ਕਿ ਬਿਟਕੋਇਨ ਕੀ ਹੈ ਤੇ ਅਸੀਂ ਸ਼ੁਰੂ ਕਰਨੇ ਆ ਮੇਬੀ ਹਰਕਰਨ ਦੇ ਨਾਲ ਪਰ ਬਿਫੋਰ ਵੀ ਗੋ ਔਨ ਦੇ ਮੈਂ ਤੁਹਾਨੂੰ ਬੇਸਿਕ ਗਾਇਜ਼ ਦੱਸਣੀ ਆ ਕਿ ਬੇਸਿਕਲੀ ਬਿਟਕੋਇਨ ਇੱਕ ਡਿਜੀਟਲ ਕਰੰਸੀ ਹੈਗੀ ਹੈ ਠੀਕ ਹੈ ਡਿਜੀਟਲ ਮੁਦਰਾ ਤੇ ਨਾ ਹੀ ਇਹਨੂੰ ਕੋਈ ਗਵਰਨਮੈਂਟ ਚਲਾਉਂਦੀ ਹੈ ਨਾ ਹੀ ਇਹਨੂੰ ਕੋਈ ਕੰਪਨੀ ਚਲਾਉਂਦੀ ਹੈ ਨਾ ਹੀ ਇਹਨੂੰ ਕੋਈ ਬੈਂਕ ਚਲਾਉਂਦੀ ਹੈ ਬਿਟਕੋਇਨ ਨੂੰ ਕੋਈ ਵੀ ਨਹੀਂ ਓਨ ਕਰਦਾ ਠੀਕ ਹੈ ਤੇ ਜਿਹੜੀ ਬਿਟਕੋਇਨ ਦੀ ਤਾਕਤ ਹੈ ਉਹਨੂੰ ਬੰਦ ਕਰਨ ਲਈ ਉਹ ਡੀਸੈਂਟਰਲਾਈਜ਼ਡ ਹੈ ਉਹ ਵਿਕੇਂਦਰਿਤ ਹੈ ਉਹਦਾ ਮਤਲਬ ਇਹ ਹੋਇਆ ਕਿ ਬਿਟਕੋਇਨ ਦਾ ਜਿਹੜਾ ਨੈਟਵਰਕ ਹੈ ਉਹ ਕੰਪਿਊਟਰਸ ਤੋਂ ਚੱਲਦਾ ਹੈ ਠੀਕ ਹੈ ਤੇ ਜਿਹੜਾ ਬਿਟਕੋਇਨ ਦਾ ਨੈਟਵਰਕ ਹੈ ਉਹ ਹਜ਼ਾਰ ਲੱਖਾਂ ਕਰੋੜਾਂ ਕੰਪਿਊਟਰ ਦੇ ਬੈਠਾ ਹੋਇਆ ਹੈ ਪੂਰੀ ਦੁਨੀਆ ਦੇ ਵਿੱਚ ਤੇ ਇਹਦਾ ਮਤਲਬ ਕਿ ਜੇ ਤੁਸੀਂ ਬਿਟਕੋਇਨ ਦਾ ਨੈਟਵਰਕ ਨੂੰ ਬੰਦ ਕਰਨਾ ਚਾਹੁੰਦੇ ਹੋ ਕੋਈ ਇੱਕ ਕੱਲੀ ਥਾਂ ਨਹੀਂ ਹੈਗੀ ਜਿੱਥੇ ਜਾ ਕੇ ਤੁਸੀਂ ਬੰਦ ਤੁਸੀਂ ਉਹ ਪਾਵਰ ਨੂੰ ਸੌਕਟ ਨੂੰ ਕੱਢ ਸਕਦੇ ਹੋ ਤੇ ਪਾਵਰ ਚਲੀ ਗਈ ਉਹ ਵਿਕੇਂਦਰਿਤ ਹੈ ਪਾਵਰ ਤੇ ਉਹ ਮੈਨੂੰ ਗੱਲ ਆਈ ਲਵ ਦੈਟ ਕਿ ਡੀਸੈਂਟਰਲਾਈਜ਼ਡ ਹੈ ਕਿ ਉਹਨੂੰ ਕੋਈ ਵੀ ਤਾਕਤ ਉਹਨੂੰ ਕੁਐਸਚਨ ਨਹੀਂ ਕਰ ਸਕਦੀ ਸੋ ਆਈ ਗੈਸ ਫਰਮ ਯੋਰ ਐਂਡ ਹਰਕਰਨ what is Bitcoin? Bitcoin ਇਹਨੂੰ ਇਦਾਂ ਸਮਝੋ ਵੀ ਜਿੱਦਾਂ ਕਰੰਸੀ ਆ ਜਿੱਦਾਂ ਦੱਸਿਆ ਤਾਂ ਉਹਦੀ ਪ੍ਰਾਈਸ ਅਪ ਤੇ ਡਾਊਨ ਜਾਂਦੀ ਆ ਬਿਟਕੋਇਨ ਤੁਸੀਂ ਕਹਿ ਲਓ ਵੀ ਜੇ ਤੁਸੀਂ ਆਪਣੇ ਕੰਪਿਊਟਰ ਤੇ ਟ੍ਰੇਡ ਕਰਦੇ ਆ ਬਿਟਕੋਇਨ ਉਹਦੀ ਇਨਫੋਰਮੇਸ਼ਨ ਤੁਹਾਡੇ ਕੰਪਿਊਟਰ 'ਚ ਆਲਵੇਜ਼ ਸੇਵ ਹੋਊਗੀ ਜਿੱਦਾਂ ਕੋਈ ਵੀ ਕਰਦੇ ਆ ਤਾਂ ਕਰਕੇ ਕਹਿੰਦੇ ਵੀ ਉਹਨੂੰ ਕੋਈ ਹੈਕਰ ਨਹੀਂ ਏਦਾਂ ਕਰ ਸਕਦਾ ਕੁਛ ਉਹਨੂੰ ਏਦਾਂ ਕੁਛ ਤੁਸੀਂ ਖਤਮ ਨਹੀਂ ਕਰ ਸਕਦੇ ਕਿਉਂਕਿ ਉਹ ਲੱਖਾਂ ਕਰੋੜਾਂ ਦੇ ਵਿੱਚ ਉਹ ਇਨਫੋਰਮੇਸ਼ਨ ਸਟੋਰ ਆ ਤਾਂ ਮੈਂ ਅੱਗੇ ਵੀ ਪਹਿਲਾਂ ਦੱਸਿਆ ਵੀ ਜਿੱਦਾਂ ਬਿਟਕੋਇਨ ਤੁਸੀਂ ਹਰੇਕ ਇਨਫੋਰਮੇਸ਼ਨ ਜਿਹੜੀ ਆ ਉਹ ਸਟੋਰ ਹੁੰਦੀ ਆ ਜਿਹੜਾ ਖਾਤਾ ਆ ਤੁਸੀਂ ਦੇਖ ਸਕਦੇ ਵੀ ਦੁਨੀਆ ਦੇ ਵਿੱਚ ਜਿੱਥੇ ਵੀ ਕੋਈ ਟ੍ਰਾਂਜੈਕਸ਼ਨ ਹੁੰਦੀ ਆ ਜੇ ਕੋਈ ਬਿਟਕੋਇਨ ਕਰਦਾ ਬਾਏ ਕਰਦਾ ਹੈ ਜਾਂ ਸੈਲ ਕਰਦਾ ਹੈ ਤੁਸੀਂ ਦੇਖ ਸਕਦੇ ਆ ਵੀ ਕਿੰਨੇ ਜ਼ਿਆਦਾ ਆ ਤੇ ਕੀ ਨਹੀਂ ਤਾਂ ਇਹ ਫਿਊਚਰ ਇਹਦਾ ਇਹ ਆ ਵੀ ਕੋਈ ਗਵਰਨਮੈਂਟ ਦਾ ਰੂਲ ਨਹੀਂ ਕੋਈ ਉੱਥੇ ਪੈਸਿੰਗ ਨਹੀਂ ਹੋ ਸਕਦੀ ਵੀ ਅੱਜ ਡਾਲਰ ਦੀ ਪ੍ਰਾਈਸ ਘੱਟ ਆ ਜਾਂ ਏਦਾਂ ਉਹ ਗਵਰਨਮੈਂਟ ਦਾ ਕੋਈ ਇਹਦੇ ਤੇ ਰੂਲ ਨਹੀਂ ਜਿੱਦਾਂ ਇਹਨੂੰ ਕਹਿ ਸਕਦੇ ਆਪਾਂ ਡੀਸੈਂਟਰਲਾਈਜੇਸ਼ਨ ਤਾਂ ਇਹ ਜਿੱਦਾਂ ਤੁਸੀਂ ਸੋਚ ਸਕਦੇ ਆ ਅਸੀਂ ਕ੍ਰੈਡਿਟ ਕਾਰਡ ਯੂਜ਼ ਕਰਦੇ ਜਾਂ ਡੈਬਿਟ ਕਾਰਡ ਯੂਜ਼ ਕਰਦੇ ਆ ਉਹ ਪੈਸਾ ਜਿੱਦਾਂ ਸਾਨੂੰ ਦੀਦਾ ਨਹੀਂ ਉਹ ਸਾਰਾ ਕੁਛ ਉਹ ਜਿੱਦਾਂ ਆਟੋਮੈਟਿਕ ਟੈਕਨੋਲੋਜੀ ਆ ਉਹੀ ਇੱਦਾਂ ਬਿਟਕੋਇਨ ਵੀ ਇੱਦਾਂ ਆ ਤੁਸੀਂ ਜੇ ਸਿੰਪਲੀਫਾਈ ਕਰਨਾ ਤਾਂ ਇਹ ਕਰ ਸਕਦੇ ਆ ਸੋ ਆਈ ਥਿੰਕ that's a good explanation but yeah
ਹਾਂਜੀ ਨਹੀਂ ਥੈਂਕ ਯੂ ਹਰਕਰਨ ਆਈ ਥਿੰਕ ਇਟਸ ਅ ਰੀਲੀ ਗੁੱਡ ਅਟੈਂਪਟ ਕਿਉਂਕਿ ਜਿਵੇਂ ਅਸੀਂ ਕਿਹਾ ਕਿ ਇਟਸ ਅ ਵੈਰੀ ਵੈਰੀ ਟੈਕਨੀਕਲ ਚੀਜ਼ ਤੇ ਪੰਜਾਬੀ ਦੇ ਵਿੱਚ ਇਹਨੂੰ ਸਮਝਾਉਣਾ ਇਟਸ ਨਾਟ ਈਜ਼ੀ ਤੇ ਡੈਫੀਨਿਟਲੀ ਇਹ ਵਿਕੇਂਦਰਿਤ ਹੈਗਾ ਹੈ ਤੇ ਇਹਨੂੰ ਯੂ ਕਾਂਟ ਟੇਕ ਦਿਸ ਪਾਵਰ ਡਾਊਨ ਤੇ ਪ੍ਰਭਜੀਤ ਜੇ ਤੁਹਾਡੇ ਵੱਲ ਜਾਣਦੇ ਆ ਤੇ ਵਾਟ ਆਰ ਯੋਰ ਥਾਟਸ ਕਿ ਬਿਟਕੋਇਨ ਕੀ ਹੈ So I mean, totally agree with ਜੋ ਵੀ ਚੀਜ਼ ਹਰਕਰਨ ਨੇ ਕਿਹਾ ਵੀ ਜਮਾ ਸਹੀ ਸੀ, ਜਮਾ ਸਹੀ ਸੀ। ਆਮ ਕੀ ਹੁੰਦਾ ਵੀ ਤੁਹਾਡੀ ਕਰੰਸੀ ਕਿਉਂ ਖਰਾਬ ਹੁੰਦੀ ਆ ਬਿਕਾਜ਼ ਹਰ ਗਵਰਨਮੈਂਟ ਦੀ ਚੋਇਸਿਸ ਹੈਗੀ ਆ ਵੀ ਜੇ ਅਸੀਂ ਸਭ ਸੋਸਾਇਟੀ ਨੂੰ ਠੀਕ ਕਰੀਏ ਜਾਂ ਅਸੀਂ ਕਰੰਸੀ ਹੋਰ ਪ੍ਰਿੰਟ ਕਰੀਏ ਤੇ ਬਹੁਤ ਸੌਖਾ ਹੁੰਦਾ ਕਰੰਸੀ ਨੂੰ ਪ੍ਰਿੰਟ ਕਰਨ ਨੂੰ ਤੇ ਪੈਸਾ ਇੱਕਦਮ ਬਣਾਉਣ ਨੂੰ ਤੇ ਤੁਸੀਂ ਦੇਖ ਸਕਦੇ ਹਰ ਗਵਰਨਮੈਂਟ ਜਦੋਂ ਚੋਇਸ ਬਣਦੀ ਹੈਗੀ ਵੀ ਔਖੀ ਚੀਜ਼ ਕਰਨ ਨੂੰ ਜਾਂ ਸੌਖੀ ਚੀਜ਼ ਕਰਨ ਨੂੰ ਉਹ ਸੌਖੀ ਚੀਜ਼ ਕਰੋਗੇ ਸੋ ਕਈ ਦੇਸ਼ਾਂ ਦੇ ਵਿੱਚ ਲਾਈਕ ਵੈਨਜ਼ੂਏਲਾ ਲੈਬਨਾਨ ਹੁਣ ਆਹੀ ਪਚਾਲ ਪਿਆ ਹੈ ਵੀ ਕਿੰਨੇ 10 20 30 ਸਾਲ ਵਾਸਤੇ ਕਿਸ ਨੇ ਸਹੀ ਕੰਮ ਨਹੀਂ ਕੀਤਾ ਹੁਣ ਕ੍ਰਾਈਸਿਸ ਹੁੰਦਾ ਤੇ ਫਿਰ ਕੋਵਿਡ-19 ਦਾ ਕ੍ਰਾਈਸਿਸ ਹੋ ਗਿਆ ਤੇ ਫਿਰ ਕੀ ਕਰਦੇ ਆ ਕੰਮ ਠੀਕ ਕਰਦੇ ਆ ਜਾਂ ਪੈਸੇ ਪ੍ਰਿੰਟ ਕਰਦੇ ਆ ਤੇ ਉਹ ਹਰ ਵਾਰੀ ਪੈਸੇ ਪ੍ਰਿੰਟ ਕਰਦੇ ਆ ਸੋ ਜਿਹੜੇ ਅਮੀਰ ਲੋਕ ਹੈਗੇ ਆ ਸੋ ਬਿਟਕੋਇਨ ਇੱਕ ਸੇਵਿੰਗਸ ਟੈਕਨੋਲੋਜੀ ਹੈਗੀ ਆ ਸੋ ਜਿਹੜੇ ਲਾਈਕ ਅਮੀਰ ਲੋਕ ਹੈਗੇ ਆ ਜਗ੍ਹਾ ਜਿਹੜੇ ਵੀ ਦੁਨੀਆ ਦੇ ਵਿੱਚ ਰਹਿੰਦੇ ਆ ਉਹ ਆਪਣੇ ਪੈਸੇ ਵੱਡੇ ਸ਼ਹਿਰਾਂ ਦੇ ਵਿੱਚ ਪਾਉਂਦੇ ਹੁੰਦੇ ਆ ਜਿਵੇਂ ਨਿਊਯਾਰਕ ਸਿਟੀ ਦੇ ਵਿੱਚ ਰੀਅਲ ਏਸਟੇਟ ਲੈਂਦੇ ਆ ਦੁਬਈ ਦੇ ਵਿੱਚ ਜਾਂ ਲੰਡਨ ਦੇ ਵਿੱਚ ਰੀਅਲ ਏਸਟੇਟ ਲੈਂਦੇ ਆ ਤੇ ਪ੍ਰਾਪਰਟੀ ਦੇ ਵਿੱਚ ਪਾਉਂਦੇ ਆ ਤੇ ਇਹ ਕਿਉਂ ਹੈਗਾ ਬਿਕਾਜ਼ ਇਹ ਪ੍ਰਾਪਰਟੀ ਦੀ ਕਮੀ ਹੈ ਤੇ ਕੋਈ ਵੀ ਨਿਊਯਾਰਕ ਸਿਟੀ ਦੇ ਵਿੱਚ ਹੋਰ ਪ੍ਰਾਪਰਟੀ ਨਹੀਂ ਬਣਾ ਸਕਦਾ ਤੇ ਆਲਸੋ ਜਿਹੜੀ ਅਮਰੀਕਨ ਇਕਾਨਮੀ ਹੁੰਦੀ ਹੈ ਲੰਡਨ ਦੀ ਔਰ ਇੰਗਲੈਂਡ ਦੀ ਇਕਾਨਮੀ ਤੇ ਦੁਬਈ ਦੀ ਇਕਾਨਮੀ ਥੱਲੇ ਨਹੀਂ ਜਾਂਦੀ ਹੁੰਦੀ ਤੇ ਕਾਨੂੰਨ ਵੀ ਹੈ ਵੀ ਬਹੁਤ ਤਕੜੇ ਨੇ ਕੋਈ ਥੋੜੀ ਪ੍ਰਾਪਰਟੀ ਖੋ ਨਹੀਂ ਸਕਦੇ ਹਨਾ ਸੋ ਜਿਹੜੇ ਅਮੀਰ ਲੋਕ ਡਰਦੇ ਹੈਗੇ ਆ ਵੀ ਜੇ ਉਹਦੀ ਪ੍ਰਾਪਰਟੀ ਹੁੰਦੀ ਆ ਆਪਦੀ ਦੇਸ਼ ਦੇ ਵਿੱਚ ਫਿਰ ਕਿਸੇ ਗਵਰਨਮੈਂਟ ਖੋ ਸਕਦੀ ਹੈ ਤੇ ਕਿ ਆਪਣੇ ਦੋਸਤ ਹੈਗੇ ਜਿਹੜੇ ਵੈਨਜ਼ੂਏਲਾ ਦੇ ਵਿੱਚ ਰਹਿੰਦੇ ਸੀਗੇ ਤੇ ਆਈ ਹੋਇਆ ਅੱਧੇ ਪੈਸੇ ਪ੍ਰਿੰਟਿੰਗ ਦੇ ਨਾਲ ਖੋਲੇ ਤੇ ਦੂਜੇ ਪੈਸੇ ਕਿਸ ਨੇ ਐਕਚੁਅਲੀ ਪ੍ਰਾਪਰਟੀ ਖੋਲੀ ਹਨਾ ਸੋ ਜਿਹੜੇ ਆਮ ਆਦਮੀ ਬੰਦੇ ਹੈਗੇ ਆ ਉਹਦੇ ਵੀ ਇਹ ਵਰਗੇ ਇਸ਼ੂਜ਼ ਹੁੰਦੇ ਆ ਤੇ ਇਟਸ ਕਾਈਂਡ ਆਫ ਲਾਈਕ ਤੁਸੀਂ ਐਵੇਂ ਸੋਚੋ ਵੀ ਜਿਹੜੇ 1000 ਸਾਲ ਪਿੱਛੇ ਦੀ ਕਹਾਣੀ ਦੱਸੂਗਾ ਹੁਣ ਜਿਹੜੇ ਵਾਈਕਿੰਗ ਸੀਗੇ ਸੋ ਕੁਝ ਵਾਈਕਿੰਗਸ ਫੈਮਿਲੀ ਸੀਗੇ ਜਿਹੜੇ ਵਾਰੀਅਰ ਸੀਗੇ ਤੇ ਉਹਨੇ ਬਹੁਤ ਪੁਸ਼ਤਾ ਪਹਿਲਾਂ ਫਰਾਂਸ ਤੇ ਇੰਗਲੈਂਡ ਤੇ ਕਬਜ਼ਾ ਕੀਤਾ ਸੀਗਾ ਤੇ ਉਹਨੇ ਦੇ ਅਗਲੇ ਪੁਸ਼ਤਾਂ ਜਿਹੜੇ ਜਿਉਂਦੇ ਨੇ ਅੱਜ ਤੱਕ ਵੱਡੇ ਮੁਲਕ ਹੈਗੇ ਆ ਇੰਗਲੈਂਡ ਦੇ ਵਿੱਚ ਜਾਂ ਸਕਾਟਲੈਂਡ ਦੇ ਵਿੱਚ ਤੇ ਹੁਣ 1000 ਸਾਲ ਬਾਅਦ ਦੀ ਗੱਲ ਹੈਗੀ ਆ ਪਰ ਫਿਰ ਵੀ ਉਹ ਲੋਕਾਂ ਦੇ ਜਿਹੜੇ ਹੁਣ ਕਾਈਂਡ ਆਫ ਪੁਸ਼ਤੀਆਂ ਹੈਗੀਆਂ ਉਹ ਹੁਣ ਹਜੇ ਵੀ ਵੱਡੇ ਮੁਲਕ ਹੈਗੇ ਆ ਲੰਡਨ ਦੇ ਜਮਾ ਸ਼ਹਿਰ ਦੇ ਵਿੱਚ ਹਨਾ ਸੋ ਤੁਸੀਂ ਸੋਚ ਸਕਦੇ ਆ ਵੀ ਤੁਸੀਂ 1000 ਸਾਲ ਭੁੱਲੋ ਪਰ ਜੇ 100 ਸਾਲ ਜਾਂ 20 ਸਾਲ ਅੱਗੇ ਪੈਸੇ ਭੇਜਨੇ ਹੈਗੇ ਆ ਤੁਸੀਂ ਕਿਵੇਂ ਭੇਜ ਸਕਦੇ ਆ ਸੋ ਕਈ ਲੋਕਾਂ ਨੇ ਪ੍ਰਾਪਰਟੀ ਤੇ ਰੀਅਲ ਏਸਟੇਟ ਨਾਲ ਕੀਤਾ ਤੇ ਜਿਹੜੇ ਹੁਣ ਬਿਟਕੋਇਨ ਮੈਕਸਿਮਲਿਸਟ ਹੈਗੇ ਆ ਜਾਂ ਬਿਟਕੋਇਨ ਸਪੋਰਟਰਸ ਹੈਗੇ ਆ ਇਹ ਬਿਟਕੋਇਨ ਦੇ ਨਾਲ ਕੋਸ਼ਿਸ਼ ਕਰਦੇ ਹੈਗੇ ਆ ਮੈਂ ਇੱਕ ਕਿਤਾਬ ਦਿਖਾਉਣੀ ਹੈਗੀ ਆ Coins of the Six by Hans Hurley ਤੇ ਇਹਨੇ ਲਿਖਿਆ ਹੈਗਾ ਵੀ ਜਿਹੜੇ ਰਣਜੀਤ ਸਿੰਘ ਦੇ ਟਾਈਮ ਦੇ ਵਿੱਚ ਜਿਹੜਾ ਗਰੀਬ ਬੰਦਾ ਸੀਗਾ ਉਹ 10 ਰੁਪੀਸ ਦੇ ਨਾਲ ਸਾਰੇ ਮਹੀਨੇ ਦੇ ਐਕਸਪੈਂਸਸ ਸਪੈਂਡ ਕਰ ਸਕਦਾ ਸੀ ਸੋ ਉਹਦੀ ਪੂਰੀ ਫੈਮਿਲੀ ਰੱਖ ਸਕਦਾ ਸੀਗਾ 10 ਰੁਪੀਸ ਦੇ ਨਾਲ ਸੋ ਇਹ ਬੰਦੇ ਦੇ ਸਟਾਕਸ ਨਹੀਂ ਸੀਗੇ ਰੀਅਲ ਏਸਟੇਟ ਨਹੀਂ ਸੀਗੇ ਪਰ ਜਿਹੜੀ ਮੈਂ ਪਹਿਲਾਂ ਗੱਲ ਕੀਤੀ ਸੀਗੀ ਵੀ $1 ਦਾ 버ਗਰ ਹੁਣ $6 ਦਾ ਬਣ ਗਿਆ ਹੁਣ ਤੁਸੀਂ ਕੀ ਚੀਜ਼ 10 ਰੁਪੀਸ ਨਾਲ ਲੈ ਸਕਦੇ ਆ ਹਨਾ ਸੋ ਜੇ ਤੁਸੀਂ ਪੈਸੇ ਸੇਵ ਨਹੀਂ ਕਰਦੇ ਕਿਸੇ ਚੀਜ਼ ਜਿਹੜੀ ਸਕੇਅਰਸ ਹੈਗੀ ਆ ਰੀਅਲ ਏਸਟੇਟ ਔਰ ਬਿਟਕੋਇਨ ਔਰ ਗੋਲਡ ਸੋਨਾ ਦੇ ਵਿੱਚ ਫਿਰ ਤੁਹਾਡਾ ਪੈਸਾ ਪਿੱਛੇ ਜਾਂਦਾ ਹੈਗਾ ਸੋ that's the benefit ਜਿਹੜੀ ਬਿਟਕੋਇਨ ਦੀ ਬੈਨੀਫਿਟ ਹੈਗੀ ਆ ਵੀ ਹਰ ਬੰਦਾ ਬਿਟਕੋਇਨ ਲੈ ਸਕਦਾ ਹਰ ਬੰਦਾ ਨਿਊਯਾਰਕ ਸਿਟੀ ਦੇ ਵਿੱਚ ਰੀਅਲ ਏਸਟੇਟ ਨਹੀਂ ਲੈ ਸਕਦਾ ਹਰ ਬੰਦਾ ਸੋਨਾ ਨਹੀਂ ਲੈ ਸਕਦਾ ਪਰ ਤੁਸੀਂ ਬਿਟਕੋਇਨ ਲੈ ਸਕਦੇ ਆ ਸੇਵਿੰਗਸ ਦੇ ਮਾਰੇ Yeah, perfect. Thank you for that, Prabjit. So basically, ਪ੍ਰਭਜੀਤ ਤੁਹਾਨੂੰ ਲਵਪ੍ਰੀਤ ਸਿੰਘ ਕਹਿ ਰਹੇ ਨੇ ਕਿ ਤੁਸੀਂ ਫਿਰ ਤੋਂ ਇੱਕ ਵਾਰ ਉਹਨਾਂ ਨੂੰ ਕਿਤਾਬ ਵਿਖਾ ਸਕਦੇ ਹੋ ਕੀ ਦਿਖਾ ਉਹਨਾਂ ਦੀ ਬੇਨਤੀ ਹੈ ਕਿਤਾਬ ਹਾਂਜੀ ਕਿਤਾਬ ਦੀ yeah the front cover the coins of the six that's very cool
ਤੇ ਬੇਸਿਕਲੀ ਪ੍ਰਭਜੀਤ ਤੁਸੀਂ ਇਹ ਕਹਿ ਰਹੇ ਹੋ ਕਿ ਜਿਹੜੀ ਬਿਟਕੋਇਨ ਹੈ ਉਹ ਇੱਕ ਸੇਵਿੰਗ ਟੈਕਨੋਲੋਜੀ ਹੈ ਤੇ ਉਹਦੇ ਨਾਲ ਲੋਕੀ ਉਹਨੂੰ ਯੂਜ਼ ਕਰ ਰਹੇ ਨੇ ਪੈਸਾ ਨੂੰ ਸੇਵ ਕਰਨ ਲਈ। ਹੁਣ ਜਿਵੇਂ ਤੁਸੀਂ ਥੋੜਾ ਜ਼ੂਮ ਆਊਟ ਕੀਤਾ ਟਾਈਮਲਾਈਨ ਦੇ ਵਿੱਚ ਕਿ ਜੇ ਹੁਣ ਤੁਸੀਂ ਪਿੱਛੇ ਕੁਝ ਯੂਕੇ ਦੇ ਵਿੱਚ ਵੇਖੋ ਜਦੋਂ ਆਈ ਥਿੰਕ ਫਰਾਂਸ ਨੇ ਇਨਵੇਡ ਕੀਤਾ ਸੀ ਯੂਕੇ ਨੂੰ ਤੇ ਉਹਨਾਂ ਦੀਆਂ ਐਨਸੈਸਟਰਸ ਨੇ ਪ੍ਰੋਪਰਟੀ ਜਿਹੜੀ ਖਰੀਦੀ ਸੀ ਉੱਥੇ ਜਿਹੜੇ ਘਰ ਖਰੀਦੇ ਸੀ ਤੇ 1000 ਸਾਲ ਬਾਅਦ ਵੀ ਉਹ ਜਿਹੜੀ ਹੁਣ ਪ੍ਰੋਪਰਟੀ ਉਹਨਾਂ ਦੇ ਪੁਸ਼ਤਾਂ ਕੋਲ ਹੈਗੀ ਹੈ ਉਹਦੀ ਵੈਲਿਊ ਕਿੰਨੀ ਵੱਧ ਗਈ ਹੈ। ਤੇ ਪ੍ਰਭਜੀਤ ਆਈ ਥਿੰਕ ਇਹ ਕਹਿਣਾ ਚਾਹੁੰਦੇ ਨੇ ਕਿ ਓਵਰ ਟਾਈਮ ਜੋ ਤੁਸੀਂ ਚੀਜ਼ ਫੜੀ ਹੋਈ ਹੈ ਉਹਦੀ ਵੈਲਿਊ ਉੱਤੇ ਜਾਣੀ ਚਾਹੀਦੀ ਹੈ ਥੱਲੇ ਨਹੀਂ ਜਾਣੀ ਚਾਹੀਦੀ। ਤੇ ਹੁਣ ਜਿਵੇਂ ਤੁਸੀਂ ਇਨਫਲੇਸ਼ਨ ਦੇ ਕਾਰਨ ਜਿਹਦੇ ਉੱਤੇ ਸਾਡਾ ਕੋਈ ਕੰਟਰੋਲ ਨਹੀਂ ਹੁੰਦਾ ਠੀਕ ਹੈ। ਤੇ ਜਿਵੇਂ ਪ੍ਰਭਜੀਤ ਕਹਿ ਰਹੇ ਨੇ ਕਿ ਕੀ ਹੁੰਦਾ ਕਿ ਕਦੀ ਕਦੀ ਗਵਰਨਮੈਂਟਸ ਜਿਹੜੇ ਨੇ ਇਕਨੋਮੀ ਜਦੋਂ ਖਰਾਬ ਹੋ ਜਾਂਦੀ ਹੈ ਕਿ ਇਨਸਟੈਡ ਕਿ ਉਹ ਇਕਨੋਮੀ ਨੂੰ ਠੀਕ ਕਰੀਏ ਤੇ ਜਿਹੜੇ ਪ੍ਰੋਬਲਮਸ ਨੇ ਉਹਨੂੰ ਠੀਕ ਕਰੀਏ ਉਹ ਪੈਸਾ ਪ੍ਰਿੰਟ ਕਰਨਾ ਸ਼ੁਰੂ ਕਰ ਦਿੰਦੇ ਨੇ ਹੋਰ। ਤੇ ਉਹਦੇ ਨਾਲ ਕੀ ਹੁੰਦਾ ਕਿ ਜਿਹੜੇ ਨਾਗਰਿਕ ਹੁੰਦੇ ਨੇ ਜਿਹੜਾ ਪੈਸਾ ਉਹਨਾਂ ਨੇ ਜਿਹੜਾ ਮੁੱਲ ਉਹਨਾਂ ਨੇ ਪਹਿਲਾਂ ਤੋਂ ਇਕੱਠੇ ਕਰਕੇ ਰੱਖਿਆ ਹੋਇਆ ਉਹਦੀ ਵੈਲਿਊ ਥੱਲੇ ਜਾਣੀ ਸ਼ੁਰੂ ਕਰ ਦਿੰਦੀ ਹੋ ਜਾਂਦੀ ਹੈ। ਹੁਣ ਬਿਟਕੋਇਨ ਦੇ ਨਾਲ ਇਹ ਡਿਫਰੈਂਸ ਹੈਗਾ ਕਿ ਜਿਹੜੀ ਬਿਟਕੋਇਨ ਹੈ ਪਹਿਲਾਂ ਤੇ ਹੁਣ ਇਹ ਹੈਗਾ ਕਿ ਤੁਸੀਂ ਸਾਰੇ ਹੁਣ ਜਾ ਕੇ ਵੱਡੇ ਵੱਡੇ ਘਰ ਨਹੀਂ ਲੈ ਸਕਦੇ ਜਿਹੜੇ ਬਿਜ਼ੀ ਥਾਂ ਦੇ ਵਿੱਚ ਨੇ ਜਿਹੜੇ ਤੁਹਾਡੇ ਪੁਸ਼ਤਾਂ ਵੀ ਰੱਖਣਗੇ ਤੇ ਉਹਨਾਂ ਕੋਲ ਇੰਨਾ ਪੈਸਾ ਆਏਗਾ ਉਹ ਅਸੀਂ ਸਾਰੇ ਨਹੀਂ ਕਰ ਸਕਦੇ ਹੈ ਨਾ। ਅਸੀਂ ਸਾਰੇ ਜਾ ਕੇ ਨਿਊਯਾਰਕ ਦੇ ਵਿੱਚ ਜਾਂ ਦਿੱਲੀ ਦੇ ਵਿੱਚ ਜਾਂ ਮੁੰਬਈ ਦੇ ਵਿੱਚ ਮੇਨ ਸਟਰੀਟ ਤੇ ਘਰ ਨਹੀਂ ਲੈ ਸਕਦੇ ਪਰ ਬਿਟਕੋਇਨ ਯੈਸ ਅਸੀਂ ਸਾਰੇ ਖਰੀਦ ਸਕਦੇ ਹਾਂ। ਉਹਦੇ ਵਿੱਚ ਤੁਸੀਂ 1000 ਪਾ ਸਕਦੇ ਹੋ 100 ਰੁਪਏ ਪਾ ਸਕਦੇ ਹੋ 10,000 ਰੁਪਏ ਪਾ ਸਕਦੇ ਹੋ ਉਹਦਾ ਕੋਈ ਮਿਨੀਮਮ ਨਹੀਂ ਹੈਗਾ ਤੇ ਉਹਦੇ ਵਿੱਚ ਹਰ ਕੋਈ ਪਾਰਟਿਸਿਪੇਟ ਕਰ ਸਕਦਾ ਹੈ। ਤੇ ਬਿਟਕੋਇਨ ਦਾ ਇਹ ਕਨਸੈਪਟ ਹੈਗਾ ਕਿ ਓਵਰ ਟਾਈਮ ਜਿਹੜਾ ਬਿਟਕੋਇਨ ਦਾ ਪ੍ਰਾਈਸ ਹੈ ਉਹ ਵਧੀ ਜਾਣਾ ਹੈ। ਤੇ ਉਹ ਕਿਉਂ ਵਧੀ ਜਾਣਾ ਹੈ ਕਿਉਂਕਿ ਉਹਦੀ ਸਪਲਾਈ ਲਿਮਿਟਡ ਹੈਗੀ ਹੈ। ਉਹ ਗਵਰਨਮੈਂਟਸ ਵਾਂਗੂ ਜਿਵੇਂ ਗਵਰਨਮੈਂਟਸ ਬਾਰ-ਬਾਰ ਪ੍ਰਿੰਟ ਕਰਦੇ ਨੇ ਪੈਸੇ ਇਦਾਂ ਬਿਟਕੋਇਨ ਨੂੰ ਤੁਸੀਂ ਬਾਰ-ਬਾਰ ਹੁਣ ਪ੍ਰਿੰਟ ਤੇ ਕਰੋਗੇ ਨਹੀਂ ਬਿਟਕੋਇਨ ਨੂੰ ਹੋਰ ਕੀ ਕਰੋਗੇ ਤੁਸੀਂ ਬਾਰ-ਬਾਰ ਉਹਨੂੰ ਹੋਰ ਜਨਰੇਟ ਨਹੀਂ ਕਰ ਸਕਦੇ 21 ਮਿਲੀਅਨ ਤੋਂ ਜ਼ਿਆਦਾ। ਤੇ ਇਸ ਕਰਕੇ ਬਿਟਕੋਇਨ ਨੂੰ ਕਿਹਾ ਜਾਂਦਾ ਹੈ ਇੰਟਰਨੈਟ ਦਾ ਸੋਨਾ ਇੰਟਰਨੈਟਸ 골ਡ ਕਿਉਂਕਿ ਉਹ ਸਟੋਰੇਜ ਆਫ ਵੈਲਿਊ ਹੋਗੀ ਜਿਹੜੀ ਓਵਰ ਟਾਈਮ ਸਿਰਫ ਵਧੀ ਜਾਏਗੀ ਠੀਕ ਹੈ। ਸੋ ਥੈਂਕ ਯੂ ਸੋ ਮਚ ਫॉर दैट ਪ੍ਰਭਜੀਤ। ਤੇ ਨਾਓ ਲੈਟਸ ਮੂਵ ਟੂ ਹਰਪ੍ਰੀਤ ਮੇਬੀ ਔਨ ਅ ਲਿਟਲ ਬਿਟ ਟੈਕਨੀਕਲ ਸਾਈਡ ਮੇਬੀ ਅ ਲਿਟਲ ਬਿਟ ਔਨ ਦੀ origin ਕਿ ਕਿਉਂ ਬਿਟਕੋਇਨ ਬਣਿਆ। ਸੋ ਹਰਪ੍ਰੀਤ ਪਲੀਜ਼ ਸਾਨੂੰ ਦੱਸੋ ਕਿ ਤੁਹਾਡੇ ਕੀ ਥਾਟਸ ਨੇ ਕਿ ਬਿਟਕੋਇਨ ਕਿਉਂ ਹੈ ਤੇ ਕਿਉਂ ਬਣਿਆ ਹੈ। ओके आई थिंक सब तो ये तो पहला भी मैं ओरिजिन से जब मैं नोटिस किया सारे ने आपकी किमें उन्होंने बिटकॉइन के बारे में पता चले आपकी स्टोरी दसी थी मैं भी आपकी एक्चुअली एक इंटरेस्टिंग स्टोरी शेयर करना चाहूँगा। सो आई थिंक अबाउट तकरीबन 2012 या 2013 की गल है जो मेरे फ्रेंड ने मेरे एक दिन फोन मारा कहना हरप्रीत ये मेरे को एक नवा टोकन है यू टोकन बड़ा इंटरेस्टिंग है लाइक जरूर तू पैसा बना सकता है तू आके इन्वेस्ट कर दे अंदर। सो मैं कि ਉਹਨੇ ਮੈਨੂੰ ਆ ਕੇ ਦੱਸਿਆ ਵੀ ਹਰਪ੍ਰੀਤ ਇਹਦੇ ਬਾਰੇ ਉਹਨੇ ਮੈਨੂੰ ਡਿਟੇਲਸ ਭੇਜੀਆਂ ਮੈਨੂੰ ਮੈਸੇਜ ਕੀਤਾ ਤੇ ਮੈਂ ਉਹਦੇ ਬਾਰੇ ਪੜਨ ਲੱਗਿਆ ਤੇ ਹਰ ਇੱਕ ਲਾਈਨ ਦੇ ਅੰਦਰ ਉਹ ਸਿਰਫ ਇਹੀ ਕਹਿੰਦਾ ਸੀ ਵੀ ਉਹਦਾ ਟੋਕਨ ਕਿਵੇਂ ਬਿਟਕੋਇਨ ਤੋਂ ਜ਼ਿਆਦਾ ਵਧੀਆ ਕਿਵੇਂ ਬਿਟਕੋਇਨ ਤੋਂ ਜ਼ਿਆਦਾ ਅੱਗੇ ਲੰਘ ਸਕਦਾ। ਸੋ ਮੈਂ ਵੀ ਕਿ ਪਹਿਲੀ ਗੱਲ ਤਾਂ ਮੈਨੂੰ ਇਹ ਨਹੀਂ ਪਤਾ ਸੀ ਬਿਟਕੋਇਨ ਕੀ ਹੈ ਤੇ ਮੈਂ ਕਿਹਾ ਚਲ ਜਾ ਕੇ ਦੇਖਦੇ ਹਾਂ ਬਿਟਕੋਇਨ ਕਿਹੜੀ ਚੀਜ਼ ਆ ਕੀ ਟੈਕਨੋਲੋਜੀ ਆ ਕਿਵੇਂ ਅੱਗੇ ਵੱਧ ਸਕਦੀ ਹੈ। ਸੋ ਮੈਂ ਬਿਟਕੋਇਨ ਦੇ ਪੇਪਰ ਪੜ੍ਹਨ ਲੱਗਿਆ ਉਹਦੀ ਟੈਕਨੋਲੋਜੀ ਦੇ ਬਾਰੇ ਡਿਸਕਵਰ ਕਰਨ ਲੱਗਿਆ। ਸੋ ਜਦੋਂ ਕਿ ਮੈਂ ਦੋਨੇ ਕੰਪੇਅਰ ਕੀਤੇ ਮੈਂ ਐਕਚੁਅਲੀ ਮੈਨੂੰ ਜ਼ਿਆਦਾ ਬਿਟਕੋਇਨ 'ਚ ਜ਼ਿਆਦਾ ਇੰਟਰਸਟ ਹੋ ਗਿਆ। ਮੈਂ ਆਪਣੇ ਫਰੈਂਡ ਨੂੰ ਕਹਿੰਦਾ ਓਕੇ ਪ੍ਰੋ ਥੈਂਕ ਯੂ ਮੈਨੂੰ ਨਹੀਂ ਲੱਗਦਾ ਮੈਂ ਇਹ ਇਨਵੈਸਟਮੈਂਟ 'ਚ ਜ਼ਿਆਦਾ ਕੀ ਇੰਟਰਸਟ ਲਊਂਗਾ ਪਰ ਬਿਟਕੋਇਨ ਜਿਹਦਾ ਮੈਨੂੰ ਕੋਈ ਰეკਮੈਂਡ ਵੀ ਨਹੀਂ ਕਰ ਰਿਹਾ ਸੀ ਮੈਨੂੰ ਜ਼ਿਆਦਾ ਇੰਟਰਸਟ ਪੈ ਗਿਆ ਕਿਉਂਕਿ ਉਹਦੀ ਫਾਊਂਡਿੰਗ ਸੀਗੇ ਜਿਹੜੇ ਉਹਦੇ ਬੇਸਿਸ ਸੀਗੇ ਉਹ ਕਾਫੀ ਸਟਰੋਂਗ ਸੀਗੇ ਜਿੱਥੇ ਇਹ ਆਲਦੋ ਮੇਰਾ ਆਪਦਾ ਫਰੈਂਡ ਮੈਨੂੰ ਆ ਕੇ ਰეკਮੈਂਡ ਕਰ ਰਿਹਾ ਤੇ ਮੈਨੂੰ ਵੇਚ ਰਿਹਾ ਮੈਨੂੰ ਇਹਨਾਂ ਟਰਸਟ ਨਹੀਂ ਸੀਗਾ। ਸੋ ਉਹਦੀ ਗੱਲ ਕਿਉਂ ਇਹ ਗੱਲ ਹੋਈ ਮੈਂ ਵਾਪਸ ਬਹਿ ਕੇ ਗੌਰ ਕੀਤੀ ਵੀ ਕਿਉਂ ਉਸ ਦਿਨ ਮੈਂ ਬਿਟਕੋਇਨ ਦੇ ਨਾਲ ਜਾਣਾ ਕਿ ਚੰਗਾ ਸਮਝਿਆ ਇਸ ਕਿਉਂਕਿ ਜੇ ਉਹਦੀ ਲਾਈਕ ਜੇ ਉਹਦੀ origin story ਤਾਂ ਸੋ ਬੈਕ ਇਨ ਜਿਵੇਂ 2008-2009 ਚ ਜਦੋਂ ਗਲੋਬਲ ਫਾਈਨੈਂਸ਼ੀਅਲ ਕ੍ਰਾਈਸਿਸ ਹੋਈ ਸੀ ਜਦੋਂ ਬੈਂਕਾਂ ਬੈਂਕਰਪ ਹੋ ਰਹੀਆਂ ਸੀਗੀਆਂ ਜਦੋਂ ਕੰਪਨੀਆਂ ਕੀ ਬੰਦੇ ਤੇ ਜ਼ਿਆਦਾਤਰ ਕੰਮ ਜਾ ਰਹੇ ਸੀ ਲੋਕਾਂ ਵੱਲੋਂ ਸੋ ਉਸ ਟਾਈਮ ਤੇ ਉੱਥੇ ਇੱਕ ਨਈ ਸੋਚ ਆਈ ਕਿਸੇ ਬੰਦੇ ਜਾਂ ਕੋਈ ਗਰੁੱਪ ਕੋਲੇ ਜਿਹਨੂੰ ਸਤੋਸ਼ੀ ਨਾਕਾਮੋਟੋ ਦੇ ਨਾਲ ਜਾਣਿਆ ਜਾਂਦਾ ਹੈ ਵੀ ਕਿਵੇਂ ਇੱਕ ਕੀ ਲੋਕਾਂ ਦੀ ਕਰੰਸੀ ਬਣ ਸਕੇ ਕਿਉਂਕਿ ਅੱਜ ਜਿੰਨੀਆਂ ਵੀ ਕਰੰਸੀਆਂ ਨੇ ਦੁਨੀਆ 'ਚ ਲਾਏ ਜਾਵੇ ਉਹ ਜ਼ਿਆਦਾਤਰ ਕਰੰਸੀ ਸਾਰੀਆਂ ਸਰਕਾਰੀ ਕਰੰਸੀਆਂ ਨੇ ਸਰਕਾਰ ਇਸ਼ੂ ਕਰਦੀ ਹੈ ਸਰਕਾਰ ਕੰਟਰੋਲ ਕਰਦੀ ਹੈ ਸਰਕਾਰ ਮੈਨੇਜ ਕਰਦੀ ਹੈ ਕਿਵੇਂ ਲੋਕਾਂ ਦੇ ਵਿਚਾਲੇ ਇੱਕ ਕਰੰਸੀ ਹੋ ਸਕੇ
ਇਹ ਇੱਕ ਜਿਹਨਾਂ ਨੂੰ ਇੱਕ ਇਸ ਤਰ੍ਹਾਂ ਦੀ ਸੋਚ ਜਿਹਦੀ ਉਸ ਟਾਈਮ ਤੇ ਇੱਕ ਵੱਡੀ ਗੱਲ ਸੀਗੀ ਵੀ ਕਿਵੇਂ ਆਪਾਂ ਆਪਦੇ ਬੱਚਿਆਂ ਲਈ ਕੋਈ ਵੈਲਿਊ ਜਾਂ ਕੋਈ ਕੋਈ ਟ੍ਰੇਡ ਕਰ ਸਕੇ ਕੋਈ ਵੈਲਿਊ ਇੰਪੋਰਟੈਂਟਲੀ ਕਿਉਂਕਿ ਉਸ ਟਾਈਮ ਤੇ ਜਿੰਨਾ ਵੀ ਸਾਰਾ ਕੁਝ ਰੈਗੂਲੇਟਡ ਸੀ ਸਾਰਾ ਕੰਟਰੋਲ ਸੀਗਾ ਤੇ ਜ਼ਿਆਦਾਤਰ ਜਿਹੜੇ ਚੀਜ਼ਾਂ ਕੰਟਰੋਲ ਵੀ ਹੈ ਗਵਰਨਮੈਂਟ ਦੇ ਥੱਲੇ ਉੱਥੇ ਲੋਕਾਂ ਦਾ ਹੱਥ ਹੈ ਨਹੀਂ ਹੁੰਦਾ ਜਿਵੇਂ ਪਹਿਲਾਂ ਹਰਕਰਨ ਨੇ ਦੱਸਿਆ ਤੇ ਸਾਰਾ ਕੁਝ ਦੱਸਿਆ ਵੀ ਕਿਵੇਂ ਜ਼ਿਆਦਾਤਰ ਇਨਫਲੇਸ਼ਨ ਹੋ ਰਿਹਾ ਨੇ ਜਿਵੇਂ ਕਿਵੇਂ ਜ਼ਿਆਦਾਤਰ ਪੈਸੇ ਦੀ ਵੈਲਿਊ ਡਿੱਗ ਰਹੀ ਹੈ ਥੱਲੇ ਤੇ ਕਿਉਂਕਿ ਇਹ ਸਾਰੀ ਚੀਜ਼ਾਂ ਤੇ ਆਪਣੇ ਤੇ ਕੰਟਰੋਲ ਨਹੀਂ ਅਗਰ ਸਰਕਾਰ ਚੰਗਾ ਕੰਮ ਕਰੂਗੀ ਅਗਰ ਕੰਪਨੀਆਂ ਚੰਗਾ ਕਰਨਗੀਆਂ ਅਗਰ ਕੰਟਰੀ ਦੀ ਇਕਨੋਮੀ ਚੰਗਾ ਕਰੂਗੀ ਫਿਰ ਇਹ ਵਧੂਗਾ ਪਰ ਕਿਤੇ ਕਿਤੇ ਉਹ ਸਾਰਾ ਕੁਝ ਚੰਗੇ ਹੋਣ ਦੇ ਖਿਲਾਫ ਵੀ ਜਿਵੇਂ ਹੁਣ ਦੇਖ ਲਓ ਕੋਵਿਡ ਦਾ ਕੋਈ ਸਿਚੁਏਸ਼ਨ ਹੋ ਗਿਆ ਉਹਦੇ ਕਾਰਨ ਵੀ ਵੈਲਿਊ ਡ੍ਰੌਪ ਹੋ ਸਕਦੀ ਹੈ ਤੇ ਉਹਦੇ ਅੰਦਰ ਵੀ ਆਪਣਾ ਕੋਈ ਕੰਟਰੋਲ ਹੈ ਨਹੀਂ ਤੇ ਉਹਦੀ ਇੱਕ ਹੋਰ ਵੀ ਪ੍ਰੋਬਲਮ ਆ ਜਿਵੇਂ ਕਿਵੇਂ ਆਪਣਾ ਪੈਸਾ ਡਿਜ਼ਾਈਨ ਹੋਇਆ ਜਿਵੇਂ ਹੁਣ ਅਗਰ ਆਪਾਂ ਲਾਇਆ ਜਾਵੇ ਪਹਿਲਾਂ ਜਦੋਂ ਪਹਿਲੇ ਜ਼ਮਾਨੇ 'ਚ ਜਦੋਂ ਰਾਜੇ ਮਹਾਰਾਜੇ ਦੇ ਟਾਈਮਾਂ ਤੇ ਜ਼ਿਆਦਾਤਰ ਲੋਕੀ ਸੋਨੇ ਦੀ ਮੋਹਰਾਂ ਵਰਤਦੇ ਸੀਗੇ ਉਸ ਟਾਈਮ ਤੇ ਲਿਮਿਟਡ ਸਪਲਾਈ ਹੁੰਦੀ ਸੀ ਲਾਇਆ ਜਾਵੇ ਉਦੋਂ ਬੜੇ ਲੋਕ ਕਿ ਜ਼ਿਆਦਾ ਤੋਂ ਜ਼ਿਆਦਾ ਹੋਰ ਸੋਨੇ ਦੀ ਸਪਲਾਈ ਨਹੀਂ ਪ੍ਰਿੰਟ ਕਰ ਸਕਦੇ ਕਿਉਂਕਿ ਸੋਨਾ ਲਿਮਿਟਡ ਸੀਗਾ ਜਾਂ ਸਿਲਵਰ ਲਿਮਿਟਡ ਸੀਗਾ ਜ਼ਿਆਦਾ ਲੋਕੀ ਅੰਦਰ ਪਾ ਨਹੀਂ ਸਕਦੇ ਸੀਗੇ ਸੋ ਸਰਕਾਰ ਵੀ ਜਿੰਨਾ ਉਹਨਾਂ ਕੋਲ ਪੈਸਾ ਹੈਗਾ ਉਹਨਾਂ ਖਰਚਦੇ ਉਹ ਤੋਂ ਜ਼ਿਆਦਾ ਨਹੀਂ ਉਹ ਪ੍ਰਿੰਟ ਨਹੀਂ ਕਰਦੀ ਸੀ ਜਿਵੇਂ ਹੁਣ ਦਾ ਜਿਹੜਾ ਤਰੀਕਾ ਹੋ ਗਿਆ ਸਰਕਾਰ ਜ਼ਿਆਦਾਤਰ ਉਹਨਾਂ ਕੋਲੇ ਕੋਈ ਵੀ ਲਿਮਿਟ ਹੈ ਨਹੀਂ ਗੀ ਸੋ ਉਹ ਪੈਸਾ ਪ੍ਰਿੰਟ ਕਰਦੇ ਜਾਂਦੇ ਆ ਜਿੰਨਾ ਜਿੰਨਾ ਜ਼ਿਆਦਾ ਪੈਸਾ ਹੁੰਦਾ ਜਾਂਦਾ ਮਾਰਕੀਟ 'ਚ ਲੋਕਾਂ ਨੂੰ ਉਹਦਾ ਨੀਡ ਘੱਟ ਜਾਂਦੀ ਹੈ ਤੇ ਉਹ ਪੈਸਾ ਦੀ ਵੈਲਿਊ ਡਿੱਗਣ ਲੱਗ ਜਾਂਦੀ ਹੈ ਉਵੇਂ ਜਦੋਂ ਅਗਰ ਉਹ ਪੈਸਾ ਅਗਰ ਉਹ ਚੀਜ਼ ਦੀ ਡਿਮਾਂਡ ਵੱਧਦੀ ਆ ਜਿਵੇਂ ਹੁਣ ਅਗਰ ਐਗਜ਼ਾਮਪਲ ਜਿਵੇਂ ਪਹਿਲਾਂ ਦੱਸਿਆ ਗਿਆ ਸੀਗਾ ਵੀ ਬਿਟਕੋਇਨ ਦੇ ਸਿਰਫ 21 ਮਿਲੀਅਨ ਟੋਟਲ ਬਿਟਕੋਇਨ ਹੋ ਸਕਦੇ ਨੇ ਉਹ ਨੈਟਵਰਕ 'ਚ ਤੇ ਕਿਉਂ ਹੋ ਸਕਦੇ ਆ ਉਹਦੀ ਵੀ ਮੈਂ ਗੱਲ ਤੁਹਾਨੂੰ ਦੱਸਾਂ ਕਿਉਂਕਿ ਜੇ ਉਹਦੀ ਟੈਕਨੋਲੋਜੀ ਹੈ ਥੱਲੇ ਬਲੌਕਚੇਨ ਜਿਹਨੂੰ ਆਪਾਂ ਕਹਿੰਦੇ ਆ ਉਹ ਟੈਕਨੋਲੋਜੀ ਕੁਝ ਇਸ ਤਰ੍ਹਾਂ ਕੰਮ ਕਰਦੀ ਹੈ ਅੱਜ ਅਗਰ ਤੁਸੀਂ ਲੋਕਾਂ ਕੋਲੇ ਜਾਓ ਜਾਂ ਕਿਸੇ ਕੋਲ ਪੈਸੇ ਬੋਰੋ ਕਰੋ ਜਾਂ ਜਿਵੇਂ ਕੋਈ ਪੈਸੇ ਲਓ ਉਧਾਰ ਤੇ ਲਓ ਲੋਕਾਂ ਤੋਂ ਤੇ ਐਗਜ਼ਾਮਪਲ ਉਹ ਸਿਰਫ ਉਹੀ ਬੰਦਾ ਸਾਰੇ ਰਿਕਾਰਡ ਰੱਖੇ ਤੇ ਉਹ ਰੱਖੇ ਵੀ ਅੱਜ ਤੂੰ ਮੇਰੇ ਤੋਂ 5 ਲੈ ਲਏ ਕੱਲ ਤੂੰ ਮੇਰੇ ਤੋਂ 10 ਲੈ ਲਏ ਹੁਣ ਮੇਰੇ ਤੋਂ 100 ਲੈ ਲਿਆ ਤੇ ਟੋਟਲ ਆ ਕੇ ਆਖਰ ਤੇ ਦੂਸਰਾ ਠੀਕ ਆ $1000 ਹੋ ਗਿਆ ਫਿਰ ਜਦੋਂ ਤਾਂ ਮੇਰੇ ਵਰਗੇ ਬੰਦਾ ਜਰੂਰ ਰੱਖੇ 1000 ਕਾ ਦੇ ਫਿਰ ਆ ਕੇ ਬਹਿ ਕੇ ਦਿਖਾਉਂਦਾ ਵੀ ਹਾਂ ਇੱਥੇ ਇੰਨੀ ਵਾਰੀ ਤੁਸੀਂ ਮੇਰੇ ਤੋਂ ਲੈ ਕੇ ਗਿਆ ਆ ਟੋਟਲ ਇੰਨੇ ਹੋ ਗਏ ਪਰ ਕੱਲ ਨੂੰ ਬੰਦਾ ਚੀਟ ਨਹੀਂ ਕਰ ਸਕਦਾ ਉਹ ਵੀ ਆ ਕੇ ਕਹਿ ਸਕਦਾ ਵੀ ਠੀਕ ਹੈ 2000 ਟੋਟਲ ਹੈ ਕਿਉਂਕਿ ਕੱਲਾ ਭਰੋਸਾ ਤੇ ਕੱਲਾ ਅਕਾਊਂਟ ਆ ਜਿਹੜਾ ਉਹਨੇ ਰੱਖਿਆ ਕੱਲੇ ਨੇ ਬਾਕੀਆਂ ਕੋਲੇ ਤਾਂ ਹੈ ਨਹੀਂ ਜਿਹਨੇ ਮੈਂ ਤਾਂ ਪੈਸੇ ਲਏ ਮੈਂ ਵੀ ਅਕਾਊਂਟ ਨਹੀਂ ਰੱਖਿਆ ਉਹਦਾ ਆਪਾਂ ਭਰੋਸੇ ਤੇ ਕੰਮ ਹਿਸਾਬ ਲੈਂਦੇ ਹਾਂ ਜ਼ਿਆਦਾ ਕਰ ਪਰ ਜਦੋਂ ਕੰਮ ਇਹ ਇੰਨਾ ਵੱਡਾ ਵੱਧ ਜਾਂਦਾ ਜਦੋਂ ਕਿ anybody ਕਿ ਇਕਨੋਮੀਜ਼ ਵਧ ਰਹੀਆਂ ਨੇ ਅੱਗੇ ਉਹ ਕੱਲਾ ਭਰੋਸੇ ਦੇ ਕੰਮ ਥੋੜਾ ਜਿਹਾ ਔਖਾ ਹੋ ਜਾਂਦਾ ਹੈ ਇਸ ਟਾਈਮ ਤੇ ਥੋੜਾ ਜਿਹਾ ਹੋਰ ਅਕਾਊਂਟਸ ਰੱਖਣੇ ਪੈਂਦੇ ਨੇ ਜਿਵੇਂ ਹੁਣ ਐਗਜ਼ਾਮਪਲ ਅਗਰ ਉਹ ਬੰਦੇ 'ਚ ਕੋਈ ਲਾਲਚ ਹੋਵੇ ਜਾਂ ਉਹ ਕੀ ਚੀਟ ਕਰਨਾ ਚਾਹਵੇ ਕੋਈ ਪ੍ਰੂਫ ਵੀ ਹੈ ਨਹੀਂ ਕੋਈ ਐਕਸਟਰਾ ਪਰ ਅਗਰ ਮੈਂ ਜਿਵੇਂ ਜਿਹਨੇ ਪੈਸੇ ਲਏ ਆ ਤੇ ਜੇ ਤੋਂ ਮੈਂ ਪੈਸੇ ਜਿਹਨੇ ਮੈਨੂੰ ਪੈਸੇ ਦਿੱਤੇ ਆ ਉਹਨਾਂ ਕੋਲ ਇੱਕ ਅਕਾਊਂਟ ਹੁੰਦਾ ਫਿਰ ਆਪਾਂ ਵੈਰੀਫਾਈ ਕਰ ਸਕਦੇ ਸੀ ਆਪਾਂ ਬਹਿ ਕੇ ਕੀ ਦੇਖ ਸਕਦੇ ਸੀ ਵੀ ਅਕਾਊਂਟ ਸਹੀ ਆ ਉਹਨਾਂ ਦੇ ਨੰਬਰ ਸਹੀ ਆਉਂਦੇ ਆ ਹਾਂ ਮੈਂ ਕਿ ਇੰਨੀ ਵਾਰੀ ਸਹੀ ਲਈ ਸੀਗੇ ਹੁਣ ਅਗਰ ਇਹੀ ਸੇਮ ਕਨਸੈਪਟ ਇਹੀ ਸੇਮ ਆਈਡੀਆ ਸਰ ਆਪਾਂ ਲੈ ਕੇ ਟੈਕਨੋਲੋਜੀ ਦੇ ਅੰਦਰ ਪਾ ਦਈਏ ਅਗਰ ਕੰਪਿਊਟਰ ਇੱਕ ਅਕਾਊਂਟ ਜਾਂ ਇੱਕ ਖਾਤਾ ਕਿ ਮੈਨੇਜ ਕਰਨ ਦੀ ਜਗ੍ਹਾ ਸਾਰੇ ਕੰਪਿਊਟਰ ਜਿੰਨੇ ਵੀ ਨੈਟਵਰਕ 'ਚ ਹੈਗੇ ਉਹ ਜਿਹੜੇ ਪਾਰਟਿਸਿਪੇਟ ਕਰ ਰਹੇ ਨੇ ਬਿਟਕੋਇਨ ਨੈਟਵਰਕ 'ਚ ਸਾਰੇ ਅਕਾਊਂਟ ਦਾ ਜਗ੍ਹਾ ਰੱਖੇ ਸਾਰਾ ਅਕਾਊਂਟ ਦਾ ਕੀ ਟੇਕ ਕੇਅਰ ਕਰਨ ਤੇ ਉਹਦੇ ਤੋਂ ਪਤਾ ਚੱਲੇ ਵੀ ਕੋਈ ਚੀਟ ਤਾਂ ਨਹੀਂ ਕਰ ਰਿਹਾ ਅੰਦਰ ਕਿ ਸਾਰੇ ਅਕਾਊਂਟ ਸਹੀ ਆ ਸੋ ਉਸ ਤਰ੍ਹਾਂ ਦੇ ਨਾਲ ਇੱਕ ਤਾਂ ਅਗਰ ਕੋਈ ਕਿਸੇ ਨੇ ਜਾ ਕੇ ਉਹ ਟੈਕਨੋਲੋਜੀ ਬੰਦ ਕਰਨੀ ਹੋਵੇ ਉਹਨੂੰ ਸਾਰੇ ਜਿੱਥੇ ਵੀ ਅਕਾਊਂਟ ਹੈਗੇ ਸਾਰੇ ਬੰਦ ਕਰਨੇ ਪੈਣਗੇ ਕਿਉਂਕਿ ਇੱਕ ਅਕਾਊਂਟ ਦੇ ਨਾਲ ਵਾਪਸ ਚੱਲ ਸਕਦਾ ਉਹ ਤੋਂ ਹੋਰ ਅਗਰ ਕਿਸੇ ਇਕੱਲੇ ਨੇ ਜਾ ਕੇ ਚੀਟ ਵੀ ਕਰਨਾ ਹੋਵੇ ਉਹਨੂੰ ਸਾਰੇ ਅਕਾਊਂਟ ਜਾ ਕੇ ਬਦਲਨੇ ਪੈਣਗੇ ਐਗਜ਼ਾਮਪਲ ਹੁਣ ਅਗਰ ਕਿ ਪੂਰੀ ਟੀਮ ਨੇ ਕੀ ਸਾਰੇ ਅਕਾਊਂਟਮੈਂਟ ਵਿੱਚ ਅਗਰ ਇਹ ਆਰਗੇਨਾਈਜੇਸ਼ਨ ਅਗਰ ਸਾਰਾ ਬੰਦੇ ਅਕਾਊਂਟ ਰੱਖਦੇ ਆਪਦੇ ਨਾਲ ਸਾਰਿਆਂ ਕੋਲ ਸਭ ਤੋਂ ਅਪਡੇਟਡ ਅਕਾਊਂਟ ਹੈਗਾ ਸਾਰਿਆਂ ਨੂੰ ਜਾ ਕੇ ਸਾਰਿਆਂ ਕੋਲ ਜਾ ਕੇ ਬਦਲਣਾ ਪੈਣਾ ਸੋ ਇਹ ਇੱਥੇ ਜਾ ਕੇ ਜ਼ਿਆਦਾ ਉਹਦੀ ਟੈਕਨੋਲੋਜੀ ਦੀ ਵੈਲਿਊ ਵਧਦੀ ਹੈ ਕਿਉਂਕਿ ਇੱਥੇ ਜਿਹੜੀ ਗਵਰਨੈਂਸ ਆ ਉਹ ਡੀਸੈਂਟਰਲਾਈਜ਼ ਆ ਜਿਹੜੇ ਡੇਟਾ ਉਹ ਡਿਸਟ੍ਰੀਬਿਊਟ ਹੋ ਚੁੱਕੇ ਨੇ ਸੋ ਇਹਦੇ ਅੰਦਰ ਜਿਹੜਾ ਟਰੂਥ ਆ ਉਹ ਵੀ ਡਿਸਟ੍ਰੀਬਿਊਟਡ ਆ ਕਿਉਂਕਿ ਹੁਣ ਕੱਲ ਨੂੰ ਅਗਰ ਕੋਈ ਝੂਠ ਮਾਰਦਾ ਹੋਰ ਕਿਸੇ ਕੋਲ ਕੰਪਿਊਟਰ ਉਹਦਾ ਵੈਰੀਫਾਈ ਕਰੂਗਾ ਵੀ ਨਹੀਂ ਇਹ ਅਸਲੀ ਅਕਾਊਂਟ ਨਹੀਂਗਾ ਇਹ ਅਕਾਊਂਟ 'ਚ ਕੋਈ ਫਰਾਡ ਕਰਨ ਦੀ ਕੋਸ਼ਿਸ਼ ਕਰਦਾ ਤੇ ਮੈਜੋਰਿਟੀ ਦਾ ਅਕਾਊਂਟ ਇਹ ਕਹਿੰਦਾ ਤੇਰਾ ਅਕਾਊਂਟ ਸੇਮ ਨਹੀਂਗਾ ਸੋ ਹੁਣ ਆਪਾਂ ਤੇਰਾ ਅਕਾਊਂਟ ਨਹੀਂ ਮੰਨਾਂਗੇ ਆਪਾਂ ਮੈਜੋਰਿਟੀ ਦਾ ਅਕਾਊਂਟ ਲਵਾਂਗੇ ਸੋ ਇਸ ਤਰੀਕੇ ਦੇ ਨਾਲ ਉਹਦੀ ਜਿਹੜੀ ਟੈਕਨੋਲੋਜੀ ਆ ਉਹ ਬਿਨਾਂ ਕੋਈ ਸਰਕਾਰ ਬਿਨਾਂ ਕੋਈ ਕੰਪਿਊਟਰ ਦੇ ਬਿਨਾਂ ਕੋਈ ਬੰਦੇ ਦੇ ਪਿੱਛੇ ਬਿਨਾਂ ਕੋਈ ਡਿਵੈਲਪਰ
ਤੋਂ ਬਿਨਾਂ ਉਹ ਜ਼ਿਆਦਾ ਆਪੇ ਹੀ ਚਲੀ ਜਾਂਦੀ ਹੈ। ਇੱਕ ਵਾਰੀ ਉਹ ਜਦੋਂ ਉਹਦੀ ਗੇਮ ਤੇ ਉਹਦੇ ਰੂਲ ਸਾਰੇ ਸੈੱਟ ਕਰਕੇ ਅੰਦਰ ਇੱਕ ਵਾਰੀ ਉਹ ਪ੍ਰੋਗਰਾਮ ਅਪਲੋਡ ਕਰਤਾ, ਉਦੋਂ ਬਾਅਦ 'ਚ ਉਹ ਆਪਣੇ ਆਪ ਨੂੰ ਮੇਨਟੇਨ ਕਰ ਸਕਦਾ। ਸੋ ਇਹਦੇ ਜਦੋਂ ਮੈਂ ਉਹ ਕਨਸੈਪਟ ਨੂੰ ਸਮਝਿਆ, ਫਿਰ ਮੈਨੂੰ ਜਾ ਕੇ ਪਤਾ ਚੱਲਿਆ ਵੀ ਬਿਟਕੋਇਨ ਸਿਰਫ ਅੱਜ ਵਾਸਤੇ ਨਹੀਂ, ਬਿਟਕੋਇਨ ਸਿਰਫ ਬਿਟਕੋਇਨ ਹੀ ਨਹੀਂ, ਬਿਟਕੋਇਨ ਦੀ ਟੈਕਨੋਲੋਜੀ ਬਲੌਕਚੇਨ ਆ, ਉਹ ਸਾਰੀ ਦੁਨੀਆ ਭਰ ਦੇ ਉੱਤੇ ਲਾਗੂ ਹੋ ਸਕਦੀ ਹੈ। ਜ਼ਿਆਦਾ ਦਾ ਪ੍ਰੋਸੈਸ ਅਗਰ ਆਪਾਂ ਲਾਇਆ ਜਾਵੇ, ਕੰਪਿਊਟਰ ਕੀ ਸਪਲਾਈ ਚੇਨ ਆ ਜਿਹੜੇ ਆਪਣੇ ਆ, ਜਿਹੜਾ ਵੀ ਆਪਾਂ ਕਿ ਜਿੰਨਾ ਵੀ ਬਿਜ਼ਨਸ ਚੱਲਦਾ ਬਾਹਰ, ਜਿੰਨਾ ਵੀ ਟ੍ਰੇਡ ਹੁੰਦੀਆਂ ਨੇ, ਜਿੰਨੇ ਵੀ ਕੰਟਰੈਕਟਸ ਆ, ਅਗਰੀਮੈਂਟ ਆ, ਫਾਈਨੈਂਸ ਆ, ਪੂਰੀ ਦੁਨੀਆ ਦੇ ਉੱਤੇ ਕੋਈ ਨਾ ਕੋਈ ਇਹਦਾ ਜਿਹੜੇ ਯੂਜ਼ ਕੇਸਸ ਨੇ ਉਹ ਲਾਗੂ ਹੋ ਸਕਦੇ ਨੇ। ਸੋ ਇਸ ਲਈ ਮੈਂ ਦੇਖਿਆ ਵੀ ਹੁਣ ਅਗਰ ਸਿਰਫ ਜਦੋਂ ਇਹਦੇ ਔਰਿਜਿਨ ਤੋਂ ਲੈ ਕੇ ਤੋਂ ਹੁਣ ਤੱਕ ਅੱਜ ਹਮ ਜ਼ਿਆਦਾਤਰ ਆਪਾਂ ਗੱਲ ਕਰਨੀ ਹੈ ਬਿਟਕੋਇਨ ਦੀ, ਪਰ ਅੱਗੇ ਜਾ ਕੇ ਜ਼ਿਆਦਾਤਰ ਇਹ ਜਿਹੇ ਸਿਸਟਮ ਤੇ ਹੋਰ ਟੈਕਨੋਲੋਜੀਆਂ ਆਈ ਜਾਣਗੀਆਂ ਜਿਹੜੀ ਹੌਲੀ ਹੌਲੀ ਜ਼ਿਆਦਾ ਆਪਣੇ ਆਪ ਆਟੋਮੇਟ ਹੋ ਸਕੇ, ਆਪਣੇ ਆਪ ਚੱਲ ਸਕੀਏ ਤੇ ਆਪਣੇ ਆਪ ਮੇਨਟੇਨ ਕਰ ਸਕੇ। ਤੇ ਜਿਹੜਾ ਵੀ ਉਹ ਫਾਈਨੈਂਸ਼ੀਅਲ ਕਾਸਟ ਆ, ਜਿਵੇਂ ਹੁਣ ਦੇਖਦੇ ਅੱਜ ਕੱਲ੍ਹ ਬੈਂਕਾਂ 'ਚ ਟ੍ਰਾਂਜੈਕਸ਼ਨ, ਲੋਨ ਲੈਣ ਦਾ ਕਾਸਟ, ਉਹਨੂੰ ਮੇਨਟੇਨ ਕਰਨ ਦਾ ਕਾਸਟ, ਕਿੰਨੀਆਂ ਬੈਂਕਾਂ ਦੂਰ ਦੂਰ ਪਿੰਡਾਂ ਦੇ ਉਹਨਾਂ ਨੂੰ ਬਣਾਉਣੇ ਪੈਂਦੇ, ਕੁਝ ਪਿੰਡਾਂ 'ਚ ਅਜੇ ਤੱਕ ਬੈਂਕਾਂ ਵੀ ਹੈ ਨਹੀਂ, ਲੋਕਾਂ ਕੋਲ ਅਕਾਊਂਟ ਵੀ ਹੈ ਨਹੀਂ ਗੇ। ਸੋ ਉਹਦਾ ਜੋ ਕਾਸਟ ਜਦੋਂ ਘੱਟ ਹੋਵੇ ਕਰਨ ਦਾ, ਜਦੋਂ ਉਹਦੀ ਨੌਲੇਜ ਵਧੇ, ਫਿਰ ਜਾ ਕੇ ਜ਼ਿਆਦਾ ਲੋਕ ਫਾਈਨੈਂਸ਼ੀਅਲ ਸਰਵਿਸਿਜ਼ ਔਰ ਜ਼ਿਆਦਾ ਲੋਕੀ ਫਾਈਨੈਂਸ਼ੀਅਲ ਸਰਵਿਸ ਨੂੰ ਸਬਸਕ੍ਰਾਈਬ ਕਰ ਸਕਣਗੇ। ਆਈ ਥਿੰਕ ਦੈਟਸ ਮਾਈ। ਪਰਫੈਕਟ, ਥੈਂਕ ਯੂ ਹਰਪ੍ਰੀਤ। ਤੇ ਬੇਸਿਕਲੀ ਤੁਸੀਂ ਬੜਾ ਟੈਕਨੀਕਲ ਸਾਈਡ ਤੇ ਤੁਸੀਂ ਗੱਲ ਕੀਤੀ ਹੈ ਕਿ ਜਿਹੜਾ ਅਕਾਊਂਟਿੰਗ ਦਾ ਸਿਸਟਮ ਹੁੰਦਾ ਹੈ ਦੁਨੀਆ ਦਾ, ਠੀਕ ਹੈ, ਜਿਹੜਾ ਖਾਤਾ, ਆਈ ਥਿੰਕ ਤੁਸੀਂ ਹਰਕਰਨ ਕਹਿ ਰਹੇ ਸੀ ਖਾਤਾ ਉਹਨੂੰ ਕਹਿੰਦਾ ਹੈ ਅਕਾਊਂਟਿੰਗ, ਤੇ ਜਿਹੜਾ ਅਕਾਊਂਟਿੰਗ ਦਾ ਸਿਸਟਮ ਹੁੰਦਾ ਹੈ, ਤੇ ਜੇ ਤੁਸੀਂ ਮੰਨ ਲਓ ਕਿ ਕੋਈ ਤੁਸੀਂ ਸ਼ਾਪਕੀਪਰ ਹੈ ਤੇ ਉਹ ਖਾਤਾ ਰੱਖਦਾ, ਤੁਸੀਂ ਰੋਜ਼ ਆ ਕੇ ਤੋਂ ਚੀਜ਼ਾਂ ਲੈਂਦੇ ਹੋ, ਉਹ ਰੱਖਦਾ ਹੈ ਕਿ ਹਾਂ ਇੰਨੇ ਬੰਦੇ ਨੇ ਇੰਨਾ ਖਰਚਾ ਹੈ, ਇੰਨਾ ਖਰਚਾ ਹੈ, ਤੇ ਹਫਤੇ ਦੇ ਐਂਡ ਵਿੱਚ ਤੁਸੀਂ ਉਹਨੂੰ ਪੇ ਕਰਨਾ ਹੈ, ਤੇ ਸਾਰਾ ਜਿਹੜਾ ਅਕਾਊਂਟਿੰਗ ਉਹ ਬੰਦਾ ਰੱਖ ਰਿਹਾ ਹੈ। ਹੁਣ ਐਂਡ ਆਫ ਵੀਕ ਜਦੋਂ ਤੁਸੀਂ ਜਾ ਕੇ ਉਹਨੂੰ ਪੈਸੇ ਦੇਣੇ ਆ, ਉਹ ਬੰਦਾ ਝੂਠ ਵੀ ਕਹਿ ਸਕਦਾ ਹੈ ਕਿ ਹਾਂ ਨਹੀਂ 1,000 ਰੁਪਏ ਨਹੀਂ 2,000 ਰੁਪਏ ਹੈ, ਠੀਕ ਹੈ, ਜਾਂ ਉਹ ਬੰਦਾ ਤੇ ਸਾਡੇ ਕੋਲ ਪ੍ਰੂਫ ਤੁਹਾਡੇ ਕੋਲ ਕਿਵੇਂ ਹੋਏਗਾ ਕਿ ਤੁਸੀਂ ਇੰਨਾ ਖਰਚ ਕੀਤਾ ਹੈ ਜਾਂ ਇੰਨਾ ਖਰਚ ਕੀਤਾ ਹੈ। ਤੇ ਇਹ ਜਿਹੜਾ ਕਨਸੈਪਟ ਹੈ, ਜੇ ਤੁਸੀਂ ਇਹਨੂੰ ਬੜੇ ਮੈਕਸਿਮਮ ਲੈਵਲ ਤੇ ਜੇ ਤੁਸੀਂ ਵੇਖੋ, ਜਿੱਥੇ ਇਕੋਨਮੀਜ਼ ਚੱਲ ਰਹੀਆਂ ਨੇ ਇੰਨੀਆਂ ਵੱਡੀਆਂ, ਠੀਕ ਹੈ, ਬਿਲੀਅਨ ਡਾਲਰਸ ਦੀ ਇਕੋਨਮੀ ਚੱਲ ਰਹੀ ਹੈ, ਹਰ ਇੰਡਸਟਰੀ ਦੇ ਵਿੱਚ ਅਕਾਊਂਟਿੰਗ ਹੁੰਦੀ ਹੈ, ਠੀਕ ਹੈ। ਜਦੋਂ ਕੰਪਨੀਜ਼ ਇੱਕ ਦੂਜੇ ਕੰਪਨੀਜ਼ ਦੇ ਨਾਲ ਡੀਲ ਕਰਦੇ ਨੇ, ਅਕਾਊਂਟਿੰਗ ਸਿਸਟਮ ਹੁੰਦੇ ਨੇ, ਗਵਰਨਮੈਂਟਸ ਲੋਕਾਂ ਨਾਲ ਡੀਲ ਕਰਦੇ ਨੇ, ਅਕਾਊਂਟਿੰਗ ਸਿਸਟਮ ਹੁੰਦੇ ਨੇ, ਮਤਲਬ ਸੋ ਮਚ ਅਕਾਊਂਟਿੰਗ ਚਾਹੀਦੀ ਹੁੰਦੀ ਹੈ। ਤੇ ਇੱਥੇ ਬਲੌਕਚੇਨ ਦੀ ਟੈਕਨੋਲੋਜੀ ਕੀ ਕਰਦੀ ਹੈ, ਜੋ ਬਿਟਕੋਇਨ ਜਿਹੜੀ ਟੈਕਨੋਲੋਜੀ ਯੂਜ਼ ਕਰਦੀ ਹੈ ਬਲੌਕਚੇਨ ਦੀ, ਉਹ ਇਹ ਅਕਾਊਂਟਿੰਗ ਸਿਸਟਮ ਨੂੰ ਇੱਕਦਮ ਓਨੈਸਟ ਬਣਾ ਦਿੰਦੀ ਹੈ, ਟਰਾਂਸਪੇਰੈਂਟ, ਕਿ ਤੁਸੀਂ ਇਹਨੂੰ ਚੀਟ ਕਰ ਹੀ ਨਹੀਂ ਸਕਦੇ। ਕਿਉਂਕਿ ਜਿਵੇਂ ਉਹਦੀ ਕੋਡਿੰਗ ਕੀਤੀ ਜਾਂਦੀ ਹੈ ਸ਼ੁਰੂ ਦੇ ਵਿੱਚ, ਜਿਵੇਂ ਤੁਸੀਂ ਰੂਲਸ ਪਾ ਦਿਓ, ਕੋਈ ਜਾ ਕੇ ਉਹ ਰੂਲਸ ਨੂੰ ਚੇਂਜ ਨਹੀਂ ਕਰ ਸਕਦਾ। ਤੇ ਇਨਸਾਨ ਧੋਖਾ ਦੇ ਸਕਦੇ ਨੇ, ਟੈਕਨੋਲੋਜੀ ਧੋਖਾ ਨਹੀਂ ਦੇ ਸਕਦੀ। ਇਹਦਾ ਬੇਸਿਕਲੀ ਇਹਦਾ ਕਨਕਲੂਜਨ ਹੈਗਾ। ਤੇ ਗਾਇਜ਼ ਹੁਣ ਇੱਕ ਕੁਐਸਚਨ ਆਇਆ ਬਹੁਤ ਲੰਬਾ, ਤੇ ਮੈਂ ਕੋਸ਼ਿਸ਼ ਕਰਨੀ ਹੈ ਪੜ੍ਹਨ ਦੀ। ਲਵਪ੍ਰੀਤ ਸਿੰਘ ਤੋਂ ਆਇਆ, ਤੇ ਕੁਐਸਚਨ ਹੈ ਕਿ ਮੇਰਾ ਇੱਕ ਸਵਾਲ ਹੈ ਕਿ ਤੁਸੀਂ ਕਿਹਾ ਕਿ ਕੋਈ ਸਰਕਾਰ ਇਸ ਨੂੰ ਕੰਟਰੋਲ ਨਹੀਂ ਕਰ ਸਕਦੀ, ਪਰ ਜੇਕਰ ਅਮਰੀਕਾ ਸਰਕਾਰ ਨੂੰ ਲੱਗਿਆ ਕਿ ਇਹ ਕਰੰਸੀ ਡਾਲਰ ਤੇ ਪ੍ਰਭਾਵ ਪਾ ਰਹੀ, ਤਾਂ ਤੁਹਾਨੂੰ ਨਹੀਂ ਲੱਗਦਾ ਸਰਕਾਰ ਇਸ ਤੇ ਬੈਨ ਲਾ ਦੇਵੇ? ਜੇਕਰ ਸਰਕਾਰਾਂ ਪੂਰੀ ਦੁਨੀਆ ਨੂੰ ਲੋਕਡਾਊਨ ਤੇ ਲਾ ਸਕਦੀ ਹੈ, ਤਾਂ ਬਿਟਕੋਇਨ ਤੇ ਕਿਉਂ ਨਹੀਂ? I think that's a really good question. Kौन is anyone wants to take a go? कि you know, if US finds it a little bit like a threat US dollar ਨੂੰ, ਤੇ ਉਹਨੂੰ ਬੈਨ ਵੀ ਕਰ ਸਕਦੇ ਨੇ, ਪੂਰਾ ਲੋਕਡਾਊਨ ਜੋ ਉਹਨਾਂ ਨੇ ਦੁਨੀਆ ਵਿੱਚ ਕਰਤਾ ਹੈ, ਤੇ ਬਿਟਕੋਇਨ ਨੂੰ ਬੈਨ ਕਿਉਂ ਨਹੀਂ ਲੱਗ ਸਕਦਾ? ਹਾਂ, ਤੇ ਆਈ ਮੀਨ ਇਹ ਬਹੁਤ ਸਹੀ ਕੁਐਸਚਨ ਹੈਗੀ ਆ। ਆਈ ਮੀਨ ਅਸੀਂ ਜਦੋਂ ਅਸੀਂ ਬਿਟਕੋਇਨ ਦੇ ਸੋਚਦੇ ਹਾਂ, ਅਸੀਂ ਆਪਣਾ ਮਨ ਇੱਕਦਮ ਚੱਲਦਾ ਹੈਗਾ ਵੀ ਇਹ ਸਰਕਾਰ ਨੂੰ ਕੰਟਰੋਲ ਕਰ ਸਕਦੀ ਹੈ, ਜਾਂ ਕਰ ਸਕਦੀ ਹੈ, ਯੋ ਕਰ ਸਕਦੀ ਹੈ। ਪਰ ਐਕਚੁਅਲੀ ਪਹਿਲੀ ਗੱਲ ਹੈਗੀ ਆ ਵੀ ਜਿਹੜੇ ਜਦੋਂ ਅਸੀਂ ਕਰੰਸੀਜ਼ ਦੇਖਦੇ ਆ, ਇੱਕ ਚੀਜ਼ ਸਮਝਣ ਦੀ ਲੋੜ ਹੈਗੀ ਆ ਵੀ ਜਿਹੜੇ US ਡਾਲਰ ਸਿਸਟਮ ਹੈਗਾ, ਇਹ ਇੰਨਾ ਤਕੜਾ ਕਿਉਂ ਹੈਗਾ। ਸੋ ਵਰਲਡ ਵਾਰ 2 ਤੋਂ ਬਾਅਦ ਜਿਹੜਾ ਸਭ ਤੋਂ ਵੱਡਾ ਜੰਗ ਸੀਗਾ 1945 ਦੇ ਵਿੱਚ, ਉਹ ਜੰਗ ਤੋਂ ਬਾਅਦ ਹੋਰ ਕੋਈ ਦੇਸ਼ ਦੇ ਨੇਵੀ ਨਹੀਂ ਸੀਗੀ। ਸੋ ਯੂਨਾਈਟਿਡ ਸਟੇਟਸ ਦੇ ਜਿਹੜੀ 70% ਨੇਵੀ ਸੀਗੀ, ਹਰ ਦੂਜਿਆਂ ਦੇਸ਼ਾਂ ਦੇ ਨੇਵੀ ਨੂੰ ਡਿਸਟਰੋਏ ਕੀਤੀਆਂ ਸੀਗੀਆਂ, ਤੇ ਇਕੱਲਾ UK
ਨੂੰ ਥੋੜੀ ਜਿਹੀ ਨੇਵੀ ਸੀਗੀ, ਫਰਾਂਸ ਨੂੰ ਥੋੜੀ ਜਿਹੀ ਨੇਵੀ ਸੀਗੀ ਤੇ ਸੋਵੀਅਤ ਯੂਨੀਅਨ ਨੂੰ ਥੋੜੀ ਜਿਹੀ ਨੇਵੀ ਸੀਗੀ। ਤੇ ਜਿਹੜਾ ਯੂਨਾਈਟਿਡ ਸਟੇਟਸ ਦਾ ਜਿਹੜਾ ਸਿਸਟਮ ਬਣਾਇਆ ਸੀਗਾ ਬ੍ਰੈਟਨ ਵੁਡਸ ਇੱਕ ਸ਼ਹਿਰ ਦੇ ਵਿੱਚ, ਸਿਸਟਮ ਐਵੇਂ ਬਣਾਇਆ ਸੀਗਾ ਵੀ ਜੇ ਤੁਹਾਡੀ ਦੇਸ਼ ਯੂਨਾਈਟਿਡ ਸਟੇਟਸ ਨੂੰ ਸਪੋਰਟ ਕਰਦੇ ਆ ਸੋਵੀਅਤ ਯੂਨੀਅਨ ਤੇ ਅਗੇਂਸਟ, ਫਿਰ ਅਸੀਂ ਤੁਹਾਡੀ ਸਰਕਾਰ ਨੂੰ ਲਾਈਕ ਪੂਰੀ ਮਿਲਟਰੀ ਸਪੋਰਟ ਦੇਵਾਂਗੇ ਤੇ ਪੋਲੀਟੀਕਲ ਸਪੋਰਟ ਦੇਵਾਂਗੇ, ਤੇ ਜੇ ਤੁਹਾਡੇ ਸਰਕਾਰ ਨੂੰ ਢਾਉਣ ਦੀ ਕੋਸ਼ਿਸ਼ ਕਰਦੇ ਅਸੀਂ ਤੁਹਾਨੂੰ ਸਪੋਰਟ ਕਰਾਂਗੇ। ਤੇ ਇਹਦੇ ਨਾਲ ਅਮਰੀਕਾ ਨੇ ਸਾਰੀ ਦੁਨੀਆ ਦੀ ਹਰ ਛੋਟੀ ਛੋਟੀ ਦੇਸ਼ ਦੇ ਨਾਲ ਅਮਰੀਕਾ ਦੇ ਨਾਲ ਅਲਾਈਨ ਹੋ ਗਏ, ਤੇ ਕਈ ਜਿਹੜੀਆਂ ਜੰਗਾਂ ਸੀਗੀਆਂ ਲਾਈਕ ਸਾਊਥ ਕੋਰੀਆ ਤੇ ਨਾਰਥ ਕੋਰੀਆ, ਵੀਅਤਨਾਮ, ਤਾਂ ਯੂਨਾਈਟਿਡ ਸਟੇਟਸ ਉੱਥੇ ਜੰਗ ਲੜੀ ਸੀਗੀ ਡੈਮੋਨਸਟ੍ਰੇਟ ਕਰਨ ਦੇ ਮਾਰੇ ਵੀ ਅਸੀਂ ਆਪਣਾ ਸਿਸਟਮ ਵਧੀਆ ਹੈਗਾ ਤੇ ਇਨਸੈਂਟਿਵਸ ਚੇਂਜ ਕਰਨ ਨੂੰ, ਹਰ ਸਰਕਾਰ ਡਾਲਰ ਨੂੰ ਸਪੋਰਟ ਕਰਨ ਨੂੰ। ਹੁਣ ਸੋਵੀਅਤ ਯੂਨੀਅਨ ਦੀ ਜਦੋਂ ਹੁਣ ਸੋਵੀਅਤ ਯੂਨੀਅਨ ਡਿੱਗ ਪਿਆ ਹਨਾ, ਤੇ ਹੁਣ ਕੱਲਾ US ਸਿਸਟਮ ਹੀ ਰਹਿ ਗਿਆ, ਤੇ ਸਾਰੀ ਬੈਂਕ, ਸਾਰੀਆਂ ਦੂਜੀਆਂ ਕਰੰਸੀ ਇਹ ਥੋੜੇ ਜਿਹੇ ਫੇਕ ਹੈਗੇ ਆ, ਜਿਵੇਂ ਇਹ ਚੱਲਦੇ ਹੈਗੇ ਆ ਪਰ ਸੱਚੀ ਕੱਲਾ US ਡਾਲਰ ਤਕੜਾ ਹੈਗਾ, ਤੇ ਜਿਹੜੇ ਹੋਰ ਕਰੰਸੀਜ਼ ਹੈਗੇ ਆ ਇਹ ਚੱਲਦੇ ਹੈਗੇ ਆ ਪਰ they're not important। So US ਡਾਲਰ ਸਿਸਟਮ ਸਭ ਤੋਂ ਇੰਪੋਰਟੈਂਟ ਹੈਗਾ। ਤੇ ਸੋ ਤੁਹਾਡੀ ਕੁਐਸਚਨ ਬਹੁਤ ਸਹੀ ਹੈਗੀ ਆ ਵੀ ਜੇ US ਡਾਲਰ ਨੂੰ ਇਹ ਬਿਟਕੋਇਨ ਅੰਡਰਮਾਈਨ ਕਰਦਾ ਫਿਰ ਗਵਰਨਮੈਂਟ ਬੈਨ ਕਿਉਂ ਨਹੀਂ ਕਰ ਸਕਦੀ। ਤੇ and honestly you know ਜੇ ਗਵਰਨਮੈਂਟ ਬੈਨ ਕਰਦੀ ਹੈ ਫਿਰ ਅਸੀਂ ਕੁਝ ਕਰ ਨਹੀਂ ਸਕਦੇ, ਪਰ ਗਵਰਨਮੈਂਟ ਨੇ ਬੈਨ ਨਹੀਂ ਕੀਤਾ। ਸੋ ਜਦੋਂ 5 ਸਾਲ ਜਾਂ ਹੁਣ 7 ਸਾਲ ਪਿੱਛੇ ਜਿਹੜੀ US ਮਾਰਸ਼ਲ ਸਰਵਿਸ, ਜਿਹੜੀ ਅਮਰੀਕਾ ਦੀ ਵੱਡੀ ਪੁਲਿਸ ਹੈਗੀ ਆ, ਉਹਨੇ ਬਿਟਕੋਇਨ ਨੇ ਇੱਕ ਕ੍ਰਿਮੀਨਲ ਤੋਂ ਖੋਹ ਲਈ, ਤੇ ਉਹਨੇ ਜਦੋਂ ਲਾਈਕ ਜਿਵੇਂ ਡਰੱਗਸ ਵਰਗੀਆਂ ਚੀਜ਼ਾਂ ਖੋਹਦੇ ਆ ਉਹ ਡਿਸਟਰੋਏ ਕਰਦੇ ਹੈਗੇ ਆ, ਜਦੋਂ ਬਿਟਕੋਇਨ ਨੇ ਖੋਲਿਆ ਉਹਨੇ ਹੋਰ ਕਿਸੇ ਨੂੰ ਵੇਚਿਆ ਹੈਗਾ, ਆਕਸ਼ਨ ਲਾਈ ਸੀ, ਉਹਨੂੰ ਲੱਗਦਾ ਨਹੀਂ, ਉਹਨੇ ਲਾਈਕ ਥੋੜਾ ਜਿਹਾ ਸਟੈਂਪ ਪਾਇਆ ਹੈਗਾ ਵੀ ਇਹ ਪੁੱਠੀ ਚੀਜ਼ ਨਹੀਂ ਹੈਗੀ, ਤੁਸੀਂ ਖਰੀਦ ਸਕਦੇ ਆ। ਤੇ ਹੁਣ ਪਿਛਲੇ 2-3 ਸਾਲਾਂ ਦੇ ਵਿੱਚ ਜਿਹੜੇ US ਲਾਈਕ ਰੈਗੂਲੇਟਰੀ ਬਾਡੀਜ਼ ਹੁੰਦੇ ਨੇ ਜਿਹੜੇ ਸਟਾਕਸ ਨੂੰ ਰੈਗੂਲੇਟ ਕਰਦੇ ਆ ਤੇ ਡੈਰੀਵੇਟਿਵਸ ਨੂੰ ਰੈਗੂਲੇਟ ਕਰਦੇ ਆ, ਉਹਨੇ ਬਿਟਕੋਇਨ ਦੇ ਮਾਰੇ ਰੈਗੂਲੇਸ਼ਨਸ ਰਿਲੀਜ਼ ਕੀਤੇ ਹੈਗੇ ਆ। ਕਈ ਅਮਰੀਕਾ ਦੇ ਵਿੱਚ ਐਕਸਚੇਂਜਸ ਹੈਗੇ ਆ ਜਿਹੜੇ ਬੈਂਕਸ ਦੇ ਨਾਲ ਹਰ ਰੋਜ਼ ਕੰਮ ਕਰਦੇ ਹੈਗੇ ਆ। ਸੋ ਅਮਰੀਕਾ ਦੇ ਵਿੱਚ ਇਹ ਬੈਨ ਨਹੀਂ ਹੋਣਾ, ਤੇ ਪਰ ਇਹ ਸਹੀ ਰਿਸਕ ਹੈਗੀ ਆ, ਤੇ ਇਹ ਰਿਸਕ ਜਿਹੜੀ ਹਰਪ੍ਰੀਤ ਗੱਲ ਕਰਦਾ ਸੀਗਾ ਵੀ ਇਹ ਡਿਸਟ੍ਰੀਬਿਊਟਡ ਹੈਗਾ ਤੇ ਡਿਸੈਂਟਰਲਾਈਜ਼ਡ ਹੈਗਾ। ਜੇ ਕਿਸੇ ਹੋਰ ਦੇਸ਼ ਦੇ ਵਿੱਚ ਬੈਨ ਹੁੰਦਾ ਫਿਰ ਉਹਦੇ ਨਾਲ ਥੋੜੀ ਜਿਹੀ ਬੈਨੀਫਿਟ ਹੈਗੀ ਆ ਵੀ ਤੁਹਾਡੀ ਬਿਟਕੋਇਨ ਲੈ ਕੇ ਦੂਜੇ ਦੇਸ਼ ਨੂੰ ਭੱਜੋ ਤੇ ਉੱਥੇ ਤੁਸੀਂ ਵੇਚ ਸਕਦੇ ਆ ਕਰੰਸੀ ਵਾਸਤੇ ਤੇ ਤੁਹਾਡੇ ਖਾਣ ਵਾਸਤੇ। So I hope that's helpful. Ravneet, let me know if I didn't answer. No, that's really good. Thank you, Prabjeet. So basically what I'm getting ਕਿ ਤੁਸੀਂ ਕਹਿ ਰਹੇ ਕਿ US ਨੇ ਹੁਣੇ recently ਇਹਦੇ ਉੱਤੇ ਇੱਕ legal framework release ਕੀਤਾ ਹੈ, I think 1-2 ਸਾਲ ਪਹਿਲਾਂ ਕ੍ਰਿਪਟੋ ਦੇ ਉੱਤੇ, ਤੇ ਬਿਟਕੋਇਨ ਰੈਗੂਲੇਟਡ ਹੈਗਾ, ਉੱਥੇ laws ਹੈਗੇ ਨੇ, ਤੁਸੀਂ legally ਬਿਟਕੋਇਨ ਨੂੰ ਖਰੀਦ ਕਰ ਸਕਦੇ ਹੋ। ਤੇ ਸੋ ਇਟਸ ਡੈਫੀਨਿਟਲੀ ਸਮਥਿੰਗ ਕਿ US ਨਹੀਂ ਕਰੇਗੀ। ਤੇ ਇਨਫੈਕਟ ਜੇ ਤੁਸੀਂ ਵੇਖੋ ਲਾਸਟ ਟਾਈਮ 2017 ਤੋਂ ਜਦੋਂ ਬਿਟਕੋਇਨ ਦਾ ਪ੍ਰਾਈਸ ਇੰਨਾ ਵੱਧ ਗਿਆ ਸੀ, ਉਦੋਂ ਤੋਂ ਲੈ ਕੇ ਹੁਣ ਤੱਕ ਕਿੰਨੀਆਂ ਡਿਵੈਲਪਮੈਂਟਸ ਹੋ ਗਈਆਂ ਨੇ ਇੰਡਸਟਰੀ ਦੇ ਵਿੱਚ ਬਿਟਕੋਇਨ ਦੇ ਵਿੱਚ। ਹੁਣ ਤੁਸੀਂ ਕੋਈ ਵੀ ਵੱਡੀ ਕੰਪਨੀ ਵੇਖ ਲਓ ਉਹ ਬਿਟਕੋਇਨ ਦੇ ਵਿੱਚ ਜਾਂ ਕ੍ਰਿਪਟੋ ਕਰੰਸੀ ਆਪਣੀ ਲਾਂਚ ਕਰ ਰਹੇ ਨੇ। ਸੈਮਸੰਗ ਆਪਣੇ ਵਾਲਟ ਤੇ ਕੰਮ ਕਰ ਰਹੀ ਸੀ, ਫੇਸਬੁੱਕ ਨੇ ਆਪਣਾ ਕ੍ਰਿਪਟੋ ਕਰੰਸੀ ਲਾਂਚ ਕੀਤਾ, ਲਿਬਰਾ, ਅਲੀਬਾਬਾ, ਐਮਾਜ਼ਨ, ਹਰ ਇੱਕ ਦੁਨੀਆ ਦੀ ਕੋਈ ਵੀ ਵੱਡੀ ਕੰਪਨੀ ਤੁਸੀਂ ਵੇਖ ਲਓ ਉਹ ਸਾਰੇ ਕ੍ਰਿਪਟੋ ਕਰੰਸੀ ਦੇ ਵਿੱਚ ਕੁਝ ਨਾ ਕੁਝ ਜਾਂ ਤੇ ਕੁਆਇਟਲੀ ਚੁੱਪਚਾਪ ਕੰਮ ਕਰ ਰਹੇ ਨੇ ਜਾਂ ਲੋਕਾਂ ਨੂੰ ਮਤਲਬ ਅਨਾਉਂਸ ਕਰਕੇ ਕਰ ਰਹੇ ਨੇ, ਪਰ ਹਰ ਕੰਪਨੀ ਕਰ ਰਹੀ ਹੈ। ਤੇ ਮੈਂ ਤੁਹਾਨੂੰ ਇਹ ਵੀ ਦੱਸ ਦਾਂਗੀ ਗਵਰਨਮੈਂਟਸ ਵੀ ਸਾਰੀਆਂ ਬਲੌਕਚੇਨ ਨੂੰ ਯੂਜ਼ ਕਰਕੇ ਆਪਣੀਆਂ ਟੈਕਨੋਲੋਜੀਜ਼ ਵਗੈਰਾ ਬਣਾ ਰਹੀਆਂ ਨੇ, ਤੇ ਕੁਝ ਗਵਰਨਮੈਂਟਸ ਨੇ ਬਲੌਕਚੇਨ ਬੜੇ ਟਾਈਮ ਤੋਂ ਯੂਜ਼ ਕਰ ਰਹੇ ਨੇ, ਤੇ ਇਹ ਕੋਈ ਨਵੀਂ ਟੈਕਨੋਲੋਜੀ ਨਹੀਂ ਹੈਗੀ। ਤੇ ਇਹ ਵੀ ਮੈਂ ਇੱਕ ਗੱਲ ਕਹਿਣਾ ਚਾਹੁੰਦੀ ਹਾਂ ਕਿ ਜੇ ਕੋਈ ਕੰਟਰੀ ਬਿਟਕੋਇਨ ਨੂੰ ਬੈਨ ਕਰਦੀ ਹੈ, ਇਹਦਾ ਮਤਲਬ ਇਹ ਨਹੀਂ ਕਿ ਟੈਕਨੀਕਲੀ ਤੁਸੀਂ ਹੁਣ ਬਿਟਕੋਇਨ ਖਰੀਦ ਨਹੀਂ ਸਕਦੇ। ਬਿਟਕੋਇਨ ਤੁਸੀਂ ਫਿਰ ਵੀ ਖਰੀਦ ਸਕਦੇ ਹੋ, ਟ੍ਰੇਡ ਤੁਸੀਂ ਫਿਰ ਵੀ ਕਰ ਸਕਦੇ ਹੋ, ਬਸ ਤੁਸੀਂ ਇੱਕ ਚੀਜ਼ ਨਹੀਂ ਕਰ ਸਕਦੇ ਕਿ ਤੁਸੀਂ ਆਪਣੇ ਜਿਹੜੇ ਤੁਹਾਡੇ ਦੇਸ਼ ਦੇ ਵਿੱਚ ਬੈਂਕ ਨੇ ਉਹਨਾਂ ਕੋਲ ਜਾ ਕੇ ਤੁਸੀਂ ਪੈਸਾ ਕਨਵਰਟ ਨਹੀਂ ਕਰ ਸਕਦੇ। ਪਰ ਫਿਰ ਜੇ ਮੰਨੋ ਕਿ ਵੀ ਹੁਣੇ ਮੈਂ ਤੁਹਾਨੂੰ ਦੱਸਣੀ ਹੈ ਇੰਡੀਆ ਵਿੱਚ ਬੈਨ ਨਹੀਂ ਹੈਗਾ, ਠੀਕ ਹੈ, ਇੰਡੀਆ ਵਿੱਚ ਬਿਟਕੋਇਨ ਬੈਨ ਨਹੀਂ ਹੈ, ਨਾ ਹੀ ਲੀਗਲ ਹੈ ਤੇ ਨਾ ਹੀ ਬੈਨ ਹੈ। ਤੇ ਜੇ ਹੁਣ ਤੁਸੀਂ ਇੰਡੀਆ ਵਿੱਚ ਮੰਨ ਲਓ ਉਹ ਬੈਨ ਕਰ ਦਿੰਦੇ ਨੇ, ਤੇ ਨਾਰਮਲੀ ਲੋਕੀ ਕੀ ਕਰਨਗੇ, ਫਿਰ ਵੀ ਜੇ ਉਹਨਾਂ ਨੇ ਬਿਟਕੋਇਨ ਟ੍ਰੇਡ ਕਰਨਾ ਕਰਨਗੇ, ਤੇ ਫਿਰ ਬਿਟਕੋਇਨ ਨੂੰ ਜੇ ਉਹਨਾਂ ਨੇ INR ਦੇ ਵਿੱਚ ਕਨਵਰਟ ਕਰਨਾ ਪਹਿਲਾਂ USD ਦੇ ਵਿੱਚ ਕਰਨਗੇ, ਫਿਰ INR ਦੇ ਵਿੱਚ। ਇਹ ਇੱਕ ਸਿੰਪਲ ਤਰੀਕਾ ਹੁੰਦਾ ਹੈ ਬਾਈਪਾਸ। ਤੇ ਬਿਟਕੋਇਨ ਬੈਨ ਨਹੀਂ ਹੋ ਸਕਦਾ ਕਿਉਂਕਿ ਉਹਨੂੰ ਬੰਦ ਕਰਨ ਲਈ ਤੁਹਾਨੂੰ ਪੂਰੇ ਕੰਪਿਊਟਰਸ ਨੂੰ ਬੰਦ ਕਰਨਾ ਪਏਗਾ, ਤੇ ਉਹ ਹੋ ਨਹੀਂ ਸਕਦਾ।
So that's I like to say a point on that. ਹੁਣ ਅਗਰ ਲਾਇਆ ਜਾਵੇ ਕਿਉਂਕਿ ਉੱਥੇ ਜਿਵੇਂ ਰਵਨੀਤ ਨੇ ਹੁਣ ਐਕਸਪਲੇਨ ਵੀ ਕੀਤਾ ਕਿਉਂਕਿ ਜਿਹਦਾ ਅਗਰ ਬੈਨ ਕਰਨਾ ਤੇ ਉਹ ਬੈਨ ਨੂੰ ਲਾਗੂ ਕਿਵੇਂ ਕਰਨਗੇ ਕਿਵੇਂ ਐਕਸੀਕਿਊਟ ਕਰਨਗੇ ਉਹ ਪਲਾਨ ਅਗਰ ਕੋਵਿਡ ਦੀ ਗੱਲ ਕਰੀਏ ਜਾਂ ਲਾਕਡਾਊਨ ਦੀ ਗੱਲ ਕਰੀਏ ਠੀਕ ਆ ਉਹ ਬੰਦੇ ਨੂੰ ਦੇਖ ਸਕਦਾ ਕਹਿੰਦਾ ਠੀਕ ਆ ਘਰੇ ਜਾ ਕੇ ਬਹਿ ਜਾ ਜਾਂ ਕਿ ਬਾਹਰ ਨਾ ਨਿਕਲੇ ਕਰੋ ਤੁਸੀਂ ਤੇ ਮਾਸਕ ਪਾਓ ਇਹ ਜੇ ਉਹ ਤੁਹਾਨੂੰ ਰੂਲ ਫੋਲੋ ਕਰਨ ਨੂੰ ਕਹਿ ਸਕਦੇ ਆ ਤੇ ਜ਼ਿਆਦਾਤਰ ਲੋਕੀ ਫੋਲੋ ਵੀ ਕਰਨਗੇ ਕਿਉਂਕਿ ਹੈਲਥ ਦਾ ਮਾਮਲਾ ਹੈ ਸੋ ਉਸ ਤਰ੍ਹਾਂ ਲਾਕਡਾਊਨ ਚੱਲ ਸਕਦਾ ਹੈ ਜਾਂ ਉਹ ਕੀ ਗਵਰਨਮੈਂਟ ਉਹਦੇ ਨਾਲ ਕੀ ਉਹਨੂੰ ਫੋਰਸ ਕਰ ਸਕਦੀ ਹੈ ਥੋੜੀ ਮੋਟੀ ਇਹ ਜੀ ਰੂਲਸ ਫੋਲੋ ਕਰਨ ਵਾਸਤੇ ਪਰ ਜਿਹਦੇ ਬਿਟਕੋਇਨ ਦੀ ਗੱਲ ਚੱਲਦੀ ਹੈ ਇੱਥੇ ਕਿਉਂਕਿ ਹੁਣ ਬਿਟਕੋਇਨ ਜਿਹੜਾ ਹੈਗਾ ਇਹ ਕੰਪਿਊਟਰ ਰਾਹੀਂ ਇੰਟਰਨੈਟ ਰਾਹੀਂ ਕੋਈ ਵੀ ਐਕਸੈਸ ਕਰ ਸਕਦਾ ਕੋਈ ਵੀ ਡਾਊਨਲੋਡ ਕਰ ਸਕਦਾ ਕੋਈ ਵੀ ਐਪਲੀਕੇਸ਼ਨ ਵਰਤ ਸਕਦਾ ਇਹਦੇ ਨਾਲ ਕੰਪਿਊਟਰ ਕੀ ਗਵਰਨਮੈਂਟ ਕੀ ਇਹ ਟਾਈਪ ਤੇ ਨਹੀਂ ਜਾ ਸਕਦੀ ਵੀ ਜਿੱਥੇ ਸਾਰਿਆਂ ਦੇ ਕੰਪਿਊਟਰ ਮੋਨੀਟਰ ਕਰਨੇ ਪੈਣਗੇ ਤੇ ਸਾਰਿਆਂ ਦੀ ਜਗ੍ਹਾ ਤੋਂ ਕੀ ਡਿਲੀਟ ਕਰਨਾ ਪਊਗਾ ਫਿਰ ਹੋਰ ਤਰ੍ਹਾਂ ਦੀ ਟੈਕਨੋਲੋਜੀਜ਼ ਵੀ ਹੈਗੀਆਂ ਜਿਹਦੇ ਗਵਰਨਮੈਂਟ ਦੇ ਸਿਸਟਮ ਤੇ ਅਗੇਂਸਟ ਜਾ ਸਕਦੀਆਂ ਜਾਂ ਗਵਰਨਮੈਂਟ ਦੇ ਸਿਸਟਮ ਤੋਂ ਲਾਈਕ ਲੁੱਕ ਕੇ ਹੋਰ ਜਿਵੇਂ VPN ਵਰਤ ਕੇ ਜਾਂ ਹੋਰ ਕੋਈ ਬਰਾਊਜ਼ਰਸ ਵਰਤ ਕੇ ਜਿਨ੍ਹਾਂ ਦੇ ਨਾਲ ਉਹ ਗਵਰਨਮੈਂਟ ਦੇ ਨਜ਼ਰੀਏ 'ਚ ਆਈ ਵੀ ਨਾ ਸੋ ਇਹਦੇ ਨਾਲ ਬੜੇ ਤਰੀਕੇ ਨੇ ਵੀ ਲੋਕੀ ਹਜੇ ਵੀ ਭਾਵੇਂ ਗਵਰਨਮੈਂਟ ਬੈਨ ਕਰਨਾ ਚਾਹੇ ਉਹ ਬੈਨ ਨੂੰ ਲਾਗੂ ਨਹੀਂ ਕਰ ਸਕਦੇ ਜਾਂ ਉਹਨੂੰ ਐਕਸੀਕਿਊਟ ਨਹੀਂ ਕਰ ਸਕਦੇ ਸੋ ਹੋਰ ਦੂਜੀ ਗੱਲ ਆ ਓਪਰਚੁਨਿਟੀ ਕਾਸਟ ਤੇ ਇਸ ਟਾਈਮ ਤੇ ਅਗਰ ਉਹ ਬੈਨ ਕਰਦੇ ਆ ਉਹਨਾਂ ਨੂੰ ਕੀ ਫਾਇਦਾ ਉਹਨਾਂ ਨੂੰ ਕੀ ਨੁਕਸਾਨ ਇਸ ਟਾਈਮ ਤੇ ਅਗਰ ਉਹ ਬੈਨ ਕਰਦੇ ਆ ਠੀਕ ਆ ਮੇਬੀ ਅਗਰ ਉਹ USDT ਨੂੰ ਕੀ USD ਨੂੰ ਇਫੈਕਟ ਕਰ ਰਹਾ ਜਾਂ ਉਹ ਕੀ ਉਹਦੀ ਜ਼ਿਆਦਾਤਰ ਪੈਸੇ ਉਹਦੇ ਅੰਦਰ ਫਲੋ ਹੋ ਰਹੇ ਨੇ ਪਰ ਅਗਰ ਗਵਰਨਮੈਂਟ ਐਕਸੈਪਟ ਕਰਦੀ ਆ ਅਗਰ ਗਵਰਨਮੈਂਟ ਉਹਨੂੰ ਰੈਗੂਲੇਟ ਕਰਦੀ ਆ ਕਿ ਜ਼ਿਆਦਾ ਬਿਜ਼ਨਸ ਆ ਸਕਦੇ ਆ ਕਿ ਜ਼ਿਆਦਾ ਕੰਮ ਮੰਨ ਸਕਦੇ ਆ ਕਿ ਹੋਰ ਇੰਡਸਟਰੀ ਕੀ ਗਰੋ ਹੋ ਸਕਦੀ ਹੈ ਉਹਦੇ ਅੰਦਰੋਂ ਸੋ ਓਪਰਚੁਨਿਟੀ ਕਾਸਟ ਵੀ ਇੱਕ ਹੋਰ ਰੀਜ਼ਨ ਹੈ ਜੇ ਉਹਨਾਂ ਨੇ ਜ਼ਿਆਦਾਤਰ ਕ੍ਰਿਪਟੋ ਕਰੰਸੀ ਨੂੰ ਪਹਿਲਾਂ ਬੈਨ ਨਹੀਂ ਕੀਤਾ ਕੁਝ ਕੰਟਰੀ ਨੇ ਪਹਿਲਾਂ ਕੀਤਾ ਫਿਰ ਉਹਨਾਂ ਨੇ ਵਾਪਸ ਸੋਚਿਆ ਉਹਨਾਂ ਨੇ ਦੇਖਿਆ ਕਿ ਇਹਦੀ ਕੀ ਓਪਰਚੁਨਿਟੀਜ਼ ਆ ਸਕਦੀਆਂ ਇਹਦੇ ਅੰਦਰੋਂ ਤੇ ਕੀ ਹੋਰ ਆਪਾਂ ਕਰ ਸਕਦੇ ਹਾਂ ਇਹਦੇ ਨਾਲ ਫਿਰ ਉਹਨਾਂ ਨੇ ਬੈਨ ਰਿਮੂਵ ਕਰਤਾ ਜਿਵੇਂ ਸਭ ਤੋਂ ਵੱਡੀ ਗੱਲ ਚਾਈਨਾ ਨੇ ਬੈਨ ਕਰਨ ਦੀ ਸੋਚਿਆ ਸੀ ਉਹਨਾਂ ਨੇ ਥੋੜਾ ਜਿਹਾ ਕਹਿ ਵੀ ਦਿੱਤਾ ਸੀਗਾ ਪਰ ਜੇ ਉਹਨਾਂ ਨੂੰ ਪਤਾ ਚੱਲ ਗਿਆ ਵੀ ਇਹਦੀ ਟੈਕਨੋਲੋਜੀ ਦੀ ਸਟਰੈਂਥ ਕੀ ਹੈ ਉਹਨਾਂ ਨੇ ਹੁਣ ਦੇਖੋ ਹੁਣ ਚਾਈਨਾ ਹੁਣ ਸਭ ਤੋਂ ਅੱਗੇ ਲੱਗ ਕੇ ਲੋਕਾਂ ਦੇ ਤੇ ਸਭ ਤੋਂ ਜ਼ਿਆਦਾ ਤੇਜ਼ ਬਲੌਕਚੇਨ 'ਚ ਡਿਵੈਲਪਮੈਂਟ ਕਰ ਰਿਹਾ ਹੈ ਸੋ ਇਹਦੇ ਨਾਲ ਇਹ ਦੋ ਮੇਨ ਰੀਜ਼ਨ ਨੇ ਜਿਹਦਾ ਉਹਨਾਂ ਨੇ ਬਿਟਕੋਇਨ ਦੇ ਵੀ ਨਹੀਂ ਇਹ ਜਾਂ ਕੋਈ ਸਟੈਪ ਨਹੀਂ ਚੱਕਿਆ ਤੇ ਅਗਰ ਉਹ ਕਰਨਾ ਚਾਹੁੰਦੇ ਸੀ ਪਿਛਲੇ 10 ਸਾਲਾਂ ਦਾ ਕਰ ਦਿੰਦੇ ਜਦੋਂ ਹਜੇ ਬਿਟਕੋਇਨ ਛੋਟਾ ਸੀ ਉਦੋਂ ਦਾ ਕਰ ਦਿੰਦੇ ਪਰ ਕੋਈ ਤਰੀਕਾ ਨਹੀਂ ਸੀ ਜਿਵੇਂ ਅੱਜ ਕੱਲ੍ਹ ਆਪਾਂ ਇੰਟਰਨੈਟ ਤੇ ਪਾਇਰੇਸੀ ਵੀ ਬਹੁਤ ਰੋਕਣ ਔਖੀ ਗੱਲ ਆ ਇਹ ਨਹੀਂ ਵੀ ਗਵਰਨਮੈਂਟ ਰੋਕਣੀ ਕਿਉਂਕਿ ਉਹ ਹਰੇਕ ਕੰਪਿਊਟਰ ਨੂੰ ਮੋਨੀਟਰ ਕਰਨਾ ਪਊਗਾ ਕਿਉਂਕਿ ਪਾਇਰੇਸੀ ਦੇ ਵੀ ਬਹੁਤ ਤਰ੍ਹਾਂ ਦੇ ਤਰੀਕੇ ਹੈਗੇ ਨੇ ਜਾ ਕੇ ਕ੍ਰੀਏਟ ਕਰਨ ਵਾਸਤੇ ਉਹ ਵੀ ਬਿਟਕੋਇਨ ਦਾ ਵੀ ਜਿਵੇਂ ਉਹਦਾ ਮਾਡਲ ਆ ਉਹ ਅਨਸਟਾਪੇਬਲ ਆ ਉਹ ਜੇਕਰ ਇੱਕ ਰਿਮੂਵ ਕਰਾਂਗੇ ਦੋ ਹੋਰ ਨਿਕਲ ਜਾਣਗੇ ਤਿੰਨ ਰਿਮੂਵ ਕਰਾਂਗੇ ਪੰਜ ਹੋਰ ਨਿਕਲ ਆਉਣਗੇ ਕਿਹਨਾਂ ਨੂੰ ਪੜ੍ਹ ਕਰਨਗੇ No, I mean, if you agar laya jawe, piracy is a totally different thing. But but the reason one of the other problems that government could not solve on the internet, see, ਇਹ ਇੱਕ problem ਸੀ ਉਹਦੇ ਅੰਦਰੋਂ ਕਿਉਂਕਿ ਜਿਵੇਂ ਟੋਰੈਂਟ ਦੇ ਵੈਬਸਾਈਟ ਆ ਜਾਂ ਕੋਈ ਵੀ ਹੋ ਜੀ ਆ ਉਹ ਜ਼ਿਆਦਾਤਰ ਡਿਸਟ੍ਰੀਬਿਊਟਡ ਸਿਸਟਮ ਦੀ ਟੈਕਨੋਲੋਜੀ ਵਰਤਦੇ ਆ ਜਿਹੜੀ ਸਿਮਿਲਰ ਟੂ ਬਿਟਕੋਇਨ ਹੈਗੀ ਆ yeah that's awesome thank you so basically ਹਰਪ੍ਰੀਤ ਇਹ ਕਹਿ ਰਹੇ ਨੇ ਕਿ ਜਦੋਂ ਉਹ ਤੁਹਾਡੇ ਰੂਲਸ ਲਾਗੂ ਕਰ ਰਹੇ ਨੇ ਕਰੋਨਾ ਵਾਇਰਸ ਦੇ ਉਹ ਬੜਾ ਈਜ਼ੀ ਹੈ ਉਹ ਤੁਹਾਨੂੰ ਕਹਿ ਦੇਣਗੇ ਕਿ ਤੁਸੀਂ ਘਰ ਨਾਲ ਬਾਹਰ ਨਾ ਨਿਕਲੋ ਮਾਸਕ ਪਾ ਲਓ ਤੇ ਹੈਲਥ ਦੀ ਚੀਜ਼ ਹੈ ਤਾਂ ਲੋਕੀ ਮੰਨਣਗੇ ਮੈਨੂੰ ਲੱਗਦਾ ਫਾਈਨੈਂਸ ਦੀ ਚੀਜ਼ ਦੇ ਵਿੱਚ ਲੋਕੀ ਥੋੜੇ ਰਿਸਕੀ ਹੁੰਦੇ ਨੇ ਤਾਂ ਉਹਨਾਂ ਨੂੰ ਕਿੱਕ ਲੈਣੀ ਚੰਗੀ ਲੱਗਦੀ ਹੈ ਤੇ ਉੱਥੇ ਜੇ ਗਵਰਨਮੈਂਟ ਕਹੇ ਕਿ ਬਿਟਕੋਇਨ ਮਿਲਦਾ ਜਾਓ ਫਿਰ ਉੱਥੇ ਜਾਣਗੇ ਬਟ ਟੂ ਹਰਪ੍ਰੀਤ's point ਜੇ ਬਿਟਕੋਇਨ ਉਹਨਾਂ ਨੇ ਬੈਨ ਕਰਨਾ ਹੁੰਦਾ ਤੇ 10 ਸਾਲ ਪਹਿਲਾਂ ਹੀ ਬੈਨ ਕਰ ਦਿੰਦੇ ਜਦੋਂ ਹੋਇਆ ਸੀ ਤੇ ਹੁਣ ਤੱਕ ਬਹੁਤ ਸਾਰੀ ਕੰਟਰੀਜ਼ ਨੇ ਇਹ ਸਟੈਂਸ ਜੇ ਮਤਲਬ ਜੇ ਇੰਡੀਆ ਨੂੰ ਅਸੀਂ ਐਗਜ਼ਾਮਪਲ ਯੂਜ਼ ਕਰਨੇ ਆ ਇੰਡੀਆ ਨੇ ਬਲੌਕਚੇਨ ਜਿਹੜੀ ਉਹਦੀ ਟੈਕਨੋਲੋਜੀ ਹੈ ਬਿਟਕੋਇਨ ਦੀ ਉਹਦੇ ਉੱਤੇ ਰੈਗੂਲੇਟਰੀ ਫਰੇਮਵਰਕ ਬਣਾਇਆ ਹੈ ਉਹਦੇ ਉੱਤੇ ਲੀਗਲ ਫਰੇਮਵਰਕ ਹੈਗਾ ਜੋ ਬਲੌਕਚੇਨ ਉਹਦੀ ਟੈਕਨੋਲੋਜੀ ਹੈ ਬਿਟਕੋਇਨ ਉਹਦੇ ਉੱਤੇ ਕੋਈ ਲੀਗਲ ਫਰੇਮਵਰਕ ਨਹੀਂ ਹੈਗਾ ਤੇ ਇਹਦਾ ਮਤਲਬ ਹੈ ਕਿ ਨਾ ਹੀ ਉਹ ਬੈਂਡ ਹੈ ਨਾ ਹੀ ਉਹ ਲੀਗਲ ਹੈ ਕਿ ਗਵਰਨਮੈਂਟ ਬੇਸਿਕਲੀ ਕਹਿ ਰਹੀ ਕਿ ਅਸੀਂ ਗਾਰੰਟੀ ਨਹੀਂ ਲੈਂਦੇ ਕਿ ਜੇ ਤੁਸੀਂ ਤੁਹਾਡੇ ਬਿਟਕੋਇਨ ਖੋ ਲੈਂਦੇ ਜੇ ਤੁਹਾਡੇ ਕੋਈ ਸਕੈਮ ਹੋ ਜਾਂਦੇ ਨੇ ਤੇ ਉਹਦੇ ਕੋਈ ਲਾਜ਼ ਨਹੀਂ ਹੈਗੇ ਜਿਹੜੇ ਤੁਹਾਨੂੰ ਪ੍ਰੋਟੈਕਟ ਕਰ ਸਕਦੇ ਨੇ ਤੇ not only ਇੰਡੀਆ ਬਹੁਤ ਸਾਰੇ ਦੇਸ਼ ਹੁਣ ਇਹੀ ਸਿਚੁਏਸ਼ਨ ਦੇ ਵਿੱਚ ਹੈਗੇ ਨੇ ਜਿਹੜਾ ਉਹ ਵੇਟ ਕਰ ਰਹੇ ਨੇ ਕਿ ਕ੍ਰਿਪਟੋ ਕਰੰਸੀ ਕਿਵੇਂ ਡਿਵੈਲਪ ਹੋਏਗੀ ਦੁਨੀਆ ਦੇ ਵਿੱਚ ਤੇ ਬਿਫੋਰ ਉਹ ਰੂਲਸ ਲੈ ਕੇ ਆਣ ਲਾਜ਼ ਲੈ ਕੇ ਆਣ ਉਹ ਵੇਖਣਾ ਚਾਹੁੰਦੇ ਦੁਨੀਆ ਵਿੱਚ ਕਿਵੇਂ ਡਿਵੈਲਪ ਹੋਏਗਾ ਇਹ ਟੈਕਨੋਲੋਜੀ ਤੇ ਮੈਨੂੰ ਪਰਸਨਲੀ ਨਹੀਂ ਹਾਂਜੀ ਸੌਰੀ ਹਰਕਨ
ਸੌਰੀ ਮੈਂ ਆਲਸੋ ਇੱਕ ਪੁਆਇੰਟ ਨੋਟ ਕਰਨਾ ਚਾਹੁੰਦਾ ਸੀਗਾ ਅਮਰੀਕਾ ਦੇ ਵਿੱਚ ਐਕਚੁਅਲੀ ਜਿਹੜਾ ਵੀ ਬੰਦਾ ਕ੍ਰਿਪਟੋ ਕਰੰਸੀ ਜਾਂ ਬਿਟਕੋਇਨ ਦੇ ਵਿੱਚ ਪੈਸੇ ਬਣਾਉਂਦਾ ਆ ਜਿਹਨੂੰ ਕਹਿ ਦਿੰਦੇ ਪ੍ਰੋਫਿਟ ਉਹਨਾਂ ਨੂੰ ਟੈਕਸਿਸ ਪੇ ਕਰਨੇ ਪੈਂਦੇ ਆ ਉਹਨਾਂ ਨੇ ਅਨਾਉਂਸ ਕਰ ਦਿੱਤਾ ਸੀ ਪਿਛਲੇ ਸਾਲ ਸੋ ਆਈ ਮੀਨ ਗਵਰਨਮੈਂਟ ਦਾ ਫਾਇਦਾ ਜ਼ਿਆਦਾ ਆ ਘੱਟ ਆ ਬਹੁਤ ਘੱਟ ਆ ਸੋ ਉਹਨਾਂ ਨੂੰ ਫ੍ਰੀ ਦੇ ਜਿੱਦਾਂ ਵੀ ਤੁਸੀਂ ਕਹਿ ਸਕਦੇ ਵੀ ਉਹਨਾਂ ਨੂੰ ਟੈਕਸਸ ਦੇ ਜੋ ਵੀ ਉਹਨਾਂ ਨੂੰ ਪੈਸੇ ਮਿਲਣੇ ਆ ਗਵਰਨਮੈਂਟ ਨੇ ਕਦੀ ਵੀ ਨਹੀਂ ਉਹਨੂੰ ਨਾ ਕਰਨੀ ਸੋ just wanted to point that out. Exactly. ਆਸਟ੍ਰੇਲੀਆ ਵਿੱਚ ਵੀ ਹੁਣ ਇਹ ਫਰੇਮਵਰਕ ਆਇਆ ਹੈ ਆਈ ਥਿੰਕ 2-3 ਸਾਲ ਪਹਿਲਾਂ ਕਿ ਲੀਗਲ ਉਹਨਾਂ ਨੇ ਕਰਤਾ ਕ੍ਰਿਪਟੋ ਤੇ ਮੈਂ ਵੀ ਹੁਣ ਆਪਣੇ ਟੈਕਸਸ ਪੇ ਕੀਤੇ ਨੇ ਲਾਸਟ ਈਅਰ ਤੇ ਜਿਹੜੇ ਮੇਰੇ ਟੈਕਸਸ ਮੈਂ ਕ੍ਰਿਪਟੋ ਤੇ ਪੇ ਕੀਤੇ ਨਾ ਬਿਟਕੋਇਨ ਦੇ ਇਟ ਵਾਸ ਨਾਰਮਲ ਕੈਪੀਟਲ ਗੇਨ ਔਨ ਸਟਾਕਸ ਜਾਂ ਔਨ ਇਨਵੈਸਟਮੈਂਟ ਤੇ ਕੈਪੀਟਲ ਗੇਨ ਤੇ ਮੈਂ ਵੀ ਪੇ ਕੀਤੇ ਹੈ ਸੋ ਆਈ ਥਿੰਕ ਜੇ ਇੰਡੀਆ ਵਿੱਚ ਆਏਗਾ ਤਾਂ ਉੱਥੇ ਵੀ ਇਦਾਂ ਹੀ ਆਏਗਾ ਕਿ ਤੁਹਾਨੂੰ ਸਟਾਕ ਤੇ ਵਾਂਗੂ ਤੁਹਾਨੂੰ ਟੈਕਸ ਕਰਨਗੇ ਤੇ ਕੋਈ ਵੀ ਗਵਰਨਮੈਂਟ ਦੁਨੀਆ ਦੀ ਗਾਇਸ ਫ੍ਰੀ ਪੈਸੇ ਨੂੰ ਮਨਾ ਨਹੀਂ ਕਰੇਗੀ ਤੇ ਬਿਟਕੋਇਨ ਵਿੱਚ ਟੈਕਸ ਬਹੁਤ ਹੈ No, interesting thing that is Malaysia ने की Bitcoin accept किया पर उधर तो tax नहीं है Malaysia doesn't have capital gain tax so in this case it's not only just about the money side of things but also the other opportunities क्योंकि ਹੁਣ अगर वो exchange ਨੂੰ ਵੀ ਕਿ ਅੰਦਰ ਪ੍ਰੋਮੋਟ ਕਰਦੇ ਉਹਦੇ ਨਾਲ ਐਕਸਚੇਂਜ ਦੀ ਇੰਡਸਟਰੀ ਮਿਲ ਰਹੀ ਹੈ ਕ੍ਰਿਪਟੋ ਦੀ ਇੰਡਸਟਰੀ ਮਿਲ ਰਹੀ ਹੈ ਉਹਦੇ ਨਾਲ ਜਦ ਜੌਬਸ ਵੀ ਕ੍ਰੀਏਟ ਹੋ ਰਹੇ ਨੇ ਉਹਦੇ ਨਾਲ ਇੱਕ ਤਾਂ ਓਵਰਆਲ ਇਕਨੋਮੀ ਵੀ ਬੂਸਟ ਹੁੰਦੀ ਹੈ ਸੋ ਉਹਦੇ ਅੰਦਰ ਹੋਲ ਇੰਡਸਟਰੀ ਗਰੋ ਹੋ ਸਕਦੀ ਹੈ ਸੋ ਇੱਕ ਤਾਂ ਕਿ ਪੈਸੇ ਹਾਂ ਕਿਤੇ ਨਾ ਕਿਤੇ ਤਾਂ ਉਹਨਾਂ ਨੂੰ ਆਉਣਗੇ ਹੀ ਵਾਪਸ ਅਗਰ ਕੈਪੀਟਲ ਗੇਨ ਤੋਂ ਨਹੀਂ ਫਿਰ ਸ਼ਾਇਦ ਇਨਕਮ ਟੈਕਸ ਜਦੋਂ ਉਹਨਾਂ ਨੂੰ ਸ਼ਾਇਦ ਉਹ ਕਾਰਪੋਰੇਟ ਟੈਕਸ ਲਵਾ ਸਕਦੇ ਨੇ ਸੋ ਪੈਸੇ ਤਾਂ ਕਿਸੇ ਨਾ ਕਿਸੇ ਸਰਕਾਰ ਨੂੰ ਵਾਪਸ ਆਉਣਗੇ ਹੀ ਨਹੀਂ ਪਰ ਜਿਹੜਾ ਓਪਰਚੁਨਿਟੀ ਹੈ ਉਹ ਵੀ ਇੱਕ ਫੈਕਟਰ ਅੰਦਰ ਕੰਸੀਡਰ ਕਰਨ ਵਾਸਤੇ ਵੀ ਇਹ ਇੰਡਸਟਰੀ ਨੂੰ ਰੱਖੀਏ ਜਾਂ ਬੈਨ ਕਰੀਏ yes absolutely and what I would like to also point out that there is no regulatory framework in India ਉੱਥੇ ਸਿਰਫ ਨੈਸ਼ਨਲ ਬਲੌਕਚੇਨ ਫਰੇਮਵਰਕ ਹੈ ਵੀ ਉਹ ਕਿਵੇਂ ਬਲੌਕਚੇਨ ਨੂੰ ਅਡਾਪਟ ਕਰ ਸਕਦੇ ਆ ਪਰ ਉਹਦੇ ਤੇ ਰੈਗੂਲੇਸ਼ਨ ਨਹੀਂ ਪਿਆ just a framework to how India can adopt blockchain and what should be the focus of India ਉਹੀ ਜਿੰਨਾ ਮੈਨੂੰ ਪਤਾ ਸੀ it's not a regulatory framework for even blockchain or cryptos I think ਜਗਸੀਰ ਸਿੰਘ ਸਿੱਧੂ ਕਹਿ ਰਹੇ ਨੇ ਕਿ ਇੰਡੀਆ ਵਿੱਚ 30% ਟੈਕਸ ਹੈ ਤੁਹਾਡੇ ਪ੍ਰੋਫਿਟਸ ਤੇ ਕ੍ਰਿਪਟੋ ਦੇ ਉੱਤੇ ਸੌਰੀ ਪ੍ਰਭਜੀਤ ਤੁਸੀਂ ਕਹਿ ਰਹੇ ਸੀ ਕੁਝ ਮੈਂ ਹਰਪ੍ਰੀਤ ਦੀ ਗੱਲ ਐਕਸਟੈਂਡ ਕਰਨੀ ਸੀਗੀ ਵੀ ਤੁਸੀਂ ਦੇਖ ਸਕਦੇ ਆ ਹੁਣ ਮੈਂ ਨਿਊਯਾਰਕ ਸਿਟੀ ਦੇ ਵਿੱਚ ਰਿਹਾ ਤੇ ਅਸੀਂ ਬਿਟਕੋਇਨ ਸਟਾਰਟਅਪਸ ਤੇ ਮੋਨੇਰੋ ਸਟਾਰਟਅਪਸ ਤੇ ਔਰ ਮੀਟਅਪਸ ਤੇ ਜਾਂਦੇ ਸੀਗੇ ਹਨਾ ਦੂਜੇ ਲੋਕਾਂ ਨਾਲ ਮਿਲਣ ਲਈ ਤੇ ਇੱਕ ਚੀਜ਼ ਬਹੁਤ ਇੰਟਰਸਟਿੰਗ ਸੀਗੀ ਵੀ ਹੁਣ ਜਿਹੜੀ ਚੀਜ਼ ਅਸੀਂ 2 ਸਾਲ ਪਿੱਛੇ ਗੱਲ ਕਰਦੇ ਸੀਗੇ ਪ੍ਰੈਡਿਕਸ਼ਨ ਬਣਾਈ ਸੀਗੇ ਉਹ ਹੁਣ ਸੱਚ ਹੋ ਗਏ ਸੋ ਨਿਊਯਾਰਕ ਸਿਟੀ ਦੇ ਵਿੱਚ ਜੇ ਕਿਸੇ ਨੇ ਬਿਟਕੋਇਨ ਸਟਾਰਟਅਪ ਸ਼ੁਰੂ ਕਰਨੀ ਆ ਜਾਂ ਡਿਜੀਟਲ ਕਰੰਸੀ ਦੀ ਸਟਾਰਟਅਪ ਸ਼ੁਰੂ ਕਰਨੀ ਆ ਉਹਨੂੰ ਘੱਟੋ ਘੱਟ 10 ਲੱਖ ਤੋਂ ਘੱਟ ਪੈਸੇ ਨਾਲ ਸ਼ੁਰੂ ਨਹੀਂ ਕਰ ਸਕਦੇ ਬਿਕਾਜ਼ ਤੁਹਾਨੂੰ ਗਵਰਨਮੈਂਟ ਦੀ ਫੀ ਪੇ ਕਰਨ ਦੀ ਲੋੜ ਹੈਗੀ ਆ ਸੋ ਜੇ ਤੁਸੀਂ ਕ੍ਰਿਪਟੋ ਕਰੰਸੀ ਦੀ ਲਾਇਸੈਂਸ ਲੈਣੀ ਆ ਤੁਸੀਂ 10 ਲੱਖ US ਡਾਲਰਸ ਗਵਰਨਮੈਂਟ ਨੂੰ ਦੇਣ ਦੀ ਲੋੜ ਹੈਗੀ ਆ ਫੀਸ ਦੇ ਵਿੱਚ ਸੋ ਜਿਹੜੇ ਮਡੀਰ ਹੈਗੀ ਆ ਜਿਹੜੀ ਲਾਈਕ ਟੈਕਨੋਲੋਜੀ ਦੇ ਨਾਲ ਖੇਡਦੇ ਹੈਗੇ ਆ ਤੇ ਸਾਫਟਵੇਅਰ ਬਣਾਉਂਦੇ ਹੈਗੇ ਆ ਉਹਦੇ ਇੰਨੇ ਪੈਸੇ ਲਾਈਕ ਪੇ ਨਹੀਂ ਹੈਗੇ ਉਹ ਦੇ ਨਹੀਂ ਸਕਦੇ ਸੋ ਜਦੋਂ ਅਸੀਂ ਨਿਊਯਾਰਕ ਸਿਟੀ ਦੇ ਵਿੱਚ ਗੱਲ ਕਰਦੇ ਸੀਗੇ ਉਹ ਜਿਹੜੇ ਮੁੰਡੇ ਕਿਸੇ ਐਪ ਬਣਾਉਂਦੇ ਸੀਗਾ ਜਾਂ ਫਲਾਨਾ ਨੇ ਐਕਸਚੇਂਜ ਬਣਾਇਆ ਹੈਗਾ ਉਹ ਲੁਕੋ ਕੇ ਦਿਖਾਉਂਦੇ ਸੀਗੇ ਇੱਕ ਦੂਜੇ ਨੂੰ ਹਨਾ ਵੀ ਮੈਂ ਆ ਕਰਦਾ ਹੋਰ ਦੇਸ਼ ਹੈਗੇ ਆ ਜਿਹੜੇ ਇਨਕਰੇਜ ਕਰਦੇ ਹੈਗੇ ਆ ਸੋ ਸਿੰਗਾਪੁਰ ਨੇ ਲਾਈਕ ਜਿਹੜੇ ਉਹਦੇ ਆਪ ਉੱਥੇ ਪਹਿਲਾਂ ਸਾਫਟਵੇਅਰ ਤੇ ਐਕਸਚੇਂਜ ਵਾਲੇ ਲੋਕ ਸੀਗੇ ਉਹਨੂੰ ਕਿਹਾ ਵੀ ਤੁਸੀਂ ਜਿਹੜੇ ਤੁਹਾਡੇ ਦੋਸਤ ਹੈਗੇ 2 ਹੋਰ ਦੇਸ਼ਾਂ ਤੋਂ ਉਹਨੂੰ ਇੱਥੇ ਇਨਵਾਈਟ ਕਰੋ ਅਸੀਂ ਉਹਨੂੰ ਵਧੀਆ ਟੈਕਸ ਬੈਨੀਫਿਟਸ ਦੇਵਾਂਗੇ ਤੇ ਇਨਕਰੇਜ ਕਰਾਂਗੇ ਤੇ ਹੁਣ ਜਿਹੜੇ ਵੱਡੇ ਐਕਸਚੇਂਜ ਹੁਣ ਸ਼ੁਰੂ ਹੁੰਦੇ ਆ ਹੁਣ ਸਿੰਗਾਪੁਰ ਦੇ ਵਿੱਚ ਸ਼ੁਰੂ ਹੁੰਦੇ ਆ ਤੇ ਤੁਹਾਡੇ ਗਵਰਨਮੈਂਟ ਦੇ ਸਰਕਾਰ ਦੇ 2 ਆਪਸ਼ਨਸ ਹੈਗੇ ਤੁਸੀਂ ਨਿਊਯਾਰਕ ਬਣੋ ਜਿੱਥੇ ਕੋਈ ਕਿਸੇ ਦਾ ਜੀ ਨਹੀਂ ਕਰਦਾ ਜਾਣ ਨੂੰ ਜਾਂ ਸਿੰਗਾਪੁਰ ਵਾਂਗੂ ਬਣਾਓ ਸਿਸਟਮ ਜਿਹਦੇ ਤੇ ਜਿਹੜੇ ਯੰਗ ਪੀਪਲ ਹੈਗੇ ਆ ਤੇ ਜਿਹੜੇ ਐਂਟਰਪ੍ਰੀਨਿਓਰੀਅਲ ਲੋਕ ਹੈਗੇ ਆ ਉੱਥੇ ਜਾਓਗੇ ਤੇ ਨਵੀਂ ਬਿਜ਼ਨਸ ਸ਼ੁਰੂ ਕਰੋਗੇ Yes, that's perfect. Thank you, Prabjeet. Thank you for that. So, guys, एक question आया Dr. Arjun Singh to, ते वो कह रहे हैं कि सत श्री अकाल everyone, lovely session going on. Thank you. I have one question. What do you have to say about hacks and data breaches happen on an almost daily basis? Cryptocurrency exchange hacks are particularly damaging because they typically affect thousands of users. ਤੇ ਇੱਥੇ ਅਰਜਨ ਸਿੰਘ ਕੀ ਕਹਿ ਰਹੇ ਨੇ ਕਿ ਤੁਹਾਡਾ ਹੈਕ ਦੇ ਬਾਰੇ ਕੀ ਕਹਿਣਾ ਹੈ ਕਿਉਂਕਿ
ਜਿਹੜੇ ਕ੍ਰਿਪਟੋ ਕਰੰਸੀ ਦੇ ਐਕਸਚੇਂਜ ਨੇ, ਹੁਣ ਜੇ ਤੁਹਾਨੂੰ ਪਤਾ ਹੈ ਕਿ ਕ੍ਰਿਪਟੋ ਕਰੰਸੀ ਐਕਸਚੇਂਜ ਕੀ ਹੈ, ਉੱਥੇ ਜਾ ਕੇ ਤੁਸੀਂ ਬਿਟਕੋਇਨ ਐਕਸਚੇਂਜ ਤੋਂ ਖਰੀਦ ਸਕਦੇ ਹੋ ਜਾਂ ਹੋਰ ਕਰੰਸੀਜ਼। ਇੰਡੀਆ ਵਿੱਚ ਵੀ ਬੜੇ ਐਕਸਚੇਂਜਸ ਨੇ ਜਿਵੇਂ ਕੋਇਨ DCX ਤੇ ਜ਼ੈਪੇ, ਇਹ ਲੀਗਲ ਆਪਰੇਟਡ ਐਕਸਚੇਂਜਸ ਨੇ ਇੰਡੀਆ ਵਿੱਚ, ਜਿੱਥੇ ਤੁਸੀਂ ਰੁਪਏ ਦੇ ਨਾਲ ਜਾ ਕੇ ਬਿਟਕੋਇਨ ਖਰੀਦ ਸਕਦੇ ਹੋ। ਤੇ ਉਹ ਕਹਿ ਰਹੇ ਨੇ ਕਿ ਜਿਹੜੇ ਕ੍ਰਿਪਟੋ ਐਕਸਚੇਂਜਸ ਦੇ ਜਿਹੜੇ ਹੈਕ ਹੁੰਦੇ ਨੇ, ਇਹਨਾਂ ਦੇ ਬਾਰੇ ਤੁਹਾਡਾ ਕੀ ਕਹਿਣਾ ਹੈ? ਬਿਕੋਜ਼ ਇਹ ਕਿੰਨੇ ਸਾਰੇ ਜਿਹੜੇ ਹੁਣ ਯੂਜ਼ਰਸ ਨੇ ਐਕਸਚੇਂਜ ਦੇ, ਉਹਨਾਂ ਤੇ ਇਫੈਕਟ ਹੁੰਦਾ ਹੈ, ਉਹਨਾਂ ਦੇ ਜਿਹੜੇ ਪੈਸੇ ਪਏ ਹੋਣੇ। ਤੇ ਇਹਦਾ ਕੌਣ ਆਨਸਰ ਕਰਨਾ ਚਾਹੁੰਦਾ ਹੈ? ਹਾਪੀ ਭਾਜੀ। Okay. अच्छा like so ਇਹਦੇ ਨਾਲ ਗੱਲ ਇਹ ਨੋਟ ਕਰਨ ਵਾਲੀ ਵੀ, ਅਗਰ ਗੱਲ ਕਰੀਏ ਹੈਕ ਦੀ, ਜਿਹੜਾ ਤੇ ਉਹ ਬਲੌਕਚੇਨ ਟੈਕਨੋਲੋਜੀ ਆ, ਅੱਜ ਤੱਕ ਕਿਤੇ ਵੀ ਹੈਕ ਨਹੀਂ ਹੋਈ। ਅਗਰ ਜਿਹਦੇ ਹੈਕ ਦੀ ਗੱਲ ਕਰਦੇ ਆ ਅੱਜ ਕੱਲ੍ਹ, ਜਿਹਦੀ ਵੀ ਆਪਾਂ ਜ਼ਿਆਦਾਤਰ ਸੁਣਦੇ ਆ ਐਕਸਚੇਂਜਸ ਹੈਕ ਜਾਂ ਵਾਲਟ ਹੈਕ, ਇਹ ਜ਼ਿਆਦਾਤਰ ਲੋਕੀ ਜਿਵੇਂ ਕਿ ਉਹ ਉਹਨਾਂ ਦੇ ਕੰਪਿਊਟਰ ਸਿਸਟਮਸ ਹੈਕ ਕਰਦੇ ਨੇ, ਉਹਨਾਂ ਦੇ ਵਲਨਰੇਬਲ ਸਿਸਟਮ ਹੁੰਦਾ। ਕਿਤੇ ਕਿਤੇ ਕੁਝ ਲੋਕ ਸਮਾਰਟ ਕੇ ਟੇਕ ਕੇਅਰ ਨਹੀਂ ਕਰਦੇ ਆਪਣੀ ਸਿਕਿਉਰਿਟੀ ਦਾ, ਉਹਨਾਂ ਦਾ ਸਿਕਿਉਰਿਟੀ ਦਾ ਇੰਨਾ ਕੀ ਕਨਸਰਨ ਨਹੀਂ ਹੁੰਦਾ, ਜਾਂ ਉਹਨਾਂ ਦੀ ਟੀਮ 'ਚ ਸਿਕਿਉਰਿਟੀ ਦੇ ਐਕਸਪਰਟਸ ਨਹੀਂ ਹੁੰਦੇ। ਸੋ ਜਿਹੜੀ ਪ੍ਰੋਬਲਮ ਆ ਜਿਹਦੀ ਅਗਰ ਆਪਾਂ ਲਾਈਏ ਜਾਵੇ ਗੱਲਾਂ ਕਿ ਹੈਕਸ ਦੇ ਨੋਰਮਲ, ਬੈਂਕਸ ਦੇ ਉੱਤੇ ਵੀ ਕਾਫੀ ਹੈਕਸ ਹੁੰਦੇ ਨੇ, ਟੈਲਕੋਸ ਦੇ ਉੱਤੇ ਵੀ ਕਿੰਨੇ ਹੈਕਸ ਹੁੰਦੇ ਨੇ, ਇਲੈਕਟ੍ਰਿਕ ਕੰਪਨੀਜ਼ ਤੇ ਵੀ ਹੁੰਦੇ ਨੇ, ਗਵਰਨਮੈਂਟਸ ਤੇ ਵੀ ਹੁੰਦੇ ਨੇ, ਪਰ ਇਹ ਜ਼ਿਆਦਾਤਰ ਨਿਊਜ਼ ਬਾਹਰ ਨਹੀਂ ਆਉਂਦੀਆਂ। ਜਿਵੇਂ ਕਿ ਅਗਰ ਲਾਇਆ ਜਾਵੇ, ਅਗਰ ਮੈਂ ਆਪਦਾ ਪਰਸਨਲ ਦੀ ਡੇਟਾਬੇਸ ਦੀ ਗੱਲ ਕਰਾਂ, ਮੇਰਾ ਪਰਸਨਲ ਦਾ ਡੇਟਾਬੇਸ ਡਾਰਕਨੈਟ ਤੇ ਪਿਆ, ਕੋਈ ਬਿਟਕੋਇਨ ਐਕਸਚੇਂਜ ਤੋਂ ਨਹੀਂ, ਪਰ ਮੇਰੇ ਟੈਲਕੋ ਕੰਪਨੀ ਨੂੰ 3 ਸਾਲ ਪਿੱਛੇ ਲੋਕਾਂ ਨੇ ਕਿਸੇ ਨੇ ਹੈਕ ਕਰ ਲਿਆ ਸੀ, ਸੋ ਸਾਰਾ ਡੇਟਾਬੇਸ ਉਹਨਾਂ ਨੇ ਡਾਰਕ ਵੈਬ ਤੇ ਵੇਚਤਾ, ਤੇ ਮੈਂ ਜਾ ਕੇ ਦੇਖ ਸਕਦਾ ਉਹਦਾ ਡੇਟਾਬੇਸ ਉੱਥੇ, ਮੈਂ ਉਹਦਾ ਖਰੀਦ ਵੀ ਸਕਦਾ ਜਾ ਕੇ ਕੀ ਡਾਰਕਨੈਟ ਤੋਂ ਡੇਟਾਬੇਸ। ਪਰ ਇਹ ਨਹੀਂ ਕਿ ਵੀ ਹੈਕ ਹੁੰਦੇ ਨਹੀਂ ਹੈ, ਹਰੇਕ ਸੈਕਿੰਡ 'ਚ ਕਿਸੇ ਦਾ ਡੇਟਾਬੇਸ ਡਾਊਨਲੋਡ ਹੋ ਰਿਹਾ, ਕਈ ਹੈਕਰ ਕੋਈ ਡਾਊਨਲੋਡ ਕਰ ਰਿਹਾ। ਤੇ ਜ਼ਿਆਦਾਤਰ ਹੁਣ ਜੇ ਕ੍ਰਿਪਟੋ ਕਰੰਸੀ ਦੀ ਪ੍ਰੋਬਲਮ ਜਾਂ ਉਹਨਾਂ ਦੀ ਐਕਸਚੇਂਜ ਸਾਈਡ ਦੀ ਪ੍ਰੋਬਲਮ ਇਹ ਆ, ਅਰਲੀ ਡੇਜ਼ ਆਪਾਂ ਬੜਾ ਸੁਣਦੇ ਸੀ ਵੀ ਇਹ ਹੈਕ ਹੋ ਗਈ ਜਾਂ ਉਹ ਐਕਸਚੇਂਜ ਹੈਕ ਹੋ ਗਈ, ਕਿਉਂਕਿ 2017 2016 2018 ਦੇ ਅੰਦਰ ਆਪਾਂ ਜ਼ਿਆਦਾ ਬਾਲੇ ਹੈਕ ਸੁਣੇ ਸੀ ਉਸ ਟਾਈਮ ਤੇ, ਕਿਉਂਕਿ ਜ਼ਿਆਦਾਤਰ ਇੰਡਸਟਰੀ ਕ੍ਰਿਪਟੋ ਐਕਸਚੇਂਜਸ ਨਵੀਆਂ ਖੜੀਆਂ ਹੁੰਦੀਆਂ ਸੀਗੀਆਂ। ਹਰੇਕ ਕਿ ਦੋਸਤ ਮੈਂ ਜਾਂਦਾ ਸੀ ਇੰਡਸਟਰੀ 'ਚ, ਕਹਿੰਦਾ ਸੀ ਉਹ ਮੈਂ ਨਵੀਂ ਐਕਸਚੇਂਜ ਬਣਾਈ ਹੈ, ਠੀਕ ਹੈ, ਪਰ ਕੀ ਕੋਈ ਵੀ ਬੰਦਾ ਕੀ ਆ ਕੇ ਆਪਦੀ ਐਕਸਚੇਂਜ ਖੜੀ ਜਾਂਦਾ ਸੀ, ਤੇ ਲੋਕੀ ਉਹਦੇ ਐਕਸਚੇਂਜ ਨੂੰ ਜਾ ਕੇ ਸਪੋਰਟ ਵੀ ਕਰੀ ਜਾਂਦੇ ਸੀ, ਲੋਕੀ ਯੂਜ਼ਰ ਜੁਆਇਨ ਵੀ ਕਰੀ ਜਾਂਦੇ ਸੀ। ਸੋ ਇਹਦੇ ਅੰਦਰ ਨਾ ਜ਼ਿਆਦਾਤਰ ਜਿਹੜੇ ਲੋਕ ਹੁੰਦੇ ਆ, ਕਾਫੀ ਐਕਸਚੇਂਜ ਦੇ ਅੰਦਰ ਇਹ ਪ੍ਰੋਬਲਮ, ਕਿਉਂਕਿ ਉੱਥੇ ਨਾ ਰੈਗੂਲੇਸ਼ਨ ਸੀਗੀ ਵੀ ਕਿਵੇਂ ਸਿਕਿਉਰਿਟੀ ਮੇਨਟੇਨ ਕਰਨੀ ਆ, ਰਿਸਕ ਕਿਵੇਂ ਮੇਨਟੇਨ ਕਰਨਾ ਵੀ ਉਹ ਐਕਸਚੇਂਜ ਦਾ ਜਾਂ ਉਹ ਵਾਲਟ ਦਾ ਜਾਂ ਸੌਫਟਵੇਅਰ ਦਾ। ਸੋ ਲੋਕੀ ਉਹਨਾਂ ਨੇ ਆਪਦੀ ਉਹ ਸਿਕਿਉਰਿਟੀ ਅੰਡਰਮਾਈਨ ਕੀਤੀ, ਉਹਦੇ ਅੰਦਰ ਇੰਨਾ ਉਹਨਾਂ ਨੇ ਪ੍ਰੋਸੈਸਸ ਉਹਨਾਂ ਨੇ ਸਿਕਿਉਰਿਟੀ ਦੇ ਕੀਤੇ ਨਹੀਂ, ਕਿਉਂਕਿ ਉਹ ਇੰਪੋਰਟੈਂਟ ਨਹੀਂ ਸੀਗਾ ਉਹਨਾਂ ਵਾਸਤੇ। ਉਹਨਾਂ ਵਾਸਤੇ ਇੰਪੋਰਟੈਂਟ ਸੀਗਾ ਵੀ ਉਹ ਬਿਜ਼ਨਸ ਵਧੇ, ਜ਼ਿਆਦਾ ਲੋਕ ਟ੍ਰੇਡ ਕਰੇ, ਜ਼ਿਆਦਾ ਪੈਸਾ ਬਣੇ, ਜ਼ਿਆਦਾ ਲਿਕੁਇਡਿਟੀ ਆਵੇ। ਤੇ ਜਿਹੜੇ ਹੈਕਰ ਸੀ ਉਹ ਇਹ ਜਿਹੇ ਐਕਸਚੇਂਜ ਜਿਹਨਾਂ ਦੇ ਵੀਕ ਸੀਗੇ, ਉਹਨਾਂ ਦੇ ਉੱਤੇ ਅਟੈਕ ਕਰਕੇ ਉਹਨਾਂ ਦੇ ਪੈਸੇ ਸੀਗੇ ਉਹ, ਤੇ ਇਹਨਾਂ ਨੋਟ ਕਰਿਓ ਵੀ ਉਹ ਬਲੌਕਚੇਨ ਨੂੰ ਨਹੀਂ ਹੈਕ ਕਰ ਰਹੇ ਸੀਗੇ, ਉਹਨਾਂ ਦੇ ਕੰਪਿਊਟਰ ਸਿਸਟਮ ਨੂੰ ਹੈਕ ਕਰਕੇ ਉਹਨਾਂ ਦੇ ਬਲੌਕਚੇਨ ਦਾ ਪਾਸਵਰਡ, ਜਿਹਨੂੰ ਆਪਾਂ ਪ੍ਰਾਈਵੇਟ ਕੀ ਕਹਿੰਦੇ ਆ, ਉਹ ਕਾਪੀ ਕਰਕੇ ਸਾਰੇ ਪੈਸੇ ਉਹ ਕ੍ਰਿਪਟੋ ਕਰੰਸੀ ਦੇ ਅੰਦਰ ਆਪਦੇ ਆਪ ਨੂੰ ਭੇਜ ਦਿੰਦੇ ਆ। ਅਗਰ ਉਹਨਾਂ ਨੇ ਬਿਟਕੋਇਨ ਦਾ ਅਕਾਊਂਟ ਅਟੈਕ ਕੀਤਾ, ਉਹਨਾਂ ਨੂੰ ਉਹ ਪਾਸਵਰਡ ਮਿਲ ਗਿਆ। ਹੁਣ ਜਿਵੇਂ ਅਗਰ ਲਾਇਆ ਜਾਵੇ ਫੇਸਬੁੱਕ ਹੀ ਲੈ ਲਓ, ਚਲੋ ਅਗਰ ਤੁਸੀਂ ਆਪਦਾ ਫੇਸਬੁੱਕ ਦਾ ਪਾਸਵਰਡ ਸੌਖੀ ਤਰ੍ਹਾਂ ਜਿਵੇਂ ਆਪਦੇ ਕੀਬੋਰਡ ਤੇ ਹੀ ਰੱਖਤਾ ਜਾਂ ਕੋਲੇ ਕਿਤੇ ਲਿਖ ਕੇ ਰੱਖਿਆ ਹੋਇਆ, ਕੋਈ ਬੰਦਾ ਕਿ ਚੱਕ ਕੇ ਉਹਨੂੰ ਪੜ੍ਹ ਕੇ ਤੁਹਾਡੇ ਫੇਸਬੁੱਕ ਤੇ ਲੌਗਇਨ ਕਰਕੇ ਕੋਈ ਪੋਸਟ ਲਿਖ ਦੇ, ਉਹਨੂੰ ਤਾਂ ਆਪਾਂ ਹੈਕ ਨਹੀਂ ਹੈ, ਜਿਵੇਂ ਉਹ ਫੇਸਬੁੱਕ ਦਾ ਹੈਕ ਤਾਂ ਨਹੀਂ ਹੈ, ਉਹ ਤੁਹਾਡੀ ਆਪਦੀ ਗਲਤੀ ਹੈ, ਉਹਦੇ ਅੰਦਰ ਕਿਉਂ ਤੁਸੀਂ ਉਹਨੂੰ ਲਿਖ ਕੇ ਰੱਖਿਆ। ਸੋ ਉਵੇਂ ਹੁਣ ਉਹ ਬਲੌਕਚੇਨ ਤੇ ਕਿਤੇ ਹੈਕ ਨਹੀਂ ਹੋਇਆ ਹਜੇ ਤੱਕ, ਪਰ ਜਿਹੜੇ ਕੰਪਿਊਟਰ ਸਿਸਟਮਸ ਨੇ, ਐਕਸਚੇਂਜਸ ਨੇ, ਉਹਨਾਂ ਨੇ ਸਮਾਰ ਕੇ ਆਪਦਾ ਕੰਪਿਊਟਰ ਸਿਸਟਮ ਮੇਨਟੇਨ ਨਹੀਂ ਕੀਤਾ ਤੇ ਹੈਕ ਹੋ ਗਏ ਨੇ। ਤੇ ਕੋਈ ਕਿਤੇ ਇੰਟਰਨਲ ਜੌਬਸ ਵੀ ਹੋ ਚੁੱਕੇ ਨੇ, ਕਿਤੇ ਹੈਕ ਨਹੀਂ ਹੋਇਆ, ਬੰਦਾ ਅੰਦਰ ਕੰਮ ਕਰਦਾ ਸੀ, ਉਹਨੂੰ ਕੰਪਨੀ ਦਾ ਗੁੱਸਾ ਆ ਗਿਆ, ਉਹਨੇ ਚੱਕੀ ਕ੍ਰਿਪਟੋ ਉਹਦੇ ਨਾਂ ਤੇ ਕਰ ਲਈ ਤੇ ਭੱਜ ਗਿਆ। ਇਹ ਵੀ ਕੇਸ ਹੋਏ ਨੇ। ਕੁਝ ਲੋਕ ਕਹਿੰਦੇ ਵੀ ਬੰਦਾ ਮਰ ਗਿਆ, ਭੱਜ ਗਿਆ, ਕਿ ਪਿੱਛੇ ਕਿ ਵੀ ਉਹਦਾ ਬੌਸ ਹੀ ਮਰ ਗਿਆ, ਕੋਈ ਕੰਪਨੀ ਮਿਸਿੰਗ ਹੋ ਗਿਆ। ਸੋ ਇਹਦੇ ਅੰਦਰ ਜੋ ਰੈਗੂਲੇਸ਼ਨ ਨਹੀਂ ਹੁੰਦਾ ਐਕਸਚੇਂਜ ਦੇ ਉੱਤੇ, ਇਹੋ ਜਿਹੀਆਂ ਪ੍ਰੋਬਲਮਾਂ ਹੋ ਸਕਦੀਆਂ ਨੇ। ਜਿੱਥੇ ਅਗਰ ਉਹ ਰੈਗੂਲੇਟਡ ਹੁੰਦੇ ਜਿਵੇਂ ਬੈਂਕ ਮੰਗੋ, ਫਿਰ ਉਹਨਾਂ ਨੂੰ ਸ਼ਾਇਦ ਜ਼ਿਆਦਾ ਇਹ ਜਿਹੇ ਰੂਲਸ ਆਉਂਦੇ ਆ। ਪਰ ਹੋਰ ਇੱਕ ਗੱਲ ਇਹ ਵੀ ਜ਼ਰੂਰੀ ਆ, ਇੰਡਸਟਰੀ ਆਪਣੇ ਆਪ ਸੈਲਫ ਰੈਗੂਲੇਟ ਹੋ ਰਹੀ ਹੈ ਇਸ ਟਾਈਮ ਤੇ, ਉਹ ਆਪਣੇ ਆਪ ਰੂਲਸ ਇੰਪੋਜ਼ ਕਰ ਰਹੀ ਨੇ ਇੰਡਸਟਰੀ ਦੇ ਉੱਤੇ। ਜਿਵੇਂ ਹੁਣ ਆਪਾਂ ਵੱਡੇ ਜਿੰਨੇ ਵੀ ਐਕਸਚੇਂਜ ਹੈਗੀਆਂ, ਉਹਨਾਂ ਨੂੰ ਕੋਈ ਗਵਰਨਮੈਂਟ ਨੇ ਆ ਕੇ ਇਹ ਨਹੀਂ ਕਿਹਾ ਵੀ ਤੂੰ ਇਹ ਸਿਕਿਉਰਿਟੀ ਸਿਸਟਮ ਵਰਤ, ਉਹਨਾਂ ਦਾ ਆਪਣੇ ਆਪ ਦਾ ਬ੍ਰਾਂਡ ਦਾ ਖਿਆਲ ਰੱਖਣਾ, ਉਹਨਾਂ ਨੇ ਆਪਦੀ ਕੰਪਨੀ ਦਾ ਖਿਆਲ ਰੱਖਣਾ, ਉਹਨਾਂ ਨੇ ਆਪਦੀ ਐਕਸਚੇਂਜ ਦਾ ਖਿਆਲ ਰੱਖਣਾ। ਸੋ ਨਵੇਂ ਸਿਕਿਉਰਿਟੀ ਸਿਸਟਮ ਇੰਪਲੀਮੈਂਟ ਕਰ ਰਹੇ ਨੇ ਆਪਦੇ ਐਕਸਚੇਂਜ ਦੇ ਅੰਦਰ, ਉਹਦੇ ਨਾਲ ਉਹ ਕੀ ਉਹਨਾਂ ਦੀ ਐਕਸਚੇਂਜ ਦੀ ਸਿਕਿਉਰਿਟੀ ਵੱਧ ਰਹੀ ਆ।
ਉਹਦੇ ਨਾਲ ਹੈਕਸ ਵੀ ਹੁਣ ਦਿਨ ਬਰ ਦਿਨ ਜੇ ਕ੍ਰਿਪਟੋ ਕਰੰਸੀ ਦੇ ਹੈਕ ਨੇ ਉਹ ਘੱਟ ਸੁਣਾਈ ਦਿੰਦੇ ਆ। ਸੋ ਅਗਰ ਇਹੀ ਰਸਤੇ ਤੇ ਚਲੇ ਜਾਏ ਤਾਂ ਆਪਾਂ ਜ਼ਿਆਦਾ ਘੱਟ ਸੁਣਾਂਗੇ, ਪਰ ਇਹ ਮੈਂ ਇਹ ਨਹੀਂ ਕਹਿ ਸਕਦਾ ਵੀ ਜਮਾ ਨਹੀਂ ਹੋਣਗੇ, ਕੋਈ ਨਾ ਕੋਈ ਗਲਤੀ ਜ਼ਰੂਰ ਕਰੂਗਾ, ਕੋਈ ਨਾ ਕੋਈ ਹੈਕ ਜ਼ਰੂਰ ਕਰ ਸਕਦਾ ਹੈ। ਹੈਕਿੰਗ ਦੀ ਟੈਕਨੋਲੋਜੀ ਵੀ ਜ਼ਿਆਦਾ ਅੱਗੇ ਵਧੀ ਜਾ ਰਹੀ ਹੈ, ਪਰ ਹਮੇਸ਼ਾ ਇੱਕ ਰੇਸ ਆ ਵੀ ਕੌਣ ਮੈਂ ਕਿੰਨਾ ਬਚਾਵਾਂ ਉਹ ਕਿੰਨਾ ਮੈਨੂੰ ਹੈਕ ਕਰ ਸਕੇ। ਸੋ ਹਮੇਸ਼ਾ ਇੱਕ ਹੈਕ ਕੀ ਇੱਕ ਤਰ੍ਹਾਂ ਦੀ ਰੇਸ ਲੱਗੀ ਜਾਊਗੀ, ਜਿੰਨਾ ਬੰਦਾ ਆਪਦਾ ਇੰਪਰੂਵ ਕਰੀ ਜਾਊਗਾ ਉਹਨਾਂ ਉਹ ਬਚੀ ਜਾਊਗਾ। Yeah, perfect. Thank you, Harpreet. So basically, Harpreet ਇਹ ਕਹਿ ਰਹੇ ਨੇ ਕਿ ਜੇ exchanges hack ਹੁੰਦੇ ਨੇ ਤੇ guys ਹਰ ਰੋਜ਼ ਕੁਝ ਨਾ ਕੁਝ ਹੋਰ ਵੀ hack ਹੋ ਰਿਹਾ ਹੈ, ਪਰ ਇਹ ਹੈਗਾ ਕਿ ਉਹਨਾਂ ਦੀ ਇਨਫੋਰਮੇਸ਼ਨ ਔਨ ਨਿਊਜ਼ ਦੇ ਵਿੱਚ ਇੰਨਾ ਨਹੀਂ ਆਉਂਦਾ ਕਿ ਬੈਂਕ ਤੇ ਹੈਕ ਹੋ ਗਿਆ, ਕੋਈ ਇਲੈਕਟ੍ਰਿਕ ਕੰਪਨੀ ਦਾ ਹੈਕ ਹੋ ਗਿਆ, ਹਸਪੀਟਲ ਦੇ ਡੇਟਾਬੇਸ ਹੈਕ ਹੋ ਗਿਆ, ਉਹ ਨਿਊਜ਼ ਦੇ ਉਹਨਾਂ ਨਹੀਂ ਆਉਂਦੇ, ਉਹ ਕ੍ਰਿਪਟੋ ਤੇ ਜ਼ਿਆਦਾ ਫੋਕਸ ਕਰਦੇ ਨੇ ਕਿ ਉੱਥੇ ਕੀ ਹੈਕ ਹੋਇਆ ਹੈ। ਤੇ ਇਹ ਵੀ ਗੱਲ ਨੋਟ ਕਰਨ ਵਾਲੀ ਕਿ ਜਦੋਂ ਕ੍ਰਿਪਟੋ ਐਕਸਚੇਂਜ ਤੇ ਹੈਕ ਹੁੰਦਾ ਹੈ, ਉਹ ਸ਼ੁਰੂ ਦੇ ਵਿੱਚ ਬਹੁਤ ਹੋਇਆ ਸੀ ਕਿਉਂਕਿ ਉਦੋਂ ਨਵੀਂ ਇੰਡਸਟਰੀ ਸੀ, ਲੋਕੀ ਜ਼ਿਆਦਾ ਗਲਤੀਆਂ ਕਰ ਰਹੇ ਸੀ ਕਿਉਂਕਿ ਇਹ ਜਿਹੜੀ ਕੰਪਨੀਆਂ ਨੇ ਇਹ ਵੀ ਲੋਕੀ ਚਲਾ ਰਹੇ ਨੇ ਤੇ ਗਲਤੀ ਇਹ ਹੁੰਦੀ ਸੀ ਕਿ ਉਹ ਜਦੋਂ ਹੈਕ ਕਰਦੇ ਸੀ ਐਕਸਚੇਂਜ ਨੂੰ, ਉਹ ਬਲੌਕਚੇਨ ਨੂੰ ਐਕਸਚੇਂਜ ਹੈਕ ਨਹੀਂ ਕਰਦੇ ਸੀ, ਜਿਹੜੀ ਕੋਡਿੰਗ ਹੈ, ਜਿਹੜਾ ਸਿਸਟਮ ਹੈ ਬਿਟਕੋਇਨ ਦਾ, ਉਹਨੂੰ ਹੈਕ ਨਹੀਂ ਕਰ ਰਹੇ ਕਿਉਂਕਿ ਉਹਨੂੰ ਤੁਸੀਂ ਕਰ ਨਹੀਂ ਸਕਦੇ ਹੈਕ, ਉਹ ਕਰ ਰਹੇ ਨੇ ਹੈਕ ਕੰਪਨੀ ਦੇ ਸਿਸਟਮ ਨੂੰ। ਜੇ ਉਹਨਾਂ ਨੇ ਕੰਪਨੀ ਦੇ ਮੰਨ ਲਓ ਸੋਸ਼ਲ ਕੰਪਨੀ ਦੇ ਮੈਸੇਜਿੰਗ ਸਰਵਿਸ ਨੂੰ ਜੇ ਉਹਨਾਂ ਨੇ ਹੈਕ ਕਰ ਲਿਆ, ਜਿਵੇਂ ਬੜੀ ਸਾਰੀ ਕੰਪਨੀਜ਼ ਸਲੈਕ ਯੂਜ਼ ਕਰਦੇ ਨੇ, ਸਲੈਕ ਇੱਕ ਐਪ ਹੁੰਦੀ ਹੈ ਜਿਹਦੇ ਨਾਲ ਉਹ ਇੱਕ ਦੂਜੇ ਨੂੰ ਮੈਸੇਜ ਕਰਦੇ, ਜਿਵੇਂ ਵਟਸਐਪ ਹੋ ਗਿਆ, ਠੀਕ ਹੈ। ਤੇ ਜੇ ਉਹਨਾਂ ਨੇ ਸਲੈਕ ਨੂੰ ਹੈਕ ਕਰ ਲਿਆ ਤੇ ਉਹਦੇ ਵਿੱਚ ਕਿਸੇ ਨੇ EMPLOYEE ਨੇ ਆਪਣਾ ਪਾਸਵਰਡ ਲਿਖਿਆ ਹੋਇਆ ਸਿਸਟਮ ਦਾ, ਤੇ ਉਹਨਾਂ ਨੇ ਉਹ ਪਾਸਵਰਡ ਲੈ ਕੇ ਐਕਸਚੇਂਜ ਨੂੰ ਹੈਕ ਕਰ ਲਿਆ ਤੇ ਪੈਸੇ ਲੈਫਟ ਰਾਈਟ ਕਰਤੇ, ਤੇ ਉਹ ਹੁਣ ਟਾਈਟ ਹੋਣੀ ਲੱਗ ਪਈ ਹੈ ਸਿਕਿਉਰਿਟੀ। ਪਰ ਇੱਕ ਮੈਂ ਗੱਲ ਹਮੇਸ਼ਾ ਕਹਾਂਗੀ ਕਿ ਸਭ ਤੋਂ ਵਧੀਆ ਗੱਲ ਹੈ ਬਿਟਕੋਇਨ ਦੀ ਸਿਕਿਉਰਿਟੀ ਦੀ ਕਿ ਤੁਸੀਂ ਆਪ ਬਿਟਕੋਇਨ ਨੂੰ ਸਮਝ ਕੇ ਉਹਦੀ ਪੂਰੀ ਸਿਕਿਉਰਿਟੀ ਦਾ ਰਿਸਪੌਂਸਿਬਿਲਿਟੀ ਤੁਸੀਂ ਆਪ ਲੈ ਸਕਦੇ ਹੋ, ਠੀਕ ਹੈ। ਤੇ ਤੁਸੀਂ ਆਪ ਉਹਨੂੰ ਵਾਲੇਟਸ ਦੇ ਵਿੱਚ ਹਾਰਡਵੇਅਰ ਦੇ ਵਾਲੇਟਸ ਵਗੈਰਾ ਆਉਂਦੇ ਨੇ ਜਾਂ ਆਪਣੇ ਤੁਸੀਂ ਆਨਲਾਈਨ ਵਾਲੇਟਸ ਵੀ ਹੁੰਦੇ ਨੇ, ਉਹਦੇ ਵਿੱਚ ਤੁਸੀਂ ਪੂਰੀ ਆਪਣੀ ਜ਼ਿੰਮੇਵਾਰੀ ਆਪ ਲੈ ਸਕਦੇ ਹੋ, ਤਾਂ ਕਿ ਜੇ ਤੁਸੀਂ ਹੁਣ ਹਾਰਡਵੇਅਰ ਜਿਵੇਂ USB ਸਟਾਈਲ ਵਾਲੇਟ ਹੈਗਾ, ਉਹਦੇ ਉੱਤੇ ਆਪਣਾ ਬਿਟਕੋਇਨ ਰੱਖਿਆ ਹੋਇਆ, ਉਹਨੂੰ ਕੋਈ ਨਹੀਂ ਚੋਰੀ ਕਰ ਸਕਦਾ ਅਨਲੈਸ ਉਹਨਾਂ ਨੇ ਬਿਟਕੋਇਨ ਚੋਰੀ ਤੁਹਾਡਾ USB ਚੋਰੀ ਕਰ ਲਈ, ਦੇ ਕਾਂਟ ਸਟੀਲ, ਆਨਲਾਈਨ ਕੋਈ ਚੋਰੀ ਨਹੀਂ ਕਰ ਸਕਦਾ। ਸੋ ਇਟਸ ਜੇ ਤੁਹਾਨੂੰ ਮਤਲਬ ਇਹਦਾ ਹੈਗਾ ਕਿ ਮੇਰੇ ਖਤਰੇ ਵਿੱਚ ਬਿਟਕੋਇਨ ਹੈਗੇ ਨੇ, ਤਾਂ ਤੁਸੀਂ ਹਾਰਡਵੇਅਰ ਵਾਲੇਟਸ ਵੀ ਲੈ ਸਕਦੇ ਹੋ। ਹਰ ਚੀਜ਼ ਦਾ ਤਰੀਕਾ ਹੈਗਾ, ਬਸ ਇਹ ਕਿ ਪਤਾ ਨਹੀਂ ਹੁੰਦਾ ਕਿ ਕੀ ਤਰੀਕੇ ਨੇ, ਰਾਈਟ। ਤੇ ਗਾਇਸ ਮੈਂ ਤੁਹਾਡੇ ਨਾਲ ਇੱਕ ਕੁਐਸਚਨ ਆਇਆ ਗੁਰਪ੍ਰੀਤ ਸਿੰਘ ਤੋਂ, ਤੇ ਇਹ ਕੁਐਸਚਨ ਚੰਗਾ ਹੈ ਬਿਕੋਜ਼ ਇਹ ਕੁਐਸਚਨ ਮੈਨੂੰ ਵੀ ਬਹੁਤ ਮਿਲਦਾ ਹੈ। ਤੇ ਕੁਐਸਚਨ ਹੈ ਕਿ ਪਲੀਜ਼ ਇਥੀਰੀਅਮ ਡਿਸਕਸ ਕਰੋ ਤੇ ਇਹ ਦੱਸੋ ਸਾਨੂੰ ਕਿ is it good time to invest in Ethereum as Bitcoin prices are skyrocketing right now, ਕਿ ਹੁਣੇ ਕੀ ਸਮਾਂ ਚੰਗਾ ਹੈ। ਤੇ ਇਹਦੇ ਵਿੱਚ ਜੇ ਹੁਣ ਅਸੀਂ Ethereum ਡਿਸਕਸ ਕਰੀਏ, ਆਈ ਥਿੰਕ ਉਹ ਥੋੜਾ ਟੈਕਨੀਕਲ ਹੋ ਜਾਏਗਾ ਬਹੁਤ, ਤੇ ਆਈ ਥਿੰਕ ਆਈ ਰეკਮੈਂਡ ਕਿ ਅਸੀਂ ਮੇਬੀ ਵੀ ਸ਼ੁਡ ਟਾਕ ਅਬਾਊਟ ਕਿ ਬਹੁਤ ਸਾਰੇ ਸਾਨੂੰ ਕੁਐਸਚਨਸ ਆਉਂਦੇ ਨੇ ਕਿ ਹੁਣੇ ਪ੍ਰਾਈਸ ਉੱਤੇ ਜਾ ਰਿਹਾ ਹੈ ਤੇ ਹੁਣ ਮਹਿੰਗਾ ਹੋ ਗਿਆ ਬਹੁਤ, ਕ੍ਰਿਪਟੋ ਹੁਣ ਬਹੁਤ ਮਹਿੰਗਾ ਹੋ ਗਿਆ, ਹੁਣ ਅਸੀਂ ਨਹੀਂ ਜਾ ਸਕਦੇ ਕਿਉਂਕਿ ਹੁਣ ਬਹੁਤ ਮਹਿੰਗਾ ਹੈ। ਸਾਨੂੰ 4 ਸਾਲ ਪਹਿਲਾਂ ਪਾਣੇ ਚਾਹੀਦੇ ਸੀ ਬਿਟਕੋਇਨ ਦੇ ਵਿੱਚ ਪੈਸੇ, ਜਦੋਂ ਸਸਤਾ ਸੀ, ਜਦੋਂ 3000 ਦਾ ਸੀ, ਜਦੋਂ 4000 ਦਾ ਸੀ, ਜਦੋਂ ਸੈਂਟ ਦੇ ਵਿੱਚ ਸੀਗਾ। ਹੁਣ ਬਹੁਤ ਮਹਿੰਗਾ ਹੋ ਗਿਆ, ਹੁਣ ਅਸੀਂ ਬਿਲਕੁਲ ਨਹੀਂ ਆ ਸਕਦੇ। ਸੋ ਆਈ ਥਿੰਕ ਦਿਸ ਇਜ਼ ਰੀਲੀ ਇੰਪੋਰਟੈਂਟ ਕਿਉਂਕਿ ਇੰਡੀਆ ਵਿੱਚ ਬਹੁਤ ਮੈਂ ਸੁਣੀ ਆ, ਤੇ ਇਫ ਐਨੀਵਨ ਕੈਨ ਟੇਕ ਦੈਟ ਵਨ, ਪ੍ਰਭਜੀਤ, ਹਰਕਰਨ। Yeah, I think ਇਹ ਸਹੀ ਗੱਲ ਹੈਗੀ ਹੈ, ਤੇ ਇਹ ਸਾਰਿਆਂ ਦੀ ਇਹੀ ਕੁਐਸਚਨ ਹੁੰਦੀ ਹੈ ਵੀ ਬਿਟਕੋਇਨ ਦੀ ਪ੍ਰਾਈਸ ਵੱਧ ਗਈ, ਹੁਣ ਮੈਨੂੰ ਹੁਣ ਅਗਲਾ ਕੋਇਨ ਚਾਹੀਦਾ ਹੈਗਾ ਜਿਹੜਾ ਪ੍ਰਾਈਸ 5 ਗੁਣਾ ਚੱਲ ਸਕਦਾ ਹੈ ਨਾ ਵਿੱਚ। ਹਾਂ, ਤੇ ਮੈਂ ਆਈ ਥਿੰਕ ਲੋਕ ਜੇ ਤੁਹਾਡਾ ਜੀ ਕਰਦਾ ਪਰਚੇਸ ਕਰਨ ਨੂੰ, ਅਸੀਂ ਤੈਨੂੰ ਹਟਾ ਨਹੀਂ ਸਕਦੇ ਹੈ ਨਾ, ਪਰ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਵੀ ਜਿਹੜੇ ਮੈਂ ਵੱਧ ਤੋਂ ਵੱਧ ਸਕਸੈਸਫੁਲ ਲੋਕ ਦੇਖੇ ਹੈਗੇ ਆ ਜਿਹੜੇ ਕ੍ਰਿਪਟੋ ਦੇ ਵਿੱਚ ਰਹਿੰਦੇ ਹੈਗੇ ਆ, ਉਹ ਬਿਟਕੋਇਨ ਪਰਚੇਸ ਕਰਦੇ ਆ, ਤੇ ਬਿਟਕੋਇਨ ਦੀ ਥੋੜੀ ਜਿਹੀ ਫੋਕਸ ਹੁੰਦੀ ਆ। ਤੇ ਇਹ ਕਿਉਂ ਇਟਸ ਜਸਟ ਨਾਟ, ਇਟਸ ਇਹ ਫੈਸ਼ਨ ਦੀ ਗੱਲ ਨਹੀਂ ਹੈਗੀ, ਜਿਸ ਬਿਟਕੋਇਨ ਵਧੀਆ ਬਣਿਆ ਹੈਗਾ, ਤੇ ਜਿਹੜੇ ਬੰਦੇ ਨੇ ਬਣੇ, ਕਈ ਵਾਰੀ ਜਦੋਂ ਕੋਈ ਬੰਦਾ ਕੁਛ ਚੀਜ਼ ਬਣਾਉਂਦਾ ਹੁੰਦਾ ਹੈ ਨਾ, ਤੁਸੀਂ ਥੋੜੀ ਜਿਹੀ ਸਕੈਪਟੀਕਲ ਹੋਣਾ ਚਾਹੀਦਾ, ਬਿਕਾਜ਼ ਲਾਈਕ ਜਿਹੜੀ ਈਥਰਮ ਵਰਗੀਆਂ ਚੀਜ਼ਾਂ, ਜਿਹੜੇ ਲੋਕ ਨੇ ਈਥਰਮ ਬਣਾਇਆ, ਉਹਨੇ ਇੱਕ ਚੀਜ਼ ਕੀਤੀ ਸੀਗੀ, ਇਟਸ ਕਾਲਡ ਅ ਪ੍ਰੀ ਮਾਈਨ। ਸੋ ਇਹਦਾ ਮਤਲਬ ਇਟਸ ਅ ਟੈਕਨੀਕਲ ਟਰਮ, ਪਰ ਇਹਦਾ ਮਤਲਬ ਹੈਗਾ ਵੀ ਉਹਨੇ ਆਪਦੇ ਵਾਸਤੇ ਪੈਸੇ ਸਾਈਡ ਤੇ ਰੱਖੇ ਹੈਗੇ ਆ। ਸੋ ਜਿਵੇਂ ਸਰਕਾਰ ਪੈਸੇ ਪ੍ਰਿੰਟ ਕਰ ਸਕਦੀ ਆ, ਕਈ ਕੋਇਨਸ ਦੇ ਵਿੱਚ ਉਹ ਲੋਕ ਵੀ ਪੈਸੇ ਪ੍ਰਿੰਟ ਕਰ ਸਕਦੇ, ਤੇ ਕੱਲੇ ਈਥਰਮ ਦੀ ਗੱਲ ਨਹੀਂ ਹੈਗੀ,
ਬਹੁਤ ਹੈਗੇ ਜਿਹੜੇ ਇਹ ਵਰਗੇ ਲੁਕੋ ਕੇ ਤਰੀਕੇ ਹੁੰਦੇ ਆ, ਲੋਕੀ ਤੁਹਾਨੂੰ ਸਕੈਮ ਕਰ ਸਕਦੇ ਹੈਗੇ ਆ। ਈਥਰਮ ਐਕਚੁਅਲੀ ਇੰਨਾ ਪੈਡ ਨਹੀਂ ਹੈਗਾ, ਪਰ ਕੋਈ ਕੋਇਨ ਨਹੀਂ ਹੈਗਾ ਜਿਹੜਾ ਬਿਟਕੋਇਨ ਦੀ ਲੈਵਲ ਤੇ ਹੈਗਾ ਜਿਹੜਾ ਟਰਸਟਵਰਦੀ ਹੈਗਾ। ਤੇ ਜਦੋਂ ਕੋਈ ਵੀ ਐਂਟਰ ਕਰਦਾ ਬਿਟਕੋਇਨ ਦੇ ਨੂੰ, ਉਹਨੂੰ ਲੱਗਦਾ ਵੀ ਪ੍ਰਾਈਸ ਵੱਧ ਗਿਆ। ਕਈ ਲੋਕੀ ਹੈਗੇ ਆ ਜਿਹੜੇ $1000 ਤੇ ਐਂਟਰ ਕੀਤੇ ਸੀਗੇ, ਤੇ ਉਹਨੂੰ ਲੱਗਿਆ ਵੀ ਜਿਹੜੇ ਲੋਕੀ $20 ਤੇ ਐਂਟਰ ਕੀਤੇ ਸੀਗੇ ਉਹ ਅਮੀਰ ਬਣ ਗਏ, ਤੇ ਮੈਂ ਹੁਣ $1000 ਤੇ ਪਰਚੇਸ ਕਰਦਾ, ਅਸੀਂ ਬਹੁਤ ਪਿੱਛੇ ਰਹਿ ਗਏ। ਤੇ ਹੁਣ ਜਿਹੜੀ ਪ੍ਰਾਈਸ ਹੈਗੀ ਆ 11,500 ਤੇ ਹੋ ਗਿਆ ਡਾਲਰਸ। ਤੇ ਮੈਂ ਇੱਕ ਤਰੀਕਾ ਤੁਹਾਨੂੰ ਦੱਸੂਗਾ ਜਿਹੜਾ ਆਈ ਥਿੰਕ ਸਭ ਤੋਂ ਈਜ਼ੀ ਤਰੀਕਾ ਹੈਗਾ, ਤੇ ਉਹ ਹੈ, ਤੇ ਕਈ ਲੋਕੀ ਹੈਗੇ ਆ ਜਿਹੜੇ ਨਾਰਮਲ ਲੋਕੀ ਹੈਗੇ ਜਿਹੜੇ ਉਹ ਕ੍ਰਿਪਟੋ ਦੇ ਵਿੱਚ ਬਹੁਤ ਪੈਸੇ ਬਣਾਇਆ। ਤੇ ਇਹ ਤਰੀਕਾ ਹੈਗਾ ਵੀ ਹਰ ਹਫਤਾ ਤੁਸੀਂ ਥੋੜੇ ਜਿਹੇ ਪੈਸੇ ਕ੍ਰਿਪਟੋ ਪਰਚੇਸ ਕਰੋ, ਤੇ ਜੇ ਟ੍ਰੇਡਿੰਗ ਕਰਨਾ ਤੁਸੀਂ ਕਰ ਲਓ। ਮੈਨੂੰ ਟ੍ਰੇਡਿੰਗ ਪਤਾ ਨਹੀਂ ਹੈਗਾ, ਤੇ I think Harkaran can give a little bit of a better example of when to buy Ethereum or not, ਪਰ ਮੈਨੂੰ ਪਤਾ ਨਹੀਂ ਹੈਗਾ। ਮੈਂ ਕਈ ਵਾਰੀ ਕੋਸ਼ਿਸ਼ ਵੀ ਕੀਤਾ, ਪਰ ਮੈਂ ਹਰ ਵਾਰੀ ਮੇਰੇ ਪੈਸੇ ਭੱਜਦੀ ਹੈਗੀ ਆ ਜਦੋਂ ਮੈਂ ਟ੍ਰੇਡਿੰਗ ਸ਼ੁਰੂ ਕਰਦਾ, ਸੋ ਮੈਂ ਜਮਾ ਨਹੀਂ ਵੇਚਦਾ। ਸੋ ਹਰ ਹਫਤਾ $1000 ਪਾਓ ਬਿਟਕੋਇਨ ਦੇ ਵਿੱਚ, ਓਕੇ। ਤੇ ਕਈ ਲੋਕੀ ਹੈਗੇ ਜਿਹੜੇ ਜਦੋਂ $20,000 ਤੇ ਸੀਗਾ ਉਦੋਂ $1000 ਪਾਈ ਸੀਗੇ, ਜਦੋਂ 3000 ਸੀਗਾ ਉਦੋਂ ਵੀ $1000 ਪਾਈ, ਹੁਣ 11000 ਹੋ ਗਏ, ਹਜੇ ਵੀ $1000 ਪਾਉਂਦੇ ਹਰ ਹਫਤਾ। ਤੇ ਇਹਦੇ ਨਾਲ ਇਹ ਅੰਗਰੇਜ਼ੀ ਦੇ ਵਿੱਚ ਟਰਮ ਹੈਗਾ ਡਾਲਰ ਕਾਸਟ ਐਵਰੇਜਿੰਗ। ਇਹਦੇ ਨਾਲ ਪ੍ਰਾਈਸ ਵੱਧ ਘੱਟ ਜਾਊਗਾ, ਪਰ ਤੁਹਾਨੂੰ ਫਰਕ ਨਹੀਂ ਪਊਗਾ। ਜਿਵੇਂ ਤੁਹਾਨੂੰ ਪਤਾ ਜਿਹੜੇ ਤੇਰੇ $1000 ਸੈੱਟ ਹੈਗੇ ਆ, ਤੁਸੀਂ ਬਿਟਕੋਇਨ ਦੇ ਵਿੱਚ ਪਾਉਂਦੇ ਆ, ਜਿੰਨੇ ਉੱਪਰ ਜਾਂਦੇ ਆ ਤੁਸੀਂ ਬੈਨੀਫਿਟ ਕਰੋਗੇ, ਪਰ ਤੁਹਾਨੂੰ ਸੋਚਣ ਦੀ ਲੋੜ ਨਹੀਂ ਹੋਊਗੀ ਵੀ ਮੈਂ ਅਗਲੇ ਹਫਤੇ ਮੈਂ ਈਥਰਮ ਦੇ ਵਿੱਚ ਪੈਸੇ ਬਣਾਇਆ, ਹੁਣ ਮੈਂ ਟਰੋਨ ਦੇ ਵਿੱਚ ਪੈਸੇ ਬਣਾਉਣੇ ਆ, ਹੁਣ ਮੈਂ ਰਿਪਲ ਵੇਚਣੇ ਆ, ਆਹ ਕਰਨਾ ਫਲਾਨਾ ਕਰਨਾ। ਬਹੁਤ ਔਖਾ ਹੈਗਾ, ਤੇ ਤੁਸੀਂ ਆਪਦੇ ਕੰਮ ਕਰ ਸਕਦੇ ਆ। ਤੇ ਤੁਹਾਨੂੰ ਕੱਲ ਹੀ ਸੋਚ ਹੋਊਗੀ ਵੀ $1000 ਮੈਂ ਅੱਜ ਹਫਤੇ ਮੈਂ ਪਾ ਲਏ, ਮੇਰੀ ਇਨਵੈਸਟਮੈਂਟ ਦੀ ਸੋਚ ਖਤਮ ਹੈਗਾ। ਸੋ ਆ ਮੇਰੀ ਸੋਚ ਸੀਗੀ। I think Harkaran can probably give a little bit of advice, ਜਿਵੇਂ ਚਾਰਟਸ ਕਿਵੇਂ ਲੱਗਦੇ ਆ, ਤੇ ਹੁਣ ਜੇ ਅਸੀਂ ਈਥਰਮ ਜਿਵੇਂ ਹੁਣ ਟ੍ਰੇਡਿੰਗ ਸ਼ੁਰੂ ਕਰਾਂ ਈਥਰਮ ਦੇ ਨਾਲ। ਨਹੀਂ, ਪ੍ਰਭਜੀਤ ਭਾਜੀ ਨੇ ਬਹੁਤ ਵਧੀਆ ਐਕਸਪਲੇਨ ਕੀਤਾ ਵੀ ਜਿੱਦਾਂ ਤੁਸੀਂ ਹੌਲੀ ਹੌਲੀ ਜਿੱਦਾਂ ਥੋੜੇ ਜਿਹੇ ਹਰੇਕ ਵੀਕ ਥੋੜੇ ਜਿਹੇ ਪੈਸੇ ਪਾਓ, ਇਨਵੈਸਟ ਕਰੋ ਲੌਂਗ ਟਰਮ। ਤੁਸੀਂ ਦੇਖੋਗੇ ਭਾਵੇਂ ਜੇ ਤੁਸੀਂ ਸਾਲ ਜਾਂ 2 ਸਾਲ, ਉਹਦਾ ਰਿਵਾਰਡ ਤੁਹਾਨੂੰ ਆਲਮੋਸਟ ਆਲਵੇਜ਼ ਜੋ ਵੀ ਤੁਸੀਂ ਚੀਜ਼ ਦੇ ਵਿੱਚ ਇਨਵੈਸਟ ਕਰਦੇ ਆ, ਵਧੀਆ ਜਿਹੜੀ ਚੀਜ਼ ਆ ਉਹਦਾ ਤੁਹਾਨੂੰ ਫਲ ਮਿਲਦਾ ਹੀ ਆ। ਇੰਗਲਿਸ਼ ਦੇ ਵਿੱਚ ਐਕਚੁਅਲੀ ਟ੍ਰੇਡਿੰਗ ਦੇ ਵਿੱਚ ਟਰਮ ਆ FOMO। ਇਹਦਾ ਮਤਲਬ ਹੁੰਦਾ ਫੀਅਰ ਆਫ ਮਿਸਿੰਗ ਆਊਟ। ਸੋ ਅਸੀਂ ਦੇਖਦੇ ਹਾਂ ਕਈ ਵਾਰੀ ਪ੍ਰਾਈਸਾਂ ਜਿੱਦਾਂ ਬਿਟਕੋਇਨ ਦੀਆਂ ਪ੍ਰਾਈਸਾਂ ਇਸ ਵੇਲੇ ਹਾਈ ਜਾ ਰਹੀਆਂ ਆ। ਅਸੀਂ ਸੋਚਦੇ ਹਾਂ ਵੀ ਜੇ ਮੈਂ ਪੈਸੇ ਇਨਵੈਸਟ ਨਾ ਕੀਤੇ ਤਾਂ ਮੇਰੇ ਪੈਸੇ ਨਹੀਂ ਬਣਨੇ, ਕਿਉਂਕਿ ਜਿੱਦਾਂ ਤੁਸੀਂ ਦੇਖ ਰਹੇ ਆ ਬਿਟਕੋਇਨ ਇੱਦਾਂ ਪੂਰਾ ਜਾ ਰਿਹਾ, ਰਾਕਟ ਦੇ ਵਾਂਗੂ ਜਾ ਰਿਹਾ, ਸਕਾਈ ਰਾਕਟ। ਤਾਂ ਕਈ ਵਾਰੀ ਹੁੰਦਾ ਆ ਨਵੇਂ ਜਿਹੜੇ ਇਨਵੈਸਟਰ ਆ ਉਹ ਸੁਣਦੇ ਆ ਵੀ ਬਿਟਕੋਇਨ ਦੀ ਪ੍ਰਾਈਸ 12000 ਹੋ ਗਈ, ਪੈਸੇ ਪਾ ਲਓ ਵੀ ਜਿੱਦਾਂ ਪਤਾ ਨਹੀਂ ਕਿੰਨੇ ਜ਼ਿਆਦਾ ਵਧਣੇ ਆ। ਸੋ ਨਵੇਂ ਇਨਵੈਸਟਰ ਇਹ ਗੱਲ ਸੁਣਦੇ ਆ, ਕੋਈ ਨਿਊਜ਼ ਸੁਣਦੇ ਆ, ਭਾਵੇਂ ਕੋਈ ਫਰੈਂਡ ਹੋਵੇ ਜਾਂ ਕੁਛ ਹੋਰ, ਤਾਂ ਉਹ ਪੈਸੇ ਪਾਉਣ ਲੱਗ ਪੈਂਦੇ ਆ। ਪਰ ਉਦੋਂ ਹੀ ਪ੍ਰਾਈਸ ਡ੍ਰੌਪ ਵੀ ਹੋ ਸਕਦੀ ਆ, ਤਾਂ ਪੈਸੇ ਇੱਦਾਂ ਜਿੱਦਾਂ ਤੁਹਾਡਾ ਕਾਫੀ ਨੁਕਸਾਨ ਹੋ ਸਕਦਾ ਆ। ਸੋ ਆਈ ਥਿੰਕ ਜੇ ਤੁਸੀਂ ਨਵੇਂ ਅਜੇ ਸਟਾਰਟਿੰਗ ਕਰ ਰਹੇ ਆ, ਤੁਹਾਨੂੰ ਟ੍ਰੇਡਿੰਗ ਜਾਂ ਇੱਦਾਂ ਨਹੀਂ ਅਜੇ ਥੋੜਾ ਪਤਾ, ਜਿੱਦਾਂ ਭਾਜੀ ਨੇ ਦੱਸਿਆ ਵੀ ਥੋੜੇ ਪੈਸੇ ਪਾਓ, ਹੌਲੀ ਹੌਲੀ ਪਾਓ, ਹਰੇਕ ਵੀਕ ਪਾਓ, ਤੇ ਦੇਖੋ ਵੀ ਕੀ ਬਣਦਾ ਆ। ਤੁਸੀਂ ਤੁਹਾਡਾ ਮਾਈਂਡ ਟਰਮ ਇਹ ਤੁਹਾਡਾ ਹੋਣਾ ਚਾਹੀਦਾ ਆ ਵੀ ਮੈਂ ਲੌਂਗ ਟਰਮ ਇਨਵੈਸਟਿੰਗ ਕਰਦੀ ਆ, ਸਾਲ 2 ਸਾਲ 5 ਸਾਲ ਜੋ ਵੀ ਹੁੰਦਾ ਆ। ਪਰ ਜੇ ਤੁਸੀਂ ਸ਼ੋਰਟ ਟਰਮ ਦਾ ਆ, ਉੱਥੇ ਤੁਸੀਂ ਚਾਰਟਸ ਦੇਖ ਸਕਦੇ ਆ, ਬਹੁਤ ਜ਼ਿਆਦਾ ਇੰਡੀਕੇਟਰਸ ਯੂਜ਼ ਸਕਦੇ ਆ, ਉਹ ਅਸੀਂ ਆਪਾਂ ਪੇਜ ਦੇ ਵਿੱਚ ਵੀ ਇਨਫੋਰਮੇਸ਼ਨ ਭੇਜ ਸਕਦੇ ਆ। ਆਮ ਸ਼ੋਰ ਵੀ ਰਵਨੀਤ ਨੂੰ ਵੀ ਥੋੜਾ ਇਨਫੋਰਮੇਸ਼ਨ ਹੋਊਗੀ ਪਤਾ। ਪਰ so investing and trading are ਦੋ different ਚੀਜ਼ਾਂ ਆ। so it just always be ਸਾਨੂੰ make sure ਕਰਨਾ ਚਾਹੀਦਾ, ਕਿਉਂਕਿ ਤੁਸੀਂ ਬਹੁਤ ਜ਼ਿਆਦਾ ਨੁਕਸਾਨ ਵੀ ਹੋ ਸਕਦਾ ਹੈ ਤੇ ਬਹੁਤ ਜ਼ਿਆਦਾ ਫਾਇਦਾ ਵੀ ਹੋ ਸਕਦਾ ਹੈ। ਹਰੇਕ ਬੰਦੇ ਦਾ ਆਪਣਾ ਰਿਸਕ ਹੁੰਦਾ ਆ, ਰਿਸਕ ਮੈਨੇਜਮੈਂਟ ਆਪਣੀ ਹੁੰਦੀ ਆ। ਉਹ ਤੁਹਾਨੂੰ ਆਪਣੇ ਜੋ ਤੁਹਾਡੇ ਸਕਿੱਲਸ ਜਾਂ ਜੋ ਤੁਹਾਡਾ ਪਰਸਪੈਕਟਿਵ ਆ ਉਹ ਤੁਹਾਨੂੰ ਆਪਣੇ ਆਪ ਕਰਨਾ ਚਾਹੀਦਾ ਹੈ। ਪਰ to answer your question ਵੀ ਜੇ ਅਜੇ ਇਥੀਰੀਅਮ ਦੀ ਇਨਵੈਸਟ ਕਰਨੀ ਚਾਹੀਦੀ ਹੈ ਇਸ ਤਰ੍ਹਾਂ ਕਿ ਨਹੀਂ, ਕਿਉਂਕਿ ਬਿਟਕੋਇਨ ਵੀ ਸਕਾਈ ਰਾਕਟ ਹੋ ਰਿਹਾ ਆ, ਤਾਂ ਆਈ ਥਿੰਕ ਵੀ ਜਿੱਦਾਂ ਹੌਲੀ ਹੌਲੀ ਕਰੋ, ਹਰੇਕ ਵੀਕ ਜਿੱਦਾਂ ਥੋੜੇ ਜਿਹੇ ਪੈਸੇ ਦੇਖੋ, ਨਿਊਜ਼ ਪੜ੍ਹੋ,
ਪੜੋ ਇਥੀਰੀਅਮ ਕੀ ਕਰਦਾ ਆ, ਕੀ ਇਹਦਾ ਮਤਲਬ ਆ, ਕਿੱਦਾਂ ਇਹ ਯੂਜ਼ਫੁਲ ਆ ਸੋਸਾਇਟੀ ਦੇ ਲਈ। ਸੋ ਆਈ ਥਿੰਕ ਵੀ ਜੇ ਮੈਂ ਇਨਵੈਸਟ ਕਰਨਾ ਹੋਊਗਾ ਇਥੀਰੀਅਮ ਦੇ ਵਿੱਚ ਤਾਂ ਮੇਰੀ ਅਪਰੋਚ ਇਹ ਹੋਗੀ। ਪਰਫੈਕਟ, ਥੈਂਕ ਯੂ। ਨਾਲੇ ਹਰਕਰਨ ਇੱਕ ਗੱਲ ਤੁਸੀਂ ਬਹੁਤ ਇੰਟਰਸਟਿੰਗ ਕਹੀ ਕਿ ਤੁਸੀਂ ਐਕਚੁਅਲੀ ਵੇਖੋ ਕਿ ਐਕਚੁਅਲ ਚ ਇਥੀਰੀਅਮ ਹੈ ਕੀ, ਕਿਉਂਕਿ ਕ੍ਰਿਪਟੋ ਦੇ ਵਿੱਚ ਮੈਜੋਰਿਟੀ ਜਿਹੜੀ ਇਨਵੈਸਟਰਸ ਆਉਂਦੇ ਨੇ ਨਾ, ਜਿਹੜੇ ਆ ਕੇ ਕੋਇਨਸ ਖਰੀਦਦੇ ਨੇ, ਉਹਨਾਂ ਨੂੰ ਬਿਲਕੁਲ ਨਹੀਂ ਪਤਾ ਕਿ ਉਹ ਕੀ ਖਰੀਦ ਰਹੇ ਨੇ। ਉਹਨਾਂ ਨੂੰ ਉਹਨਾਂ ਦੇ ਕੋਈ ਚਾਚੇ ਤਾਏ ਦੇ ਮੁੰਡੇ ਨੇ ਉਹਨਾਂ ਨੂੰ ਕਿਹਾ ਰਿਪਲ ਖਰੀਦੋ ਜਾਂ ਇਹ ਖਰੀਦੋ ਉਹ ਖਰੀਦੋ, ਤੇ ਉਹਨਾਂ ਨੂੰ ਬਸ ਇਹ ਉਹਨਾਂ ਦੀ ਸੂਈ ਇੱਥੇ ਅਟਕੀ ਕਿ ਰਿਪਲ ਨੇ ਮੈਨੂੰ ਨਾ, ਮੈਂ 1000 ਪਾਣਾ ਮੈਨੂੰ 10,000 ਮਿਲੇਗਾ ਕਿਉਂਕਿ ਉਹਨੂੰ ਮਿਲਿਆ ਸੀ ਤੇ ਹੁਣ ਮੈਨੂੰ ਵੀ ਮਿਲੇਗਾ। ਤੇ ਉਹ ਜਿਹੜਾ ਤੁਹਾਡਾ ਥਿੰਕਿੰਗ ਹੁੰਦੀ ਹੈ ਨਾ ਕਿ ਸਾਰਾ ਕੁਝ ਬਾਈਪਾਸ ਕਰ ਦੋ ਤੇ ਸਿਰਫ ਤੁਸੀਂ ਤੇ ਨਾਲ ਤੁਹਾਡਾ ਜਿਹੜਾ ਪੈਸਾ 10 ਗੁਣਾ ਵੱਧ ਜਾਏਗਾ, ਉਹ ਬੜਾ ਡੇਂਜਰਸ ਹੈ। ਤੇ ਉਹਦੇ ਨਾਲ ਬਹੁਤ ਲੋਕੀ ਬੜਾ ਛੇਤੀ ਪੈਸੇ ਖੋ ਲੈਂਦੇ ਨੇ। ਮੈਨੂੰ ਇਹ ਵੀ ਪਤਾ ਹੈ ਕਿ ਬੜੇ ਸਾਰੇ ਲੋਕਾਂ ਨੇ ਲੋਨ ਲੈ ਕੇ ਇੱਕ ਕੋਇਨਸ ਦੇ ਵਿੱਚ ਪੈਸੇ ਪਾਏ ਨੇ ਤੇ ਕੋਇਨਸ ਦੀ ਕੋਈ ਜਾਣਕਾਰੀ ਨਹੀਂ ਸੀ ਤੇ ਉਹ ਕੋਇਨਸ ਜਾ ਕੇ ਥੱਲੇ ਗਏ। ਤੇ ਕਿਉਂਕਿ ਬੜੇ ਸਾਰੇ ਲੋਕੀ ਰੋਂਗ ਟਾਈਮ ਤੇ ਵੀ ਆਉਂਦੇ ਨੇ। ਹੁਣ ਜਿਵੇਂ ਬਿਟਕੋਇਨ ਹੈ, ਠੀਕ ਹੈ, ਬਿਟਕੋਇਨ, ਇਥੀਰੀਅਮ, ਇਹ ਕੁਝ ਇਹੋ ਜਿਹੇ ਕੋਇਨਸ ਨੇ ਜਿਹੜੇ ਇੰਡਸਟਰੀ ਦੇ ਵਿੱਚ ਸਭ ਤੋਂ ਪਪੂਲਰ ਨੇ, ਠੀਕ ਹੈ। ਤੇ ਇਹਨਾਂ ਦਾ ਜੇ ਤੁਸੀਂ ਵੀਕਲੀ ਪੈਸੇ ਪਾ ਰਹੇ ਹੋ ਇਹਦੇ ਵਿੱਚ, ਤੇ ਮੰਨਿਆ ਜਾਂਦਾ ਹੈ ਕਿ ਲੌਂਗ ਟਰਮ ਇਹਨਾਂ ਨੇ ਰਹਿਣਾ ਹੈ, ਬਿਕੋਜ਼ ਇਹ ਹੁਣੇ ਮੇਨ ਕੋਇਨਸ ਨੇ, ਠੀਕ ਹੈ, ਮੇਨ ਟੈਕਨੋਲੋਜੀਜ਼ ਨੇ। ਪਰ ਹੁਣ ਜਿਹੜੇ ਨਵੇਂ ਕੋਇਨ ਨੇ ਜਿਹੜੇ ਆ ਰਹੇ ਨੇ, ਜਿਹਦੇ ਬਾਰੇ ਤੁਹਾਨੂੰ ਕੁਝ ਨਹੀਂ ਪਤਾ, ਤੇ ਤੁਸੀਂ ਉਹਦੇ ਵਿੱਚ ਹੁਣ ਹਰ ਹਫਤੇ ਪਾਣੇ ਸ਼ੁਰੂ ਕਰਤੇ, ਤੇ ਤੁਹਾਨੂੰ ਇਹ ਨਹੀਂ ਪਤਾ ਕਿ ਕੰਪਨੀ ਕੀ ਕਰਦੀ ਹੈ, ਸਕੈਮ ਹੈ ਜਾਂ ਨਹੀਂ ਹੈਗੀ, ਤੇ ਉਹ ਫਿਰ ਤੁਸੀਂ ਗਲਤ ਕੰਮ ਕਰ ਰਹੇ ਹੋ, ਠੀਕ ਹੈ। ਤੇ ਇਸ ਕਰਕੇ ਬੜਾ ਇੰਪੋਰਟੈਂਟ ਹੁੰਦਾ ਹੈ ਕਿ ਤੁਸੀਂ ਜਾਂਚੋ। ਤੇ ਇਹਦੇ ਵਿੱਚ ਆਈ ਥਿੰਕ ਫਿਊਚਰ ਦੇ ਵਿੱਚ ਅਸੀਂ ਵੀ ਤੁਹਾਡੀ ਇਹਦੇ ਵਿੱਚ ਮਦਦ ਕਰਨਾ ਚਾਹੁੰਦੇ ਹਾਂ, ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਤੁਸੀਂ ਕਿਵੇਂ ਕੋਇਨ ਨੂੰ ਪਰਖ ਸਕਦੇ ਹੋ ਤੇ ਕਿਵੇਂ ਤੁਸੀਂ ਐਨਾਲਾਈਜ਼ ਕਰ ਸਕਦੇ ਹੋ ਕਿਹੜੇ ਕੋਇਨਸ ਚੰਗੇ ਨੇ। ਤੇ ਟੌਪ ਅਸੀਂ ਕੋਇਨਸ ਜਿਹੜੇ ਟੌਪ ਸਭ ਤੋਂ ਪਪੂਲਰ ਕੋਇਨਸ ਨੇ ਜਿਵੇਂ ਬਿਟਕੋਇਨ, ਇਥੀਰੀਅਮ ਵਗੈਰਾ, ਅਸੀਂ ਵੇਖ ਸਕਦੇ ਹਾਂ ਕਿ ਉਹ ਐਕਚੁਅਲੀ ਕੀ ਨੇ, ਟੈਕਨੋਲੋਜੀਜ਼ ਕੀ ਕਰਦੀਆਂ ਨੇ। ਤੇ ਸੋ ਲੈਟਸ ਸੀ। ਤੇ ਇੱਕ ਗਾਇਸ ਕੁਐਸਚਨ ਹੈ ਰਜਵਿੰਦਰ ਸਿੰਘ ਬਹਾਰਾ ਤੋਂ, ਸੌਰੀ ਰਜਵਿੰਦਰ ਜੇ ਮੈਂ ਤੁਹਾਡਾ ਨਾਂ ਗਲਤ ਬੋਲਿਆ। ਬਿਟਕੋਇਨ ਦਾ ਪ੍ਰਾਈਸ ਇਨਕਰੀਜ਼ ਜਾਂ ਡਿਕਰੀਜ਼ ਹੋਣ ਦੇ ਪਿੱਛੇ ਕੀ ਫੈਕਟਰਸ ਕੰਮ ਕਰਦੇ ਨੇ? Yeah, so I mean, you guys can chime in. I think ਜਿਹੜੀ ਸਭ ਤੋਂ ਵੱਡੇ ਫੈਕਟਰਸ ਹੈਗੇ ਆ ਵੀ ਸੋ ਜਿਹੜੀ ਸਪਲਾਈ ਹੈਗੀ ਆ, ਸਪਲਾਈ ਤਾਂ ਹੁਣ ਸੈੱਟ ਹੈਗਾ, ਤੇ ਜਿਵੇਂ ਕਿੰਨੇ ਰਿਲੀਜ਼ ਹੋਊਗੇ, ਇੱਕ ਚੀਜ਼ ਹੁਣ ਹੋਈ ਸੀਗੀ, ਇਹਦਾ ਨਾਂ ਹੈਗਾ ਦ ਹੈਵਨਿੰਗ, ਵੀ ਜਿੰਨੇ ਨਵੇਂ ਬਿਟਕੋਇਨ ਰਿਲੀਜ਼ ਹੁੰਦੇ ਆ 21 ਮਿਲੀਅਨ ਤੱਕ। ਹੁਣ ਆਈ ਥਿੰਕ ਹੁਣ 2-3 ਹੀ ਹਫ਼ਤੇ ਹੋ ਗਏ ਵੀ ਉਹ ਹੁਣ ਜਿਹੜੇ ਨਵੇਂ ਰਿਲੀਜ਼ ਹੁੰਦੇ ਸੀਗੇ ਉਹ ਹੁਣ ਅੱਧੇ ਘਟ ਗਏ। ਤੇ ਉਹਦੇ ਨਾਲ ਜਦੋਂ ਘੱਟ ਸਪਲਾਈ ਹੁੰਦੀ ਆ, ਜਿਵੇਂ ਤੁਸੀਂ ਮਾਰਕੀਟ ਦੇ ਵਿੱਚ ਜਾਂਦੇ ਆ, ਤੇ ਜੇ ਤੁਸੀਂ ਇੱਕ ਕੰਪਿਊਟਰ ਜੇ ਇਕੱਲੇ ਜੇ 5 ਬੰਦੇ ਹੈਗੇ ਆ ਤੇ 4 ਕੰਪਿਊਟਰ ਹੈਗੇ ਆ, ਹਨਾ, ਫਿਰ ਉਹ ਜਿਹੜੇ 4 ਕੰਪਿਊਟਰ ਦੀ ਪ੍ਰਾਈਸ ਵੱਧ ਜਾਂਦੀ ਆ, ਬਿਕਾਜ਼ ਇੱਕ ਵੱਧ ਬੰਦੇ ਨੂੰ ਚਾਹੀਦਾ ਹੈਗਾ, ਹਨਾ। ਤੇ ਜੇ ਸਪਲਾਈ ਘੱਟ ਜਾਂਦੀ ਆ ਫਿਰ ਤਾਂ ਪ੍ਰਾਈਸ ਵੱਧਦੀ ਹੁੰਦੀ ਆ। ਤੇ ਹੁਣ ਤਾਂ ਕਈ ਲੋਕੀ ਸੋਚਦੇ ਹੈਗੇ ਵੀ ਜਿਹੜੀ ਰੀਸੈਂਟ ਪ੍ਰਾਈਸ ਇਨਕਰੀਜ਼ ਤਾਂ ਹੋਈ ਆ, ਜਿਹੜੀ ਇੱਕ ਹੋਰ ਚੀਜ਼ ਹੈਗੀ ਆ ਵੀ ਡਿਮਾਂਡ। ਤੇ ਜਦੋਂ ਬਿਟਕੋਇਨ ਸ਼ੁਰੂ ਸੀਗਾ ਉਹ ਕੱਲਾ ਟੈਕਨੋਲੋਜੀ ਪ੍ਰੋਜੈਕਟ ਸੀਗਾ, ਜਿਵੇਂ ਮਡੀਰ ਉਹਦੇ ਨਾਲ ਖੇਡਦੇ ਸੀਗੇ, ਹਨਾ। ਇੱਕ ਬੰਦੇ ਨੇ 10,000 ਬਿਟਕੋਇਨ ਪੀਜ਼ਾ ਖਰੀਦਿਆ, ਹਨਾ। ਤੇ ਕੀ ਹੋ ਗਿਆ ਹੁਣ ਟਾਈਮ ਓਵਰ ਟਾਈਮ ਹੋਰ ਲੋਕੀ ਆ ਗਏ, ਜਿਵੇਂ ਕਈ ਲੋਕੀ ਆ ਗਏ ਜਿਹਨੂੰ ਪਤਾ ਵੀ ਇਹ ਇਨਵੈਸਟਮੈਂਟ ਵਹੀਕਲ ਹੈਗਾ, ਕਈ ਲੋਕੀ ਆ ਗਏ ਜਿਹੜੇ ਬਹੁਤ ਪੈਸੇ ਕੰਟਰੋਲ ਕਰਦੇ ਹੈਗੇ, ਪੈਨਸ਼ਨ ਫੰਡ ਵਰਗੇ, ਤੇ ਉਹ ਹੁਣ ਇੰਟਰਸਟਿਡ ਹੈਗੇ ਆ ਤੇ ਉਹ ਹੁਣ ਪਰਚੇਸ ਕਰਦੇ ਆ। ਤੇ ਜਦੋਂ ਉਹ ਵਰਗੇ ਲੋਕ ਵੱਧ ਪਰਚੇਸ ਕਰਦੇ ਆ ਫਿਰ ਪ੍ਰਾਈਸ ਵਧੂਗਾ। ਤੁਸੀਂ ਸੋਚ ਸਕਦੇ ਹੋ ਜਿਹੜੇ ਅਮਰੀਕਨ ਪ੍ਰੋਪਰਟੀ ਮਾਰਕੀਟ ਹੈਗਾ, 20 ਸਾਲ ਪਿੱਛੇ ਜਿਹੜੇ ਲੋਕ ਦੇ ਥੋੜੇ ਮੋਟੇ ਪੈਸੇ ਸੀਗੇ ਉਹ ਆਪਦੇ ਦੋਸਤ ਦੇ ਨਾਲ ਵੱਡੇ ਆਫਿਸ ਬਿਲਡਿੰਗ ਖਰੀਦਦੇ ਸੀਗੇ। ਤੇ ਕਈ ਲੋਕ ਸੀਗੇ ਜਿਹੜੇ ਉਹਦੇ ਵੱਧ ਪੈਸੇ ਸੀਗੇ, ਉਹਨੂੰ ਪਤਾ ਲੱਗਿਆ ਵੀ ਇਹ ਬੰਦੇ ਇੰਨੇ ਪੈਸੇ ਬਣਾਉਂਦੇ ਆਫਿਸ ਪ੍ਰੋਪਰਟੀ ਖਰੀਦਣ ਦੇ ਨਾਲ, ਮੇਰੇ ਵੱਧ ਪੈਸੇ ਹੈਗੇ, ਮੈਂ 4-5 ਖਰੀਦੂੰਗਾ, ਹਨਾ। ਤੇ ਇੱਕ ਬੰਦਾ ਹੈਗਾ ਇੱਥੇ ਸ਼ਿਕਾਗੋ ਦੇ ਵਿੱਚ, ਸੈਮ ਜ਼ੈਲ, ਜਿਹਨੇ 1000 ਖਰੀਦੇ ਹੈਗੇ ਆਫਿਸ ਪ੍ਰੋਪਰਟੀਜ਼, ਤੇ ਉਹਨੇ ਪਬਲਿਕ ਨੂੰ ਵੇਚਿਆ। ਤੇ ਉਹਦੇ ਨਾਲ ਕਈ ਲੋਕੀ ਨੇ ਦੇਖੇ ਵੀ ਇਹ ਬੰਦੇ ਇਹਦੇ ਵਿੱਚ ਪੈਸੇ ਬਣਾਉਂਦੇ, ਫਿਰ ਉਹਦੇ ਪਿੱਛੇ ਭੱਜਦੇ ਹੈਗੇ ਆ। ਤੇ ਹੁਣ ਜਿਹੜੇ ਆਫਿਸ ਪ੍ਰੋਪਰਟੀਜ਼ ਦੀ ਪ੍ਰਾਈਸ ਆਪਣੇ ਥਾਂ ਦੇ ਵਿੱਚ ਇੱਥੇ ਬਹੁਤ ਵੱਧ ਗਏ ਹੈਗੇ ਆ। ਤੇ ਇਹ ਕਿਉਂ ਹੈਗਾ ਵੀ ਲੋਕੀ ਦੇਖਦੇ ਆ ਵੀ ਆਪਦੇ ਗਵਾਂਢੀ ਪੈਸੇ ਬਣਾਉਂਦਾ ਤੇ ਉਹਦੇ ਪਿੱਛੇ ਭੱਜਦੇ ਹੈਗੇ ਆ। ਤੇ ਇਹਦੇ ਹਿਸਾਬ ਨਾਲ ਬਿਟਕੋਇਨ ਦੀ ਪ੍ਰਾਈਸ ਮੇਰੇ ਹਿਸਾਬ ਨਾਲ ਐਵੇਂ ਵਧੂਗੀ ਵੀ ਜਦੋਂ ਲੋਕੀ ਦੇਖਦੇ ਆ ਵੀ ਆਪਦੇ ਗਵਾਂਢੀ ਬਿਟਕੋਇਨ ਦੇ ਵਿੱਚ ਪੈਸੇ ਬਣਾਉਂਦੇ ਆ।
Yeah, absolutely. And I think to your point, Prabjeet, ਤੁਸੀਂ ਇੱਕ ਬੜਾ ਇੰਟਰਸਟਿੰਗ ਪੁਆਇੰਟ ਕਿਹਾ ਹੈ ਕਿ ਗਾਇਜ਼ ਆਬਵੀਅਸਲੀ ਬਿਟਕੋਇਨ ਦਾ ਪ੍ਰਾਈਸ ਉੱਤੇ ਥੱਲੇ ਇਸ ਕਰਕੇ ਹੁੰਦਾ ਹੈ ਕਿ ਕਿੰਨਾ ਲੋਕੀ ਖਰੀਦ ਰਹੇ ਨੇ। ਜੇ ਬਹੁਤ ਸਾਰੇ ਲੋਕੀ ਖਰੀਦ ਰਹੇ ਨੇ, ਬਿਟਕੋਇਨ ਦਾ ਪ੍ਰਾਈਸ ਉੱਤੇ ਜਾ ਰਿਹਾ ਹੈ। ਜੇ ਲੋਕਾਂ ਨੇ ਵੇਚਣਾ ਸ਼ੁਰੂ ਕਰਤਾ, ਬਿਟਕੋਇਨ ਦਾ ਪ੍ਰਾਈਸ ਘਟ ਜਾ ਰਿਹਾ ਹੈ। ਪਰ ਇੱਕ ਗੱਲ ਇਹ ਕਹਿਣੀ ਬੜੀ ਇੰਪੋਰਟੈਂਟ ਹੈ ਕਿ ਜਿਹੜਾ ਬਿਟਕੋਇਨ ਦਾ ਲਾਈਕ ਇਹ ਕੁਐਸਚਨ ਤੁਹਾਡੇ ਲਈ ਹੈ ਗਾਇਸ, ਕਿਉਂਕਿ ਇਹ ਮੈਨੂੰ ਬਹੁਤ ਕੁਐਸਚਨ ਆਉਂਦਾ ਹੈ ਕਿ ਬਿਟਕੋਇਨ what is bitcoin backed by? ਬਿਟਕੋਇਨ ਨੂੰ ਬੈਕਿੰਗ ਕੌਣ ਕਰ ਰਿਹਾ ਹੈ? ਜਿਵੇਂ ਉਹਦੀ ਜਿਹੜੀ ਵੈਲਿਊ ਹੈ, ਉਹਦੀ ਬੈਕਿੰਗ ਕਿਵੇਂ ਹੋ ਰਹੀ ਹੈ? So I think I'll take that one. ਹੁਣ ਅਗਰ ਲਾਇਆ ਜਾਵੇ ਪੈਸੇ ਦੀ ਗੱਲ ਕਰੀਏ ਨਾ, ਸੋ ਅਗਰ ਆਪਾਂ ਰੋਜ਼ ਦੇ ਪੈਸੇ ਦੀ ਗੱਲ ਕਰੀਏ, ਹੁਣ ਇੰਡੀਅਨ ਰੁਪੀਸ ਲਾ ਲਓ ਜਾਂ ਮਲੇਸ਼ੀਆ ਦਾ ਰਿੰਗਿਟ ਲਾ ਲਓ ਜਾਂ ਮੈਂ ਕਹਿੰਦਾ ਡਾਲਰ ਲਾ ਲਓ, ਇਹ ਕਾਹਦੇ ਨਾਲ ਬੈਕਡ ਆ? ਇਹ ਜ਼ਿਆਦਾਤਰ ਬੈਕਡ ਆ ਟਰਸਟ ਤੇ ਵੀ ਅੱਜ ਸਰਕਾਰ ਕਹਿ ਰਹੀ ਹੈ ਵੀ ਕੱਲ ਨੂੰ $1 ਦਾ ਤੁਸੀਂ ਐਗਜ਼ਾਮਪਲ ਕਿ ਇੱਕ ਬਰਗਰ ਲੈ ਸਕਦੇ ਹੋ, ਉਹ ਜਿਵੇਂ ਪ੍ਰਭਜੀਤ ਨੇ ਕਿਹਾ $6 ਦਾ, ਚਲੋ $6 ਦਾ ਬਰਗਰ ਲੈ ਸਕਦੇ ਹੋ ਤੁਸੀਂ। ਸੋ ਉਹਦੇ ਨਾਲ ਇੱਕ ਟਰਸਟ ਬਣ ਜਾਂਦਾ ਵੀ ਹਾਂ ਅਗਰ ਮੈਂ ਆਹ ਪੇਪਰ ਦਾ ਨੋਟ ਲੈ ਕੇ ਜਾ ਕੇ ਬਰਗਰ ਕਿੰਗ ਗਿਆ, ਉਹਨਾਂ ਨੇ ਮੈਨੂੰ ਉਹ $6 ਦਾ ਬਰਗਰ ਦੇ ਦੇਣਾ। ਸੋ ਇੱਕ ਟਰਸਟ ਆ। ਪਰ ਅਗਰ ਉਹਦੀ ਵੈਲਿਊ ਦੇਖੀਏ, ਉਸੇ ਵੀ ਇੱਕ ਪੇਪਰ ਹੁਣ ਇਹਦੇ ਅੰਦਰ ਅਗਰ ਲਾਇਆ ਜਾਵੇ, ਇਹ ਬਿਟਕੋਇਨ ਦੀ ਬੈਕਿੰਗ ਕੀ ਹੈ? ਬਿਟਕੋਇਨ ਦੀ ਬੈਕਿੰਗ ਇਹਦੇ ਅੰਦਰ ਇਹ ਲਾਈ ਜਾਂਦੀ ਹੈ ਵੀ ਇਹਦੇ ਕਮਿਊਨਿਟੀ ਦਾ ਸਪੋਰਟ ਕੀ ਹੈ, ਉਹਦਾ ਕਮਿਊਨਿਟੀ ਦਾ ਡਿਮਾਂਡ ਕੀ ਹੈ ਉਹਦੇ ਅੰਦਰ। ਹੁਣ ਇਹ ਟੈਕਨੋਲੋਜੀ ਕਿਵੇਂ ਵੱਧ ਰਹੀ ਹੈ ਵੀ ਅੱਗੇ ਜਾ ਕੇ ਇਹਦਾ ਕੋਈ ਹੋਰ ਨੀਡ ਹੋਵੇ। ਤੇ ਹੁਣ ਇਹ ਤੋਂ ਪਹਿਲਾਂ ਦੇ ਸਵਾਲ ਪੁੱਛਿਆ ਗਿਆ ਸੀ ਵੀ ਹੁਣ ਕਿਵੇਂ ਇਹਦੀ ਅਪ ਐਂਡ ਡਾਊਨ ਰੋਡ ਹੁੰਦੀ ਰਹਿੰਦੀ ਹੈ, ਕਿਉਂਕਿ ਇਹਦੇ ਅੰਦਰ ਦੇਖਣਾ ਵੀ ਕੁਝ ਲੋਕ ਲੋਅਰ ਐਂਟਰ ਕਰ ਰਹੇ ਨੇ। ਕੋਈ ਐਗਜ਼ਾਮਪਲ 5000 ਤੇ ਆਇਆ ਹੋਊਗਾ, और जो $11,000 से पहुंच गया तो ਉਹਦਾ ਮੁਨਾਫਾ ਦਾ ਉਹ ਸੋਚਦਾ ਚੱਲ ਮੈਂ 11,000 ਤੇ ਪ੍ਰੋਫਿਟ ਤੇ ਨਿਕਲ ਜਾਣਾ। ਤੇ ਕੁਝ ਲੋਕ ਸੋਚਦੇ ਹੋਣਗੇ ਵੀ ਮੈਂ 10,000 ਦੀ ਬਣਦਾ, ਸ਼ਾਇਦ ਇਹ 15,000 ਤੱਕ ਚਲੇ ਜਾਵੇ। ਸੋ ਕੁਝ ਲੋਕ ਲੇਟ ਐਂਟਰ ਕਰਦੇ ਸੀ, ਉਹ ਬਾਈ ਇਨ ਕਰਦੇ ਨੇ। ਸੋ ਹਮੇਸ਼ਾ ਉਹਦੀ ਮਾਰਕੀਟ ਅਪ ਐਂਡ ਡਾਊਨ ਹੁੰਦੀ ਰਹਿੰਦੀ ਹੈ, ਕਿਉਂਕਿ ਕੋਈ ਮੁਨਾਫਾ ਬਣਾ ਰਿਹਾ, ਕੋਈ ਵਾਟ ਕੋਲ ਕਿਸੇ ਦਾ ਲਾਸ ਹੋ ਰਿਹਾ, ਕੋਈ ਹਜੇ ਨਵਾਂ ਆਇਆ, ਕੋਈ ਐਗਜ਼ਿਟ ਕਰ ਗਿਆ ਤੇ ਉਹ ਐਗਜ਼ਿਟ ਕਰਕੇ ਵੀ ਵਾਪਸ ਆ ਸਕਦੇ ਨੇ। ਕੁਝ ਲੋਕ ਆਪਦਾ ਕੈਪੀਟਲ ਵਾਪਸ ਲੈਣਾ ਚਾਹੁੰਦੇ। ਐਗਜ਼ਾਮਪਲ ਉਹਨੇ $1,000 ਦਾ ਉਹਨੇ ਇਨਵੈਸਟਮੈਂਟ ਕੀਤਾ ਸੀਗਾ, ਹੁਣ ਸ਼ਾਇਦ ਉਹਨੂੰ ਮੁਨਾਫਾ ਹੋ ਗਿਆ, ਉਹਦੇ ਕੋਲੇ $1,500 ਹੋ ਗਿਆ, ਸ਼ਾਇਦ ਉਹ ਸੋਚਦਾ 1000 ਮੈਂ ਕੱਟ ਲੈਂਦਾ, 500 ਮੈਂ ਅੰਦਰ ਵਾਪਸ ਰੋਲ ਬੈਕ ਕਰ ਦਿੰਦਾ। ਸੋ ਇਹਦੇ ਨਾਲ ਉੱਥੇ ਹਮੇਸ਼ਾ ਟ੍ਰੇਡਿੰਗ ਹੁੰਦੀ ਰਹਿੰਦੀ ਹੈ ਤੇ ਉਹਦਾ ਪ੍ਰਾਈਸ ਉੱਤੇ ਥੱਲੇ ਹੁੰਦਾ ਜਾਂਦਾ। ਪਰ ਜੇ ਉਹਦੀ ਬੈਕਿੰਗ ਆ, ਉਹ ਜ਼ਿਆਦਾਤਰ ਕਮਿਊਨਿਟੀ ਦੇ ਡਿਮਾਂਡ ਤੇ ਨੀਡ ਤੇ ਹੈ। ਸੇਮ ਅਗਰ ਗੱਲ ਕਰੀਏ ਜੇ ਫੋਰੈਕਸ ਦੀ ਕੀ ਡਿਮਾਂਡ ਆ, ਗਵਰਨਮੈਂਟ ਦੀ ਟਰਸਟ ਤੇ ਉਹਦੀ ਇੰਟਰਨੈਸ਼ਨਲ ਡਿਮਾਂਡ ਕੀ ਹੈ। ਉਹਦੀ ਇੰਟਰਨੈਸ਼ਨਲ ਜਿਵੇਂ ਕਰੰਸੀ ਦੀ ਡਿਮਾਂਡ ਬਣਦੀ ਹੈ, ਉਹ ਕੰਟਰੀ ਦੀ ਇਕਨੋਮੀ ਤੇ ਉਹਦਾ ਟੋਟਲ ਸਪਲਾਈ ਕਿੰਨਾ ਹੈ। ਅਗਰ ਲੈ ਜਾਵੇ, ਅਗਰ ਯੂਐਸ ਦੀ ਸਪਲਾਈ ਕਾਫੀ ਆ ਪਰ ਉਹਦੀ ਡਿਮਾਂਡ ਵੀ ਬਹੁਤ ਜ਼ਿਆਦਾ। ਅਗਰ ਬਾਕੀ ਸਾਰੀ ਕੰਟਰੀਆਂ ਦੇ ਨਾਲ ਅਗਰ ਕੰਪੇਅਰ ਕਰੀ ਜਾਵੇ, ਉਹਦੀ GDP ਜਿਹੜੀ ਹੈਗੀ ਆ ਬਹੁਤ ਜ਼ਿਆਦਾ ਹਾਈ ਆ। ਸੋ ਜਿਨ੍ਹਾਂ ਨੇ ਵੀ ਯੂਐਸ ਨਾਲ ਟ੍ਰੇਡ ਕਰਨਾ, US ਡਾਲਰ ਵਰਤਦੇ ਆ। ਬਾਹਰਲੇ ਦੇਸ਼ਾਂ 'ਚ ਵੀ US ਡਾਲਰ ਜ਼ਿਆਦਾ ਮੰਨਿਆ ਜਾਂਦਾ, ਸੋ ਉਹਦੇ ਕਰਕੇ US ਡਾਲਰ ਦੀ ਡਿਮਾਂਡ ਹਾਈ ਆ। ਸੋ ਉਹਦੀ ਕਰੰਸੀ ਦੀ ਵੈਲਿਊ ਹਾਈ ਆ। ਅਗਰ ਲੈ ਜਾਵੇ ਹੋਰ ਇੱਕ ਐਗਜ਼ਾਮਪਲ ਦੇ ਸਕਦੇ ਨੇ, ਕੁਵੈਤ ਛੋਟਾ ਜਿਹਾ ਦੇਸ਼ ਹੈ, ਜ਼ਿਆਦਾਤਰ ਤੇਲ ਕੱਢਦਾ, ਬਸ ਉਹ ਤੋਂ ਸਿਵਾ ਉਹਦੀ ਬਾਲਕ ਦੀ ਇੰਡਸਟਰੀ ਹੈ ਨਹੀਂ, ਪਰ ਉਹਦੇ ਤੇਲ ਦੀ ਡਿਮਾਂਡ ਬਹੁਤ ਆ। ਸੋ ਤੇ ਉਹਦੀ ਜੇ ਪੋਪੂਲੇਸ਼ਨ ਆ ਘੱਟ ਆ, ਸੋ ਉਹਨੂੰ ਬਾਹਲੇ ਪੈਸੇ ਪ੍ਰਿੰਟ ਕਰਨ ਦੀ ਜ਼ਰੂਰਤ ਨਹੀਂ, ਕਿਉਂਕਿ ਜਿੰਨੇ ਵੀ ਪੈਸੇ ਪ੍ਰਿੰਟ ਕਰ ਚੁੱਕੇ ਨੇ ਉਹਦੀ ਪੋਪੂਲੇਸ਼ਨ ਵਾਸਤੇ ਬਹੁਤ ਆ, ਉਹਨੂੰ ਵਾਪਸ ਅੰਦਰ ਰੋਲ ਕਰ ਸਕਦੇ ਨੇ। ਸੋ ਅਗਰ ਹੁਣ ਕਿਸੇ ਨੇ ਲੈਣਾ ਗਾ, ਉਹ ਜ਼ਿਆਦਾ ਪੈਸੇ ਕਰੇ ਉਹਦੇ ਵਾਸਤੇ, ਉਹ ਜ਼ਿਆਦਾ ਪੇਮੈਂਟ ਕਰੇ ਉਹਦੀ ਕਰੰਸੀ ਲੈਣ ਵਾਸਤੇ, ਉਹਨਾਂ ਦੇ ਨਾਲ ਬਿਜ਼ਨਸ ਕਰਨ ਵਾਸਤੇ। ਸੋ ਜਦੋਂ ਉਹ ਜ਼ਿਆਦਾ ਪੈਸੇ ਦੇਣ ਨੂੰ ਤਿਆਰ ਆ, ਉਹਦੀ ਕਰੰਸੀ ਦਾ ਪ੍ਰਾਈਸ ਹਾਈ ਹੋ ਰਿਹਾ ਨੇ ਤੇ ਸਪਲਾਈ ਹੈਗੀ ਆ ਘੱਟ। ਸਿਮਿਲਰ ਮੈਕੈਨਿਜ਼ਮ ਬਿਟਕੋਇਨ ਦੇ ਅੰਦਰ ਵੀ ਹੈ, ਪਰ ਜਿਹੜੀ ਉਧਰਲੀ ਕਰੰਸੀ ਆ ਉਹ ਹਜੇ ਵੀ ਕੀਪ ਔਨ ਪ੍ਰਿੰਟੇਬਲ ਆ, ਹੋਰ ਪਾ ਸਕਦੇ ਆ। ਸੋ ਜਿਵੇਂ ਡਾਲਰ ਦਾ ਕੀਪ ਔਨ ਲੋਕ ਕੀ ਫੈਡ ਹਮੇਸ਼ਾ ਪ੍ਰਿੰਟ ਹੋਰ ਤੇ ਹੋਰ ਜ਼ਿਆਦਾ ਕਰੰਸੀ ਪ੍ਰਿੰਟ ਕਰੀ ਜਾ ਸਕਦੀ ਹੈ, ਉਹਦਾ ਕੋਈ ਲਿਮਿਟ ਨਹੀਂ ਗਾ। ਬਿਟਕੋਇਨ ਦਾ ਲਿਮਿਟ ਹੈਗਾ ਉੱਥੇ। ਸੋ ਇੱਕ ਤਾਂ ਉਹਦੀ ਲਿਮਿਟਡ ਕਰੰਸੀ, ਲਿਮਿਟਡ ਕੋਇਨਸ ਦੇ ਕਰਕੇ, ਫਿਰ ਉਹ ਤੋਂ ਉਹਦੀ ਡਿਮਾਂਡ ਇੰਕਰੀਜ਼ਿੰਗ ਦੇ ਕਰਕੇ, ਉਹਦੇ ਤੇ ਐਪਲੀਕੇਸ਼ਨਸ ਤੇ ਜਿਹੜੇ ਯੂਜ਼ਸ ਆ ਉਹ ਵਧੀ ਜਾਂਦੇ ਆ। ਉਹਦੇ ਨਾਲ ਉਹਦਾ ਪ੍ਰਾਈਸ ਤੇ ਡਿਮਾਂਡ ਓਵਰ ਦ ਇਅਰਸ ਗ੍ਰੈਜੂਅਲੀ ਚੱਲ ਰਹੀ ਹੈ। ਭਾਵੇਂ ਤੁਸੀਂ ਇਹ ਦੇਖੀ ਜਾਓ ਉਹਦੀ ਕਰਵ, ਪਰ ਤੁਸੀਂ ਓਵਰਆਲ ਦੇਖੋਗੇ ਬਿਟਕੋਇਨ ਕਈ ਵਾਰੀ ਉੱਤੇ ਚੜ ਕੇ ਡਿੱਗਿਆ, ਪਰ ਓਵਰਆਲ ਉਹਦਾ ਜਿਹੜਾ ਗਰੋਥ ਆ ਉਹ ਹਜੇ ਗਰੋਥ 'ਚ ਹੀ ਹੈ। ਉਹਦੇ ਪਰਸੈਂਟੇਜ ਦੇਖੋਗੇ ਜ਼ਿਆਦਾਤਰ ਗਰੋਥ ਦੇ ਅੰਦਰ ਹੀ ਆ। ਪਰ ਇਹ ਨਹੀਂ, ਮੈਂ ਇੱਕ ਸਲਾਹ ਜ਼ਰੂਰ ਦੇਣਾ ਚਾਹੂੰਗਾ ਵੀ ਸਭ ਤੋਂ ਇੰਪੋਰਟੈਂਟ ਐਡਵਾਈਸ ਇਹ ਹੋਗੀ ਮੇਰੀ ਵੱਲੋਂ ਵੀ, ਸਭ ਤੋਂ ਇੰਪੋਰਟੈਂਟ ਇਨਵੈਸਟਮੈਂਟ ਆਪਦੇ ਅੰਦਰ ਕਰੋ। ਸਿੱਖੋ ਵੀ ਇਹ ਕਾਹਦੇ ਬਾਰੇ ਆ, ਤੇ ਇਹ ਸੋਚੋ ਵੀ ਕਿਹੇ ਦਾ ਇਨਵੈਸਟਰ ਤੁਸੀਂ ਮੰਨਣਾ ਚਾਹੁੰਦੇ ਇਹਦੇ ਅੰਦਰ। ਕਿਉਂਕਿ ਅਗਰ ਤੁਸੀਂ ਸੋਚਦੇ ਵੀ ਮੈਂ ਐਕਟਿਵ ਮੰਨਣਾ ਚਾਹੁੰਦਾ, ਵੀ ਮੈਂ ਜ਼ਿਆਦਾ ਟਾਈਮ ਐਲੋਕੇਟ ਕਰਕੇ ਟ੍ਰੇਡਿੰਗ ਕਰਨਾ ਚਾਹੁੰਦਾ, ਫਿਰ ਤੁਸੀਂ ਸਿੱਖੋ ਵੀ ਟ੍ਰੇਡਿੰਗ ਕਿਵੇਂ ਹੁੰਦੀ ਆ, ਵੀ ਕੀ ਪਿੱਛੇ ਇਹਨਾਂ ਦੇ ਮੈਕੈਨਿਜ਼ਮ ਨੇ, ਕੀ ਤਰੀਕੇ ਨੇ ਟ੍ਰੇਡਿੰਗ ਕਰਨ ਦੇ।
ਅਗਰ ਤੁਸੀਂ ਸੋਚਦੇ ਨਹੀਂ ਮੈਂ ਸਿਰਫ ਇਨਵੈਸਟਮੈਂਟ ਕਰਨਾ ਤੇ ਇਨਵੈਸਟਮੈਂਟ ਕਰਨ ਚ ਵੀ ਕੀ ਜਗ੍ਹਾ ਤੇ ਤੁਸੀਂ ਕਰ ਸਕਦੇ ਹੋ। ਜਿਵੇਂ ਮੈਂ ਵੀ ਆਪਦੀ ਪਰਸਨਲ ਇਨਵੈਸਟਮੈਂਟ ਜਿਹੜੀ ਕਰ ਰਿਹਾ, ਮੈਂ ਇਹ ਨਹੀਂ ਕਿ ਮੈਂ ਸਾਰੇ ਪੈਸੇ ਸਿਰਫ ਇੱਕ ਕੋਇਨ ਚ ਪਾਉਣਾ ਜਾਂ ਸਿਰਫ ਕ੍ਰਿਪਟੋ ਚ ਪਾਉਣਾ। ਮੈਂ ਆਪਦੀ ਇਨਵੈਸਟਮੈਂਟ ਦੂਜੇ ਰਾਹੀਂ ਵੀ ਕਰਦਾਗਾ, ਪਰ ਕ੍ਰਿਪਟੋ ਮੇਰਾ ਇੱਕ ਜ਼ਰੀਆ ਜ਼ਰੂਰ ਰੱਖਿਆ ਕਿਉਂਕਿ ਇਹ ਜ਼ਿਆਦਾ ਹਾਈ ਗਰੋਥ ਪੋਟੈਂਸ਼ੀਅਲ ਆ। ਪਰ ਜਿਹਦਾ ਗਰੋਥ ਪੋਟੈਂਸ਼ੀਅਲ ਆ ਉਹਦਾ ਰਿਸਕ ਪੋਟੈਂਸ਼ੀਅਲ ਵੀ ਹਾਈ ਹੈ। ਅਗਰ ਕੁਛ ਇਹੋ ਜਿਹੀ ਜਗ੍ਹਾ ਵੀ ਹੈ ਜਿੱਥੇ ਜ਼ਿਆਦਾ ਲੋ ਰਿਸਕ ਆ ਪਰ ਉਹਦਾ ਗਰੋਥ ਵੀ ਲੋ ਹੁੰਦਾ। ਸੋ ਯੂ ਕੈਨ ਡਾਈਵਰਸੀਫਾਈ, ਜਿਵੇਂ ਅੰਗਰੇਜ਼ੀ ਚ ਕਹਿ ਦਿੰਦੇ ਆ, ਤੁਸੀਂ ਉਹਨਾਂ ਨੂੰ ਕਿ ਥੋੜੇ ਪੈਸੇ ਅੱਡ ਜਗ੍ਹਾ ਤੇ ਪਾ ਕੇ ਵੀ ਤੁਸੀਂ ਇਨਵੈਸਟਮੈਂਟ ਕਰਨਾ ਚਾਹੁੰਦੇ ਆ। ਔਰ ਸਭ ਤੋਂ ਜ਼ਰੂਰੀ, ਅਗਰ ਤੁਸੀਂ ਇਨਵੈਸਟਰ ਬਣਨ ਦੀ ਸੋਚ ਰਹੇ ਹੋ, ਇਹ ਸੋਚੋ ਵੀ ਮੈਂ ਕਿਸ ਤਰ੍ਹਾਂ ਦਾ ਇਨਵੈਸਟਰ ਬਣਨਾ, ਇਨਵੈਸਟਮੈਂਟ ਕਿਵੇਂ ਹੋ ਸਕਦੀ ਹੈ ਤੇ ਕਿਹੜੀ ਚੀਜ਼ਾਂ 'ਚ ਮੈਂ ਇਨਵੈਸਟ ਕਰ ਸਕਦਾ ਤੇ ਜਿਹੜੀ ਚੀਜ਼ਾਂ 'ਚ ਮੈਂ ਕਰ ਰਿਹਾ ਇਨਵੈਸਟ ਇਹ ਕਿਵੇਂ ਕੰਮ ਕਰ ਰਹੀਆਂ। ਸੋ ਅਗਰ ਬਿਟਕੋਇਨ ਦੀ ਗੱਲ ਕਰਨਾ ਚਾਹੋ, ਬਿਟਕੋਇਨ ਕਿਵੇਂ ਕੰਮ ਕਰਦਾ, ਬਿਟਕੋਇਨ ਦੇ ਕੀ ਰੈਗੂਲੇਸ਼ਨਸ ਕੀ ਨੇ, ਬਿਟਕੋਇਨ ਅਗਰ ਮੈਂ ਉਹਦੇ ਅੰਦਰ ਮੁਨਾਫਾ ਬਣਾਇਆ ਇਹਦੇ ਉੱਤੇ ਮੈਨੂੰ ਕੋਈ ਟੈਕਸ ਨਹੀਂ ਪਊਗਾ, ਟੈਕਸ ਦਾ ਕੱਟ ਕੇ ਮੈਨੂੰ ਕੋਈ ਫਾਇਦਾ ਹੋਊਗਾ ਜਾਂ ਨਹੀਂ ਹੋਊਗਾ। ਸੋ ਇਹ ਜਿਹੀਆਂ ਚੀਜ਼ਾਂ ਜ਼ਰੂਰੀ ਹੁੰਦੀਆਂ ਨੇ ਵੀ ਤੁਹਾਨੂੰ ਪਤਾ ਲੈਣ ਵਾਸਤੇ ਵੀ ਜਦੋਂ ਤੁਸੀਂ ਇਨਵੈਸਟਰ ਬਣਨ ਦਾ ਸੋਚਦੇ ਹੋ। ਪਰ ਅਗਰ ਤੁਸੀਂ ਸੋਚ ਰਹੇ ਹੋ ਇਹ ਐਂਗਲ 'ਚ ਵੀ ਮੈਂ ਟੈਕਨੋਲੋਜੀ ਬਾਰੇ ਸੋਚਾਂ, ਫਿਰ ਉਹਦੇ ਤਰੀਕੇ ਵੀ ਆਪਾਂ ਕੀ ਹੈ ਅਗਲੇ ਕੋਈ ਵੀਡੀਓ 'ਚ ਜ਼ਰੂਰ ਦੱਸਾਂਗੇ ਵੀ ਕਿਵੇਂ ਟੈਕਨੋਲੋਜੀ ਦੇ ਅੰਦਰ ਤੁਸੀਂ ਸਟੈਪ ਕਰ ਸਕਦੇ ਨੇ। ਪਰ ਸਭ ਤੋਂ ਜ਼ਰੂਰੀ ਹੁੰਦਾ ਵੀ ਪਹਿਲਾਂ ਇਹ ਕਿ ਅੱਜ ਦੀ ਵੀਡੀਓ 'ਚ ਤੁਸੀਂ ਇਹ ਵਾਪਸ ਲੈ ਕੇ ਜਾਓ ਵੀ ਇੱਕ ਤੁਹਾਨੂੰ ਜ਼ਿਆਦਾ ਪਤਾ ਲੈਣ ਦੀ ਜ਼ਰੂਰਤ ਆ, ਜ਼ਿਆਦਾ ਇਨਫੋਰਮੇਸ਼ਨ ਪੜ੍ਹਨ ਦੀ ਜ਼ਰੂਰਤ ਆ ਤੇ ਆਪਦਾ ਇਹ ਡਿਸੀਜ਼ਨ ਲੈਣਾ ਚਾਹੀਦਾ ਵੀ ਅਗਰ ਤੁਸੀਂ ਕਿਤੇ ਇਹ ਨਹੀਂ ਵੀ ਕੱਲ ਨੂੰ ਕੋਈ ਤੁਹਾਨੂੰ ਕਹਿੰਦੇ ਬਿਟਕੋਇਨ ਖਰੀਦੋ, ਤੁਸੀਂ ਜੰਮ ਮਾਰ ਕੇ ਬਿਟਕੋਇਨ ਖਰੀਦ ਲਓ ਤੇ ਤੁਸੀਂ ਮੁਨਾਫਾ ਬਣਾ ਲਿਆ ਤੇ ਕਹਿੰਦੇ ਬਿਟਕੋਇਨ ਖਰਾਬ ਆ। ਜ਼ਿਆਦਾ ਲੋਕਾਂ ਦੇ ਇਹ ਵੀ ਕੇਸ ਹੁੰਦੇ ਆ ਵੀ ਕਿ ਲੋਕੀ ਸੋਚਦੇ ਆ ਵੀ ਬਾਹਲੇ ਲੋਕ ਕਹਿ ਦਿੰਦੇ ਵੀ ਖਰੀਦ ਲਓ ਤੇ ਲੋਕੀ ਛਾਲ ਮਾਰ ਕੇ ਖਰੀਦ ਲੈਂਦੇ ਆ। ਮੈਂ ਨਹੀਂ ਕਹਿੰਦਾ ਵੀ ਤੁਸੀਂ ਖਰੀਦੋ ਜਾਂ ਨਾ ਖਰੀਦੋ, ਮੈਂ ਕਹਿੰਦਾ ਵੀ ਸਿੱਖੋ, ਇਹਦੇ ਬਾਰੇ ਪਤਾ ਲਓ, ਇਹ ਚੀਜ਼ਾਂ ਜਿਹੜੀਆਂ ਬਾਹਰ ਹੈਗੀਆਂ ਨੇ। ਕਿਉਂਕਿ ਅਗਰ ਤੁਸੀਂ ਇਹ ਚੀਜ਼ਾਂ 'ਚ ਜਾ ਕੇ ਪਤਾ ਲਓਗੇ, ਜ਼ਿਆਦਾ ਸਿੱਖੋਗੇ ਇਹਦੇ ਬਾਰੇ, ਇਹਦੇ ਨਾਲ ਜ਼ਿਆਦਾ ਓਪਰਚੁਨਿਟੀ ਮਿਲਣਗੀ। ਸ਼ਾਇਦ ਇਹ ਇਨਵੈਸਟਮੈਂਟ ਓਪਰਚੁਨਿਟੀ ਹੋ ਸਕਦੀ ਹੈ ਜਾਂ ਕੀ ਮੂਰੇ ਕਰੀਅਰ ਓਪਰਚੁਨਿਟੀ ਹੋ ਸਕਦੀ ਹੈ ਜਾਂ ਬਿਜ਼ਨਸ ਓਪਰਚੁਨਿਟੀ ਹੋ ਸਕਦੀ ਹੈ। ਕਈ ਤਰ੍ਹਾਂ ਦੀ ਓਪਰਚੁਨਿਟੀਆਂ ਗਰੋ ਸਕਦੀਆਂ ਇਹ ਚੀਜ਼ਾਂ ਤੋਂ। ਪਰ ਸਭ ਤੋਂ ਜ਼ਰੂਰੀ ਗੱਲ ਹੋ ਸਕਦੀ ਹੈ ਅੱਜ ਦੀ ਵੀਡੀਓ ਤੋਂ, ਜੇ ਤੁਸੀਂ ਵਾਪਸ ਲੈ ਚਾਹਤੇ ਹੋ ਵੀ ਤੁਹਾਨੂੰ ਜ਼ਿਆਦਾ ਚੀਜ਼ਾਂ ਦੇ ਬਾਰੇ ਪਤਾ ਲੈਣ ਦੀ ਲੋੜ ਆ ਤੇ ਕ੍ਰਿਪਟੋ ਕਰੰਸੀ ਦੇ ਬਾਰੇ ਜੇ ਤੁਹਾਨੂੰ ਗਲਤ ਫਹਿਮੀਆਂ ਸੀ ਇਹ ਤੋਂ ਪਹਿਲਾਂ ਵੀ ਕੀ ਅਗਰ ਇਹ ਗਲਤ ਫਹਿਮੀਆਂ ਦੇ ਬਾਰੇ ਕੀ ਮੈਂ ਇਹ ਗਲਤ ਫਹਿਮੀਆਂ ਸੱਚੀ ਸੱਚ ਜਾਂ ਇਹ ਸਿਰਫ ਮੈਂ ਲੋਕਾਂ ਤੋਂ ਸੁਣੀ ਦੀ ਗੱਲ ਆ ਕਿ ਮੈਂ ਉਹਦੇ ਬਾਰੇ ਜ਼ਿਆਦਾ ਪਤਾ ਕੀਤਾ। ਇਹ ਸਵਾਲ ਕੁਝ ਆਪਦੇ ਨਾਲ ਤੁਸੀਂ ਰੱਖ ਸਕਦੇ ਹੋ ਬਾਅਦ ਚੋਂ। ਆਈ ਥਿੰਕ ਦੈਟ ਕਲੀਅਰ ਹੋ ਗਿਆ। Yeah, perfect. Thank you, Harpreet. I think it's a really valuable advice ਕਿ ਤੁਸੀਂ ਆਪਣੇ ਵਿੱਚ ਇਨਵੈਸਟਮੈਂਟ ਕਰੋ ਤੇ ਇਹ ਇੱਕ ਬਹੁਤ ਚੰਗੀ ਗੱਲ ਹੈ ਕਿ ਜੇ ਤੁਸੀਂ ਹੋਰ ਇਹਦੇ ਬਾਰੇ ਸਿੱਖੋਗੇ ਤੁਹਾਨੂੰ ਹੋਰ ਪਤਾ ਲੱਗੇਗਾ ਕਿ ਹੋਰ ਪੈਸਾ ਕਿਵੇਂ ਬਣਾ ਸਕਦੇ ਹੋ। ਜਿਵੇਂ ਲੱਗਦਾ ਹੈ ਕਿ ਤੁਹਾਨੂੰ ਜਿਵੇਂ ਹੁਣੇ ਤੁਹਾਨੂੰ ਲੱਗਦਾ ਹੈ ਕਿ ਹਾਂ ਮੈਂ ਬਿਟਕੋਇਨ ਖਰੀਦ ਸਕਦਾ, ਬਿਟਕੋਇਨ ਵਿੱਚ ਪੈਸੇ ਪਾ ਸਕਦਾ ਵਾਂ, ਮੈਂ ਟ੍ਰੇਡਿੰਗ ਕਰ ਸਕਦਾ ਵਾਂ। ਪਰ ਜੇ ਤੁਹਾਨੂੰ ਇੰਡਸਟਰੀ ਦੇ ਬਾਰੇ ਪਤਾ ਲੱਗੇਗਾ, ਜੇ ਤੁਹਾਨੂੰ ਜੌਬਸ ਦੇ ਬਾਰੇ ਪਤਾ ਲੱਗੇਗਾ, ਫਿਰ ਤੁਹਾਨੂੰ ਸ਼ਾਇਦ ਇਹ ਵੀ ਲੱਗ ਸਕਦਾ ਕਿ ਉਹ ਮੈਂ ਮਾਰਕੀਟਿੰਗ ਕਰਨਾ ਵਾ, ਮੈਂ ਇਹਦੇ ਵਿੱਚ ਮਾਰਕੀਟਿੰਗ ਮੈਂ ਕਰ ਸਕਦਾ ਵਾਂ, ਮੈਂ ਟਰਾਂਸਲੇਟਰ, ਮੈਂ ਇਹਦੇ ਵਿੱਚ ਇਹਨਾਂ ਟੈਕਨੀਕਲ ਪੇਪਰਸ ਦੀ ਮੈਂ ਟਰਾਂਸਲੇਸ਼ਨ ਕਰ ਸਕਦਾ ਵਾਂ ਪੰਜਾਬੀ ਵਿੱਚ। ਤੇ ਹੁਣ ਵੈਸੇ ਹੀ ਸਾਡਾ ਇੰਨਾ ਬਿਟਕੋਇਨ ਦਾ ਕੰਟੈਂਟ ਨਹੀਂ ਹੈਗਾ ਤੇ ਸੋ ਇਦਾਂ ਤੁਹਾਨੂੰ ਹੋਰ ਪਤਾ ਲੱਗ ਸਕਦਾ ਹੈ। ਸੋ ਇਟਸ ਰੀਲੀ ਰੀਲੀ ਐਕਸਾਈਟਿੰਗ। ਤੇ ਗਾਇਜ਼ ਕੁਐਸਚਨਸ ਹੁਣ ਬਹੁਤ ਜ਼ਿਆਦਾ ਆ ਰਹੇ ਨੇ ਤੇ ਆਈ ਥਿੰਕ ਹੁਣ ਅਸੀਂ ਕਾਲ ਤੇ ਰਹੇ ਹਾਂ। I think ਹੁਣ 1.5 ਤੋਂ ਜ਼ਿਆਦਾ ਘੰਟਾ ਹੋ ਗਿਆ, ਸੋ ਆਈ ਥਿੰਕ ਵੀ ਸ਼ੁਡ ਟਰਾਈ ਰੈਪਿੰਗ ਇਟ ਅਪ ਨਾਓ ਤੇ ਬਟ ਇਹ ਸਾਡਾ ਪਹਿਲਾ ਕਾਲ ਸੀ ਤੇ ਅਸੀਂ ਓਬਵੀਅਸਲੀ ਵੇਖਣਾ ਚਾਹੁੰਦੇ ਸੀ ਕਿ ਕਿਹੋ ਜਿਹਾ ਇੰਟਰਸਟ ਹੈ, ਕਿਹੋ ਜਿਹੇ ਕੁਐਸਚਨਸ ਆਉਂਦੇ ਨੇ ਤੇ ਜਿਹੜੇ ਕਮੈਂਟਸ ਹੋਰ ਕੁਐਸਚਨ ਸਾਨੂੰ ਬਾਅਦ ਚ ਆਏ ਨੇ ਡੈਫੀਨਿਟਲੀ ਇਹਦੇ ਤੇ ਮੈਂ ਵਾਪਸ ਜਾ ਕੇ ਅਸੀਂ ਮਿਲ ਕੇ ਵੇਖਾਂਗੇ ਕੌਣ ਆਨਸਰ ਕਰਾਂਗੇ, ਪਰ ਸਾਰੇ ਤੁਹਾਡੇ ਆਨਸਰਸ ਕਰ ਦਾਂਗੇ ਇਹਦੇ ਬਾਅਦ। ਤੇ ਗਾਇਜ਼ ਵਨ ਥਿੰਗ ਵੁੱਡ ਬੀ ਇੰਟਰਸਟਿੰਗ ਜੇ ਹਰਕਰਨ ਜੇ ਤੁਹਾਡੇ ਵੱਲੋਂ ਇੱਕ ਐਡਵਾਈਸ ਹੋਏ ਲੋਕਾਂ ਨੂੰ ਜਿਹੜੇ ਬਿਟਕੋਇਨ ਦੇ ਵਿੱਚ ਜਾਣਾ ਚਾਹੁੰਦੇ ਨੇ, ਕ੍ਰਿਪਟੋ ਦੇ ਵਿੱਚ ਜਾਣਾ ਚਾਹੁੰਦੇ ਨੇ, ਤੁਹਾਡੀ ਇੱਕ ਕੀ ਐਡਵਾਈਸ ਹੋਏਗੀ ਉਹਨਾਂ ਲਈ? ਹਾਂਜੀ, ਮੇਰੀ ਐਡਵਾਈਸ ਇਹ ਹੋਊਗੀ ਵੀ ਜਿੱਦਾਂ ਪੂਰੀ ਰਿਸਰਚ ਕਰੋ, ਜਿੱਥੇ ਵੀ ਤੁਸੀਂ ਇਨਵੈਸਟ ਕਰਨਾ ਆ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਤੁਸੀਂ ਕਿਹੜੀ ਚੀਜ਼ ਦੇ ਵਿੱਚ ਇਨਵੈਸਟ ਕਰ ਰਹੇ ਆ। ਮੇਰੀ ਨੰਬਰ 1 ਇਹ ਐਡਵਾਈਸ ਹੋਊਗੀ। ਦੂਜੀ ਹੋਊਗੀ ਵੀ ਸਟਾਰਟ ਸਲੋ, ਜਿੱਦਾਂ ਥੋੜੇ ਪੈਸੇ ਲਾਓ, ਬਹੁਤ ਜ਼ਿਆਦਾ ਟਾਈਮ ਲੱਗਦਾ ਜਿੱਦਾਂ ਹਰੇਕ ਚੀਜ਼ ਨੂੰ ਲਰਨ ਕਰਨ ਲਈ। ਤੁਸੀਂ ਜਿੰਨਾ ਜ਼ਿਆਦਾ ਟਾਈਮ ਡੈਡੀਕੇਟ ਕਰ ਸਕਦੇ ਆ ਉਨਾ ਜ਼ਿਆਦਾ ਤੁਹਾਡਾ ਫਾਇਦਾ ਆ। ਇਹਦੇ ਵਿੱਚ ਬਹੁਤ ਜ਼ਿਆਦਾ ਜਿੱਦਾਂ ਤੁਹਾਡਾ ਫਾਇਦਾ ਵੀ ਹੋ ਸਕਦਾ ਆ ਪਰ ਨੁਕਸਾਨ ਵੀ ਹੋ ਸਕਦਾ ਆ। ਸੋ ਕਦੀ ਵੀ ਇੱਦਾਂ ਨਹੀਂ ਵੀ ਜੇ ਤੁਸੀਂ ਆਪਣੀ ਰਿਸਰਚ ਕਰੋਗੇ ਤੁਹਾਨੂੰ ਪਤਾ ਵੀ ਤੁਸੀਂ ਕਿਹੜੀ ਚੀਜ਼ ਬਾਏ ਕਰ ਰਹੇ ਆ, ਤੁਹਾਨੂੰ ਪਤਾ ਹੋਣਾ ਚਾਹੀਦਾ ਆ ਉਹਦੇ ਇਨਸ ਐਂਡ ਆਊਟ, ਉਹਦਾ ਸਾਰੀ ਡੀਟੇਲਸ। ਜੇ ਤੁਸੀਂ ਪੁੱਛੋਗੇ ਕਿਸੇ ਤੋਂ ਵੀ
ਭਾਜੀ ਆਹ ਮੈਂ ਖਰੀਦਿਆ ਆ, ਇਹਨੂੰ ਮੈਂ ਕੁਛ ਜਿੱਦਾਂ ਸੈਲ ਕਰਾਂ ਜਾਂ ਇਦਾਂ, ਇਹਦਾ ਮਤਲਬ ਵੀ ਤੁਹਾਨੂੰ ਨੌਲੇਜ ਨਹੀਂ ਹੈਗੀ। ਜੇ ਤੁਹਾਨੂੰ ਨੌਲੇਜ ਨਹੀਂ ਹੈਗੀ ਤਾਂ ਤੁਹਾਨੂੰ ਚਾਹੀਦਾ ਆ ਵੀ ਤੁਸੀਂ ਜਿੰਨਾ ਜ਼ਿਆਦਾ ਸਿੱਖ ਸਕੋ ਉਨਾ ਜ਼ਿਆਦਾ ਤੁਹਾਨੂੰ ਫਾਇਦਾ ਹੋਊਗਾ, ਉਨਾ ਜ਼ਿਆਦਾ ਤੁਹਾਨੂੰ ਸਮਝ ਆਊਗੀ ਵੀ ਮੈਂ ਕੀ ਖਰੀਦ ਰਿਹਾ ਤੇ ਕੀ ਨਹੀਂ। ਸੋ ਮੇਰੀ ਐਡਵਾਈਸ ਜਿਹੜੇ ਵੀ ਨਵੇਂ ਜਿਹੜੇ ਸਰੋਤੇ ਆ ਜਿੱਦਾਂ ਕ੍ਰਿਪਟੋ ਕਰੰਸੀ ਜਾਂ ਬਿਟਕੋਇਨ ਦੇ ਵਿੱਚ ਜਾਣਾ ਚਾਹੁੰਦੇ ਆ, ਮੇਰੀ ਇਹ ਐਡਵਾਈਸ ਹੋਊਗੀ। ਤਾਂ ਨਾਲੇ ਮੈਂ ਇਹ ਵੀ ਕਹਿਣਾ ਚਾਹੁੰਦਾ ਵੀ ਇਹ ਅਜੇ ਬੜੀ ਨਵੀਂ ਇੰਡਸਟਰੀ ਆ, ਪਰ ਇਹ 'ਚ ਬਹੁਤ ਜ਼ਿਆਦਾ ਪੋਟੈਂਸ਼ੀਅਲ ਆ। ਇਹ ਇੰਡਸਟਰੀ ਬਹੁਤ ਜ਼ਿਆਦਾ ਸਾਲਾਂ ਦੇ ਵਿੱਚ ਸਾਡੇ ਆਊਗੀ। ਇੰਡੀਆ ਦੇ ਵਿੱਚ ਜਿੱਦਾਂ ਹੌਲੀ ਹੌਲੀ ਹੁਣ ਇੰਡੀਆ ਦੂਜੀਆਂ ਕੰਟਰੀਆਂ ਦੇ ਵਿੱਚ ਹੌਲੀ ਹੌਲੀ ਆ ਰਹੀ ਆ। ਸਾਡੇ ਇੱਥੇ ਕੈਲੀਫੋਰਨੀਆ ਦੇ ਵਿੱਚ there are so many offices that are just opening up, ਬਹੁਤ ਜ਼ਿਆਦਾ ਜੌਬਸ ਕ੍ਰੀਏਟ ਹੋ ਰਹੇ ਆ, ਬਹੁਤ ਜ਼ਿਆਦਾ ਪ੍ਰੋਫਿਟਸ ਹੋ ਰਹੇ ਆ। ਸੋ ਆਈ ਥਿੰਕ ਜਿੰਨੇ ਜ਼ਿਆਦਾ ਛੇਤੀ ਤੁਸੀਂ ਸਟਾਰਟ ਕਰੋਗੇ ਉਨੇ ਜ਼ਿਆਦਾ ਛੇਤੀ ਵੀ ਤੁਸੀਂ ਐਕਸਪਰਟ ਬਣ ਸਕਦੇ ਆ। ਸੋ ਇਹ ਮੇਰੀ ਐਡਵਾਈਸ ਹੋਊਗੀ। ਥੈਂਕ ਯੂ ਹਰਕਰਨ, ਲਵ ਇਟ, ਥੈਂਕ ਯੂ। ਤੇ ਪ੍ਰਭਜੀਤ, ਤੁਹਾਡੇ ਵੱਲੋਂ ਜੇ ਕੋਈ ਇੰਡਸਟਰੀ ਦੇ ਵਿੱਚ ਐਂਟਰ ਕਰਨਾ ਚਾਹੁੰਦਾ ਹੈ, ਤੁਹਾਡੀ ਕੀ ਐਡਵਾਈਸ ਹੈ? Sorry, you're muted, Prabjeet. ਸੋ ਆਈ ਥਿੰਕ ਜਿਹੜੀ ਸਭ ਤੋਂ ਵੱਡੀ ਐਡਵਾਈਸ ਹੈਗੀ ਆ ਵੀ ਤੁਸੀਂ ਬਾਲੇ ਲੇਟ ਨਹੀਂ ਹੈਗੇ। ਲਾਈਕ ਐਵੇਂ ਨਾ ਡਰੋ ਵੀ ਹੁਣ ਪ੍ਰਾਈਸ ਬਾਲੀ ਵੱਧ ਗਈ, ਹੁਣ ਹੋਰ ਕੋਈ ਪੈਸੇ ਨਹੀਂ ਬਣਨਾ। ਇੱਥੇ ਕਈ ਚੀਜ਼ਾਂ ਹੈਗੀਆਂ ਜਿਹੜੇ ਤੁਹਾਨੂੰ ਇਕੱਲੇ ਠਹਿਰ ਕੇ ਪਤਾ ਲੱਗਦਾ ਵੀ ਤੁਸੀਂ ਕਿੰਨੇ ਵੱਡੇ ਹੋ ਸਕਦੇ। ਸੋ ਜਿਹੜੇ ਲਾਈਕ ਬੈਂਬੂ ਪਲਾਂਟਸ ਹੁੰਦੇ ਆ ਹਨਾ, ਉਹ 10 ਸਾਲ ਵਾਸਤੇ ਰੂਟਸ ਬਣਾਉਂਦੇ ਹੈਗੇ ਆ ਤੇ ਇਕੱਲੇ 10 ਸਾਲ ਤੋਂ ਬਾਅਦ ਫਿਰ 50 ਫੀਟ ਉੱਪਰ ਚੱਲਦੇ ਹੈਗੇ ਆ। ਸੋ ਤੁਸੀਂ ਐਵੇਂ ਸੋਚਣਾ ਚਾਹੀਦਾ ਵੀ ਤੁਹਾਨੂੰ ਬੜੀ ਸ਼ੋਅ ਕਰਨ ਦੀ ਲੋੜ ਨਹੀਂ ਹੈਗੀ, ਬੜੇ ਫੈਂਸੀ ਨਿਊ ਕੋਇਨਸ ਪਰਚੇਸ ਕਰਨ ਦੀ ਲੋੜ ਨਹੀਂ ਹੈਗੀ। ਪਰ ਜਿਵੇਂ ਸਰ ਨੇ ਪਹਿਲਾਂ ਕਿਹਾ ਵੀ ਆਪਦੀ ਸਕਿੱਲਸ ਆਪੇ ਸਕਿੱਲਸ ਸਿੱਖੋ, ਆਪੇ ਜਿਹੜੀ ਨੌਲੇਜ ਹੈਗੀ ਆ ਸਿੱਖੋ ਤੇ ਕੁਐਸਚਨਸ ਪੁੱਛੋ ਤੇ ਸ਼ੁਰੂ ਕਰੋ। ਤੇ ਜਦੋਂ ਤੁਸੀਂ ਸ਼ੁਰੂ ਕਰਦੇ ਆ ਛੋਟੇ ਛੋਟੇ ਐਕਸਪੈਰੀਮੈਂਟਸ ਚਲਾਓ ਤੇ 1000 ਰੁਪਏ ਨਾਲ ਸ਼ੁਰੂ ਕਰ ਲਓ ਤੇ ਦੇਖੋ ਜੇ ਤੁਹਾਨੂੰ ਪੈਸੇ ਬਣਦੇ ਕਿ ਨਹੀਂ। ਤੇ ਜ਼ਮੀਨ ਵੇਚਣ ਦੀ ਲੋੜ ਨਹੀਂ ਹੈਗੀ, ਪਰ ਜਿਸ 1000 ਰੁਪਏ ਨਾਲ ਸ਼ੁਰੂ ਕਰ ਲਓ। ਖੇਤ ਵਿੱਚ ਦੀ ਲੋੜ ਨਹੀਂ। I mean, right? I mean, ਇੱਥੇ ਅਮਰੀਕਾ ਦੇ ਵਿੱਚ ਇੱਕ ਸੇਇੰਗ ਹੈਗੀ ਆ ਵੀ don't sell the farm, right? ਤੇ ਪੰਜਾਬ ਦੇ ਵਿੱਚ ਵੀ ਐਵੇਂ ਗੱਲ ਹੁੰਦੀ ਹੈ ਨਾ ਵੀ ਜ਼ਮੀਨ ਵੇਚਣ ਦੀ ਲੋੜ ਨਹੀਂ ਹੈਗੀ ਜਦੋਂ ਤੁਸੀਂ ਨਵੀਂ ਚੀਜ਼ ਸ਼ੁਰੂ ਕਰਦੇ ਆ। ਸੋ ਇਹ ਗੈਂਬਲਿੰਗ ਨਹੀਂ ਹੋਣਾ ਚਾਹੀਦਾ, ਇਹ ਇਨਵੈਸਟਮੈਂਟ ਹੋਣਾ ਚਾਹੀਦਾ। ਤੇ ਜ਼ਰੂਰ ਤੁਸੀਂ I mean, like everyone said, ਹਨਾ, ਜੌਬਸ ਟੈਕਨੋਲੋਜੀ ਦੇ ਵਿੱਚ ਵਧੀ ਜਾਂਦੀ ਹੈ ਤੇ ਘੱਟ ਹੀ ਨਹੀਂ ਜਾਂਦੇ। ਸੋ ਇਹ ਹੁਣ 25 ਸਾਲ ਤੋਂ ਬਾਅਦ ਉਦੋਂ ਵੀ ਇਹ ਇੰਟਰਸਟਿੰਗ ਫੀਲਡ ਹੋਊਗਾ। ਸੋ ਤੁਸੀਂ ਰਿਲੈਕਸ ਕਰ ਲਓ ਪਰ ਸ਼ੁਰੂ ਕਰ ਲਓ। Perfect. Thank you. Thank you, Prabjeet. I think थोड़े पैसों नाल experiment करना, I think it's very important क्योंकि तुसी जे इन्ने सारे पैसे नाल तुसी जाओगे ते रब करे कुछ गलत ना हो जाए, तुसी सारा लूज कर लिया, तुसी फिर कदी मुड़ के वापस क्रिप्टो ਵੱਲ ਨਹੀਂ ਵੇਖਣਾ। ਤੇ ਜਦੋਂ ਵੀ ਤੁਸੀਂ ਕਿਸੇ ਹੋਰ ਦੇ ਸੁਣੋਗੇ ਤੁਹਾਨੂੰ ਚੁਭੇਗਾ ਤੇ ਤੁਸੀਂ ਉਹਨੂੰ ਉਹ ਬੰਦੇ ਨੂੰ ਵੀ ਗਾਲਾਂ ਕੱਢਣੀਆਂ ਤੇ ਤੁਸੀਂ ਆਪ ਵੀ ਤੁਹਾਨੂੰ ਗੁੱਸਾ ਆਣਾ, ਜੋ ਬਹੁਤ ਲੋਕਾਂ ਨਾਲ ਹੁੰਦਾ ਹੈ ਅਨਫੋਰਚੂਨੇਟਲੀ। ਤੇ ਸੋ ਦੈਟਸ देयर। ਤੇ ਗਾਇਜ਼ ਮੇਰੇ ਵੱਲੋਂ ਇੱਕ ਐਡਵਾਈਸ ਹੋਏਗੀ ਕਿ ਇੰਡੀਆ ਦੇ ਵਿੱਚ ਇਹ ਚੀਜ਼ ਬਹੁਤ ਹੋਈ ਹੈ ਕਿ ਜਦੋਂ ਲੋਕਾਂ ਨੇ ਬਿਟਕੋਇਨ ਦੇ ਵਿੱਚ ਜਾਣਾ ਸ਼ੁਰੂ ਕੀਤਾ, ਲੋਕਾਂ ਨੂੰ ਆਪ ਨਹੀਂ ਪਤਾ ਸੀ ਕਿ ਕਿਵੇਂ ਅਸੀਂ ਬਿਟਕੋਇਨ ਖਰੀਦੀਏ। ਤੇ ਲੋਕਾਂ ਨੇ ਆਪਣੇ ਪੈਸੇ ਦੂਜਿਆਂ ਨੂੰ ਦੇਣੇ ਸ਼ੁਰੂ ਕਰਤੇ ਕਿ ਤੁਸੀਂ ਜਾ ਕੇ ਮੇਰੇ ਲਈ ਬਿਟਕੋਇਨ ਖਰੀਦੋ, ਤੁਸੀਂ ਜਾ ਕੇ ਮੇਰੇ ਲਈ ਇਨਵੈਸਟ ਕਰੋ, ਤੁਸੀਂ ਜਾ ਕੇ ਮੇਰੇ ਲਈ ਇਹ ਕਰੰਸੀਜ਼ ਖਰੀਦੋ। ਤੇ ਉਹਦੇ ਨਾਲ ਕੀ ਹੋਇਆ, ਜਾਂ ਤੇ ਬੰਦਾ ਸਕੈਮ ਨਿਕਲਿਆ, ਬੰਦਾ ਭੱਜ ਗਿਆ ਤੇ ਤੁਹਾਡੇ ਪੈਸੇ ਕਦੀ ਵਾਪਸ ਨਹੀਂ ਆਏ, ਜਾਂ ਕਿਤੇ ਕੋਈ ਮਾਮੇ ਚਾਚੇ ਨੇ ਤੁਹਾਡੇ ਲਈ ਖਰੀਦੇ ਅਮਰੀਕਾ ਦੇ ਵਿੱਚ ਤੇ ਤੁਹਾਨੂੰ ਇਹ ਨਹੀਂ ਪਤਾ ਕਿ ਐਗਜ਼ੈਕਟਲੀ ਤੁਹਾਡੇ ਪੈਸੇ ਕਿੰਨੇ ਵਧੇ, ਕਿ ਤੁਹਾਡੇ ਵੱਲੋਂ ਤਾਂ ਤੁਸੀਂ 10,000 ਰੁਪਏ ਪਾਇਆ ਪਰ ਤੁਹਾਨੂੰ ਇਹ ਨਹੀਂ ਪਤਾ ਕਿ ਐਕਚੁਅਲ ਵਿੱਚ ਕਿੰਨੇ ਵਧੇ, ਕਿਉਂਕਿ ਤੁਹਾਡੇ ਸਭ ਦੇ ਅਕਾਊਂਟ ਇੱਕ ਦੂਜੇ ਦੇ ਮਿਕਸ ਹੋਏ ਪਏ ਨੇ, ਇੱਕ ਹੀ ਅਕਾਊਂਟ ਦੇ ਵਿੱਚ ਹਰ ਕੋਈ ਉਹਦੇ ਵਿੱਚ ਪੈਸੇ ਪਾਈ ਜਾ ਰਿਹਾ। ਤੇ ਇਟਸ ਵੈਰੀ ਇੰਪੋਰਟੈਂਟ ਕਿ ਤੁਸੀਂ ਆਪ ਸਿੱਖੋ ਬਿਟਕੋਇਨ ਕਿਵੇਂ ਕੰਮ ਕਰਦਾ ਹੈ, ਤੁਸੀਂ ਆਪ ਉਹਨੂੰ ਮੈਨੇਜ ਕਰਨਾ ਸਿੱਖੋ, ਆਪ ਉਹਦੇ ਸਿਕਿਉਰਿਟੀ ਬਾਰੇ ਸਿੱਖੋ ਕਿ ਕਿਵੇਂ ਉਹਨੂੰ ਪਿਆਰ ਨਾਲ ਕਿਵੇਂ ਉਹਨੂੰ ਸੰਭਾਲ ਕੇ ਰੱਖਣਾ ਹੈ ਤੇ ਕਿਵੇਂ ਸਕੈਮਸ ਤੋਂ ਬਚਣਾ ਹੈ, ਕਿਹੋ ਜਿਹੇ ਸਕੈਮਸ ਚੱਲਦੇ ਨੇ। ਤੇ ਸਾਡੇ ਵੱਲੋਂ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਅਸੀਂ ਇਹ ਸੈਸ਼ਨਸ ਬਾਰ-ਬਾਰ ਕਰੀਏ ਤਾਂ ਕਿ ਤੁਹਾਡੇ ਨਾਲ ਰੈਗੂਲਰਲੀ ਜੁੜਦੇ ਰਹੀਏ, ਤਾਂ ਕਿ ਤੁਹਾਨੂੰ ਰੈਗੂਲਰਲੀ ਅਸੀਂ ਗਾਈਡੈਂਸ ਦਿੰਦੇ ਰਹੀਏ
ਬਟ ਇਹ ਮੇਰੇ ਵੱਲੋਂ ਤੁਹਾਡੇ ਲਈ ਐਡਵਾਈਸ ਹੋਏਗੀ। ਤੇ ਗਾਇਜ਼ ਹੁਣ ਅਸੀਂ ਰੈਪ ਅਪ ਕਰ ਰਹੇ ਹਾਂ। ਹੁਣ ਮੈਨੂੰ ਜਸਟ ਫਿਊ ਥਿੰਗਸ ਮੈਂ ਕੁਇਕਲੀ ਕਹਿਣਾ ਚਾਹਨੀ ਹਾਂ। ਇਸ ਕਾਲ ਤੋਂ ਬਾਅਦ ਮੈਂ ਇੱਕ ਫੇਸਬੁੱਕ ਗਰੁੱਪ ਬਣਾ ਰਹੀ ਹਾਂ, ਠੀਕ ਹੈ, ਕਿਉਂਕਿ ਤੁਹਾਡੇ ਇੰਨੇ ਕੁਐਸਚਨਸ ਆ ਰਹੇ ਨੇ ਤੇ ਇੰਨੇ ਚੰਗੇ ਚੰਗੇ ਕੁਐਸਚਨਸ ਨੇ, ਤੇ ਆਈ ਥਿੰਕ ਕਿ ਮੈਂ ਨਹੀਂ ਚਾਹੁੰਦੀ ਕਿ ਹੁਣ ਅਸੀਂ ਗਾਇਬ ਹੋ ਜਾਈਏ ਤੇ ਤੁਹਾਡਾ ਸਾਡਾ ਲਿੰਕ ਬੰਦ ਹੋ ਜਾਏ। ਤੇ ਇਹਦੇ ਬਾਅਦ ਮੈਂ ਇੱਕ ਫੇਸਬੁੱਕ ਗਰੁੱਪ ਬਣਾ ਰਹੀ ਹਾਂ, ਠੀਕ ਹੈ, ਤੇ ਉਹਦੇ ਵਿੱਚ ਸਾਡੇ ਤਿੰਨੋਂ ਜਿਹੜੇ ਸਪੀਕਰ ਨੇ ਉਹ ਆਪਣਾ ਇੱਕ ਮੈਸੇਜ ਪਾ ਦੇਣਗੇ ਕਿ ਤੁਸੀਂ ਉਹਨਾਂ ਨਾਲ ਉੱਥੇ ਵੀ ਜੁੜ ਸਕਦੇ ਹੋ, ਉੱਥੇ ਵੀ ਉਹਨਾਂ ਨਾਲ ਕੁਐਸਚਨਸ ਪੁੱਛ ਸਕਦੇ ਹੋ ਤੇ ਔਨਗੋਇੰਗ ਤੁਸੀਂ ਗਰੁੱਪ ਦੇ ਵਿੱਚ ਸਾਡੇ ਨਾਲ ਜੁੜ ਸਕਦੇ ਹੋ। ਇਹ ਨੰਬਰ 1। ਤੇ ਦੂਜੀ ਗੱਲ ਹੈ, ਅਸੀਂ ਹੁਣ ਅਗਲੇ ਹਫਤੇ ਮੈਂ ਅਨਾਉਂਸ ਕਰਾਂਗੀ, ਮੋਸਟ ਲਾਈਕਲੀ ਅਸੀਂ ਇੱਕ 3 ਡੇ ਇਵੈਂਟ ਕਰਾਂਗੇ, 3 ਦਿਨ ਇਵੈਂਟ, ਜਿੱਥੇ ਹਰ ਦਿਨ ਅਸੀਂ 1 ਘੰਟਾ ਤੁਹਾਡੇ ਨਾਲ ਸਪੈਂਡ ਕਰਾਂਗੇ। ਤੇ ਇਸ 3 ਦਿਨ ਦੇ ਵਿੱਚ ਇਹ ਬੂਟ ਕੈਂਪ ਹੋਏਗਾ, ਵਰਕਸ਼ਾਪ, ਤੇ ਪੂਰਾ ਫ੍ਰੀ, ਠੀਕ ਹੈ, ਅਸੀਂ ਤੁਹਾਨੂੰ ਚਾਰਜ ਨਹੀਂ ਕਰ ਰਹੇ। ਤੇ ਇਸ ਕਰਕੇ ਇਹ ਮੈਂ ਗੱਲ ਕਹਿਣਾ ਚਾਹੁੰਦੀ ਹਾਂ, ਅਸੀਂ ਤੁਹਾਨੂੰ ਇਸ ਕਰਕੇ ਚਾਰਜ ਨਹੀਂ ਕਰ ਰਹੇ ਕਿਉਂਕਿ ਸਾਡੇ ਲਈ ਇਹ ਬਹੁਤ ਵੱਡਾ ਸੇਵਾ ਦਾ ਮੌਕਾ ਹੈ ਕਿ ਅਸੀਂ ਆਪਣੀ ਪੰਜਾਬ ਦੇ ਵਿੱਚ ਆਪਣੇ ਲੋਕਾਂ ਦੇ ਨਾਲ ਅਸੀਂ ਇਹ ਗਿਆਨ ਵੰਡ ਸਕਦੇ ਹਾਂ। ਸਾਡੇ ਲਈ ਇਹ ਬਹੁਤ ਵੱਡਾ ਸੇਵਾ ਦਾ ਮੌਕਾ ਹੈ ਤੇ ਇਸ ਕਰਕੇ ਸਾਨੂੰ ਬਹੁਤ ਚੰਗਾ ਲੱਗ ਰਿਹਾ ਹੈ ਕਿ ਅਸੀਂ ਤੁਹਾਡੇ ਨਾਲ ਕਨੈਕਟ ਹੋ ਰਹੇ ਹਾਂ। ਤੇ ਇਹ 3 ਡੇ ਫ੍ਰੀ ਇਵੈਂਟ ਦੇ ਵਿੱਚ ਅਸੀਂ ਤੁਹਾਨੂੰ ਸਿਖਾਵਾਂਗੇ ਕਿ ਐਗਜ਼ੈਕਟਲੀ ਤੁਸੀਂ ਕਿਵੇਂ ਬਿਟਕੋਇਨ ਖਰੀਦ ਸਕਦੇ ਹੋ, ਕਿਵੇਂ ਸਕੈਮਸ ਤੋਂ ਬਚ ਸਕਦੇ ਹੋ, ਤੇ ਥੋੜਾ ਟੈਕਨੋਲੋਜੀ ਬਾਰੇ ਦੱਸਾਂਗੇ ਕਿ ਕਿਵੇਂ ਬਲੌਕਚੇਨ ਕੰਮ ਕਰਦੀ ਹੈ। ਮੋਸਟਲੀ ਟ੍ਰੇਡਿੰਗ ਤੇ ਬਾਇੰਗ ਫੋਕਸ ਹੋਏਗਾ ਕਿਉਂਕਿ ਇਹ ਹੁਣੇ ਤੁਹਾਡਾ ਸਭ ਤੋਂ ਪਹਿਲਾ ਇੰਟਰਸਟ ਹੈਗਾ। ਪਰ ਇਦਾਂ ਹੀ ਅਸੀਂ ਹੋਰ ਇਵੈਂਟਸ ਕਰਦੇ ਰਵਾਂਗੇ, ਜਿੱਥੇ ਫਿਰ ਮੰਨ ਲਓ 3 ਡੇ ਇਵੈਂਟ ਕਰ ਰਹੇ ਹਾਂ ਜਿਹੜਾ ਸਿਰਫ ਟੈਕਨੋਲੋਜੀ ਫੋਕਸਡ ਹੈ ਕਿ ਬਲੌਕਚੇਨ ਕੀ ਹੈਗੀ ਹੈ, ਕੋਡਿੰਗ ਕੀ ਹੈਗੀ ਹੈ, ਤੇ ਸੋ ਵੀ ਕੈਨ ਡੂ ਥੀਸ ਥਿੰਗਸ। ਤੇ ਇਹ ਹੁਣ ਅਸੀਂ ਥੋੜਾ ਹੋਰ ਡਿਵੈਲਪ ਕਰ ਰਹੇ ਹਾਂ ਤੇ ਅਗਲੇ ਹਫਤੇ ਮੈਂ ਤੁਹਾਨੂੰ ਇਹਦਾ ਬਾਰੇ ਦੱਸਾਂਗੀ ਕਿ ਇਹ ਕੀ ਇਵੈਂਟ ਹੈ ਤੇ ਤੁਸੀਂ ਫਿਰ ਇੱਥੇ ਅਟੈਂਡ ਕਰ ਸਕਦੇ ਹੋ। ਤੇ ਤੀਜੀ ਗੱਲ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦੀ ਹਾਂ ਕਿ ਅਸੀਂ ਪਹਿਲੀ ਪੰਜਾਬੀ ਦੇ ਵਿੱਚ ਬੁੱਕ ਪੂਰੀ ਕੰਪਲੀਟ ਕਰ ਲਈ ਹੈ ਕਿ ਬਿਟਕੋਇਨ ਕੀ ਹੈ, ਉਹਦੀ ਕੀ ਹਿਸਟਰੀ ਹੈ। ਅਸੀਂ ਇੱਕ ਅਮਰੀਕਾ ਤੋਂ ਇੱਕ ਕੰਪਨੀ ਦੇ ਨਾਲ ਮਿਲ ਕੇ, ਜਿਹੜੀ ਉਹਨਾਂ ਨੇ ਵੈਸੇ ਹੀ ਇੰਗਲਿਸ਼ ਦੇ ਵਿੱਚ ਕਿਤਾਬ ਲਿਖੀ ਹੋਈ ਹੈ, ਉਹ ਅਸੀਂ ਪੰਜਾਬੀ ਦੇ ਵਿੱਚ ਟਰਾਂਸਲੇਟ ਕਰ ਲਈ ਹੈ। ਤੇ ਹੁਣ ਬਸ ਪ੍ਰੂਫ ਰੀਡਿੰਗ ਕਰਨੀ ਹੈ ਤੇ ਹੁਣ ਬਸ ਉਹਨੂੰ ਸੋਹਣਾ ਕਰਕੇ ਪੂਰਾ ਪੈਕੇਜ ਕਰਕੇ ਹੁਣ ਤੁਹਾਨੂੰ ਦੇਣਾ ਹੈ। ਫ੍ਰੀ ਕਿਤਾਬ ਹੈ ਤੇ ਇਹ ਵੀ ਅਗਲੇ ਹਫਤੇ ਮੈਂ ਲਾਂਚ ਕਰ ਦਾਂਗੀ। ਤੇ ਤੁਸੀਂ 50 ਪੇजेस ਨੇ, ਤੁਸੀਂ ਪੂਰਾ ਪੜ੍ਹ ਸਕਦੇ ਹੋ ਕੀ ਬਿਟਕੋਇਨ ਦੀ ਹਿਸਟਰੀ ਹੈ, ਕਿਉਂ ਬਿਟਕੋਇਨ ਬਣਾਇਆ ਗਿਆ ਹੈ, ਕੀ ਇਹ ਦੁਨੀਆ ਦੇ ਵਿੱਚ ਕੀ ਗੈਪ ਨੇ ਜਿਹੜੇ ਇਹ ਸੋਲਵ ਕਰ ਰਹੇ, ਕੀ ਸਾਡੀ ਨਾਰਮਲ ਕਰੰਸੀ ਦੇ ਨਾਲ ਖਰਾਬੀ ਹੈ ਜੋ ਇਹ ਠੀਕ ਕਰ ਰਿਹਾ ਹੈ। ਸੋ ਵੈਰੀ ਵੈਰੀ ਐਕਸਾਈਟਿੰਗ। ਤੇ ਹੌਲੀ ਹੌਲੀ ਅਸੀਂ ਮਟੀਰੀਅਲ ਬਣਾਉਣਾ ਸ਼ੁਰੂ ਕਰ ਦਾਂਗੇ ਤੇ ਤੁਹਾਨੂੰ ਇਕੱਲੇ ਨਹੀਂ ਛੱਡ ਰਹੇ, ਸੋ ਡੋਂਟ ਵਰੀ। ਬਟ ਅਦਰ ਦੈਨ ਦੈਟ ਗਾਇਜ਼, ਆਈ ਥਿੰਕ ਕਿ ਇਹ ਪ੍ਰੋਬੇਬਲੀ ਪੰਜਾਬ ਦੇ ਵਿੱਚ ਪਹਿਲੀ ਵਾਰ ਇਦਾਂ ਕਾਲ ਹੋਈ ਹੈ ਜਿੱਥੇ ਅਸੀਂ ਮਿਲ ਕੇ ਕੁਝ ਵੇਚਣ ਦੀ ਕੋਸ਼ਿਸ਼ ਨਹੀਂ ਕਰ ਰਹੇ ਪਰ ਐਕਚੁਅਲੀ ਐਜੂਕੇਟ ਕਰ ਰਹੇ ਲੋਕਾਂ ਨੂੰ। ਤੇ ਗਾਇਜ਼ ਥੈਂਕ ਯੂ ਟੂ ਦ ਸਪੀਕਰਸ ਜਿਹੜੇ ਆਏ ਨੇ ਤੇ ਤੁਸੀਂ ਆਪਣਾ ਸਮੇਂ ਦਿੱਤਾ। ਆਈ ਥਿੰਕ ਹੁਣ 2 ਘੰਟੇ ਹੋ ਗਏ ਨੇ ਤੇ ਮੈਂ ਹੁਣ ਤੁਹਾਨੂੰ ਆਈ ਵਿਲ ਲੈਟ ਯੂ ਗੋ। ਤੇ ਥੈਂਕ ਯੂ ਗਾਇਜ਼ ਜਿਹੜੇ ਲੋਕਾਂ ਨੇ ਟਿਊਨ ਇਨ ਕੀਤਾ, ਜਿਹੜੇ ਲੋਕਾਂ ਨੇ ਸਾਨੂੰ ਇੰਨੇ ਕਮੈਂਟਸ ਭੇਜੇ ਨੇ ਤੇ ਇੰਨਾ ਤੁਸੀਂ ਸਾਡੇ ਨਾਲ ਜੁੜੇ ਹੋ। ਆਮ ਸੋ ਸੌਰੀ ਕਿ ਅਸੀਂ ਤੁਹਾਡੇ ਸਭ ਦੇ ਕੁਐਸਚਨਸ ਨਹੀਂ ਆਨਸਰ ਕਰ ਪਾਏ, ਬਟ ਤੁਸੀਂ ਵੇਖ ਸਕਦੇ ਹੋ ਇੱਕ ਕੁਐਸਚਨ ਪੂਰਾ ਇੱਕ ਪੂਰਾ ਇੱਕ ਟੌਪਿਕ ਬਣ ਜਾਂਦਾ ਹੈ ਤੇ ਹੋਪਫੁਲੀ ਅਸੀਂ ਸਾਰੇ ਕਰਾਂਗੇ। ਤੇ ਥੈਂਕ ਯੂ ਸੋ ਮਚ ਫॉर एवरीवन's ਟਾਈਮ। ਤੇ ਹੁਣ ਮੈਂ ਕਾਲ ਇੱਥੇ ਅਸੀਂ ਬੰਦ ਕਰਕੇ ਹੁਣ ਮੈਂ ਫੇਸ ਗਰੁੱਪ ਜਾ ਕੇ ਲਾਂਚ ਕਰਾਂਗੀ, ਜੋ ਮੈਂ ਆਪਣੇ ਫੇਸਬੁੱਕ ਫੈਨ ਪੇਜ ਤੇ ਪੋਸਟ ਕਰਾਂਗੀ ਕਿ ਹੁਣ ਅਸੀਂ ਇੱਕ ਗਰੁੱਪ ਬਣਾਇਆ ਹੈ। ਇਹ ਮੈਂ ਅਗਲੇ 10 ਮਿੰਟ ਦੇ ਵਿੱਚ ਲਾਂਚ ਕਰ ਰਹੀ ਹਾਂ ਤੇ ਫਿਰ ਅਗਲੇ 15 ਮਿੰਟ ਦੇ ਵਿੱਚ ਤੁਹਾਡੇ ਕੋਲ ਸਾਰੇ ਸਪੀਕਰਸ ਤੋਂ ਤੁਹਾਡੇ ਕੋਲ ਇੱਕ ਮੈਸੇਜ ਹੋਏਗਾ ਤੇ ਤੁਸੀਂ ਉੱਥੇ ਕਮੈਂਟ ਪਾ ਕੇ ਉਹਨਾਂ ਨਾਲ ਗੱਲ ਕਰਨੀ ਚਾਹੁੰਦੇ ਹੋ ਤਾਂ ਕਰ ਸਕਦੇ ਹੋ ਤੇ ਉਹ ਆਪਣੇ ਟਾਈਮ ਦੇ ਵਿੱਚ ਤੁਹਾਨੂੰ ਰਿਸਪੌਂਡ ਕਰਨਗੇ। ਤੇ ਅਦਰ ਦੈਨ ਦੈਟ ਗਾਇਜ਼, ਥੈਂਕ ਯੂ ਸੋ ਮਚ ਸਪੀਕਰਸ ਦਾ ਤੇ ਸਾਰੇ ਲੋਕਾਂ ਦਾ ਜਿਨੇ ਸਾਨੂੰ ਜੁਆਇਨ ਕੀਤਾ ਹੈ। ਤੇ ਨੈਕਸਟ ਟਾਈਮ ਤੱਕ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ।